हाँ जी सुखजीवन। ਸਿਰਜਣਾਤਮਕ ਸਿੱਖਿਆ ਸੰਸਾਰ ਨਾਲ ਜੁੜੇ ਸਿਰਜਕ ਦੋਸਤੋ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਆਪਾਂ ਹਰ ਹਫਤੇ ਆਓ ਗੱਲਾਂ ਕਰੀਏ ਦੇ ਸਿਰਲੇਖ ਹੇਠ ਇੱਕ ਵਿਚਾਰ ਚਰਚਾ ਕਰਦੇ ਹਾਂ, ਜਿਸ ਦੇ ਵਿੱਚ ਹਰ ਵਾਰ ਕਿਸੇ ਨਾ ਕਿਸੇ ਨਵੇਂ ਵਿਸ਼ੇ ਦੇ ਉੱਪਰ ਗੱਲਬਾਤ ਹੁੰਦੀ ਹੈ। ਪਰ ਪਿਛਲੇ 2 ਹਫ਼ਤਿਆਂ ਤੋਂ ਅਸੀਂ ਇੱਕੋ ਵਿਸ਼ੇ ਦੇ ਉੱਪਰ ਗੱਲਬਾਤ ਕਰ ਰਹੇ ਹਾਂ ਕਿ ਉਹ ਵਿਸ਼ਾ ਹੈ ਵਿਦਿਅਕ ਮੁਕਾਬਲੇ, ਤਕਨੀਕੀ ਨੁਕਤੇ। ਇਸ ਵਿਸ਼ੇ ਦੇ ਇਸ ਵਾਰ ਅਸੀਂ ਤੀਸਰੇ ਭਾਗ ਦੇ ਵਿੱਚ ਪਹੁੰਚੇ ਹਾਂ। ਪਹਿਲੇ 2 ਭਾਗਾਂ ਦੇ ਵਿੱਚ ਅਸੀਂ ਥੀਏਟ੍ਰਿਕਲ ਮੁਕਾਬਲਿਆਂ ਬਾਰੇ ਤੇ ਮਿਊਜ਼ਿਕ ਅਤੇ ਡਾਂਸ ਦੇ ਮੁਕਾਬਲਿਆਂ ਬਾਰੇ ਗੱਲਬਾਤ ਕੀਤੀ ਸੀ ਤੇ ਉਹਨਾਂ ਦੇ ਵਿਸ਼ਾ ਮਾਹਰਾਂ ਨੇ ਕਾਫੀ ਸਾਰੀਆਂ ਦਿਲਚਸਪ ਅਤੇ ਲਾਭਦਾਇਕ ਗੱਲਾਂ ਸਾਡੇ ਨਾਲ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਤੇ ਅੱਜ ਜਦੋਂ ਅਸੀਂ ਆਓ ਗੱਲਾਂ ਕਰੀਏ ਦੇ 94ਵੇਂ ਪ੍ਰੋਗਰਾਮ ਦੇ ਵਿੱਚ ਬੈਠੇ ਹਾਂ, ਤਾਂ ਅੱਜ ਇਸੇ ਵਿਸ਼ੇ ਦੇ ਤੀਸਰੇ ਭਾਗ ਵਿੱਚ ਅਸੀਂ ਵਿਜ਼ੂਅਲ ਆਰਟਸ ਬਾਰੇ ਗੱਲਬਾਤ ਕਰਾਂਗੇ। ਤੇ ਇਸ ਵਿਸ਼ੇ ਬਾਰੇ ਗੱਲਬਾਤ ਕਰਨ ਲਈ ਵੀ ਸਾਡੇ ਕੋਲ ਅੱਜ 3 ਵਿਸ਼ਾ ਮਾਹਰ ਨੇ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲੇ ਡਾਕਟਰ ਕੁਲਦੀਪ ਸਿੰਘ ਦੀਪ, ਜੋ ਸਾਡੇ ਕਿਸੇ ਸਿਰਜਣਾਤਮਕ ਸਿੱਖਿਆ ਸੰਸਾਰ ਗਰੁੱਪ ਦੇ ਮੁੱਖ ਪ੍ਰਬੰਧਕ ਤਾਂ ਹਨ ਹੀ, ਉਸ ਦੇ ਨਾਲ ਇੱਕ ਬੇਹੱਦ ਅੱਛੇ ਸਾਹਿਤਕਾਰ, ਕਵੀ, ਆਲੋਚਕ, ਨਾਟਕਕਾਰ ਵੀ ਨੇ ਤੇ ਵਿਦਿਅਕ ਮਾਹਰ ਦੇ ਤੌਰ ਤੇ ਵੀ ਉਹਨਾਂ ਦਾ ਕੰਮ ਕਾਫੀ ਅੱਛਾ ਹੈ। ਤੇ ਉਹਨਾਂ ਤੋਂ ਬਾਅਦ ਸਾਡੇ ਵਿੱਚ ਜਗਤਾਰ ਸਿੰਘ ਸੋਖੀ, ਜਿਨ੍ਹਾਂ ਨੇ ਸੁੰਦਰ ਲਿਖਾਈ, ਪੇਂਟਿੰਗ, ਕੈਲੀਗ੍ਰਾਫੀ ਦੇ ਵਿੱਚ ਬਹੁਤ ਸੋਹਣਾ ਕੰਮ ਕੀਤਾ ਤੇ ਕਰ ਰਹੇ ਨੇ। ਇਸੇ ਤਰ੍ਹਾਂ ਹੀ ਸਾਡੇ ਤੀਸਰੇ ਮਹਿਮਾਨ ਨੇ ਮੈਡਮ ਸੋਨਜੀਤ, ਜੋ ਕਿ ਇੱਕ ਬਹੁਤ ਅੱਛੇ ਆਰਟਿਸਟ ਨੇ। ਉਹਨਾਂ ਨੇ ਵੀ ਕੈਲੀਗ੍ਰਾਫੀ ਦੇ ਵਿੱਚ ਤੇ ਸੁੰਦਰ ਲਿਖਾਈ ਦੇ ਵਿੱਚ ਤੇ ਪੇਂਟਿੰਗ ਦੇ ਵਿੱਚ ਬਹੁਤ ਸੋਹਣਾ ਕੰਮ ਕੀਤਾ ਤੇ ਬਹੁਤ ਸੋਹਣਾ ਨਵਾਂ ਕੰਮ ਵੀ ਕੀਤਾ ਹੈ। ਬਹੁਤ ਸਾਰੇ ਨਵੇਂ ਤਜਰਬੇ ਉਹ ਕਰਦੇ ਰਹਿੰਦੇ ਨੇ। ਸੋ ਇਹਨਾਂ ਤਿੰਨਾਂ ਮਾਹਿਰਾਂ ਦੇ ਨਾਲ ਅਸੀਂ ਵਿਜ਼ੂਅਲ ਆਰਟਸ ਨਾਲ ਜੁੜੇ ਸਾਰੇ ਮੁਕਾਬਲਿਆਂ ਬਾਰੇ ਗੱਲਬਾਤ ਕਰਾਂਗੇ। ਤੇ ਪਰ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਚਾਹਾਂਗੇ ਕਿ ਡਾਕਟਰ ਕੁਲਦੀਪ ਸਿੰਘ ਦੀਪ, ਜਿਨ੍ਹਾਂ ਤੋਂ ਅਸੀਂ ਪਿਛਲੇ ਸਮੇਂ ਤੋਂ ਡਬਲ ਡਿਊਟੀ ਲੈ ਰਹੇ ਹਾਂ, ਉਹ ਬਤੌਰ ਮੇਜ਼ਬਾਨ ਵੀ ਸਾਡੇ ਸ਼ਾਮਲ ਹੋ ਰਹੇ ਨੇ ਤੇ ਬਤੌਰ ਵਿਸ਼ਾ ਮਾਹਰ ਵੀ ਗੱਲਬਾਤ ਕਰ ਰਹੇ ਨੇ, ਕਿ ਉਹ ਅੱਜ ਸਾਡੇ ਬਾਕੀ 2 ਮਹਿਮਾਨਾਂ ਦਾ ਸਵਾਗਤ ਵੀ ਕਰਨ ਤੇ ਉਹਨਾਂ ਦੀ ਜਾਣ ਪਹਿਚਾਣ ਵੀ ਸਾਡੇ ਬਾਕੀ ਸਾਥੀਆਂ ਨਾਲ ਜੋ ਜੁੜੇ ਨੇ ਉਹਨਾਂ ਨਾਲ ਕਰਵਾਉਣ। ਥੈਂਕ ਯੂ ਸੁਖਜੀਵਨ। ਸਿਰਜਣਾਤਮਕ ਸਿੱਖਿਆ ਸੰਸਾਰ ਦੇ ਇਸ ਪਲੇਟਫਾਰਮ ਤੇ ਆਓ ਗੱਲਾਂ ਕਰੀਏ ਦੇ ਤਹਿਤ ਜੁੜੇ ਹੋਏ ਸਾਰੇ ਦੋਸਤੋ, ਵੈਸੇ ਤਾਂ ਜਗਤਾਰ ਸੋਖੀ ਤੇ ਮੈਡਮ ਸੋਨਜੀਤ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਦੋਨਾਂ ਦਾ ਆਪੋ ਆਪਣੇ ਖੇਤਰ ਦੇ ਵਿੱਚ ਬਹੁਤ ਸਾਰਾ ਕੰਮ ਹੈ। ਜਗਤਾਰ ਸਿੰਘ ਸੋਖੀ ਹੋਰੀ ਮਲਟੀ ਟੈਲੈਂਟਡ ਪਰਸਨੈਲਿਟੀ ਨੇ, ਜਿਨ੍ਹਾਂ ਦਾ ਇੱਕੋ ਵੇਲੇ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ ਵੀ ਬਹੁਤ ਸਾਰਾ ਕੰਮ ਹੈ, ਪੰਜਾਬੀ ਕੈਲੀਗ੍ਰਾਫੀ ਤੇ ਪੰਜਾਬੀ ਲਿਖਾਈ ਦੇ ਖੇਤਰ ਦੇ ਵਿੱਚ ਵੀ ਬਹੁਤ ਸਾਰਾ ਕੰਮ ਹੈ, ਪੰਜਾਬੀ ਪੇਂਟਿੰਗ ਦੇ ਖੇਤਰ ਦੇ ਵਿੱਚ ਵੀ ਬਹੁਤ ਸਾਰਾ ਕੰਮ ਹੈ ਤੇ ਪੰਜਾਬੀ ਭਾਸ਼ਾ ਵਿਗਿਆਨ ਦੇ ਵਿੱਚ ਵੀ ਬਹੁਤ ਸਾਰਾ ਕੰਮ ਹੈ। ਇਹ ਪਿਛਲੇ ਲੰਮੇ ਸਮੇਂ ਤੋਂ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ। ਖਾਸ ਤੌਰ ਤੇ ਮੈਂ ਅਕਸਰ ਮੇਰੇ ਬਾਰੇ ਵੀ ਬਹੁਤ ਸਾਰੇ ਲੋਕ ਕਹਿੰਦੇ ਹੁੰਦੇ ਨੇ ਕਿ ਅਸੀਂ ਆਪਣੇ ਜਿਹੜੇ ਬਦਾਮ ਨੇ ਨਾ ਉਹ ਛੋਲਿਆਂ ਦੇ ਭਾਅ ਵੇਚ ਰਹੇ ਹਾਂ, ਤੇ ਜਗਤਾਰ ਸੋਖੀ ਹੋਰੇ ਵੀ ਆਪਣਾ ਬਹੁਤ ਸਾਰਾ ਗਿਆਨ, ਬਹੁਤ ਸਾਰਾ ਕੀਮਤੀ ਗਿਆਨ ਫ੍ਰੀ ਲੋਕਾਂ ਦੇ ਵਿੱਚ ਵੰਡ ਰਹੇ ਨੇ। ਬਹੁਤ ਜ਼ਿਆਦਾ ਮਿਹਨਤ ਕਰਦੇ ਨੇ। ਇਹਨਾਂ ਕੋਲੇ ਬਹੁਤ ਸਾਰੇ ਲੋਕ ਆਪਣੀਆਂ ਕਵਿਤਾਵਾਂ ਭੇਜਦੇ ਨੇ, ਆਪਣੇ ਸ਼ੇਅਰ ਭੇਜਦੇ ਨੇ, ਉਹਨਾਂ ਨੂੰ ਲਗਾਤਾਰ ਪੇਂਟਿੰਗਾਂ ਦੇ ਉੱਤੇ ਲਿਖ ਕੇ ਇਹ ਪੰਜਾਬੀ ਮਾਂ ਬੋਲੀ ਦੀ, ਪੰਜਾਬੀ ਅਦਬ ਦੀ ਸੇਵਾ ਕਰਦੇ ਨੇ। ਸੋ ਇਸ ਵੇਲੇ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ, ਪੰਜਾਬੀ ਕੈਲੀਗ੍ਰਾਫੀ ਦੇ ਖੇਤਰ ਦੇ ਵਿੱਚ ਤੇ ਪੇਂਟਿੰਗ ਦੇ ਖੇਤਰ ਦੇ ਵਿੱਚ ਜਗਤਾਰ ਸਿੰਘ ਸੋਖੀ ਵੱਡੀ ਪਰਸਨੈਲਿਟੀ ਨੇ ਤੇ ਅਸੀਂ ਸਿਰਜਣਾਤਮਕ ਸਿੱਖਿਆ ਸੰਸਾਰ ਵੱਲੋਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਸਾਡੇ ਨਾਲ ਦੂਜੇ ਮਹਿਮਾਨ ਨੇ ਮੈਡਮ ਸੋਨਜੀਤ। ਇਹਨਾਂ ਦੇ ਵਿਅਕਤੀਤਵ ਦੇ ਵਿੱਚ ਬਹੁਤ ਜ਼ਿਆਦਾ ਸਹਿਜ ਹੈ। ਇਹ ਅਧਿਆਪਨ ਦੇ ਖੇਤਰ ਦੇ ਵਿੱਚ ਆਪਣੇ ਸਕੂਲ ਦੇ ਵਿੱਚ ਵੀ ਬਹੁਤ ਸਹਿਜ ਨਾਲ ਕੰਮ ਕਰਦੇ ਨੇ ਤੇ ਨਾਲ ਪੇਂਟਿੰਗ ਦੇ ਖੇਤਰ ਦੇ ਵਿੱਚ ਵੀ ਬਹੁਤ ਸਹਿਜ ਨਾਲ ਕੰਮ ਕਰਦੇ ਨੇ ਤੇ ਕੈਲੀਗ੍ਰਾਫੀ ਤੇ ਲਿਖਾਈ ਦੇ ਖੇਤਰ ਦੇ ਵਿੱਚ ਵੀ ਬਹੁਤ ਸਹਿਜ ਨਾਲ ਕੰਮ ਕਰਦੇ ਨੇ। ਜਿੰਨਾ ਸਹਿਜ ਇਹਨਾਂ ਦੇ ਵਿਅਕਤੀਤਵ ਦੇ ਵਿੱਚ ਹੈ, ਉਨਾ ਹੀ ਸਹਿਜ ਇਹਨਾਂ ਦੇ ਅਧਿਆਪਨ ਦੇ ਵਿੱਚ, ਇਹਨਾਂ ਦੀ ਕੈਲੀਗ੍ਰਾਫੀ ਦੇ ਵਿੱਚ ਤੇ ਇਹਨਾਂ ਦੀ ਪੇਂਟਿੰਗ ਦੇ ਵਿੱਚ ਨੇ। ਜਿਵੇਂ ਭਾਈ ਵੀਰ ਸਿੰਘ ਕਹਿੰਦੇ ਕਿ ਸਾਨੂੰ ਛਿਪੇ ਰਹਿਣ ਦੀ ਚਾਹ ਤੇ ਛਿਪ ਤੁਰ ਜਾਣ ਦੀ, ਉਸ ਲਾਈਨ ਨੂੰ ਆਪਣੀ ਪਰਸਨੈਲਿਟੀ ਦੇ ਵਿੱਚ ਧਾਰਨ ਵਾਲੇ ਮੈਡਮ ਸੋਨਜੀਤ ਆਪਣੀ ਮਸਤੀ 'ਚ ਕੰਮ ਕਰਦੇ ਨੇ
ਜੋ ਇਹਨਾਂ ਨੂੰ ਚੰਗਾ ਲੱਗਦਾ ਹੈ, ਜੋ ਇਹਨਾਂ ਦੀ ਆਤਮਾ ਨੂੰ ਚੰਗਾ ਲੱਗਦਾ ਹੈ, ਜਿੰਨਾ ਇਹਨਾਂ ਦਾ ਮਨ, ਇਹਨਾਂ ਦੀ ਰੂਹ ਇਹਨਾਂ ਨੂੰ ਅਲਾਉ ਕਰਦੀ ਹੈ, ਉਹਦੇ ਮੁਤਾਬਕ ਕਲਾ ਦੇ ਖੇਤਰ ਦੇ ਵਿੱਚ ਕੰਮ ਕਰਦੇ ਨੇ। ਤੇ ਸਾਨੂੰ ਇਹਨਾਂ ਦੇ ਇਸ ਸਹਿਜ ਤੇ ਸਾਨੂੰ ਇਹਨਾਂ ਦੀ ਇਸ ਕਲਾ ਤੇ ਬਹੁਤ ਬਹੁਤ ਸਾਰਾ ਮਾਣ ਹੈ। ਮੈਂ ਮੈਡਮ ਸੋਨ ਜੀ ਦਾ ਵੀ ਬਹੁਤ ਸਾਰਾ ਸਵਾਗਤ ਕਰਦਾ। ਤੇ ਦੋਸਤੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪਿਛਲੇ ਲਗਭਗ 2 ਪ੍ਰੋਗਰਾਮ ਇਸ ਲੜੀ ਦੇ ਵਿੱਚ ਕੀਤੇ ਨੇ ਤੇ ਤੀਜਾ ਪ੍ਰੋਗਰਾਮ ਆਪਾਂ ਇਸ ਲੜੀ ਦੇ ਵਿੱਚ ਕਰ ਰਹੇ ਹਾਂ, ਕਿਉਂਕਿ ਵਿਦਿਅਕ ਮੁਕਾਬਲਿਆਂ ਦਾ ਬੱਚੇ ਦੇ ਸਰਬਪੱਖੀ ਵਿਕਾਸ ਦੇ ਵਿੱਚ ਬਹੁਤ ਵੱਡਾ ਰੋਲ ਹੈ, ਬਹੁਤ ਵੱਡੀ ਭੂਮਿਕਾ ਹੈ। ਇਹ ਕਹਿ ਲਈਏ ਕਿ ਬੱਚੇ ਨੂੰ ਜਿਹੜਾ ਜ਼ਿੰਦਗੀ ਦਾ ਅਸਲ ਗਿਆਨ ਹੈ, ਬੱਚੇ ਨੂੰ ਕਲਾਮਾਂ ਦਾ ਅਸਲ ਗਿਆਨ ਹੈ, ਬੱਚੇ ਦੇ ਅੰਦਰ ਜੋ ਹੁਨਰ ਆਪਾਂ ਭਰਨੇ ਨੇ, ਉਹਦਾ ਸਾਰਾ ਸਰੋਕਾਰ ਤੇ ਸਾਰਾ ਸੰਬੰਧ ਇਹਨਾਂ ਵਿਦਿਅਕ ਮੁਕਾਬਲਿਆਂ ਦੇ ਨਾਲ ਹੈ। ਤੇ ਪਿਛਲੇ ਕਈ ਸਾਲਾਂ ਤੋਂ ਸਾਡੇ ਮਹਿਕਮੇ ਦੇ ਵਿੱਚ ਕਿੰਨੇ ਵਿਦਿਅਕ ਮੁਕਾਬਲੇ ਹੁੰਦੇ ਨੇ। ਮੈਨੂੰ ਨਹੀਂ ਲੱਗਦਾ ਕੋਈ ਹਫਤਾ ਇਹੋ ਜਿਹਾ ਹੋਊਗਾ ਜਿਹਦੇ ਵਿੱਚ ਸਾਡੇ ਕੋਲੇ ਵਿਦਿਅਕ ਮੁਕਾਬਲਿਆਂ ਦੀ ਕੋਈ ਚਿੱਠੀ ਨਾ ਆਉਂਦੀ ਹੋਵੇ, ਕਿਉਂਕਿ ਅਸੀਂ ਬਹੁਤ ਸਾਰੇ ਦਿਨ ਮਨਾਉਣੇ ਸ਼ੁਰੂ ਕੀਤੇ ਹੋਏ ਨੇ। ਤੇ ਉਹ ਹਰ ਦਿਨ ਦੇ ਉੱਤੇ ਮਹਿਕਮਾ ਸਾਨੂੰ ਚਿੱਠੀਆਂ ਭੇਜਦਾ ਕਿ ਲਓ ਜੀ, ਹੁਣ ਮਹਿਲਾ ਦਿਵਸ ਆ ਗਿਆ ਜੀ, ਆ ਹੁਣ ਬਾਲ ਦਿਵਸ ਆ ਗਿਆ ਜੀ, ਆ ਹੁਣ ਅਧਿਆਪਕ ਦਿਵਸ ਆ ਗਿਆ ਜੀ, ਹੁਣ ਮਾਂ ਦਿਵਸ ਆ ਗਿਆ। ਇਹਨਾਂ ਸਾਰਿਆਂ ਤੇ ਅਸੀਂ ਕੋਈ ਨਾ ਕੋਈ ਵਿਦਿਅਕ ਮੁਕਾਬਲਾ ਆਪਣੇ ਸਕੂਲ ਦੇ ਵਿੱਚ ਕਰਾ ਕੇ ਤੇ ਫਿਰ ਨਾਲ ਅਸੀਂ ਫੋਟੋਆਂ ਪਾਉਣੀਆਂ ਹੁੰਦੀਆਂ ਨੇ ਤੇ ਨਾਲ ਅਸੀਂ ਬੱਚਿਆਂ ਦੀਆਂ ਲਿਸਟਾਂ ਭੇਜਣੀਆਂ ਹੁੰਦੀਆਂ ਨੇ। ਬਹੁਤ ਸਾਰਾ ਕੰਮ ਕਰਨਾ ਹੁੰਦਾ ਹੈ। ਸੋ ਇਹ ਵਿਦਿਅਕ ਮੁਕਾਬਲੇ ਦੇ ਮਾਮਲੇ 'ਚ ਬਹੁਤ ਸਾਰੇ ਤੌਖਲੇ, ਬਹੁਤ ਸਾਰੀਆਂ ਸ਼ੰਕਾਵਾਂ, ਬਹੁਤ ਸਾਰੇ ਝੋਰੇ ਸਾਡੇ ਮਨਾਂ ਦੇ ਵਿੱਚ ਹੈਗੇ ਨੇ। ਅਸੀਂ ਉਹਨਾਂ ਸ਼ੰਕਿਆਵਾਂ ਦੀ ਨਿਵਰਤੀ ਲਈ ਇਹ ਪ੍ਰੋਗਰਾਮ ਸ਼ੁਰੂ ਕੀਤਾ ਤੇ ਪਿਛਲੇ 2 ਪ੍ਰੋਗਰਾਮਾਂ ਤੋਂ ਲਗਾਤਾਰ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਬਹੁਤ ਸਾਰੇ ਮੁਕਾਬਲਿਆਂ ਬਾਰੇ ਬਹੁਤ ਸਾਰੀਆਂ ਗੱਲਾਂ ਕਰੀਏ। ਤੇ ਅੱਜ ਉਸ ਲੜੀ ਦੇ ਵਿੱਚ ਮੇਨਲੀ ਸਾਡੇ ਕੋਲੇ ਵਿਜ਼ੂਅਲ ਆਰਟਸ ਦੇ 2 ਐਕਸਪਰਟ ਨੇ ਤੇ ਕੁਝ ਜਨਰਲ ਗੱਲਾਂ ਵੀ ਆਪਾਂ ਕਰਾਂਗੇ। ਜਿੱਥੇ ਜੇ ਮੈਨੂੰ ਲੱਗੂਗਾ ਕਿ ਉਹਦੇ ਵਿੱਚ ਮੈਂ ਕੋਈ ਆਪਣੀ ਟਿੱਪਣੀ ਕਰਾਂ, ਉੱਥੇ ਮੈਂ ਆਪਣੀ ਟਿੱਪਣੀ ਕਰੂੰਗਾ। ਅਦਰਵਾਈਜ਼ ਅਸੀਂ ਆਪਣੇ ਮਹਿਮਾਨਾਂ ਤੋਂ ਬਹੁਤ ਸਾਰੇ ਵਿਊ ਲਵਾਂਗੇ। ਸੋ ਇੱਕ ਵਾਰੀ ਫੇਰ ਮੈਂ ਤੁਹਾਡਾ ਸਾਰਿਆਂ ਦਾ ਤੇ ਸਾਡੇ ਮਹਿਮਾਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ। ਮੈਂ ਲਗਾਤਾਰ ਮੇਜ਼ਬਾਨ ਤੇ ਮਹਿਮਾਨ ਦੀ ਭੂਮਿਕਾ ਦੇ ਵਿੱਚ ਆਉਂਦਾ ਰਹੂੰਗਾ ਤੇ ਆਪਾਂ ਇਸ ਪ੍ਰੋਗਰਾਮ ਦੀ ਕੰਟੀਨਿਊਟੀ ਦੇ ਵਿੱਚ ਅੱਜ ਬਹੁਤ ਸਾਰੀਆਂ ਗੱਲਾਂ ਕਰਾਂਗੇ। ਅਗਲਾ ਜਿਹੜਾ ਏਜੰਡਾ ਹੈ ਉਹ ਸੁਖਜੀਵਨ ਕੋਲੇ ਚੱਲਦੇ ਹਾਂ। ਅਗਲੀ ਗੱਲਬਾਤ ਤੋਂ ਪਹਿਲਾਂ ਅਸੀਂ ਇੱਕ ਗੱਲ ਹੋਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਅੱਜ ਦੇ ਦੋਨੋਂ ਮਹਿਮਾਨ ਨੇ, ਭਾਵੇਂ ਅਸੀਂ ਉਹਨਾਂ ਨੂੰ ਮਹਿਮਾਨਾਂ ਦੀ ਸ਼੍ਰੇਣੀ ਦੇ ਵਿੱਚ ਰੱਖਿਆ, ਪਰ ਅਸਲ ਦੇ ਵਿੱਚ ਉਹ ਦੋਨੋਂ ਵੀ ਸਿਰਜਣਾਤਮਕ ਸਿੱਖਿਆ ਸੰਸਾਰ ਗਰੁੱਪ ਦੇ ਬਹੁਤ ਅਹਿਮ ਤੇ ਸਰਗਰਮ ਮੈਂਬਰ ਨੇ। ਸੋ ਬਹੁਤੀ ਦੇਰ ਨਾ ਕਰਦਿਆਂ ਸਵਾਲਾਂ ਦੀ ਲੜੀ ਨੂੰ ਸ਼ੁਰੂ ਕਰੀਏ ਤੇ ਮੈਂ ਬੇਨਤੀ ਕਰਾਂਗਾ ਗੁਰਪ੍ਰੀਤ ਮੈਮ ਨੂੰ ਕਿ ਉਹ ਆਪਣੇ ਪਹਿਲੇ ਸਵਾਲ ਨਾਲ ਅੱਜ ਦੀ ਇਸ ਗੱਲਬਾਤ ਨੂੰ ਸ਼ੁਰੂ ਕਰਨ। ਮੈਮ ਗੁਰਪ੍ਰੀਤ। बहुत बहुत शुक्रिया सर। सारिਆਂ ਨੂੰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਹਾਂਜੀ, ਮੇਰਾ ਪਹਿਲਾ ਸਵਾਲ ਸੋਨਜੀਤ ਮੈਡਮ ਉਹਨਾਂ ਲਈ ਹੈ। ਮੈਡਮ, ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦੀ ਹਾਂ ਕਿ ਵਿਜ਼ੂਅਲ ਆਰਟ ਤੋਂ ਕੀ ਭਾਵ ਹੈ ਤੇ ਕਿਹੜੇ-ਕਿਹੜੇ ਉਹ ਮੁਕਾਬਲੇ ਨੇ ਜਿਹੜੇ ਵਿਜ਼ੂਅਲ ਆਰਟਸ ਦੇ ਅਧੀਨ ਆਉਂਦੇ ਹਨ। ਜੀ ਸੋਨਜੀਤ ਮੈਮ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਮੈਮ। ਹਾਂਜੀ, ਇਹਦਾ ਸਮਾਂ ਲਿਮਿਟਡ ਹੈ, ਸੋ ਆਪਾਂ ਕੁਐਸਚਨਸ ਨੂੰ ਲਿਮਿਟਡ ਆਨਸਰ ਸੀਗੇ ਨੂੰ ਕਰਾਂਗੇ। ਮਤਲਬ ਜਿਹੜਾ ਵਿਜ਼ੂਅਲ ਆਰਟ ਹੈ ਅਸਲ 'ਚ ਆਪਣੇ ਆਪ ਦੇ ਵਿੱਚ ਇਹਦਾ ਬਹੁਤ ਵੱਡਾ ਰੂਪ ਆ, ਹਨਾ, ਪਰ ਇਹ ਆਰਟ ਤੋਂ ਛੋਟਾ, ਆਰਟ ਦਾ ਇੱਕ ਇਹ ਪਾਰਟ ਆ। ਵਿਜ਼ੂਅਲ ਹੈਗਾ ਕਿ ਸਾਨੂੰ ਸਾਹਮਣੇ ਕੀ ਦਿਖਦਾ, ਸਾਹਮਣੇ ਸਿਰਫ ਦੇਖਣ ਵਾਲੀ ਚੀਜ਼ ਜਦੋਂ ਸਾਨੂੰ ਕੋਈ ਚੰਗਾ ਅਹਿਸਾਸ ਕਰਾਉਂਦੀ ਹੈ ਤਾਂ ਵਿਜ਼ੂਅਲ ਬਣ ਜਾਂਦੀ ਹੈ। ਜਿਵੇਂ ਪੇਂਟਿੰਗ ਕਹਿ ਸਕਦੇ ਹਾਂ ਅਸੀਂ, ਜੇ ਅਸੀਂ ਪੇਂਟਿੰਗਸ ਤੋਂ ਹਟ ਜਾਈਏ ਅਸੀਂ ਬੁੱਤਕਾਰੀ ਤੇ ਆ ਜਾਵਾਂਗੇ, ਜਿਹੜੇ ਬੁੱਤ ਘੜਦੇ ਆ, ਜਾਂ ਟੀਵੀ ਦੇ ਵਿੱਚ ਜਿਹੜੀਆਂ ਫਿਲਮਸ ਬਣਦੀਆਂ ਨੇ, ਕਿਸੇ ਤਰ੍ਹਾਂ ਦਾ ਨਾਟਕ ਹੁੰਦਾ, ਉਹ ਸਾਰੇ ਦਾ ਸਾਰਾ ਵਿਜ਼ੂਅਲ ਆ। ਵਿਜ਼ੂਅਲ ਹੈ ਕਿ ਜਿਹਨੂੰ ਸਾਹਮਣੇ ਦੇਖ ਕੇ ਸਾਨੂੰ ਆਪਣੇ ਅੰਦਰ, ਸਾਡੇ ਵਿੱਚ ਇੱਕ ਚੰਗਿਆਈ ਦਾ ਜਾਂ ਇੱਕ ਜਿਹੜਾ ਫੀਲ ਆ ਉਹ ਕ੍ਰੀਏਟ ਹੁੰਦਾ ਜੀ। ਬਟ ਜਦੋਂ ਅਸੀਂ ਕਹਿੰਦੇ ਕਿ ਪੋਇਟਰੀ ਆ, ਪੋਇਟਰੀ ਵੀ ਸਾਨੂੰ ਬਹੁਤ ਸੋਹਣਾ ਅਹਿਸਾਸ ਕਰਾਉਂਦੀ ਹੈ, ਪਰ ਆਪਾਂ ਇਹਨੂੰ ਵਿਜ਼ੂਅਲ ਦਾ ਹਿੱਸਾ ਨਹੀਂ ਮੰਨ ਸਕਦੇ ਕਿਉਂਕਿ ਦਿਖਦੀ ਨਹੀਂ, ਇਹ ਭਾਵਨਾ ਦੀ ਚੀਜ਼ ਹੈ। ਪਰ ਜਿਹੜੀ ਵਿਜ਼ੂਅਲ ਆਰਟ ਹੈ ਇਹ ਆਰਟ ਤੋਂ ਛੋਟੀ ਹੈ। ਆਰਟ ਦੇ ਵਿੱਚ ਅਸੀਂ ਪੋਇਟਰੀ ਨੂੰ ਵੀ ਕਵਰ ਕਰਦੇ ਹਾਂ। ਵਿਜ਼ੂਅਲ ਸਿਰਫ ਉੱਥੇ ਹੀ ਜੁੜਿਆ ਜਿੱਥੇ ਸਾਨੂੰ ਸਾਹਮਣੇ ਦਿਖ ਕੇ, ਦੇਖਦੇ ਹੋਏ ਅਸੀਂ ਕਿਸੇ ਆਰਟ ਨੂੰ ਅਨੁਭਵ ਕਰ ਸਕਦੇ ਹਾਂ। ਕਿਸੇ ਵੀ ਤਰ੍ਹਾਂ ਦੀ ਆਰਟ ਜਿਹੜੀ ਸਾਨੂੰ ਸਾਹਮਣੇ ਦਿਖਦੀ ਹੈ, ਉਹ ਟੀਵੀ ਤੇ ਹੋ ਸਕਦੀ ਆ, ਉਹ ਕਾਗਜ਼ ਤੇ ਹੋ ਸਕਦੀ ਹੈ, ਉਹ ਬੁੱਤ ਦੇ ਰੂਪ 'ਚ ਹੋ ਸਕਦੀ ਆ,
ਉਹ ਸਾਰੀ ਦੀ ਸਾਰੀ ਵਿਜ਼ੂਅਲ ਆਰਟ। ਸੋ ਜਿਹੜੇ ਸਾਡੇ ਮੁਕਾਬਲੇ ਨੇ, ਜੇ ਆਪਾਂ ਉਹਨਾਂ ਦੇ ਵਿੱਚੋਂ ਭਾਸ਼ਣ ਕਵਿਤਾ ਦਾ ਰੂਪ ਕੱਢ ਦਈਏ, ਕਾਵਿ ਰਚਨਾ ਦਾ ਰੂਪ ਕੱਢ ਦਈਏ, ਤਾਂ ਬਾਕੀ ਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਵਿਜ਼ੂਅਲ ਦਾ ਹਿੱਸਾ ਨੇ। ਤੇ ਜਿਹੜੀ ਕਵਿਤਾ ਉਹ ਹਾਰਮਨੀ ਦੇ ਵਿੱਚ ਇੱਕ ਸੁਰਤਾ ਦਿਖਾਉਂਦੀ ਹੋਈ ਸਭ ਤੋਂ ਖੂਬਸੂਰਤ ਪਾਰਟ ਹੈ ਆਰਟ ਦਾ। ਜੀ ਬਹੁਤ ਸ਼ੁਕਰੀਆ ਮੈਮ, ਬਹੁਤ ਹੀ ਖੂਬਸੂਰਤ ਸ਼ਬਦਾਂ ਵਿੱਚ ਤੁਸੀਂ ਵਿਜ਼ੂਅਲ ਆਰਟਸ ਬਾਰੇ ਜਾਣਕਾਰੀ ਦਿੱਤੀ ਸਾਨੂੰ। ਅਗਲੇ ਸਵਾਲ ਲਈ ਮੈਂ ਮੈਡਮ ਮਨਦੀਪ ਰਿੰਪੀ ਜੀ ਨੂੰ ਸੱਦਾ ਦਿੰਦੀ ਹਾਂ ਉਸ ਕਿ ਤੋਂ ਉਹ ਪਹਿਲਾਂ ਇੱਕ ਆਪਾਂ ਥੋੜੀ ਗੱਲ ਡਾਕਟਰ ਦੀਪ ਨਾਲ ਕਰਾਂਗੇ। ਜੀ। ਕੁਲਦੀਪ ਸਰ ਜੀ, ਤੁਸੀਂ ਸਾਨੂੰ ਥੋੜਾ ਇਹ ਦੱਸੋ ਕਿ ਜਿਵੇਂ ਸੋਨਜੀਤ ਮੈਮ ਨੇ ਦੱਸਿਆ ਕਿ ਜਿਹੜੇ ਵਿਜ਼ੂਅਲ ਆਰਟਸ ਨੇ ਉਹ ਸਿਰਫ ਉਹੀ ਕਲਾਵਾਂ ਇਹਨਾਂ ਦੇ ਵਿੱਚ ਆਪਾਂ ਸ਼ਾਮਲ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਆਪਣੀ ਅੱਖ ਦੇ ਨਾਲ ਅਨੁਭਵ ਕਰਦੇ ਹਾਂ, ਦੇਖ ਕੇ ਅਨੁਭਵ ਕਰਦੇ ਹਾਂ, ਦੇਖ ਕੇ ਉਹਨਾਂ ਬਾਰੇ ਸਾਡੇ ਵਿਚਾਰ ਬਣਦੇ ਨੇ, ਦੇਖ ਕੇ ਉਹਨਾਂ ਦਾ ਅਸੀਂ ਆਨੰਦ ਲੈਂਦੇ ਹਾਂ। ਤਾਂ ਉਹਨਾਂ ਦੀ ਗੱਲਬਾਤ ਤੋਂ ਸਾਨੂੰ ਇਹ ਲੱਗਦਾ ਕਿ ਪਿਛਲੇ ਜਿਹੜੇ ਆਪਾਂ ਮੁਕਾਬਲਿਆਂ ਬਾਰੇ ਗੱਲ ਕੀਤੀ, ਥੀਏਟਰੀਕਲ ਮੁਕਾਬਲਿਆਂ ਬਾਰੇ ਜਾਂ ਸੰਗੀਤ ਤੇ ਡਾਂਸ ਬਾਰੇ, ਭਾਵੇਂ ਕਿ ਉਹ ਵੀ ਦੇਖਣ ਵਾਲੇ ਮੁਕਾਬਲੇ ਸੀ ਪਰ ਉਹ ਸਟੇਜੀ ਮੁਕਾਬਲੇ ਸੀ ਸਾਰੇ। ਪਰ ਇਹ ਜਿਹੜੇ ਮੁਕਾਬਲੇ ਇਸ ਵਿਧਾ ਦੇ ਅੰਦਰ ਆਉਣਗੇ ਉਹ ਸ਼ਾਇਦ ਥੋੜੀ ਵੱਖਰੀ ਤਰ੍ਹਾਂ ਦੇ ਹੋਣਗੇ। ਮੈਂ ਥੋੜਾ ਜਿਹਾ ਇੱਥੇ ਕਲੀਅਰ ਕਰਦਾ ਇਸ ਗੱਲ ਨੂੰ। ਮੈਡਮ ਸੋਨਜੀਤ ਨੇ ਬਹੁਤ ਅੱਛੀ ਡੈਫੀਨੇਸ਼ਨ ਦਿੱਤੀ ਹੈ ਕਿ ਵਿਜ਼ੂਅਲ ਦਾ ਮਤਲਬ ਦੇਖੇ ਜਾਣ ਵਾਲੀ ਚੀਜ਼। ਕਲਾ ਦਾ ਕੋਈ ਵੀ ਰੂਪ ਹੈ, ਕਲਾ ਦਾ ਹਰ ਰੂਪ ਸਾਨੂੰ ਸਕੂਨ ਦਿੰਦਾ ਹੈ, ਸਾਨੂੰ ਆਨੰਦ ਦਿੰਦਾ ਹੈ, ਸਾਡੀਆਂ ਭਾਵਨਾਵਾਂ ਦੀ ਤ੍ਰਿਪਤੀ ਕਰਦਾ ਹੈ। ਪਰ ਉਹ ਤ੍ਰਿਪਤੀ ਕਰਨ ਦੇ ਬਹੁਤ ਸਾਰੇ ਮਾਧਿਅਮ ਨੇ ਸਾਡੇ ਕੋਲੇ। ਉਹਦੇ ਵਿੱਚ ਇੱਕ ਮਾਧਿਅਮ ਹੈ ਵਿਜ਼ੂਅਲ, ਜਿਹਦੇ ਰਾਹੀਂ ਅਸੀਂ ਦੇਖ ਕੇ ਤ੍ਰਿਪਤੀ ਕਰਦੇ ਹਾਂ ਆਪਣੀ ਆਤਮਾ ਦੀ, ਆਪਣੀ ਰੂਹ ਦੀ, ਸਾਨੂੰ ਸਕੂਨ ਮਿਲਦਾ ਹੈ। ਪਰ ਵਿਜ਼ੂਅਲ ਆਰਟਸ ਦੇ ਵਿੱਚੋਂ ਫਿਰ ਅੱਗੇ ਅਸੀਂ ਕੁਝ ਕਲਾਮਾਂ ਨੂੰ ਵੱਖਰੇ ਕੱਢ ਲਿਆ, ਜਿਵੇਂ ਭਾਵੇਂ ਨਾਟਕ ਵੀ ਵਿਜ਼ੂਅਲ ਹੈ, ਫਿਲਮ ਵੀ ਵਿਜ਼ੂਅਲ ਹੈ, ਟੀਵੀ ਵੀ ਵਿਜ਼ੂਅਲ ਹੈ, ਪਰ ਇਸ ਨੂੰ ਅਸੀਂ ਅੱਗੇ ਇੱਕ ਹੋਰ ਕੈਟਾਗਰੀ ਦੇ ਵਿੱਚ ਅੱਗੇ ਲੈ ਆਂਦਾ, ਉਹ ਹੈ ਪਰਫਾਰਮਿੰਗ ਆਰਟਸ। ਸੋ ਪਰਫਾਰਮਿੰਗ ਆਰਟਸ ਦੇ ਵਿੱਚ ਜਿਹੜੀਆਂ ਥੀਏਟਰ ਦੀਆਂ ਕਲਾਮਾਂ ਨੇ, ਜਿਹੜੀਆਂ ਮੰਚ ਕਲਾਮਾਂ ਨੇ, ਜਿਨ੍ਹਾਂ ਦੇ ਵਿੱਚ ਅਸੀਂ ਪਰਫਾਰਮ ਕਰਦੇ ਹਾਂ, ਉਹ ਵਿਜ਼ੂਅਲ ਦੇ ਵਿੱਚੋਂ ਵੱਖਰੀਆਂ ਕੱਢ ਕੇ ਅਸੀਂ ਉਹਨਾਂ ਦੀ ਇੱਕ ਵੱਖਰੀ ਕੈਟਾਗਰੀ ਬਣਾ ਲਈ। ਸੋ ਉਹਨਾਂ ਤੇ ਆਪਾਂ ਪਿਛਲੀ ਵਾਰੀ ਚਰਚਾ ਕਰ ਚੁੱਕੇ ਹਾਂ। ਅੱਜ ਜਿਹੜੀਆਂ ਸਾਡੇ ਕੋਲੇ ਵਿਜ਼ੂਅਲ ਦੇ ਵਿੱਚ ਮੁੱਖ ਤੌਰ ਤੇ ਜਿਹੜੀਆਂ ਕਲਾਮਾਂ ਨੇ, ਉਹ ਪੇਂਟਿੰਗ, ਉਹਦੇ ਵਿੱਚ ਕੋਲਾਜ, ਉਹਦੇ ਵਿੱਚ ਕੈਲੀਗ੍ਰਾਫੀ, ਉਹਦੇ ਵਿੱਚ ਸੁੰਦਰ ਲਿਖਾਈ, ਉਹਦੇ ਵਿੱਚ ਸਲੋਗਨ ਰਾਈਟਿੰਗ, ਇਸ ਤਰ੍ਹਾਂ ਦੀਆਂ ਜਿਹੜੀਆਂ ਕਲਾਮਾਂ ਨੇ ਉਹ ਸਾਰੀਆਂ ਅਸੀਂ ਅੱਜ ਵਿਜ਼ੂਅਲ ਦੇ ਵਿੱਚ ਉਹਨਾਂ ਤੇ ਚਰਚਾ ਕਰਾਂਗੇ। ਸਪੈਸੀਫਿਕਲੀ ਉਹ ਕਲਾਮਾਂ ਜਿਹੜੀਆਂ ਮਤਲਬ ਸਟਿਲ ਨੇ ਤੇ ਸਾਡੇ ਸਾਹਮਣੇ ਕਾਗਜ਼ਾਂ ਤੇ ਦਿਸਦੀਆਂ ਨੇ ਸਾਨੂੰ, ਉਹ ਕਲਾਮਾਂ ਅਸੀਂ ਵਿਜ਼ੂਅਲ ਦੇ ਵਿੱਚ ਲੈ ਰਹੇ ਹਾਂ। ਵਿਜ਼ੂਅਲ ਦੇ ਵਿੱਚੋਂ ਜਿਹੜੀਆਂ ਪਰਫਾਰਮਿੰਗ ਆਰਟਸ ਨੇ, ਜਾਂ ਡਾਂਸ ਦੇ ਜਿਹੜੇ ਰੂਪ ਨੇ, ਜਾਂ ਮਿਊਜ਼ਿਕ ਦੇ ਰੂਪ ਨੇ, ਅਸੀਂ ਉਹਨਾਂ ਕਲਾਮਾਂ ਤੇ ਪਿਛਲੇ ਭਾਗਾਂ ਦੇ ਵਿੱਚ ਚਰਚਾ ਕਰ ਚੁੱਕੇ ਹਾਂ। ਸੋ ਅੱਜ ਵਿਜ਼ੂਅਲ ਤੋਂ ਸਾਡਾ ਭਾਵ ਜਿਹਦੇ ਵਿੱਚ ਪੇਂਟਿੰਗ ਦੇ ਸਾਰੇ ਰੂਪ ਆ ਜਾਂਦੇ ਨੇ ਤੇ ਜਿਹਦੇ ਵਿੱਚ ਕੈਲੀਗ੍ਰਾਫੀ ਦੇ ਸਾਰੇ ਰੂਪ ਆ ਜਾਂਦੇ ਨੇ, ਲਿਖਾਈ ਦੇ ਸਾਰੇ ਰੂਪ ਆ ਜਾਂਦੇ ਨੇ, ਉਹ ਸਾਰੇ ਮੁਕਾਬਲੇ ਦੇ ਵਿੱਚ ਆਪਾਂ ਸ਼ਾਮਲ ਕਰਾਂਗੇ ਤੇ ਉਹਨਾਂ ਬਾਰੇ ਆਪਾਂ ਚਰਚਾ ਕਰਾਂਗੇ। ਜੀ ਬਿਲਕੁਲ ਸਰ, ਜਿਵੇਂ ਤੁਸੀਂ ਦੱਸਿਆ ਕਿ ਇਹ ਮੁਕਾਬਲੇ ਪਰਫਾਰਮਿੰਗ ਆਰਟਸ ਨਾਲੋਂ ਬਿਲਕੁਲ ਵੱਖਰੀ ਤਰ੍ਹਾਂ ਦੇ ਨੇ, ਤਾਂ ਇਹਨਾਂ ਵਾਸਤੇ ਸਾਨੂੰ ਪ੍ਰਬੰਧ ਵੀ ਕੁਝ ਵੱਖਰੀ ਤਰ੍ਹਾਂ ਦੇ ਕਰਨੇ ਪੈਣਗੇ। ਤਾਂ ਸਾਨੂੰ ਇਹਨਾਂ ਦੇ ਪ੍ਰਬੰਧਨ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪਏਗਾ ਤੇ ਕਿਸ ਤਰ੍ਹਾਂ ਦੇ ਸੁਝਾਅ ਤੁਹਾਡੇ ਕੋਲ ਨੇ ਇਸ ਬਾਰੇ? ਇਹਦੇ ਬਾਰੇ ਮੈਂ ਇੱਕੋ ਗੱਲ ਕਹਿਣਾ ਚਾਹੂੰਗਾ ਮੁੱਢਲੇ ਤੌਰ ਤੇ ਕਿ ਬਾਕੀ ਸਾਰੀਆਂ ਕਲਾਮਾਂ ਤਾਂ ਜਿਹੜੀਆਂ ਹੈਗੀਆਂ ਨੇ ਉਹ ਮੁੱਖ ਤੌਰ ਤੇ ਮੰਚ ਕਲਾਮਾਂ ਨੇ। ਈਵਨ ਲਿਟਰੇਰੀ ਆਰਟਸ ਵੀ ਨੇ ਜਿਹੜੀਆਂ, ਜਿਨ੍ਹਾਂ ਤੇ ਆਪਾਂ ਜੇ ਚਰਚਾ ਕਰਨਾ, ਜਿਹਦੇ ਵਿੱਚ ਕਵਿਤਾ, ਭਾਸ਼ਣ, ਉਹ ਵੀ ਸਾਰੀਆਂ ਮੰਚ ਕਲਾਵਾਂ ਨੇ। ਤੇ ਮੰਚ ਕਲਾ ਦਾ ਇੱਕ ਪੋਜ਼ਿਟਿਵ ਪੁਆਇੰਟ ਇਹ ਹੁੰਦਾ ਹੈ ਕਿ ਉਹਨੂੰ ਅਸੀਂ ਲਾਈਵ ਦੇਖਦੇ ਹਾਂ, ਸਿੱਧਾ ਦੇਖਦੇ ਹਾਂ, ਚਾਹੇ ਉਹ ਨਾਟਕ ਹੈ, ਚਾਹੇ ਉਹ ਕਵਿਤਾ ਹੈ, ਚਾਹੇ ਉਹ ਭਾਸ਼ਣ ਹੈ, ਚਾਹੇ ਉਹ ਸਕਿੱਟ ਹੈ, ਚਾਹੇ ਉਹ ਕੋਰੀਓਗ੍ਰਾਫੀ ਹੈ। ਪਰ ਇਹ ਜਿਹੜੀਆਂ ਕਲਾਮਾਂ ਨੇ ਜਿਹਨੂੰ ਅੱਜ ਆਪਾਂ ਵਿਜ਼ੂਅਲ ਆਰਟਸ ਦੇ ਵਿੱਚ ਮੰਨਿਆ ਹੈ, ਇਹਨਾਂ ਕਲਾਮਾਂ ਨੂੰ ਆਪਾਂ ਸਿੱਧੇ ਤੌਰ ਤੇ ਨਹੀਂ ਦੇਖਦੇ ਹੈਗੇ। ਇੱਕ ਬੱਚਾ ਪੇਂਟਿੰਗ ਬਣਾ ਰਿਹਾ ਹੈ, ਅਸੀਂ ਉਹਨੂੰ 2 ਘੰਟਿਆਂ ਵਾਸਤੇ, 2.5 ਘੰਟਿਆਂ ਵਾਸਤੇ ਇੱਕ ਕਮਰੇ 'ਚ ਬੰਦ ਕਰ ਦਿੰਦੇ ਹਾਂ। ਇਸ ਤਰ੍ਹਾਂ ਇੱਕ ਬੱਚਾ ਲਿਖਾਈ ਦੇ ਵਿੱਚ ਉਹਨੂੰ ਪੌਣੇ ਘੰਟੇ ਦਾ ਅਸੀਂ ਟਾਈਮ ਦਿੰਦੇ ਹਾਂ ਤੇ ਇੱਕ ਪਾਸੇ ਬਿਠਾ ਦਿੰਦੇ ਹਾਂ। ਇਹਦੇ ਨਾਲ ਇੱਕ ਨੁਕਸਾਨ ਇਹ ਹੁੰਦਾ ਹੈ ਕਿ ਇਹ ਕਲਾਮਾਂ ਉਵੇਂ ਫਲੋਟ ਨਹੀਂ ਹੁੰਦੀਆਂ ਹੈਗੀਆਂ। ਇਹਨਾਂ ਕਲਾਮਾਂ ਦੇ ਨਾਲ ਉਵੇਂ ਜਿਹੜੇ ਦਰਸ਼ਕ ਨਹੀਂ ਜੁੜਦੇ ਹੈਗੇ ਜਿਵੇਂ ਜੁੜਨੇ ਚਾਹੀਦੇ ਨੇ। ਹੁਣ ਇਹ ਚਾਹੀਦਾ ਕਿ ਇਹ ਕਲਾਮਾਂ, ਜਦੋਂ ਤਾਂ ਇਹ ਕਲਾਮਾਂ ਤਿਆਰ ਹੁੰਦੀਆਂ ਨੇ, ਮੰਨ ਲਓ ਪੇਂਟਿੰਗ ਤਿਆਰ ਕਰ ਰਿਹਾ, ਉਦੋਂ ਤਾਂ ਬੱਚੇ ਨੂੰ ਬਿਲਕੁਲ ਇਕੱਲਤਾ ਚਾਹੀਦੀ ਹੈ, ਉਦੋਂ ਉਹਦੀ ਕੋਈ ਡਿਸਟਰਬੈਂਸ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹਦੀ ਸਾਰੀ ਕੰਸੈਂਟਰੇਸ਼ਨ ਉੱਥੇ ਬਣੀ ਹੁੰਦੀ ਹੈ। ਉਹਨੂੰ ਥੋੜੀ ਜਿਹੀ ਵੀ ਡਿਸਟਰਬੈਂਸ ਉਹਦੀ ਪੇਂਟਿੰਗ ਦੇ ਵਿੱਚ, ਉਹਦੀ ਲਿਖਾਈ ਦੇ ਵਿੱਚ, ਜਾਂ ਜਿਹੜਾ ਕੰਮ ਕਰ ਰਿਹਾ ਉਹਦੇ ਵਿੱਚ ਬਹੁਤ ਵੱਡਾ ਅੜਿੱਕਾ ਬਣ ਸਕਦੀ ਹੈ ਤੇ ਉਹਦਾ ਸਾਰਾ ਟੈਂਪਰਾਮੈਂਟ ਖਤਮ ਹੋ ਸਕਦਾ ਹੈ ਤੇ ਉਹ ਮਤਲਬ ਉਹਦੇ ਔਰੇ ਦੇ ਵਿੱਚੋਂ ਬਾਹਰ ਨਿਕਲ ਜਾਊਗਾ।
ਪਰ ਇਹ ਜੀ। ਵੀ ਨਹੀਂ ਕਿ ਉਹਨਾਂ ਕਲਾਵਾਂ ਨੂੰ ਅਸੀਂ ਦੇਖਣ ਵਾਲੀਆਂ ਚੀਜ਼ਾਂ ਨਾ ਬਣਾਈਏ ਜਾਂ ਉਹਨਾਂ ਨੂੰ ਅਸੀਂ ਲੋਕਾਂ ਤੋਂ ਦੂਰ ਕਰ ਦਈਏ। ਇਹਦੇ ਵਾਸਤੇ ਹੋਣਾ ਇਹ ਚਾਹੀਦਾ ਹੈ ਕਿ ਜਦੋਂ ਇਹ ਸਾਰੀਆਂ ਕਲਾਵਾਂ ਤਿਆਰ ਹੋ ਜਾਣ ਤਾਂ ਉਦੋਂ ਬਾਅਦ ਇਹਨਾਂ ਦੀ ਐਗਜ਼ੀਬਿਸ਼ਨ ਲੱਗਣੀ ਚਾਹੀਦੀ ਹੈ। ਉੱਥੇ ਜੀ। ਬਕਾਇਦਾ ਬੱਚੇ ਖੜੇ ਹੋਣੇ ਚਾਹੀਦੇ ਨੇ, ਉੱਥੇ ਬਕਾਇਦਾ ਉਹਨਾਂ ਦੀਆਂ ਪੇਂਟਿੰਗਸ, ਉਹਨਾਂ ਦੀ ਲਿਖਾਈ ਉਹਨਾਂ ਦੇ ਸਾਹਮਣੇ ਹੋਣੀ ਚਾਹੀਦੀ ਹੈ, ਤਾਂ ਕਿ ਜਿੰਨੇ ਲੋਕ ਆਏ ਨੇ ਉਹ ਸਾਰੇ ਉਹਨਾਂ ਨੂੰ ਦੇਖਣ, ਉਹਨਾਂ ਨੂੰ ਮਾਨਣ, ਉਹਨਾਂ ਨੂੰ ਕੰਪਲੀਮੈਂਟ ਦੇਣ, ਉਹਨਾਂ ਨੂੰ ਲੱਗੇ ਕਿ ਅਸੀਂ ਭਾਗ ਲੈਣ ਆਏ ਹਾਂ। ਨਹੀਂ ਤਾਂ ਅਦਰਵਾਈਜ਼ ਉਹ ਬੱਚੇ ਵਿਚਾਰੇ ਜਿਹੋ ਜਿਹੇ ਆਉਂਦੇ ਨੇ ਉਹੇ ਜਿਹੇ ਘਰਾਂ ਨੂੰ ਤੁਰ ਜਾਂਦੇ ਨੇ। ਉਹਨਾਂ ਜੀ, ਕਈ ਵਾਰ ਤਾਂ ਬਿਲਕੁਲ। ਉਹਨਾਂ ਦੇ ਰਿਜ਼ਲਟ ਵੀ ਮੌਕੇ ਤੇ ਅਨਾਉਂਸ ਨਹੀਂ ਕਰਦੇ ਹੈਗੇ, ਰਿਜ਼ਲਟ ਵੀ ਕਹਿੰਦੇ ਨੇ ਅਸੀਂ ਬਾਅਦ ਚ ਦੇਵਾਂਗੇ। ਸੋ ਨਾ ਬੱਚੇ ਵਾਸਤੇ ਕੋਈ ਐਕਸਪੋਜ਼ਰ ਰਹਿੰਦਾ ਹੈ ਤੇ ਨਾ ਬੱਚੇ ਦੇ ਸਕੂਲ ਵਾਸਤੇ ਕੋਈ ਐਕਸਪੋਜ਼ਰ ਰਹਿੰਦਾ ਹੈ। ਸਾਰਾ ਐਕਸਪੋਜ਼ਰ ਪਰਫਾਰਮਿੰਗ ਆਰਟਸ ਤੇ ਮੰਚ ਕਲਾਵਾਂ ਜਿਹੜੀਆਂ ਉਹ ਲੈ ਜਾਂਦੀਆਂ ਨੇ। ਇਹ ਬਹੁਤ ਮਿਹਨਤ ਵਾਲੀ ਕਲਾ ਹੈ, ਬਹੁਤ ਸੂਖਮ ਕਲਾਵਾਂ ਨੇ ਜਿਹੜੀਆਂ ਵਿਜ਼ੂਅਲ ਆਰਟਸ ਨੇ। ਇਸ ਕਰਕੇ ਇਹਨਾਂ ਦਾ ਐਕਸਪੋਜ਼ਰ ਇਹੀ ਬਣਦਾ ਹੈ ਕਿ ਅਸੀਂ ਉਹਨਾਂ ਕਲਾਵਾਂ ਦਾ ਪ੍ਰੋਪਰ ਪ੍ਰਦਰਸ਼ਨ ਕਰੀਏ, ਉਹਨਾਂ ਕਲਾਵਾਂ ਨੂੰ ਪ੍ਰੋਪਰ ਦਿਖਾਈਏ ਤੇ ਉਹਨਾਂ ਬੱਚਿਆਂ ਨੂੰ ਪ੍ਰੋਪਰ ਸ਼ਾਬਾਸ਼ ਦੇਈਏ, ਉਹਨਾਂ ਨੂੰ ਮਾਣੀਏ। ਅਸੀਂ ਪੰਜਾਬ ਦੇ ਵਿੱਚ ਮਤਲਬ ਜੇ ਮੈਂ ਕਹਿਣਾ ਚਾਹਾਂ ਕਿ ਪੇਂਟਿੰਗ ਨੂੰ ਮੰਨਣ ਦਾ ਅਜੇ ਤੱਕ ਸਾਨੂੰ ਸੋਹਜ ਹੀ ਨਹੀਂ ਆਇਆ ਹੈਗਾ। ਪੰਜਾਬ ਦੇ ਵਿੱਚ ਪੇਂਟਿੰਗ ਵਿਕਦੀ ਨਹੀਂ ਹੈਗੀ। ਅਦਰਵਾਈਜ਼ ਦੁਨੀਆ ਦੇ ਵਿੱਚ ਬਹੁਤ ਥਾਵਾਂ ਤੇ ਪੇਂਟਿੰਗ ਬਹੁਤ ਮਹਿੰਗੀਆਂ ਵਿਕਦੀਆਂ ਨੇ, ਲੱਖਾਂ ਕਰੋੜਾਂ ਦੀਆਂ। ਜਦੋਂ ਅਸੀਂ ਕਹਿੰਦੇ ਕਿ ਮੋਨਾਲੀਜ਼ਾ ਹੈ ਜਾਂ ਲਿਓਨਾਰਡੋ ਦਾ ਵਿੰਸੀ ਵਰਗੇ ਪੇਂਟਰ ਨੇ ਜਾਂ ਹੋਰ ਦੁਨੀਆ ਦੇ ਬਹੁਤ ਵੱਡੇ ਪੇਂਟਰ ਨੇ ਜਿਹੜੇ, ਉਹਨਾਂ ਦੀਆਂ ਕਲਾਮਾਂ ਜਿਹੜੀਆਂ ਬਹੁਤ ਮਹਿੰਗੀਆਂ ਵਿਕਦੀਆਂ ਨੇ। ਪਰ ਭਾਰਤ ਦੇ ਵਿੱਚ ਕਿਉਂਕਿ ਪੇਂਟਿੰਗ ਨੂੰ ਦੇਖਣ ਦਾ ਹੀ ਐਕਸਪੋਜ਼ਰ ਨਹੀਂ ਹੈਗਾ ਸਾਡੇ ਕੋਲੇ, ਸਾਨੂੰ ਪੇਂਟਿੰਗ ਨੂੰ ਦੇਖਣ ਦਾ ਪਤਾ ਹੀ ਨਹੀਂ ਹੈਗਾ ਕਿ ਪੇਂਟਿੰਗ ਕੀ ਹੁੰਦੀ ਹੈ। ਅਸੀਂ ਤਾਂ ਅਜੇ ਤੱਕ ਇਕੱਲੇ ਪੋਰਟਰੇਟ ਹੀ ਥੋੜਾ ਬਹੁਤ ਦੇਖਣ ਜਾਣਦੇ ਆ, ਉਹ ਵੀ ਜਿਹੜੇ ਚਿਹਰਿਆਂ ਨੂੰ ਅਸੀਂ ਪਛਾਣ ਲੈਨੇ ਆ। ਜਿਹੜੇ ਚਿਹਰਿਆਂ ਨੂੰ ਅਸੀਂ ਨਹੀਂ ਪਛਾਣਦੇ ਉਹਨਾਂ ਨੂੰ ਦੇਖਣ ਦਾ ਹੁਨਰ ਤੇ ਸਲੀਕਾ ਹੀ ਸਾਡੇ ਕੋਲੇ ਨਹੀਂ ਹੈਗਾ। ਇਹਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਇਹਨਾਂ ਕਲਾਵਾਂ ਦਾ ਐਕਸਪੋਜ਼ਰ ਕੋਈ ਨਹੀਂ ਹੈਗਾ। ਇਹਨਾਂ ਕਲਾਵਾਂ ਦੀਆਂ ਪ੍ਰਦਰਸ਼ਨੀਆਂ ਕਿਤੇ ਨਹੀਂ ਲੱਗਦੀਆਂ ਹੈਗੀਆਂ। ਜਿੰਨੀਆਂ ਇਹ ਕਲਾਵਾਂ ਦੀਆਂ ਪ੍ਰਦਰਸ਼ਨੀਆਂ ਲੱਗਣਗੀਆਂ, ਇਹਨਾਂ ਬਾਰੇ ਗੱਲਾਂ ਬਾਤਾਂ ਹੋਣਗੀਆਂ, ਉਹਨਾਂ ਐਕਸਪੋਜ਼ਰ ਹੋਊਗਾ। ਤੇ ਇਹ ਉਹਨਾਂ ਬੱਚਿਆਂ ਨਾਲ ਜਸਟੀਫਿਕੇਸ਼ਨ ਤਾਂ ਹੀ ਹੁੰਦੀ ਹੈ ਜੇ ਅਸੀਂ ਉਹਨਾਂ ਦੇ ਕੀਤੇ ਹੋਏ ਕੰਮ ਨੂੰ ਪ੍ਰੋਪਰ ਤਰੀਕੇ ਨਾਲ ਜਿਹੜੇ ਉੱਥੇ ਭਾਗ ਲੈਣ ਆਏ ਲੋਕ ਨੇ ਉਹਨਾਂ ਦੇ ਵਿੱਚ ਵੀ ਐਗਜ਼ੀਬਿਟ ਕਰੀਏ। ਤੇ ਉਸ ਤੋਂ ਬਾਅਦ ਵੀ ਕਿਸੇ ਸਮੇਂ ਅਸੀਂ ਅਧਿਆਪਕਾਂ ਨੂੰ ਬੁਲਾ ਕੇ, ਮੰਨ ਲਓ ਕੋਈ ਸੈਮੀਨਾਰ ਹੋ ਰਿਹਾ ਹੈ, ਮੰਨ ਲਓ ਕਿ ਮੀਟਿੰਗ ਹੋ ਰਹੀ ਹੈ ਹੈਡਸ ਦੀ, ਅਸੀਂ ਉੱਥੇ ਵੀ ਪ੍ਰਦਰਸ਼ਨੀਆਂ ਲਾਈਏ ਉਹਨਾਂ ਦੀਆਂ, ਤਾਂ ਕਿ ਉਹਨਾਂ ਨੂੰ ਐਕਸਪੋਜ਼ਰ ਮਿਲੇ, ਉਹਨਾਂ ਨੂੰ ਸ਼ਾਬਾਸ਼ ਮਿਲੇ, ਉਹਨਾਂ ਦਾ ਕੰਮ ਮਾਣਿਆ ਜਾਵੇ, ਉਹਨਾਂ ਦਾ ਕੰਮ ਦੇਖਿਆ ਜਾਵੇ ਤੇ ਉਹ ਬੱਚੇ ਹੋਰ ਅੱਗੇ ਵਧਣ। ਜੀ ਸਰ, ਬਹੁਤ ਸੋਹਣਾ ਸੁਝਾਅ ਤੁਸੀਂ ਦਿੱਤਾ ਹੈ ਕਿ ਇਹਨਾਂ ਮੁਕਾਬਲਿਆਂ ਦੇ ਪ੍ਰਤੀਯੋਗੀਆਂ ਨੂੰ ਵੀ ਐਕਸਪੋਜ਼ਰ ਮਿਲਣਾ ਚਾਹੀਦਾ। ਤੁਹਾਡੀ ਗੱਲ ਦਰੁਸਤ ਹੈ ਤੇ ਮੈਨੂੰ ਲੱਗਦਾ ਸਾਡੇ ਸਾਰੇ ਸਾਥੀ ਇਸ ਗੱਲ ਨਾਲ ਸਹਿਮਤ ਵੀ ਹੋਣਗੇ। ਤੇ ਜੇਕਰ ਵੱਖ-ਵੱਖ ਮੁਕਾਬਲੇ ਜੋ ਅੱਜ ਕੱਲ੍ਹ ਹੋ ਰਹੇ ਨੇ, ਇਹਨਾਂ ਦੇ ਨੋਡਲ ਅਧਿਕਾਰੀ ਜਾਂ ਇਹਨਾਂ ਦੇ ਕੋਆਰਡੀਨੇਟਰ ਕੋਈ ਵੀ ਇਹਨਾਂ ਗੱਲਾਂ ਨੂੰ ਸੁਣ ਰਿਹਾ ਤਾਂ ਉਹ ਜ਼ਰੂਰ ਇਹਨਾਂ ਗੱਲਾਂ ਨੂੰ ਬੋਲਣਗੇ, ਇਹਨਾਂ ਗੱਲਾਂ ਵੱਲ ਧਿਆਨ ਦੇਣਗੇ ਤੇ ਅਜਿਹੇ ਪ੍ਰਬੰਧਨ ਜ਼ਰੂਰ ਕਰਨਗੇ, ਅਜਿਹੇ ਪ੍ਰਬੰਧ ਜ਼ਰੂਰ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ। ਸੋ ਅਗਲਾ ਅਸੀਂ ਸਵਾਲਾਂ ਦੀ ਲੜੀ ਨੂੰ ਅੱਗੇ ਤੋਰਦੇ ਹਾਂ। ਮੈਡਮ ਰਿੰਪੀ ਨੂੰ ਕਹਾਂਗੇ ਕਿ ਉਹ ਅਗਲੀ ਵਿਧਾ ਬਾਰੇ ਜਾਂ ਅਗਲੇ ਸਵਾਲ ਬਾਰੇ ਗੱਲਬਾਤ ਕਰਨ। ਹਾਂਜੀ, ਪਹਿਲਾਂ ਤਾਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਜੁੜੀਆਂ ਹੋਈਆਂ ਸਾਰੀਆਂ ਹੀ ਸ਼ਖਸੀਅਤਾਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਗੱਲ ਕਰ ਰਹੇ ਹਾਂ ਵਿਦਿਅਕ ਮੁਕਾਬਲਿਆਂ ਦੀਆਂ, ਤੇ ਉਹਦੇ ਵਿੱਚ ਇੱਕ ਪੇਂਟਿੰਗ ਹੈ, ਜਿਹੜੀ ਪੇਂਟਿੰਗ ਦੀ ਕਲਾ, ਇਸਦਾ ਇੱਕ ਅਹਿਮ ਰੋਲ ਹੈ। ਜੋ ਬੱਚੇ ਦੇ ਮਨ ਅੰਦਰ ਲੁਕਿਆ ਹੈ ਉਹ ਰੰਗਾਂ ਦੇ ਨਾਲ ਬਹੁਤ ਕੁਝ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਾਗਜ਼ਾਂ ਦੇ ਉੱਤੇ। ਤੇ ਆਪਾਂ ਕਾਗਜ਼ਾਂ ਦੇ ਨਾਲ ਕਹਿ ਦੋ ਵੀ ਉਹ ਗੱਲਾਂ ਕਰਦਾ ਹੈ, ਰੂਹ ਭਰ ਦਿੰਦਾ ਆਪਣੀ। ਤੇ ਅੱਜ ਆਪਾਂ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਅਜਿਹੀ ਸ਼ਖਸੀਅਤ ਸਾਡੇ ਨਾਲ ਅੱਜ ਜੁੜੀ ਹੋਈ ਹੈ, ਜਿਨ੍ਹਾਂ ਦੀਆਂ ਤਸਵੀਰਾਂ ਵੇਖ ਕੇ ਇੰਝ ਲੱਗਦਾ ਜਿਵੇਂ ਤਸਵੀਰਾਂ ਬੋਲਦੀਆਂ ਨੇ। ਤੇ ਕਿੰਨਾ ਚਿਰ ਕਿਸੇ ਤਸਵੀਰ ਤੇ ਵੀ ਆਪਾਂ ਨਜ਼ਰ ਮਾਰੀਏ, ਝਾਤ ਮਾਰੀਏ, ਤੇ ਕਿੰਨਾ ਚਿਰ ਦਿਲ ਕਰਦਾ ਕਿ ਉਸ ਤਸਵੀਰ ਨੂੰ ਅਸੀਂ ਵੇਖਦੇ ਰਹੀਏ, ਉਹਦੇ ਵਿੱਚੋਂ ਬਹੁਤ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ। ਤੇ ਮੇਰੀ ਮੁਰਾਦ ਜਗਤਾਰ ਸਿੰਘ ਸੋਖੀ ਸਰ ਜੀ ਨੂੰ ਮੈਂ ਚਾਹਾਂਗੀ ਕਿ ਉਹ ਇਸ ਕਲਾ ਦੀਆਂ ਛੋਟੀਆਂ-ਛੋਟੀਆਂ ਬਾਰੀਕੀਆਂ, ਜਿਹਦੀ ਬਹੁਤ ਲੋੜ ਹੈ ਸਾਡੇ ਅੱਜ ਵਿਦਿਆਰਥੀਆਂ ਨੂੰ, ਅਧਿਆਪਕਾਂ ਨੂੰ ਵੀ ਸਮਝਣ ਦੀ, ਸਿੱਖਣ ਦੀ, ਉਹਦੇ ਬਾਰੇ ਥੋੜਾ ਜਿਹਾ ਚਾਨਣਾ ਜ਼ਰੂਰ ਪਾਉਣ। ਹਾਂਜੀ ਜਗਤਾਰ ਸਰ ਪਲੀਜ਼। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਲੱਗਾ ਕਿ ਅੱਜ ਅਸੀਂ ਉਹਨਾਂ ਕਲਾਵਾਂ ਬਾਰੇ ਗੱਲ ਕਰ ਰਹੇ ਹਾਂ ਜਿਹੜੀਆਂ ਕਲਾਵਾਂ ਬੱਚੇ ਦੇ ਮਨ ਵਿੱਚ ਉੱਠਦੀਆਂ, ਪਣਪਦੀਆਂ, ਤੇ ਪਰ ਉਹਨਾਂ ਨੂੰ ਉਹ ਜੋ ਢੰਗ ਨਾਲ ਪੇਸ਼ ਨਹੀਂ ਕਰ ਸਕਦਾ। ਜਿਸ ਤਰ੍ਹਾਂ ਡਾਕਟਰ ਦੀਪ ਜੀ ਨੇ ਹੁਣੇ ਆਪਣੇ ਨਾਲ ਗੱਲ ਸਾਂਝੀ ਕੀਤੀ ਕਿ ਇਹਨਾਂ ਕਲਾਵਾਂ ਲਈ ਮਾਹੌਲ ਜਿਹੜਾ ਉਹ ਮਿਲਣਾ ਜ਼ਰੂਰੀ ਹੈ। ਸਾਡਾ ਆਲਾ ਦੁਆਲਾ, ਸਾਡਾ ਵਾਤਾਵਰਨ ਇਸ ਪਾਸੇ ਹਜੇ ਪੂਰਾ ਧਿਆਨ ਨਹੀਂ ਦੇ ਰਹੇ ਅਸੀਂ, ਜਾਂ ਕਹੋ ਬੱਚੇ ਨੂੰ ਮਿਲ ਨਹੀਂ ਰਿਹਾ, ਤਾਂ ਉਹਦੇ ਕੀ ਕਾਰਨ ਨੇ, ਆਪਾਂ ਇਹਨਾਂ ਤੇ ਵੀ ਗੱਲ ਕਰਾਂਗੇ। ਤੇ ਨਾਲ ਜਿਹੜਾ ਆਪਣਾ ਅੱਜ ਦਾ ਵਿਸ਼ਾ ਕਿ ਜਦੋਂ ਅਸੀਂ ਬੱਚੇ ਨੂੰ ਮੁਕਾਬਲੇ ਲਈ ਭੇਜਦੇ ਹਾਂ
ਤਾਂ ਉਹਦੇ ਲਈ ਉਹਦੇ ਨਿਯਮ ਕੀ ਹੋਣੇ ਚਾਹੀਦੇ ਨੇ, ਇਹਨਾਂ ਦੀ ਵੀ ਗੱਲ ਕਰੀਏ। ਜੀ ਬੱਚਾ ਸੋਚਦਾ ਫਿਰ ਉਸਨੂੰ ਉਹ ਕਾਗਜ਼ ਤੇ ਜਦੋਂ ਵਾਹੁੰਦਾ ਤਾਂ ਆਪਣੇ ਸਾਰੇ ਮਨ ਦੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਦੀ ਕੋਸ਼ਿਸ਼ ਕਰਦਾ। ਇਹ ਪਤਾ ਨਹੀਂ ਲੱਗ ਰਿਹਾ ਹੁੰਦਾ ਕਿ ਬੱਚਾ ਕੀ ਸੋਚ ਰਿਹਾ, ਪਰ ਜੇਕਰ ਉਸਨੂੰ ਖੁੱਲਾ ਮਾਹੌਲ ਦੇਈਏ ਤਾਂ ਉਸ ਦੀਆਂ ਗੱਲਾਂ ਤੋਂ ਸਾਰਾ ਕੁਝ ਪਤਾ ਲੱਗ ਜਾਂਦਾ। ਚਿੱਤਰਕਲਾ ਦੇ ਲਈ ਬੱਚੇ ਨੂੰ ਬਿਲਕੁਲ ਫ੍ਰੀ ਹੋਣਾ ਤੇ ਸਾਡੇ ਇੱਥੇ ਕੀ ਹੋ ਰਿਹਾ ਅੱਜ ਕੱਲ੍ਹ, ਮੈਂ ਸਾਰੇ ਉਹਨਾਂ ਪ੍ਰਬੰਧਕਾਂ ਨੂੰ ਜੇ ਸੁਣ ਰਹੇ ਹੋ ਬੇਨਤੀ ਕਰਾਂਗਾ ਜੋ ਮੁਕਾਬਲੇ ਕਰਵਾਉਂਦੇ ਨੇ ਕਿ ਉਹ ਇਸ ਦੇ ਲਈ ਸਿਖਾਵਾਂ ਮਾਹੌਲ ਤਿਆਰ ਕਰ। ਪਹਿਲਾਂ ਤਾਂ ਇਹ ਹੁੰਦਾ ਕਿ ਚਿੱਠੀ ਆ ਜਾਂਦੀ ਹੈ ਤੇ ਅਸੀਂ ਬਹੁਤ ਜਲਦੀ ਬੱਚੇ ਨੂੰ ਤਿਆਰੀ ਕਰਾਉਂਦੇ, ਬੱਚੇ ਦੇ ਉੱਤੇ ਇੱਕ ਤਰ੍ਹਾਂ ਦਾ ਪ੍ਰੈਸ਼ਰ ਪਾਇਆ ਜਾਂਦਾ ਹੈ। ਜਿਹੜੇ ਬੱਚੇ ਪ੍ਰਤਿਭਾਵਾਨ ਨੇ, ਜਿਨ੍ਹਾਂ ਵਿੱਚ ਕਲਾ ਹੈ, ਉਹ ਬੱਚੇ ਫਿਰ ਉਹ ਸੀਮਿਤ ਸਮੇਂ ਦੇ ਵਿੱਚ ਆਪਣੀ ਕਲਾ ਨੂੰ ਉਭਾਰਨ ਦਾ ਯਤਨ ਕਰਦੇ। ਦੂਜੀ ਉਸਨੂੰ ਸਮੱਸਿਆ ਇਹ ਆਉਂਦੀ ਹੈ ਕਿ ਜਦੋਂ ਉਹ ਮੁਕਾਬਲੇ ਵਿੱਚ ਜਾਂਦੇ ਨੇ ਤਾਂ ਉੱਥੇ ਉਹਨਾਂ ਨੂੰ ਜਿਹੜੇ ਪੱਕੇ ਨਿਯਮ ਨੇ ਜਾਂ ਜਿਹੜੇ ਪ੍ਰਵਾਨਿਤ ਨਿਯਮ ਨੇ, ਉਹਨਾਂ ਨਿਯਮਾਂ ਦੇ ਬਾਰੇ ਪੂਰਾ ਪਤਾ ਨਹੀਂ ਹੁੰਦਾ। ਤੁਸੀਂ ਦੇਖੋ ਕਿ ਇੱਕ ਚਿੱਠੀ ਦੇ ਵਿੱਚ ਨਿਯਮ ਹੋਰ ਹੁੰਦੇ ਨੇ, ਦੂਸਰੀ ਦੇ ਵਿੱਚ ਹੋਰ ਹੁੰਦੇ ਨੇ। ਜੇ ਅਸੀਂ ਚਿੱਤਰਕਲਾ ਦੀ ਗੱਲ ਕਰੀਏ ਜਾਂ ਸੁੰਦਰ ਲਿਖਾਈ ਦੀ ਗੱਲ ਕਰੀਏ ਤਾਂ ਉੱਥੇ ਬਲਾਕ ਪੱਧਰ ਦੇ ਮੁਕਾਬਲਿਆਂ ਦੇ ਵਿੱਚ ਹੋਰ ਨਿਯਮ, ਤਹਿਸੀਲ ਪੱਧਰ ਤੇ ਹੋਰ ਹੁੰਦੇ, ਤੇ ਬੱਚਾ ਜਿਹੜਾ ਉਹਦੀ ਜਿਹੜੀ ਕਲਾ ਉਹ ਇਹਦੇ ਵਿੱਚ ਹੀ ਦੜੀ ਜਾਂਦੀ ਆ ਕਿ ਮੈਂ ਕਿਹੜੇ ਪਾਸੇ ਗੱਲ ਕਰਾਂ। ਛੋਟਾ ਬੱਚਾ, ਇਸ ਲਈ ਸਭ ਤੋਂ ਪਹਿਲੀ ਗੱਲ ਜ਼ਰੂਰੀ ਹੈ ਕਿ ਉਸਨੂੰ ਮੁਕਾਬਲੇ 'ਚ ਭਾਗ ਲੈਣ ਵੇਲੇ ਨਿਯਮਾਂ ਦੀ ਜਾਣਕਾਰੀ। ਅੱਜ ਤੋਂ ਕਈ ਸਾਲ ਪਹਿਲਾਂ ਇੱਕ ਕਿਤਾਬ ਮੇਰੇ ਹੱਥ ਲੱਗੀ ਸੀ 2018। ਇਹ ਕਿਤਾਬ ਸੀ ਨਿਯਮਾਵਲੀ ਪੁਸਤਕ, ਸਹਿ ਵਿਦਿਅਕ ਮੁਕਾਬਲੇ ਤੇ ਭਲਾਈ ਯੋਜਨਾ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ। ਜੀ ਸਰ, ਇਹ ਸੀ ਅਰਜ਼ੀ ਦੀ ਗੱਲ ਇਹ ਆ ਕਿ ਇਹ ਕਿਤਾਬ ਅੱਜ ਤੱਕ ਅਧਿਆਪਕਾਂ ਤੱਕ ਪਹੁੰਚੀ ਹੀ ਨਹੀਂ। ਬਿਲਕੁਲ ਸਰ। ਤਾਂ ਇਸ ਕਿਤਾਬ ਦੇ ਵਿੱਚ ਦੇਖੋ ਕਿ ਹਰ ਤਰ੍ਹਾਂ ਦੇ ਮੁਕਾਬਲੇ ਤੇ ਉਹਨਾਂ ਦੇ ਨਿਯਮ ਨੇ। ਜੇਕਰ ਅਸੀਂ ਇਹਨਾਂ ਨੂੰ ਹੀ ਪ੍ਰਮਾਣਿਤ ਮੰਨ ਕੇ ਬੱਚੇ ਨੂੰ ਤਿਆਰੀ ਕਰਾਈਏ ਤਾਂ ਬੱਚਾ ਕਿਤੇ ਦੀ ਕਿਤੇ ਜਾ ਸਕਦਾ। ਹੁੰਦਾ ਕੀ ਹੈ ਕਿ ਬੱਚੇ ਨੂੰ ਅਧਿਆਪਕ ਆਪਣੇ ਅਨੁਸਾਰ ਤਿਆਰੀ ਕਰਾ ਦਿੰਦੇ ਨੇ, ਉੱਥੇ ਜਾ ਕੇ ਪ੍ਰਬੰਧਕ ਕਹਿ ਦਿੰਦੇ ਨੇ ਨਹੀਂ ਜੀ ਤੁਸੀਂ ਆਹ ਸ਼ੀਟ ਵਰਤਣੀ ਆ, ਇਹ ਨਹੀਂ ਵਰਤਣੀ, ਕਲਮ ਨਾਲ ਲਿਖਣਾ, ਪੈਨਸਲ ਨਾਲ ਲਿਖਣਾ, ਆਹ ਰੰਗ ਵਰਤਣੇ ਆ, ਆਹ ਰੰਗ ਨਹੀਂ ਵਰਤਣੇ। ਜੀ ਸਰ, ਬਿਲਕੁਲ। ਬੱਚਾ ਪਰੇਸ਼ਾਨ ਹੋ ਜਾਂਦਾ। ਜਦੋਂ ਬੱਚੇ ਦੇ ਵਿੱਚ ਦਚਿੱਤੀ ਆ ਜਾਂਦੀ ਆ ਫਿਰ ਉਹ ਕਲਾ ਨੂੰ ਕਿਵੇਂ ਪ੍ਰਗਟ ਕਰੇਗਾ। ਤਾਂ ਸਾਨੂੰ ਚਾਹੀਦਾ ਜੇ ਇਹ ਕਿਤਾਬ ਨਹੀਂ ਤਾਂ ਜਦੋਂ ਵੀ ਕੋਈ ਮੁਕਾਬਲਾ ਹੁੰਦਾ ਇੱਕ ਸਰਬ ਸਾਂਝੇ ਨਿਯਮ ਪਹਿਲੀ ਗੱਲ ਇਹ ਦੱਸਣੇ ਚਾਹੀਦੇ ਆ। ਜਦੋਂ ਨਿਯਮਾਂ ਤਾਂ ਇਹ ਆ ਜਾਏਗੀ ਤਾਂ ਅਧਿਆਪਕ ਤਿਆਰੀ ਕਰਾਏਗਾ ਤੇ ਬੱਚਾ ਜਿਹੜਾ ਆਪਣੀ ਜਿਹੜੀ ਕਲਾ ਚ ਪੂਰਨ ਕਰ ਰਿਹਾ। ਆਪਾਂ ਸਮੇਂ ਦੇ ਅੱਗੇ ਗੱਲਾਂ ਕਰਦੇ ਰਹਾਂਗੇ ਕਿ ਸੁੰਦਰ ਲਿਖਾਈ ਦੇ ਕੀ ਨੇ। ਜੀ ਸਰ, ਤੁਸੀਂ ਬਹੁਤ ਸੋਹਣੀਆਂ ਦੋ ਗੱਲਾਂ ਕੀਤੀਆਂ ਕਿ ਇੱਕ ਤਾਂ ਨਿਯਮਾਂ ਦੇ ਵਿੱਚ ਇਕਸਾਰਤਾ ਹੋਣੀ ਚਾਹੀਦੀ ਹੈ ਤੇ ਦੂਸਰਾ ਤਿਆਰੀ ਲਈ ਬੱਚਿਆਂ ਨੂੰ ਸਮਾਂ ਮਿਲਣਾ ਚਾਹੀਦਾ ਹੈ। ਤੇ ਪਰ ਇਹਨਾਂ ਦਿਨਾਂ ਦੇ ਵਿੱਚ ਵੀ ਮੁਕਾਬਲੇ ਚੱਲ ਰਹੇ ਨੇ ਸਕੂਲਾਂ ਦੇ ਵਿੱਚ ਤੇ ਪੇਂਟਿੰਗ ਦਾ ਮੁਕਾਬਲਾ ਵੀ ਉਹਦੇ ਵਿੱਚ ਹੋ ਰਿਹਾ। ਇੱਕ ਤਾਂ ਤੁਸੀਂ ਇਹ ਸਾਨੂੰ ਦੱਸੋ ਕਿ ਪੇਂਟਿੰਗ ਦੇ ਨਿਯਮ ਜਿਹੜੇ ਪ੍ਰਚਲਿਤ ਨੇ, ਜਿਹੜੇ ਆਮ ਤੌਰ ਤੇ ਤੁਸੀਂ ਜਦੋਂ ਜੱਜਮੈਂਟ ਲਈ ਕਿਤੇ ਜਾਂਦੇ ਹੋ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਦੇ ਹੋ ਜਾਂ ਕਿਹੜੇ ਪ੍ਰਚਲਿਤ ਨਿਯਮ ਨੇ ਤੇ ਇਹਨਾਂ ਮੁਕਾਬਲਿਆਂ ਦੇ ਨਿਯਮ ਕੀ ਨੇ ਜਾਂ ਉਹਨਾਂ ਦੇ ਵਿੱਚ ਕੀ ਹੋਰ ਹੋਣਾ ਚਾਹੀਦਾ ਸੀ, ਉਹਦੇ ਬਾਰੇ ਜ਼ਰੂਰ ਆਪਾਂ ਥੋੜੀ ਬਹੁਤੀ ਗੱਲ ਕਰੀਏ। ਜਦੋਂ ਬੱਚੇ ਨੂੰ ਅਸੀਂ ਮੁਕਾਬਲੇ ਵਿੱਚ ਲੈ ਕੇ ਜਾਂਦੇ ਆਪਾਂ ਸਾਰੇ ਤਾਂ ਇਹ ਦੇਖਦੇ ਹਾਂ ਕਿ ਉਹਦੇ ਕੋਲੇ ਸਮਾਨ ਦੀ ਕੀ ਸਮਾਨ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਅੱਜ ਕੱਲ੍ਹ ਕਿਹਾ ਜਾਂਦਾ ਕਿ ਸਕੈਚ ਨਹੀਂ ਵਰਤਣੀ ਜੀ, ਆਪਾਂ ਨੂੰ ਇਹ ਦੱਸ ਦੇਣਾ ਚਾਹੀਦਾ ਬੱਚੇ ਨੂੰ। ਦੂਸਰਾ ਜਿਹੜੀ ਸ਼ੀਟ ਆ, ਸ਼ੀਟ ਦੇ ਵੱਖ-ਵੱਖ ਆਕਾਰ ਨੇ, ਪਰ ਮੇਰੇ ਖਿਆਲ ਦੇ ਵਿੱਚ ਜਿਹੜੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਬੀਐਡ ਵੇਲੇ ਤਿਆਰੀ ਲਈ ਜਾਂ ਮੋਟੀ ਇੱਕ ਡਰਾਇੰਗ ਸ਼ੀਟ ਆਉਂਦੀ, ਇਹ ਸ਼ੀਟ ਨੂੰ ਜੇ ਆਪਾਂ ਵਰਤ ਲਵਾਂਗੇ ਤਾਂ ਇਹ ਸ਼ੀਟ ਦੇ ਉੱਤੇ ਇਹ ਥੋੜੀ ਜਿਹੀ ਨਾ ਸਖਤ ਹੁੰਦੀ ਆਮ ਨਾਲ। ਮੋਟਾ ਚਾਰਟ ਜਿਹਨੂੰ ਆਪਾਂ ਕਹਿੰਦੇ ਉਸ ਦੀਆਂ ਵੀ ਸ਼ੀਟਾਂ ਬਣ ਜਾਂਦੀਆਂ ਜੀ। ਜਦੋਂ ਇਹ ਬੱਚਾ ਇਹ ਸ਼ੀਟ ਨੂੰ ਵਰਤੇਗਾ ਤਾਂ ਜਿਹੜੇ ਰੰਗ ਨਹੀਂ ਫੈਲਣਗੇ, ਉਸ ਨੂੰ ਜਿਹੜਾ ਇਹਦਾ ਸਪੇਸ ਆ ਜਾਂ ਕਲਰ ਦੀ ਕੈਨਵਸ ਆ ਉਹ ਜਿਹੜੀ ਆ ਸਖਤ ਮਿਲੇਗੀ, ਉਹ ਲਿਖਣਾ ਉਹਨੂੰ ਬਣਾਉਣਾ ਸਾਰਾ ਕੁਝ ਸੌਖਾ ਹੋ ਜਾਏਗਾ। ਦੂਸਰਾ ਉਹਦੇ ਲਈ ਇਹ ਜ਼ਰੂਰੀ ਕਰ ਦੇਣਾ ਚਾਹੀਦਾ ਕਿ ਪ੍ਰਾਇਮਰੀ ਪੱਧਰ ਤੱਕ ਕਿਹੜੇ ਰੰਗ ਵਰਤਣੇ ਨੇ ਜੀ, ਕਿਉਂਕਿ ਦੇਖੋ ਜਿਹੜੇ ਛੋਟੇ ਬੱਚੇ ਨੇ ਪ੍ਰਾਇਮਰੀ ਪੱਧਰ ਤੱਕ ਦੇ ਜੇ ਉਹ ਵਾਟਰ ਕਲਰ ਵਰਤਦੇ ਆ ਤਾਂ ਕਈ ਵਾਰੀ ਉਹ ਖਰਾਬ ਕਰ ਲੈਂਦੇ ਜੀ। ਉਹਨਾਂ ਲਈ ਇੱਕ ਕੈਟਾਗਰੀ ਬਣਾ ਦੇਣੀ ਚਾਹੀਦੀ ਹੈ ਕਿ ਪ੍ਰਾਇਮਰੀ ਤੱਕ ਦੇ ਮੁਕਾਬਲੇ ਲਈ ਇਹ ਹੋਣੇ ਚਾਹੀਦੇ ਆ, ਮਿਡਲ ਤੱਕ ਜਿਹੜੇ ਆ ਉਹ ਹੋਰ ਹੋਣੇ ਚਾਹੀਦੇ ਆ। ਇਸ ਤਰ੍ਹਾਂ ਜੇ ਅਸੀਂ ਇਹਨਾਂ ਉਹ ਫਿਰ ਗੱਲ ਉੱਥੇ ਆ ਜਾਂਦੀ ਹੈ ਨਾ ਜੀ ਨਿਯਮਾਂ ਤੇ ਕਿ ਜੇ ਅਸੀਂ ਇਹ ਬੱਚਿਆਂ ਨੂੰ ਦੱਸ ਦੇਵਾਂਗੇ ਉਹ ਅੱਗੇ ਚੱਲਣਗੇ। ਤਾਂ ਇਹ ਸ਼ੀਟ ਨੂੰ ਵਰਤਣ ਦੇ ਲਈ
ਫਿਰ ਇੱਥੇ ਇੱਕ ਗੱਲ ਹੋਰ ਆ ਜਾਂਦੀ ਹੈ ਪੋਸਟਰ ਮੁਕਾਬਲੇ ਤੇ ਚਿੱਤਰਕਲਾ। ਜਦੋਂ ਇਹਨਾਂ ਦੇ ਵਿੱਚ ਵੀ ਫਰਕ ਹੈ। ਬਹੁਤ ਸਾਰੀ ਜਜਮੈਂਟ ਦੇ ਵਿੱਚ ਮੈਂ ਦੇਖਦਾ ਹੁੰਦਾ ਕਿ ਬੱਚੇ ਨੂੰ ਇੱਕ ਸਲੋਗਨ ਦੇ ਦਿੱਤਾ ਜਾਂਦਾ ਤੇ ਕਿਹਾ ਜਾਂਦਾ ਕਿ ਅਸੀਂ ਇਸ ਤੇ ਸਾਰੇ ਚਿੱਤਰਕਾਰੀ ਕਰੋ ਜੀ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ, ਉਹਨੂੰ ਇੱਕ ਥਾਂ ਬਿਠਾ ਦਿੱਤਾ ਜਾਂਦਾ, ਉਹਨੂੰ ਇੱਕ ਲਾਈਨਾਂ ਦੇ ਵਿੱਚ ਬੱਚੇ ਬੈਠ ਜਾਂਦੇ, ਫ੍ਰੀ ਨਹੀਂ ਬੈਠਦੇ। ਉਹ ਕੋਈ ਜਿਹੜੇ ਲੇਖਕ ਨੇ ਉਹ ਇਧਰੋਂ ਲੰਘ ਗਏ, ਉਹਨਾਂ ਨੂੰ ਬਾਰ-ਬਾਰ ਜਿਹੜਾ ਡਿਸਟਰਬੈਂਸ ਹੁੰਦੀ। ਚੰਗਾ ਹੋਵੇ ਕਿ ਉਹਨਾਂ ਨੂੰ ਗਰਾਊਂਡ ਵਿੱਚ ਜਾਂ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਨਾਲ ਵੀ ਇੱਥੇ ਬੈਠ ਕੇ ਤੁਸੀਂ ਇਹ ਕੰਮ ਕਰੋ ਤੇ ਰੰਗ ਨੇ ਸ਼ੀਟ ਗੜੀ ਵਰਤਣੀ ਆ ਤੇ ਹਾਸ਼ੀਆ ਲਾਉਣਾ ਜਾਂ ਨਹੀਂ ਲਾਉਣਾ। ਦੂਸਰਾ ਮੁਕਾਬਲਾ ਕਰਨ ਵਾਲੇ ਛੋਟੇ ਬੱਚੇ ਕੀ ਕਰਦੇ ਨੇ, ਉਹ ਜਦੋਂ ਉਹ ਪੇਂਟਿੰਗ ਤਿਆਰ ਕਰ ਲੈਂਦੇ ਨੇ ਫਿਰ ਉਹਦੀ ਉਹ ਆਊਟਲਾਈਨ ਕਰਨਾ। ਬੱਚਿਆਂ ਨੂੰ ਪਹਿਲਾਂ ਦੱਸ ਦੇਣਾ ਚਾਹੀਦਾ ਕਿ ਪੋਸਟਰ ਮੁਕਾਬਲੇ ਦੇ ਵਿੱਚ ਕੀ ਨਿਯਮ ਨੇ ਕਿ ਅਸੀਂ ਆਊਟਲਾਈਨ ਲਾ ਸਕਦੇ ਹਾਂ, ਆਮ ਚਿੱਤਰਕਲਾ ਦੇ ਵਿੱਚ ਅਸੀਂ ਆਊਟਲਾਈਨ ਨਹੀਂ ਲਾ ਸਕਦੇ। ਇਸੇ ਤਰ੍ਹਾਂ ਹਾਸ਼ੀਆ ਅਸੀਂ ਕਿੰਨਾ ਲਾਉਣਾ ਜਾਂ ਨਹੀਂ ਲਾਉਣਾ। ਇਹ ਜੇ ਜੱਜ ਸਾਹਿਬਾਨ ਉਸ ਸਮੇਂ ਦੱਸ ਦੇਣ ਤਾਂ ਬੱਚਿਆਂ ਨੂੰ ਬੜਾ ਸੌਖਾ ਹੋਏਗਾ ਕਿ ਉਹ ਕਿਸ ਤਰ੍ਹਾਂ ਦੀ ਪੇਂਟਿੰਗ ਕਰਨ। ਜੀ ਤੀਸਰੀ ਗੱਲ ਇਹ ਹੈ ਕਿ ਪ੍ਰਾਇਮਰੀ ਜਾਂ ਮਿਡਲ ਪੱਧਰ ਤੱਕ ਡਰਾਇੰਗ ਦੀਆਂ ਪੋਸਟਾਂ ਹੀ ਤਾਂ ਡਰਾਇੰਗ ਟੀਚਰ ਹੀ ਨਹੀਂ ਗਏ। ਜਦੋਂ ਕਲਾ ਦਾ ਅਧਿਆਪਕ ਹੀ ਨਾ ਹੋਏਗਾ ਤਾਂ ਜਿਹੜਾ ਬੱਚਾ ਉਹ ਪੂਰਾ ਉਸ ਢੰਗ ਨਾਲ ਤਿਆਰੀ ਨਹੀਂ ਕਰੇਗਾ। ਸਕੂਲਾਂ ਦੇ ਵਿੱਚ ਕੁਝ ਅਧਿਆਪਕ ਸ਼ੌਕ ਰੱਖਦੇ ਨੇ, ਉਹ ਵੱਧ ਤੋਂ ਵੱਧ ਤਿਆਰੀ ਕਰਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਜਿਹੜੀਆਂ ਮੁੱਢਲੀਆਂ ਗੱਲਾਂ ਹੁੰਦੀਆਂ ਨੇ ਇਹ ਦੱਸਣ ਦੇ ਲਈ ਜਾਂ ਤੇ ਅਧਿਆਪਕ ਹੋਣ ਜਾਂ ਪ੍ਰਾਇਮਰੀ ਪੱਧਰ ਤੇ ਬੱਚਿਆਂ ਨੂੰ ਪਾਠ ਪੁਸਤਕ ਦੇ ਵਿੱਚ ਇੱਕ ਜਾਂ ਦੋ ਛੋਟੇ ਪਾਠ ਹੋਣੇ ਚਾਹੀਦੇ ਜਿਹੜੇ ਉਹ ਦੱਸਣ ਕਿ ਅਸੀਂ ਕਿਸ ਤਰ੍ਹਾਂ ਰੰਗ ਭਰਨੇ ਨੇ, ਕਿਸ ਤਰ੍ਹਾਂ ਅਸੀਂ ਬੱਚਿਆਂ ਦੇ ਵਿੱਚ ਕਲਾ ਕਰਨੀ ਹੈ। ਅਧਿਆਪਕ ਉਸ ਦੀ ਮਦਦ ਦੇ ਨਾਲ ਕਰ ਸਕਦਾ ਹੈ ਤਾਂ ਬੱਚੇ ਅੱਗੇ ਚੱਲਣਗੇ। ਤਾਂ ਕੁਝ ਗੱਲਾਂ ਅਜਿਹੀਆਂ ਨੇ ਜਿਹੜੀਆਂ ਬੜੀਆਂ ਜ਼ਰੂਰੀ ਨੇ ਕਿ ਸਮਾਂ ਦੱਸਿਆ ਜਾਵੇ ਕਿ ਕਿੰਨੇ ਸਮੇਂ ਦੇ ਵਿੱਚ ਹਰ ਥਾਂ ਹਰ ਮੁਕਾਬਲੇ ਤੁਸੀਂ ਦੇਖੋਗੇ ਕਿ ਵੱਖੋ ਵੱਖਰੇ ਨਿਯਮ ਨਹੀਂ ਹੋਣੇ ਚਾਹੀਦੇ। ਸ਼ੀਟ ਕਿਹੜੀ ਵਰਤਣੀ ਹੈ, ਕਿੰਨੇ ਸਾਈਜ਼ ਦੀ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਇਹ ਜਿਹੜਾ ਚੱਕਰ ਪੈਂਦਾ ਹੈ ਜਿਹੜਾ ਸੁੰਦਰ ਲਿਖਾਈ ਦਾ, ਉਸ ਸਮੇਂ ਇਹ ਕਿਹਾ ਜਾਂਦਾ ਕਿ ਪੈਨ ਨਹੀਂ ਵਰਤਣਾ, ਬਾਲ ਪੈਨ ਨਹੀਂ ਵਰਤਣਾ, ਇਹ ਨਹੀਂ ਕਰਨਾ। ਤਾਂ ਉਹ ਜਿਹੜੇ ਬੱਚੇ ਜਿਸ ਢੰਗ ਨਾਲ ਤਿਆਰੀ ਕਰਕੇ ਆਏ ਹੁੰਦੇ ਉੱਥੇ ਜਾ ਕੇ ਉਹ ਪਛੜ ਜਾਂਦੇ ਆ। ਤਾਂ ਇਹਦੇ ਲਈ ਜ਼ਰੂਰੀ ਆ ਕਿ ਡਰਾਇੰਗ ਦੀ ਚਿੱਤਰਕਾਰੀ ਦੇ ਵਿੱਚ ਮੋਟੀ ਡਰਾਇੰਗ ਸ਼ੀਟ ਜਾਂ ਮੋਟਾ ਚਾਰਟ ਜਿਹਨੂੰ ਆਪਾਂ ਕਹਿ ਦਿੰਦੇ ਆ, ਉਸ ਦੇ ਟੁਕੜੇ ਕਰਕੇ ਉਹ ਪੂਰੀ ਸ਼ੀਟ ਦਿੱਤੀ ਜਾਵੇ। ਫਿਰ ਉਸਨੂੰ ਦੱਸਿਆ ਜਾਵੇ ਹਾਸ਼ੀਆ ਕਿਵੇਂ ਲਾਉਣਾ ਹੈ, ਕਿਸ ਤਰ੍ਹਾਂ ਲਿਖਣਾ ਹੈ। ਪੋਸਟਰ ਮੇਕਿੰਗ ਤੇ ਚਿੱਤਰਕਲਾ ਫਰਕ ਜਿਹੜਾ ਸਪਸ਼ਟ ਦੱਸਿਆ ਜਾਵੇ। ਬੱਚੇ ਕੀ ਕਰਦੇ ਨੇ, ਤਸਵੀਰ ਬਣਾ ਲੈਂਦੇ ਨੇ, ਫਿਰ ਉੱਤੇ ਸਿਰਲੇਖ ਲਿਖਣਾ ਕਿ ਨਹੀਂ ਲਿਖਣਾ, ਇਹਦੇ ਤੇ ਉਹ ਮਾਰਕ ਆ ਜਾਂਦੇ ਨੇ। ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਆ। ਤੇ ਅਗਲੇ ਪ੍ਰਸ਼ਨਾਂ ਦੇ ਵਿੱਚ ਆਪਾਂ ਸੁੰਦਰ ਲਿਖਾਈ ਤੇ ਕਰਾਂ ਕੋਸ਼ਿਸ਼ ਕਿ ਉਹਦੇ ਕੀ ਨਿਯਮ ਹੋਣੇ ਚਾਹੀਦੇ ਨੇ। ਇਸ ਪ੍ਰਸ਼ਨ ਵੀ ਕਹਾਂਗਾ ਕਿ ਸਾਨੂੰ ਪਹਿਲਾਂ ਨਿਯਮਾਂ ਦੀ ਜਾਣਕਾਰੀ ਤੇ ਸਮਾਨ ਬਾਰੇ ਬੱਚੇ ਨੂੰ ਦੱਸਣਾ ਚਾਹੀਦਾ ਕਿ ਕਿਹੜਾ ਸਮਾਨ ਲੈ ਕੇ ਮੁਕਾਬਲੇ 'ਚ ਭਾਗ ਲੈਣਾ ਤੇ ਕਿਸ ਤਰ੍ਹਾਂ ਕਰਕੇ ਆਪਣੇ ਇਸ ਨੂੰ ਆਪਦੀ ਕਲਾ ਨੂੰ ਪ੍ਰਦਰਸ਼ਿਤ ਕਰਨਾ। ਉਹਦੇ ਬੈਠਣ ਦਾ ਢੰਗ, ਉਹਦੇ ਵਰਤਣ ਦਾ ਢੰਗ, ਇਹ ਸਾਰਾ ਕੁਝ ਜਿਹੜਾ ਹੈ ਮੌਕੇ ਤੇ ਜੱਜ ਦੱਸਦੇ ਨੇ ਤਾਂ ਬੱਚਾ ਇਸ ਲਈ ਇਸ ਦੇ ਬਾਰੇ ਲਿਖਤੀ ਰੂਪ ਵਿੱਚ ਪਹਿਲਾਂ ਆਉਣਾ ਚਾਹੀਦਾ। ਜੀ ਸਰ, ਬਿਲਕੁਲ ਤੁਸੀਂ ਦਰੁਸਤ ਕਿਹਾ। ਇਸ ਵਾਰ ਵੀ ਅਸੀਂ ਦੇਖ ਰਹੇ ਹਾਂ ਸਾਰੇ ਅਧਿਆਪਕ ਸਾਡੇ ਇਸ ਸਮੱਸਿਆ ਨਾਲ ਜੂਝ ਰਹੇ ਨੇ ਕਿ ਜਿਹੜੀ ਨਿਯਮਾਵਲੀ ਆਈ ਹੈ, ਜਿਹੜੇ ਚੱਲ ਰਹੇ ਮੁਕਾਬਲੇ ਨੇ ਉਹਨਾਂ ਦੇ ਸੰਬੰਧ ਦੇ ਵਿੱਚ, ਤਾਂ ਉੱਥੇ ਮੋਸਟਲੀ ਉਹ ਗੱਲਾਂ ਲਿਖੀਆਂ ਹੋਈਆਂ ਨੇ ਜਿਨ੍ਹਾਂ ਨੂੰ ਅਸੀਂ ਨਿਯਮ ਜਾਂ ਸ਼ਰਤਾਂ ਨਹੀਂ ਕਹਿ ਸਕਦੇ ਮੁਕਾਬਲੇ ਦੇ। ਸਿਰਫ ਕਿ ਆਹ ਚੀਜ਼ ਤੁਸੀਂ ਆਪਣੀ ਲੈ ਕੇ ਆਉਣੀ ਹੈ, ਆਹ ਚੀਜ਼ ਤੁਹਾਨੂੰ ਇੱਥੋਂ ਮਿਲੂਗੀ। ਪਰ ਮੁਕਾਬਲੇ ਦੇ ਨਿਯਮ ਕੀ ਨੇ, ਮੁਕਾਬਲੇ ਲਈ ਕਿਸ ਤਰ੍ਹਾਂ ਦੀ ਸਮੱਗਰੀ ਵਰਤੀ ਜਾ ਸਕਦੀ ਹੈ, ਕਿਸ ਤਰ੍ਹਾਂ ਦਾ ਥੀਮ ਮੌਕੇ ਤੇ ਦਿੱਤਾ ਜਾਵੇਗਾ ਜਾਂ ਪਹਿਲਾਂ ਦਿੱਤਾ ਜਾਵੇਗਾ, ਜਾਂ ਇਹ ਟੀਮ ਇਵੈਂਟ ਆ ਜਾਂ ਸੋਲੋ ਇਵੈਂਟ ਆ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਮੁਕਾਬਲਿਆਂ ਦੇ ਵਿੱਚ ਬਹੁਤ ਸਾਰੇ ਨਿਯਮ ਮਿਸ ਨੇ। ਸੋ ਤੁਸੀਂ ਬਹੁਤ ਸੋਹਣਾ ਉਸ ਗੱਲ ਵੱਲ ਧਿਆਨ ਦਿਵਾਇਆ ਕਿ ਇਹਨਾਂ ਗੱਲਾਂ ਨੂੰ ਪਹਿਲਾਂ ਦੱਸਿਆ ਜਾਣਾ ਚਾਹੀਦਾ ਤੇ ਬਕਾਇਦਾ ਲਿਖਤੀ ਰੂਪ ਦੇ ਵਿੱਚ ਦੱਸਿਆ ਜਾਣਾ ਚਾਹੀਦਾ। ਸਾਡੇ ਨਾਲ ਸੋਨਜੀਤ ਮੈਡਮ ਜੁੜੇ ਹੋਏ ਨੇ, ਉਹ ਵੀ ਪੇਂਟਿੰਗ ਦੇ ਨਾਲ ਬਹੁਤ ਨੇੜਿਓਂ ਜੁੜੇ ਹੋਏ ਨੇ ਤੇ ਬੜੀ ਕਮਾਲ ਦੀ ਚਿੱਤਰਕਾਰੀ ਕਰਦੇ ਨੇ। ਅਸੀਂ ਉਹਨਾਂ ਨੂੰ ਵੀ ਚਾਹਾਂਗੇ ਕਿ ਜੇਕਰ ਉਹ ਇਸ ਗੱਲਬਾਤ ਦੇ ਨਾਲ ਆਪਣੀ ਕੋਈ ਗੱਲ ਹੋਰ ਜੋੜਨੀ ਚਾਹੁੰਦੇ ਹੋਣ, ਕੋਈ ਹੋਰ ਸੁਝਾਅ ਵਿਦਿਆਰਥੀਆਂ ਅਧਿਆਪਕਾਂ ਨੂੰ ਦੇਣਾ ਚਾਹੁੰਦੇ ਹੋਣ ਤਾਂ ਉਹ ਵੀ ਜ਼ਰੂਰ ਪੇਂਟਿੰਗ ਦੇ ਬਾਰੇ ਵਿੱਚ ਸਾਂਝਾ ਕਰਨ। ਹਾਂਜੀ ਸਰ, ਮੇਨ ਤਾਂ ਆਵਾਜ਼ ਕਲੀਅਰ ਹੈ ਮੇਰੀ? ਮੈਂ ਈਅਰਫੋਨ ਲਾਈ ਹੈ। ਹਾਂਜੀ, ਪਹਿਲਾਂ ਤਾਂ ਸਰ ਦੇਖੋ, ਮੁਕਾਬਲੇ ਦੇ ਵਿੱਚ ਨਾ ਕਈ ਟੀਚਰ ਜਾਂਦੇ ਆ, ਉਹ ਇਹ ਸੋਚਦੇ ਆ ਵੀ ਮੇਰੇ ਬੱਚੇ ਦੀ ਪੋਜੀਸ਼ਨ ਨਹੀਂ ਆਈ, ਉਹ ਹਰਾਸ ਹੋ ਜਾਂਦੇ ਆ, ਹਨਾ।
ਮਤਲਬ ਇਦਾਂ ਦੇ ਫੀਲ ਨਾਲ ਮੁਕਾਬਲੇ 'ਚ ਨਹੀਂ ਜਾਣਾ ਚਾਹੀਦਾ। ਬੱਚਾ ਤਾਂ ਜੀ। ਛੋਟਾ, ਉੱਥੋਂ ਕੁਝ ਕਲੈਕਟ ਕਰਨ ਲਈ ਜਾਓ। ਮੁਕਾਬਲੇ ਹੁੰਦੇ ਆ ਕਿ ਅਸੀਂ ਦੁਬਾਰਾ ਤੋਂ ਚਾਰਜ ਹੁੰਨੇ ਆ, ਉਹਨਾਂ ਚੀਜ਼ਾਂ ਦੇ ਬਾਰੇ ਕੁਝ ਸਿੱਖਦੇ ਆ, ਹਨਾ। ਮਤਲਬ ਪੋਜ਼ਿਟਿਵ ਅਪਰੋਚ ਰੱਖ ਕੇ ਜਾਣਾ ਚਾਹੀਦਾ। ਬਾਕੀ ਜਿਹੜਾ ਪੇਂਟਿੰਗ ਦਾ ਹੈ, ਦੇਖੋ ਇਹਨੂੰ ਬਣਾਉਣ ਦੀ ਕੀ ਟੈਕਨੀਕ ਆ, ਹਨਾ। ਇਹਦੀ ਇੱਕ ਬੁਕਲੇਟ ਆਈ ਆ ਮੇਰੇ ਪਿੱਛੇ ਜੇ ਸਕੂਲਾਂ ਦੇ ਵਿੱਚ, ਉਹ 'ਚ ਪ੍ਰੋਪਰ ਦੱਸਿਆ ਗਿਆ ਕਿ ਪਹਿਲਾਂ ਤਾਂ ਬੱਚੇ ਨੂੰ ਇਹੀ ਨਹੀਂ ਪਤਾ, ਟੀਚਰ ਨੂੰ ਵੀ ਨਹੀਂ ਪਤਾ ਸੀ ਬ੍ਰਸ਼ ਕਿਹੜਾ ਯੂਜ਼ ਕਰਨਾ, ਫਲੈਟ ਬ੍ਰਸ਼ ਦਾ ਕੀ ਯੂਜ਼ ਆ। ਚੌਥੀ ਕਲਾਸ ਦੇ ਵਿੱਚ ਮੈਂ ਬਿਨਾਂ ਕਿਸੇ ਟ੍ਰੇਨਿੰਗ ਤੋਂ ਪੇਂਟਿੰਗ ਕਰਨ ਲੱਗ ਗਈ ਸੀ। ਸੋ ਜਿਹੜੇ ਨਿੱਕੇ ਬੱਚੇ ਉਹ ਵਾਟਰ ਕਲਰਸ ਨੂੰ ਈਜ਼ੀਲੀ ਵਰਤ ਸਕਦੇ ਆ। ਉਹਦੇ 'ਚ ਉਹੋ ਜਿਹੀਆਂ ਟੈਕਨੀਕਸ ਦੱਸੀਆਂ ਹੋਈਆਂ ਨੇ ਕਿਤਾਬ 'ਚ, ਛੋਟੀਆਂ ਛੋਟੀਆਂ। ਬਾਕੀ ਜਿੱਥੇ ਜਜਮੈਂਟ ਦੇ ਵਿੱਚ ਆਪਾਂ ਕਹਿੰਦੇ ਆ ਵੀ ਨਿਯਮ ਫਿਕਸ ਹੋ ਜਾਣ, ਹਨਾ। ਜਿਹੜੇ ਕਈ ਵਾਰੀ ਫਿਕਸ ਨਿਯਮ ਹੁੰਦੇ ਨੇ ਨਾ, ਉਹ ਵੀ ਬਹੁਤ ਸੋਹਣੀ ਪੇਂਟਿੰਗ ਨੂੰ ਬਾਹਰ ਕੱਢ ਦਿੰਦੇ ਆ। ਮਤਲਬ ਉਹ ਨਿਯਮ ਵਾਈਜ਼ ਨੰਬਰ ਲਾਈ ਜਾਂਦੇ ਆ ਕਿ 5 ਨੰਬਰ ਲਾਈਟ ਐਂਡ ਸ਼ੇਡ ਦੇ ਨੇ, ਮੰਨ ਕੇ ਚੱਲਦੇ ਆਪਾਂ, ਹਨਾ। ਜੀ। ਬਟ ਜਿਹੜੀ ਸੋਹਣੀ ਪੇਂਟਿੰਗ ਹੁੰਦੀ ਆ ਉਹ ਬੈਲੈਂਸ ਕਰਦੀ ਆ। ਉਹ ਪਹਿਲਾਂ ਇੱਕ ਸਾਈਡ ਤੇ ਲਾਈਟ ਪਾਉਂਦੀ ਹੈ, ਫਿਰ ਦੂਜੇ ਪਾਸੇ ਪਾਉਂਦੀ ਆ। ਪ੍ਰੋਬਲਮ ਕਿੱਥੇ ਆ ਕਿ ਨਾ ਤਾਂ ਸਾਡੇ ਜੱਜ ਉਸ ਲੈਵਲ ਦੇ ਨੇ, ਨਾ ਪਹਿਲਾਂ ਸਾਡੇ ਟੀਚਰ ਉਸ ਲੈਵਲ ਦੇ ਨੇ। ਸਿਰਫ 2-4 ਦਿਨ ਦੀ ਬੱਚੇ ਦੀ ਤਿਆਰੀ ਹੁੰਦੀ ਹੈ, 7 ਦਿਨ ਉਹ ਕਹਿੰਦੇ ਅਸੀਂ 7 ਦਿਨ ਬਹੁਤ ਮਿਹਨਤ ਕੀਤੀ। ਇਹ 7 ਦਿਨ ਦਾ ਸਫ਼ਰ ਨਹੀਂ ਹੁੰਦਾ। ਜੀ। ਅਸਲ 'ਚ ਕੀ ਹੁੰਦਾ ਕਿ ਜਿਹੜਾ ਤੁਹਾਡਾ ਬੱਚਾ ਪੇਂਟਿੰਗ 'ਚ ਕਿਧਰੇ ਚੰਗਾ, ਕੋਸ਼ਿਸ਼ ਕਰੋ ਕਿ ਆਪਣੇ ਆਸ-ਪਾਸ ਕੋਈ ਐਸਾ ਪਰਸਨ ਲੱਭੋ ਜਿਹੜਾ ਇਸ ਫੀਲਡ 'ਚ ਆ, ਜਾਂ YouTube ਤੇ ਬਹੁਤ ਕੁਝ ਪਿਆ, ਉਸ ਫੀਲਡ ਦੇ ਨਾਲ ਜਾਣ। ਜੀ। ਬਾਕੀ ਜਿੱਦਾਂ ਸਰ ਮੋਟੀ ਸ਼ੀਟ ਦੀ ਗੱਲ ਦੱਸਦੇ ਸੀਗੇ, ਉਹ ਡਿਪਾਰਟਮੈਂਟ ਨੂੰ ਹੀ ਪ੍ਰੋਵਾਈਡ ਕਰਾਉਣੀ ਚਾਹੀਦੀ ਆ। ਆਈਵਰੀ ਸ਼ੀਟ ਬੋਲਦੇ ਆ ਉਹਨੂੰ, ਉਹਦੇ ਜੀ, ਤੇ ਬਿਲਕੁਲ। ਹਾਂਜੀ ਕਲਰਸ ਦੀ ਹਾਂ। ਬਾਕੀ ਜਿੱਦਾਂ ਆਪਾਂ ਕਹਿੰਦੇ ਆ ਕਿ ਹਾਸ਼ੀਆ ਲੱਗਿਆ ਨਹੀਂ ਲੱਗਿਆ, ਸਾਰੀਆਂ ਚੀਜ਼ਾਂ ਛੱਡ ਕੇ ਨਾ ਜਿਹੜਾ ਜੱਜ ਹੈ ਉਹਨੂੰ ਇਹ ਚੀਜ਼ ਦੇਖਣੀ ਚਾਹੀਦੀ ਆ ਕਿ ਕਿਹੜੇ ਬੱਚੇ ਦੇ ਵਿੱਚ ਸੰਭਾਵਨਾਵਾਂ ਅੱਗੇ ਵੱਧ ਨੇ। ਬਿਲਕੁਲ। ਮਤਲਬ ਅਸੀਂ ਸਿਰਫ ਨਿਯਮਾਂ 'ਚ ਫਿਕਸ ਹੋ ਕੇ ਕਿਹਾ 5 ਨੰਬਰ, ਨਹੀਂ ਜੀ ਇਹਨੇ ਤਾਂ ਆਊਟਲਾਈਨ ਕਰਤੀ, ਇਹ ਕੰਮ ਖਰਾਬ ਹੋ ਗਿਆ, ਏਦਾਂ ਨਹੀਂ ਹੁੰਦਾ। ਉਹ ਪਿਕਚਰ ਬੋਲ ਰਹੀ ਹੁੰਦੀ ਹੈ, ਬਿਲਕੁਲ ਕਲੀਅਰ ਬੋਲਦੀ ਹੁੰਦੀ ਹੈ ਵੀ ਕਿੱਥੇ ਸੰਭਾਵਨਾਵਾਂ ਪਈਆਂ ਨੇ। ਮਤਲਬ ਸੈਲਫਿਸ਼ਨੈਸ ਤੋਂ ਉੱਤੇ ਉੱਠ ਕੇ ਪਹਿਲਾਂ ਤਾਂ ਕੰਮ ਕਰਨਾ ਪਊਗਾ, ਹਨਾ। ਬਾਕੀ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਅਸੀਂ ਨਿਯਮਾਵਲੀ ਕਿਵੇਂ ਬਣਾਈ ਆ, ਕਿਹੜੇ ਸਿਸਟਮ ਦੇ ਵਿੱਚ। ਮੈਨੂੰ ਇਹਨਾਂ ਨੇ ਨੋਡਲ ਲਾਇਆ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ। ਅਸੀਂ ਸਾਰੇ ਜੱਜਿਸ ਦੇ ਫੋਨ ਨੰਬਰ ਕਲੈਕਟ ਕਰ ਲਏ ਨੇ। ਉਹਨਾਂ ਨਾਲ ਇਸ ਚੀਜ਼ ਤੇ ਪ੍ਰੋਪਰ ਡਿਸਕਸ਼ਨ ਹੋਊਗੀ ਤੇ ਪ੍ਰੋਪਰ ਨਿਯਮਾਵਲੀ ਜਿਹੜੀ ਬਣ ਕੇ ਉਹ ਅੱਗੇ ਜਾਊਗੀ। ਤੇ ਜੱਜਿਸ ਨੂੰ ਇਹ ਚੀਜ਼ ਕਿਹਾ ਜਾਊਗਾ ਵੀ ਉਹ ਇਕੱਲੇ ਨਿਯਮਾਂ 'ਚ ਫਿਕਸ ਨਾ ਰਹਿਣ, ਇਹ ਚੀਜ਼ ਨੂੰ ਵਾਚ ਕਰਨ ਕਿ ਕਿਹੜੇ ਬੱਚੇ 'ਚ ਸੰਭਾਵਨਾਵਾਂ ਅੱਗੇ ਵੱਧ ਨੇ, ਬਿਨਾਂ ਪਾਰਸ਼ੈਲਿਟੀ ਤੋਂ, ਇਸ ਤਰ੍ਹਾਂ ਦਾ। ਬਾਕੀ ਜਿਹੜਾ ਜੇ ਤੁਸੀਂ ਡਿਪਾਰਟਮੈਂਟ ਦੇ ਤੌਰ ਤੇ ਅਸੀਂ ਗੱਲ ਕਰਦੇ ਆ ਨਾ, ਡਿਪਾਰਟਮੈਂਟ 'ਚ ਤਾਂ ਇੰਨੀ ਕਾਹਲ ਮਚੀ ਹੋਈ ਆ ਟੀਚਰਸ ਦਾ ਵੀ ਜਿਹੜਾ ਮਾਈਂਡ ਆ ਉਹ ਬਹੁਤ ਸਪੀਡ ਫੜ ਗਿਆ। ਜੀ। 4-5 ਦਿਨ ਬੱਚਾ ਤਿਆਰ ਕਰਾਉਂਦੇ ਆ, ਛੇਤੀ ਕਹਿੰਦੇ ਆ ਮੇਰਾ ਬੱਚਾ ਫਸਟ ਆ ਜਾਏ, ਮੇਰਾ ਐਵੇਂ ਦਾ ਇਹ ਸਫ਼ਰ ਹੀ ਹੈ ਨੀਗਾ। ਮੇਰਾ ਆਪਦੇ ਬੱਚਿਆਂ ਨੂੰ ਲੈ ਕੇ ਜਾਣ ਦਾ ਮਕਸਦ ਹੁੰਦਾ ਕਿ ਚੰਗੇ ਬੱਚਿਆਂ ਨੂੰ ਦੇਖੀਏ। ਸੋ ਬਾਕੀ ਸਰ ਨੇ ਜਿੱਦਾਂ ਦੱਸਿਆ ਸੀ, ਚਲੋ ਨਿਯਮਾਵਲੀ ਦੀ ਜਿੱਦਾਂ ਬੁਕਲੇਟ ਹੈਗੀ ਆ, ਹਨਾ, ਉਹ ਬੁਕਲੇਟ ਸਾਂਝੀ ਹੋ ਜੇ ਉਹ ਵੀ ਠੀਕ ਹੈ। ਬਟ ਅਸੀਂ ਜ਼ਿਲ੍ਹੇ ਪੱਧਰ ਤੇ ਜਿਹੜਾ ਕੰਮ ਉਹੀ ਆ ਵੀ ਜੱਜਿਸ ਦੇ ਨਾਲ ਪਹਿਲਾਂ ਟਾਕ ਹੋਣੀ ਚਾਹੀਦੀ ਹੈ ਨੋਡਲ ਆਫਿਸਰ ਦੀ। ਜੱਜਿਸ ਅੱਗੇ ਸਾਰੀਆਂ ਆਪਦੀਆਂ ਜਿਹੜੀ ਨਿਯਮ ਉਹ ਚਾਹੁੰਦੇ ਆ ਉਦਾਂ ਦਾ ਲਿਖ ਕੇ ਅੱਗੇ ਕਰਨ ਸਾਰਾ। ਹਾਂ ਜੀ ਮੈਮ, ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈ ਕਿ ਸਾਨੂੰ ਸੰਭਾਵਨਾਵਾਂ ਨੂੰ ਦਰਕਿਨਾਰ ਨਹੀਂ ਕਰਨਾ ਚਾਹੀਦਾ। ਤੇ ਜੱਜਮੈਂਟ ਕਰਦਿਆਂ ਵੀ ਮੈਨੂੰ ਲੱਗਦਾ ਵੀ ਸ਼ਾਇਦ ਲਕੀਰ ਦੇ ਫਕੀਰ ਹੋ ਕੇ ਕਰਨ ਨਾਲੋਂ, ਜਿਵੇਂ ਤੁਸੀਂ ਕਿਹਾ ਕਿ ਸੰਭਾਵਨਾਵਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਤੇ ਮੈਨੂੰ ਲੱਗਦਾ ਸ਼ਾਇਦ ਕਾਫੀ ਸਾਰੀਆਂ ਗੱਲਾਂ ਅਸੀਂ ਪੇਂਟਿੰਗ ਬਾਰੇ ਕੀਤੀਆਂ ਨੇ। ਤੇ ਅਗਲਾ ਸਵਾਲ ਗੁਰਪ੍ਰੀਤ ਮੈਮ ਕਰਨਗੇ। ਜੀ ਮੈਂ ਸੋਖੀ ਸਾਹਿਬ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਉਹ ਕਾਫੀ ਸਮੇਂ ਤੋਂ ਜਿਸ ਤਰ੍ਹਾਂ ਸੁੰਦਰ ਲਿਖਾਈ ਨਾਲ ਜੁੜੇ ਹੋਏ ਨੇ, ਕੈਲੀਗ੍ਰਾਫੀ ਕਰਦੇ ਨੇ ਸਰ, ਤੇ ਮਾਂ ਬੋਲੀ ਦੀ ਨਿਰੰਤਰ ਸੇਵਾ ਕਰ ਰਹੇ ਨੇ। ਸਰ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜਿਹੜੀ ਸੁੰਦਰ ਲਿਖਾਈ ਆ ਤੇ ਕੈਲੀਗ੍ਰਾਫੀ ਆ, ਇਹਨਾਂ ਦੋਹਾਂ ਦੇ ਕਿਹੜੇ ਅਜਿਹੇ ਨਿਯਮ ਨੇ ਜਿਨ੍ਹਾਂ ਨੂੰ ਅਧਿਆਪਕ ਧਿਆਨ ਵਿੱਚ ਰੱਖੇ ਜਦੋਂ ਉਹ ਤਿਆਰੀ ਕਰਾਉਂਦਾ? ਜਿਸ ਤਰ੍ਹਾਂ ਸਾਡੇ ਸਾਰਿਆਂ ਦੇ ਸੈਮੀਨਾਰ ਲੱਗੇ ਨੇ ਤੇ ਅੱਖਰਾਂ ਦੀ ਬਣਾਵਟ ਸੰਬੰਧੀ ਨੁਕਤੇ ਜਿਹੜੇ ਨੇ ਉਹ ਲਗਭਗ ਕਲੀਅਰ ਨੇ, ਪਰ ਉਸ ਤੋਂ ਇਲਾਵਾ ਮੁੱਖ ਹੋਰ ਕਿਹੜੀਆਂ ਤਕਨੀਕੀ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ? ਜੀ ਸਰ। ਸੁੰਦਰ ਲਿਖਾਈ ਤੇ ਕੈਲੀਗ੍ਰਾਫੀ, ਜੀ ਇਹਨਾਂ ਦੋਨਾਂ ਦੇ ਵਿੱਚ ਬੁਨਿਆਦੀ ਤੌਰ ਤੇ ਫਰਕ ਹੈ। ਜੀ ਸਰ। ਸਾਡੇ ਅਧਿਆਪਕ ਵੀ ਕਈ ਭੁਲੇਖਾ ਖਾ ਜਾਂਦੇ ਨੇ
ਬੱਚਾ ਬੜਾ ਸਾਫ਼ ਲਿਖਦਾ, ਸੋਹਣਾ ਲਿਖਦਾ, ਤਾਂ ਉਸ ਨੂੰ ਉਹ ਸੁੰਦਰ ਲਿਖਾਈ 'ਚ ਮੰਨ ਲੈਂਦੇ ਨੇ। ਪਰ ਕਈ ਵਾਰੀ ਬੱਚਾ ਡਿਜ਼ਾਈਨ ਕੱਢ ਦਿੰਦਾ। ਸੁੰਦਰ ਲਿਖਾਈ ਦੇ ਜਦੋਂ ਮੁਕਾਬਲੇ ਹੁੰਦੇ ਆ ਤਾਂ ਉਹਦੇ ਵਿੱਚ ਛਾਪੇਖਾਨੇ ਦੀ ਲਿਖਾਈ ਨੂੰ ਧਿਆਨ ਵਿੱਚ ਰੱਖਿਆ ਜਾਂਦਾ, ਜੋ ਸਾਡੀ ਕਿਤਾਬਾਂ ਵਾਲੀ ਆ, ਜਿਹਦੇ ਵਿੱਚ ਪ੍ਰਮਾਣਿਤ ਅੱਖਰਾਂ ਦੀ ਬਣਤਰ ਹੈ। ਤੇ ਜਿੱਥੇ ਕਲਾਤਮਕ ਸ਼ੋਹਾਂ ਦਿੱਤੀਆਂ ਜਾਂਦੀਆਂ ਉਸ ਨੂੰ ਅਸੀਂ ਅੱਖਰਕਾਰੀ ਵੀ ਕਹਿ ਦਿੰਦੇ ਹਾਂ। ਤਾਂ ਕੈਲੀਗ੍ਰਾਫੀ ਜਿਹੜੀ ਹੈ ਉਹ ਜਿਹੜੀ ਆ ਉਹਦੇ ਵਿੱਚ ਬੱਚਾ ਆਪਣੇ ਢੰਗ ਦੇ ਨਾਲ ਅੱਖਰਾਂ ਨੂੰ ਡਿਜ਼ਾਈਨ ਕਰਦਾ, ਕਿਸ ਤਰ੍ਹਾਂ ਵਿੰਗੇ ਟੇਢੇ ਕਰਨੇ ਆ, ਇੱਕੋ ਜਿਹੇ ਡਿਜ਼ਾਈਨ। ਪਰ ਜਦੋਂ ਉਹ ਕੈਲੀਗ੍ਰਾਫੀ ਕਰ ਰਿਹਾ ਨਾ ਤਾਂ ਉਸਦੇ ਅੱਖਰਾਂ ਦੇ ਵਿੱਚ ਇੱਕ ਲੈਅ ਹੋਣੀ ਚਾਹੀਦੀ ਹੈ। ਅੱਖਰ ਦੀ ਤੇ ਸ਼ਬਦ ਦੀ ਪਹਿਚਾਣ ਤਾਂ ਆ ਜਾਂਦੀ ਹੈ, ਪਰ ਉਸਦੀ ਲੈਅ ਵੀ ਇਸ ਤਰ੍ਹਾਂ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ ਆ ਸਾਹਮਣੇ ਲਿਖਿਆ ਹੋਇਆ ਸੀਗਾ, ਤਾਂ ਅੱਖਰ ਇਸ ਤਰ੍ਹਾਂ ਮੁੜ ਰਹੇ ਆ ਜਾਂ ਉਹ ਇਸ ਤਰ੍ਹਾਂ ਮੁੜਨਗੇ, ਵਿਸ਼ੇਸ਼ ਨੁਮਾਨ ਜਿਹੜਾ ਲਿਖਿਆ ਹੋਇਆ, ਤਾਂ ਅੱਖਰਾਂ ਨੂੰ ਇੱਕੋ ਜਿਹਾ ਕਰਦੇ ਹੋਏ ਪਰ ਉਹਦੀ ਡਿਜ਼ਾਈਨਿੰਗ ਦਿੱਤੀ ਜਾਵੇ ਤਾਂ ਉਹ ਅਸੀਂ ਕੈਲੀਗ੍ਰਾਫੀ 'ਚ ਲਿਖਾਂਗੇ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਅੱਖਰ ਜਿਹੜੇ ਆ ਸੁੰਦਰ ਲਿਖਾਈ ਵਾਲੇ ਹੋਣ ਤਾਂ ਫਿਰ ਅਸੀਂ ਅੱਖਰਾਂ ਨੂੰ ਇੱਕੋ ਜਿਹਾ ਇਸ ਤਰ੍ਹਾਂ, ਮਤਲਬ ਇਹ ਆ ਕਿ ਅੱਖਰ ਜਿਹੜੇ ਨੇ ਉਹ ਉੱਚੇ ਨੀਵੇਂ ਨਹੀਂ ਹੋਣੇ ਚਾਹੀਦੇ, ਉਹਨਾਂ ਦੇ ਵਿੱਚ ਕਿੱਥੇ ਮੋੜ ਪੈਣਾ, ਕਿੱਥੇ ਗਲਾਈ ਹੋਣੀ ਆ, ਇਹ ਸਾਰਾ ਕੁਝ ਅਸੀਂ ਛਾਪੇਖਾਨੀ ਲਿਖਾਈ ਤੋਂ ਧਿਆਨ ਰੱਖਾਂਗੇ। ਜੀ ਸਰ ਜੀ ਸਰ, ਇਸ ਸੰਬੰਧੀ ਇੱਕ ਹੋਰ ਗੱਲ ਪੁੱਛਣਾ ਚਾਹੁੰਦੇ ਸੀ ਸਰ, ਜਦੋਂ ਆਪਾਂ ਕੋਈ ਸ਼ਬਦ ਲਿਖਦੇ ਹਾਂ ਤਾਂ ਦੋ ਤਰੀਕੇ ਨਾਲ ਲਿਖਿਆ ਹੋਇਆ ਮਿਲਦਾ ਆਪਾਂ ਨੂੰ ਮੁਕਾਬਲਿਆਂ ਵਿੱਚ। ਇੱਕ ਤਾਂ ਇੱਕ ਅੱਖਰ ਪਾਇਆ, ਉਸ ਤੋਂ ਬਾਅਦ ਥੋੜਾ ਜਿਹਾ ਵਕਫਾ ਛੱਡਿਆ ਜਾਂਦਾ, ਇੱਕ ਡੋਟ ਜਿੰਨਾ ਜਾਂ ਥੋੜੇ ਜਿਹੇ ਆਪਾਂ ਸਪੇਸ ਦੇ ਦਿੰਦੇ ਹਾਂ, ਫਿਰ ਅਗਲਾ ਅੱਖਰ ਪਾਉਂਦੇ ਹਾਂ, ਫਿਰ ਉਸ ਤੋਂ ਅਗਲਾ ਮਾਤਰਾ ਜਾਂ ਅੱਖਰ ਪਾ ਕੇ ਸ਼ਬਦ ਬਣਾਉਂਦੇ ਹਾਂ। ਇੱਕ ਆਪਾਂ ਹਿੰਦੀ ਦੀ ਤਰ੍ਹਾਂ ਪੂਰੀ ਇੱਕ ਸਟ੍ਰੇਟ ਉੱਪਰ ਲਾਈਨ ਮਾਰ ਕੇ। ਦੋਨਾਂ ਵਿੱਚੋਂ ਕਿਹੜੇ ਨੂੰ ਅਸੀਂ ਜ਼ਿਆਦਾ ਵਧੀਆ ਮੰਨਦੇ ਹਾਂ ਪੰਜਾਬੀ ਦੇ ਸੰਬੰਧ ਵਿੱਚ, ਜੇ ਗੱਲ ਕਰੀਏ ਪੰਜਾਬੀ ਭਾਸ਼ਾ ਦੇ? ਕੱਲਾ ਕੱਲਾ ਅੱਖਰ, ਕੱਲੇ ਕੱਲੇ ਅੱਖਰ ਨੂੰ ਅਸੀਂ ਕਿਉਂ ਹਿੰਦੀ ਦੇ ਵਿੱਚ ਸਿੱਧੀ ਲਾਈਨ ਜੀ ਸਰ। ਪਹਿਲਾਂ ਅੱਖਰਾਂ ਦੀ ਬਣਤਰ, ਜਿਸ ਤਰ੍ਹਾਂ ਮੈਡਮ ਨੇ ਕਿਹਾ ਸੀ ਕਿ ਇਹ ਲੰਮਾ ਪ੍ਰੋਸੈਸ ਹੈ, ਜਿਵੇਂ ਆਪਣੇ ਕੋਲ ਬੱਚਾ ਪਹਿਲੀ ਤੋਂ ਆ ਜਾਂਦਾ, ਅਸੀਂ ਉਸਨੂੰ ਲਿਖਾਈ ਕਰਾਈ ਜਾ ਰਹੇ ਹਾਂ, ਉਹ ਲਿਖਾਈ ਕਰਦਿਆਂ ਕਰਦਿਆਂ ਉਹ ਅੱਖਰਾਂ ਦੀ ਬਣਤਰ ਦਾ ਜਾਣੂ ਹੋ ਜਾਂਦਾ। ਤਾਂ ਉਹਨਾਂ ਬੱਚਿਆਂ ਦੀ ਚੁੱਕ ਜਿਹੜਾ ਬੱਚਾ ਮੁਕਾਬਲੇ ਜਾਂਦਾ, ਜਦੋਂ ਮੁਕਾਬਲੇ ਦੀ ਗੱਲ ਆ ਜਾਂਦੀ ਹੈ ਤਾਂ ਉੱਥੇ ਬਹੁਤ ਵਾਰੀ ਇਹ ਹੁੰਦਾ ਹੈ ਕਿ ਮਾਮੂਲੀ ਜਿਹਾ, ਜਿਹਨੂੰ ਆਪਾਂ ਕਹਿ ਦਈਏ ਵਾਲ ਦੀ ਵਿੱਥ ਜਿੰਨੀ, ਇੰਨੀ ਦੀ ਵੀ ਅੱਖਰਾਂ ਦੀ ਬਣਤਰ ਦਾ ਮੁਕਾਬਲਾ ਅੜ ਜਾਂਦਾ। ਕਿਉਂ ਹਰ ਬੱਚੇ ਨੇ ਮਿਹਨਤ ਕੀਤੀ ਹੁੰਦੀ ਹੈ, ਤਾਂ ਕਈ ਵਾਰੀ ਲਾਈਨ ਜਟਾ ਕੇ ਦੇਖਣਾ ਪੈਂਦਾ ਕਿ ਲਾਵਾਂ ਦਲਾਵਾਂ ਨਾਲ ਜੁੜਦੀਆਂ ਤਾਂ ਨਹੀਂ, ਸਿਹਾਰੀ ਬਿਹਾਰੀ ਜਿਹੜੀ ਆ ਉਹਦੇ ਵਿੱਚ ਕਿਤੇ ਉਹ ਅੱਖਰ ਦੇ ਨਾਲ ਤਾਂ ਨਹੀਂ ਜੁੜ ਗਈ, ਜਾਂ ਉਹਨਾਂ ਦੀ ਆਪਸੀ ਵਿੱਚ ਸ਼ਬਦ ਤੋਂ ਸ਼ਬਦ ਹੀ ਸਹੀ ਹੈ। ਕਿਉਂਕਿ ਬੱਚੇ ਅੱਜ ਕੱਲ੍ਹ ਜਿਹੜੇ ਮੁਕਾਬਲੇ 'ਚ ਆ ਰਹੇ ਆ ਬਹੁਤ ਮਿਹਨਤ ਕਰਕੇ ਆ ਰਹੇ, ਤਾਂ ਉਹ ਮਿਹਨਤ ਲੰਮੀ ਪ੍ਰਕਿਰਿਆ ਤੋਂ ਆ ਰਹੇ ਹੁੰਦੇ ਨੇ। ਕਿਉਂਕਿ ਸੁੰਦਰ ਲਿਖਾਈ ਤਾਂ ਇਹ ਆ ਵੀ ਕਈ ਸਾਲਾਂ ਤੋਂ ਚੱਲ ਰਿਹਾ ਹੁੰਦਾ ਜਾਂ ਕਈ ਮਹੀਨਿਆਂ ਦਾ ਕੰਮ ਹੁੰਦਾ, ਇਸ ਕਰਕੇ ਉੱਥੇ ਇਹ ਦੇਖਣਾ ਬਣਦਾ ਕਿ ਅੱਖਰਾਂ ਦੀ ਬਣਤਰ ਬਿਲਕੁਲ ਸਿੱਧੀ ਜਾ ਰਹੀ ਹੈ ਸੁੰਦਰ ਲਿਖਾਈ 'ਚ, ਬਿਲਕੁਲ 90 ਡਿਗਰੀ, ਤੇ ਕਿੱਥੇ ਕਿੱਥੇ ਗਲਾਈਆਂ ਜਿਹੜੀਆਂ ਉਹ ਸਹੀ ਪਈਆਂ, ਲਾਵਾਂ ਦਲਾਵਾਂ ਛਾਰੀਆਂ ਬਿਹਾਰੀਆਂ ਇਹ ਬਿਲਕੁਲ ਸਹੀ ਪੈ ਚੁੱਕੀਆਂ। ਜਦੋਂ ਅਸੀਂ ਕੈਲੀਗ੍ਰਾਫੀ ਚਲੇ ਜਾਂਦੇ ਹਾਂ, ਅੱਖਰਕਾਰੀ ਦੇ ਵਿੱਚ ਚਲੇ ਜਾਂਦੇ ਹਾਂ, ਤਾਂ ਉਸਦੇ ਵਿੱਚ ਇਸ ਚੀਜ਼ ਦੀ ਛੋਟ ਹੁੰਦੀ ਆ। ਉਸਦੇ ਵਿੱਚ ਕੀ ਆ, ਉਹਦੇ ਡਿਜ਼ਾਈਨ ਨੂੰ ਦੇਖਿਆ ਜਾਂਦਾ ਹੈ, ਉਸਦੀ ਲੈਅ ਨੂੰ ਦੇਖਿਆ ਜਾਂਦਾ ਹੈ, ਅੱਖਰਾਂ ਦੇ ਵਿੱਚ ਉਹ ਕਿਸ ਤਰ੍ਹਾਂ ਗਲਾਈਆਂ ਘੁਮਾਉਂਦਾ ਹੈ, ਕਿਸ ਤਰ੍ਹਾਂ ਆਪਣੀ ਕਲਾ ਨੂੰ ਪ੍ਰਗਟ ਕਰਦਾ, ਉਹਦੇ ਵਿੱਚ ਉਸਦੀ ਇੱਕ ਚਿੱਤਰਕਲਾ ਦੀ ਕਲਾ ਜਿਹੜੀ ਆ ਉਹ ਅੱਗੇ ਆਉਂਦੀ। ਤੇ ਇਹਨਾਂ ਦੇ ਬੁਨਿਆਦੀ ਫਰਕ ਅਧਿਆਪਕ ਕਰਵਾਵੇ ਤੇ ਬੱਚਾ ਜਿਹੜਾ ਜ਼ਰੂਰ ਵਧੀਆ ਤਰੀਕੇ ਦੇ ਨਾਲ ਅੱਗੇ ਵਧਦਾ, ਤੇ ਨਾਲ ਅਧਿਆਪਕ ਨੂੰ ਪਤਾ ਲੱਗਦਾ ਕਿ ਮੇਰਾ ਬੱਚਾ ਕੈਲੀਗ੍ਰਾਫੀ ਜਾ ਰਿਹਾ ਕਿ ਸੁੰਦਰ ਲਿਖਾਈ ਜਾ ਰਿਹਾ। ਸੋਹਣੀ ਲਿਖਾਈ ਨੂੰ ਅਸੀਂ ਲਿਖਾਈ ਨਹੀਂ ਮੰਨ ਸਕਦੇ ਗੱਲੀ। ਜੀ ਬਹੁਤ ਸ਼ੁਕਰੀਆ ਸਰ। ਸਰ ਇੱਕ ਹੋਰ ਇਹਦੇ ਵਿੱਚ ਸੰਬੰਧੀ ਮੈਨੂੰ ਕਨਫਿਊਜ਼ਨ ਸੀ, ਤੇ ਸ਼ਾਇਦ ਬਹੁਤ ਸਾਰੇ ਸਾਡੇ ਅਧਿਆਪਕ ਸਾਥੀਆਂ ਨੂੰ ਵੀ ਹੋਏਗੀ, ਕਿ ਜਿਸ ਤਰ੍ਹਾਂ ਇਸ ਵਾਰ ਦੇ ਮੁਕਾਬਲਿਆਂ ਵਿੱਚ ਵੀ ਸੀ ਕਿ ਕਲਮ ਦੇ ਨਾਲ ਲਿਖਾਈ ਲਿਖੀ ਜਾਵੇ, ਤੇ ਸਿਰਫ ਪੰਜਾਬੀ ਭਾਸ਼ਾ ਦਾ ਹੀ ਆਪਣਾ ਇਸ ਵਾਰ ਮੁਕਾਬਲਾ ਹੋ ਰਿਹਾ, ਤੇ ਇਹਦੇ ਵਿੱਚ ਸਾਨੂੰ ਇੱਕ ਇਹ ਛੋਟ ਦਿੱਤੀ ਗਈ ਕਿ ਲਾਈਨਾਂ ਲਗਾ ਕੇ ਆਪਾਂ ਬੱਚਾ ਮਾਰਜਨ ਦੇ ਵਿੱਚ ਲਿਖੂਗਾ। ਸਰ, ਤੇ ਬਹੁਤ ਸਾਰੇ ਸਾਡੇ ਲੁਧਿਆਣਾ ਜ਼ਿਲ੍ਹੇ ਨੂੰ ਮੈਂ ਬਿਲੋਂਗ ਕਰਦੀ ਹਾਂ, ਬਹੁਤ ਸਾਰੇ ਬਲਾਕਸ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਉੱਪਰ ਵਾਲੀ ਲਾਈਨ ਨੂੰ ਤਾਂ ਬੱਚਾ ਹਾਸ਼ੀਏ ਦੀ ਨੂੰ ਜਿਹੜਾ ਮਾਰਜਨ ਮਾਰਿਆ ਨੂੰ ਟੱਚ ਕਰ ਰਿਹਾ, ਪਰ ਨੀਚੇ ਵਾਲੀ ਲਾਈਨ ਨੂੰ ਟੱਚ, ਕਈ ਤਾਂ ਪੂਰੇ ਦੋਨੋਂ ਲਾਈਨਾਂ ਨੂੰ ਟੱਚ ਕਰਕੇ ਇੱਕ ਸੇਮ ਆਕਾਰ ਦੇ ਅੱਖਰ ਪਾ ਕੇ, ਸ਼ਬਦ ਪਾ ਕੇ ਸੌਖੇ ਢੰਗ ਨਾਲ ਲਿਖ ਰਿਹਾ ਬੱਚਾ। ਇੱਕ ਬੱਚਿਆਂ ਨੂੰ ਕਿਹਾ ਜਾ ਰਿਹਾ ਕਿ ਥੱਲੇ ਵਾਲੀ ਲਾਈਨ ਨਾਲ ਤੁਸੀਂ ਟੱਚ ਨਹੀਂ ਕਰਨਾ ਜੀ, ਕਿ ਇਹ ਨਿਯਮਾਵਲੀ ਦੇ ਅਧੀਨ ਨਹੀਂ ਆਉਂਦਾ, ਕਿ ਜਦੋਂ ਆਪਾਂ ਪੰਜਾਬ ਲੈਵਲ ਤੇ ਜਾਣਾ ਆ ਤਾਂ ਥੱਲੇ ਵਾਲੀ ਲਾਈਨ ਕੀ ਟੱਚ ਹੋਣੀ ਚਾਹੀਦੀ ਹੁੰਦੀ ਹੈ ਇੱਕ ਅੱਖਰ ਲਿਖਣ ਸਮੇਂ, ਉੱਪਰ ਨੀਚੇ ਦੋਨੇ ਲਾਈਨਾਂ ਟੱਚ ਹੋਣੀਆਂ ਚਾਹੀਦੀਆਂ ਨੇ, ਜਾਂ ਕੇਵਲ ਉੱਪਰ ਵਾਲੀ ਹੀ ਟੱਚ ਹੋਣੀ ਚਾਹੀਦੀ ਹੈ?
ਤੁਹਾਡਾ ਜਿਹੜਾ ਸਵਾਲ ਆ ਇਹ 2 ਲਖੀਰੀ ਤੇ 1 ਲਖੀਰੀ ਵਾਲਾ ਸਵਾਲ ਬਣ ਹਾਂਜੀ ਹਾਂਜੀ ਬਿਲਕੁਲ। ਨਿਯਮ ਦੇ ਵਿੱਚ ਕਿਤੇ ਨਹੀਂ ਲਿਖਿਆ ਹੋਇਆ ਵੀ ਅਸੀਂ 2 ਲਕੀਰੀ ਨਾਲ ਵਰਤਣਾ, ਤੇ ਨਾ ਹੀ ਉੱਥੇ ਉਹਨਾਂ ਨੇ ਇਹ ਦੱਸਿਆ ਹੁੰਦਾ ਵੀ ਲਾਈਨ ਜਿਹੜੀ ਆ 1 ਇੰਚ ਦੀ ਹੋਵੇ ਜਾਂ ਅੱਧੀ ਇੰਚ ਦੀ ਹੋਵੇ। ਤਾਂ ਉਸ ਸਮੇਂ ਕੀ ਕਰਨਾ ਚਾਹੀਦਾ, ਜਿਹੜਾ ਬੱਚਾ ਭਾਗ ਲੈ ਰਿਹਾ ਜੇ ਉਹ 1 ਇੰਚ ਦੀਆਂ ਲਾਈਨਾਂ ਲਾ ਰਿਹਾ ਜੀ, ਪਹਿਲੀ ਗੱਲ ਤੇ ਹੁੰਦਾ ਕਿ ਲਾਈਨ ਜਿਹੜੀ ਆ ਉਹ ਲੱਗੀ ਨਹੀਂ ਹੁੰਦੀ, ਲਾਈਨ ਤੋਂ ਬਿਨਾਂ ਲਿਖਣਾ ਹੁੰਦਾ। ਇਹ ਵੱਡੀਆਂ ਕਲਾਸਾਂ 'ਚ ਤਾਂ ਇਹ ਚੱਲਦਾ, ਮਿਡਲ ਜਾਂ ਅਪਰ ਪ੍ਰਾਇਮਰੀ, ਛੋਟਿਆਂ ਲਈ ਹੋ ਸਕਦਾ ਉਹ ਲਾਈਨਾਂ ਕਹਿ ਦੇਣ। ਤਾਂ ਉੱਥੇ ਕੀ ਹੁੰਦਾ, ਮੰਨ ਲਓ ਬੱਚੇ ਨੇ 1 ਇੰਚ ਦੀਆਂ ਲਾਈਨਾਂ ਲਾ ਦਿੱਤੀਆਂ, ਤਾਂ ਉਹ ਨਿਸ਼ਾਨੀ ਲਾ ਕੇ ਸਕੇਲ ਰੱਖ ਕੇ 9 ਦੇ ਨਾਲ ਅੱਧੀ ਇੰਚ ਦੀ ਲਾਈਨ ਵੀ ਥੋੜਾ ਜਿਹਾ ਨਿਸ਼ਾਨ ਦਬਾ ਕੇ, ਤਾਂ ਕਿ ਉਹਨੂੰ ਪਤਾ ਲੱਗਦਾ ਰਹੇ, ਤਾਂ ਉਹ ਟੱਚ ਨਹੀਂ ਕਰੇਗਾ। ਫਿਰ ਉਹ ਅੱਧੇ ਇੰਚ ਦੀ ਲਾਈਨ ਤੇ ਇੱਕੋ ਜਿਹੇ ਅੱਖਰ ਲਿਖਦਾ ਜਾਏਗਾ, ਕਿਉਂਕਿ ਉਸਨੂੰ ਭਾਗਿਆ ਨਹੀਂ ਦੂਜੀ ਲਾਈਨ ਲਾਉਣ ਦੀ। ਪਰ ਉਹ ਜਦੋਂ 9 ਦੇ ਨਾਲ ਸਕੇਲ ਰੱਖ ਕੇ ਪੂਰੀ ਲਾ ਲੈਂਦਾ, ਤਾਂ ਉਹ ਇੱਕ ਨਿਸ਼ਾਨ ਬਣ ਜਾਂਦਾ, ਉਹਦੀ ਲਿਖਾਈ ਜਿਹੜੀ ਆ ਇੱਕੋ ਜਿਹੀ ਬਰਾਬਰ ਤੁਰੀ ਹੈ। ਕਿਉਂਕਿ ਥੱਲੇ ਵਾਲੇ ਲਾਈਨ ਦੀਆਂ ਸਿਹਾਰੀਆਂ ਬਿਹਾਰੀਆਂ ਉੱਪਰ ਦੇ ਔਂਕੜ ਦੇ ਵਿੱਚ ਨਾ ਲੜ ਜਾਣ, ਇਸ ਕਰਕੇ ਇਸ ਤਰ੍ਹਾਂ ਅਪਰ ਪ੍ਰਾਇਮਰੀ ਦੇ ਵਿੱਚ 1 ਲਾਈਨ, ਤੇ ਜਦੋਂ ਪ੍ਰਾਇਮਰੀ ਪੱਧਰ ਤੱਕ ਆ ਉਹ ਆਪਾਂ ਉਹਨਾਂ ਨੂੰ ਕਿਹਾ ਵੀ ਜਾ ਸਕਦਾ ਕਿ 2 ਲਾਈਨਾਂ ਵਾਲੀਆਂ ਸਾਨੂੰ, ਜਿਸ ਤਰ੍ਹਾਂ ਅੱਧੀ ਇੰਚ ਦੀ ਲਾਤੀ, ਫਿਰ 1 ਇੰਚ ਦੀ ਵਿੱਚ ਕਰਤੀ, ਫਿਰ ਅੱਧੀ ਇੰਚ ਦੀ ਲਾਤੀ, ਇਸ ਤਰ੍ਹਾਂ ਕਰਕੇ ਵੀ ਲਾਈਨਾਂ ਲਾਈਆਂ ਜਾਣ, ਤਾਂ ਕਿ ਲਿਖਾਈ ਜਿਹੜੀ ਆ ਉਹ ਟੱਚ ਕਰਦੀ ਹੋਵੇ ਉਹਨਾਂ ਨੂੰ। ਛੋਟੇ ਬੱਚਿਆਂ ਲਈ ਤੇ ਵੱਡਿਆਂ ਲਈ। ਜੀ ਜੀ, ਬਹੁਤ ਸ਼ੁਕਰੀਆ ਸਰ। ਸਰ ਮਤਲਬ ਕਿ ਸਾਨੂੰ ਇਸ ਸੰਬੰਧੀ ਗਾਈਡਲਾਈਨਸ ਜਿਹੜੀਆਂ ਨੇ ਵਿਭਾਗ ਨੂੰ ਥੋੜਾ ਧਿਆਨ ਵਿੱਚ ਰੱਖ ਕੇ ਬਣਾਉਣੀਆਂ ਚਾਹੀਦੀਆਂ, ਕਿ ਪ੍ਰਾਇਮਰੀ ਪੱਧਰ ਤੇ ਥੋੜਾ ਸੁਖਾਲੇ ਢੰਗ ਦੇ ਨਾਲ ਨਿਯਮਾਵਲੀ ਜਿਹੜੀ ਆ ਉਹ ਬਣਾਈ ਜਾਣੀ ਚਾਹੀਦੀ ਹੈ। ਜੀ ਬਹੁਤ ਸ਼ੁਕਰੀਆ ਸਰ। ਜੀ ਸਰ, ਜਦੋਂ ਵੱਡੇ ਬੱਚਿਆਂ ਦੇ ਮੁਕਾਬਲੇ ਹੁੰਦੇ ਨੇ ਸੈਕੰਡਰੀ ਪੱਧਰ ਦੇ ਜਾਂ ਕਾਲਜ ਪੱਧਰ ਦੇ, ਤਾਂ ਅਕਸਰ ਅੱਜ ਕੱਲ ਹੁਣ ਪੈਨ ਦੇ ਨਾਲ ਜਿਹੜੀ ਲਿਖਾਈ ਹੁੰਦੀ ਹੈ ਉਹਨਾਂ ਦੇ ਵੀ ਮੁਕਾਬਲੇ ਹੋਣੇ ਸ਼ੁਰੂ ਹੋਏ ਨੇ, ਤੇ ਉੱਥੇ ਕਈ ਵਾਰ ਇਹ ਲਿਖਿਆ ਹੁੰਦਾ ਕਿ ਜੈਲ ਪੈਨ ਹੀ ਵਰਤਿਆ ਜਾਵੇ, ਤਾਂ ਪਰ ਕਿਤੇ ਵੀ ਜੈਲ ਪੈਨ ਦੀ ਮੋਟਾਈ ਵਗੈਰਾ ਨਹੀਂ ਮੈਂਸ਼ਨ ਕੀਤੀ ਹੁੰਦੀ ਕਿ ਕਿੰਨੀ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ, ਜਾਂ ਇਸ ਤਰ੍ਹਾਂ ਦੇ ਕਈ ਗੱਲਾਂ ਹੁੰਦੀਆਂ। ਤਾਂ ਇਹ ਪੈਨ ਦੀ ਮੋਟਾਈ ਤੁਹਾਡੇ ਹਿਸਾਬ ਨਾਲ, ਜੇ ਪੈਨ ਨਾਲ ਲਿਖਾਈ ਹੈ, ਪੈਨ ਨਾਲ ਲਿਖਾਈ ਹੋ ਰਹੀ ਹੈ, ਤਾਂ ਕਿੰਨੀ ਕੁ ਹੋਣੀ ਚਾਹੀਦੀ ਹੈ? ਆਮ ਤੌਰ ਤੇ ਜ਼ਿਆਦਾ ਰੌਲਾ ਜਦੋਂ ਪੈਂਦਾ ਮੁਕਾਬਲਿਆਂ ਦੇ ਵਿੱਚ, ਤਾਂ ਇਸ ਗੱਲ ਨੂੰ ਲੈ ਕੇ ਬਹੁਤ ਇਸ਼ੂ ਬਣਦਾ। ਇਹ ਚੀਜ਼ ਹੈ ਜੀ ਕਿ ਸਮੇਂ ਦੇ ਨਾਲ ਸਾਨੂੰ ਬਦਲਣਾ ਜੀ। ਕਲਮ ਜਿਹੜੀ ਆ ਉਹ ਫੱਟੀ ਲਿਖਣ ਲਈ ਸੀ, ਜਾਂ ਫਿਰ ਮੋਟੀ ਸ਼ੀਟ ਤੇ ਲਿਖਣ ਦੀ ਕਲਮ ਦੀ ਲੋੜ ਪੈਂਦੀ ਹੈ, ਸ਼ਾਹੀ ਦੀ ਲੋੜ ਪੈਂਦੀ ਹੈ। ਅਭਿਆਸ ਨਾ ਹੋਣ ਕਾਰਨ ਜਾਂ ਥੋੜੇ ਸਮੇਂ ਦਾ ਅਭਿਆਸ, ਸਿਰਫ ਅਸੀਂ ਮੁਕਾਬਲਿਆਂ ਲਈ ਕਲਮ ਵਰਤਦੇ ਹਾਂ, ਆਮ ਕਾਪੀਆਂ ਤੇ ਸਕੂਲੇ ਕੰਮ ਨਹੀਂ ਕਰਦੇ ਉਹਦੇ ਨਾਲ। ਇਸ ਕਰਕੇ ਜੈਲ ਪੈਨ ਕਹਿਤਾ। ਜੈਲ ਪੈਨ ਦੀ ਥਾਂ ਤੇ ਜੇਕਰ ਨਿੱਬ ਵਾਲਾ ਪੈਨ, ਜਿਸ ਦੀਆਂ ਵੱਖ-ਵੱਖ ਨਿੱਬਾਂ ਬਾਜ਼ਾਰ 'ਚ ਮਿਲ ਜਾਂਦੀਆਂ, ਔਰ ਇੱਕ ਸਸਤੇ ਆ ਇਹ ਛੋਟੇ ਆਮ ਪੈਨ ਆ ਇਹ, ਜੇ ਇਸ ਤਰ੍ਹਾਂ ਦੇ ਪੈਨ ਵਰਤੇ ਜਾਣ ਸ਼ਾਹੀ ਵਾਲੇ, ਤਾਂ ਉਹਦੇ ਨਾਲ ਬੱਚੇ ਦੀ ਲਿਖਾਈ ਬੜੀ ਵਧੀਆ ਬਣਦੀ ਹੈ। ਜੈਲ ਪੈਨ ਦੀ ਥਾਂ ਇੱਕ ਸਟਿਕ ਪੈਨ ਵੀ ਆਉਂਦਾ ਇਸ ਤਰ੍ਹਾਂ ਦਾ। ਇਹਦੇ ਜਿਹੜਾ ਇਹ ਪੈਨ, ਇਹ ਜਿਹੜੇ ਆ ਇਹ ਨਾਲ ਲਿਖਾਈ ਬਹੁਤ ਵਧੀਆ ਬਣਦੀ ਹੈ, ਤੇ ਕੋਸ਼ਿਸ਼ ਕੀਤੀ ਜਾਵੇ ਇਹਨਾਂ ਪੈਨਾਂ ਨੂੰ ਵਰਤਿਆ ਜਾਵੇ। ਜੈਲ ਪੈਨ ਬਾਜ਼ਾਰ ਦੇ ਵਿੱਚ 0.5 0.6 ਇਸ ਤਰ੍ਹਾਂ ਆਈ ਜਾਂਦੇ ਨੇ, ਤਾਂ ਆਮ ਬਰੀਕ ਨਾਲੋਂ ਦਰਮਿਆਨੇ ਸਾਈਜ਼ ਦਾ ਜਿਵੇਂ ਆਪਾਂ ਪੈਨ ਵਰਤ ਸਕਦੇ ਜੀ। ਇਹਦੇ ਵਿੱਚ ਹਾਂਜੀ ਸੰਦੀਪ ਮੈਮ ਤੁਸੀਂ ਐਡ ਕਰੋ ਜੋ ਕਰਨਾ ਚਾਹੁੰਦੇ। ਸਰ ਦੇਖੋ, ਜਦੋਂ ਆਪਾਂ ਜਸਟ ਰੋਜ਼ ਤੇ ਆਉਨੇ ਆ ਨਾ, ਤਾਂ ਇਹਦੇ 'ਚ ਆਪਾਂ 0.7 ਦਾ ਪੈਨ ਨਹੀਂ ਵਰਤਣਾ ਹੁੰਦਾ, 0.7 ਤੋਂ ਥੱਲੇ ਰਹਿਣਾ ਹੁੰਦਾ, ਕਿਉਂਕਿ 0.7 ਦੀ ਮੋਟਾਈ ਬਹੁਤ ਆ ਜਾਂਦੀ ਆ, ਤੇ ਉਹਦੀ ਜਿਹੜੀ ਲੁੱਕ ਆ ਉਹ ਬੋਲਡ ਆਉਂਦੀ ਆ। ਬਟ ਇਹ ਲਿਖਿਆ ਹੋਣਾ ਜ਼ਰੂਰੀ ਆ, ਜੇ ਲਿਖਿਆ ਨਹੀਂ ਤਾਂ ਫਿਰ 0.7 ਵੀ ਯੂਜ਼ ਕਰੂਗਾ ਟੀਚਰ। ਕੋਈ ਅੱਖਰ ਦਿੰਦੇ ਨੇ ਹਨਾ, ਹਾਂ, ਮਤਲਬ ਅਕੋਰਡਿੰਗ ਟੂ ਬਿਲਕੁਲ ਰੋਜ਼ ਤੇ ਆਉਨੇ ਆ। ਜਿੱਦਾਂ ਮੈਡਮ ਨੇ ਪੁੱਛਿਆ ਵੀ ਲਾਈਨ ਕਿੰਨੀ ਹੁੰਦੀ ਆ, ਉਹ ਅੱਧਾ ਇੰਚ ਤੋਂ 1 ਪੁਆਇੰਟ ਛੋਟੀ ਹੁੰਦੀ ਆ, ਜਿਹੜੀ ਆਪਾਂ ਪ੍ਰਾਇਮਰੀ ਲੈਵਲ ਤੇ ਵਰਤਦੇ ਆ। ਜਿੱਦਾਂ ਹੁਣ ਅਸੀਂ ਸ਼ੀਟਸ ਦੇਵਾਂਗੇ, ਆਪਾਂ ਉਹਨੂੰ ਅੱਧੇ ਇੰਚ ਤੋਂ 1 ਪੁਆਇੰਟ ਛੋਟਾ ਕਰਕੇ ਲਾਈਨਸ ਖਿੱਚ ਲਾਂਗੇ। ਪਰ ਗੱਲ ਫਿਰ ਉੱਥੇ ਹੀ ਆ ਗਈ ਵੀ ਬੱਚੇ ਨੂੰ ਇਕੱਲੇ ਮੁਕਾਬਲਿਆਂ ਤੱਕ ਸੀਮਿਤ ਨਹੀਂ ਕਰਨਾ। ਜਿਵੇਂ ਸਰ ਨੇ ਦੱਸਿਆ, ਪਹਿਲਾਂ ਉਹ ਲਾਈਨ ਲਾ ਦੋ, ਹੌਲੀ ਹੌਲੀ ਉਹਨੂੰ ਇਸ ਲੈਵਲ ਤੇ ਲੈ ਕੇ ਜਾਣਾ ਵੀ ਉਹ ਲਾਈਨ ਖਤਮ ਹੋ ਜੇ ਤੇ ਬੱਚਾ ਉਹਦੇ ਅਗਲੇ ਪੱਧਰ ਤੇ ਪਹੁੰਚ ਸਕੇ। ਮੁਕਾਬਲਿਆਂ ਦੀ ਨਿਯਮਾਵਲੀ ਤੱਕ ਅਸੀਂ ਫਿਕਸ ਨਾ ਰਹੀਏ, ਹਨਾ। ਬਾਕੀ ਸੌਰੀ, ਮੈਂ ਸਿਰਫ ਇੱਕ ਗੱਲ ਕਰੂੰਗੀ ਕਿ ਆਪਣੀ ਜ਼ਿੰਦਗੀ 'ਚ ਮੇਰੇ ਫਾਦਰ ਸਾਹਿਬ ਨੇ ਮੈਨੂੰ ਹਰੇਕ ਮੁਕਾਬਲੇ ਤੇ ਲੈ ਕੇ ਗਏ, ਕੋਈ ਮੁਕਾਬਲਾ ਨਹੀਂ ਛੱਡਿਆ ਮੈਂ। ਪਰ ਜ਼ਿੰਦਗੀ ਦੇ ਵਿੱਚ ਜੇ ਮੈਂ 70 ਮੁਕਾਬਲੇ ਲੜਿਆ ਤਾਂ ਉਹਦੇ ਵਿੱਚ ਮੈਂ 20 ਮੁਕਾਬਲੇ ਜਿੱਤੀ ਆ, ਬਾਕੀ ਤਾਂ ਮੈਂ ਹਾਰ ਗਈ।
ਪਰ ਤੁਸੀਂ ਇਹ ਦੇਖੋ, ਮੈਂ ਜਸਟ ਤੁਹਾਨੂੰ ਆਪਣੀ ਇੱਕ ਪੇਂਟਿੰਗ ਦੇ ਰੂਬਰੂ ਕਰਦੀ ਹਾਂ ਸਿਰਫ। क्या बात ਇਹ ਪੈਚਿਸ ਦਾ ਵਰਕ ਹੈ ਲਗਾਤਾਰ, ਹੈ ਨਾ। ਸੋ ਸਾਰੀਆਂ ਇਹ ਪੱਧਰ ਤੇ ਪਹੁੰਚਣ ਲਈ ਇਹਦੇ ਵਿੱਚ ਕੀ ਹੁੰਦਾ ਕਿ ਜੇ ਮੈਂ ਸਿਰਫ ਪਹਿਲੀ ਦੂਜੀ ਪੋਜੀਸ਼ਨ ਤੇ ਫਿਕਸ ਹੋ ਜਾਂਦੀ ਤਾਂ ਮੇਰਾ ਸਿਸਟਮ ਰੁਕ ਜਾਣਾ ਸੀ, ਤੁਹਾਡੀ ਲਾਈਫ ਰੁਕ ਜਾਂਦੀ ਆ। ਬੱਚੇ ਨੂੰ ਅਸੀਂ ਇੱਕ ਪੁਆਇੰਟ ਤੇ ਸੀਮਿਤ ਕਰਤਾ, ਜਿਵੇਂ ਹਨਾ, ਉਹ ਇੱਥੇ ਹੀ ਰਹਿ ਜਾਣਾ, ਉਹਨੇ ਅੱਗੇ ਨਹੀਂ ਜਾਣਾ। ਹਰੇਕ ਟੀਚਰ ਇਹ ਚੀਜ਼ ਸਮਝੇ ਕਿ ਬੱਚੇ ਨੂੰ ਫਸਟ ਸੈਕਿੰਡ ਦੇ ਵਿੱਚ ਨਾ ਪਾਵੇ, ਮੁਕਾਬਲੇ 'ਚ ਇਸ ਲਈ ਜਾਵੇ ਕਿ ਕਿਸ ਤਰ੍ਹਾਂ ਦੇ ਬੱਚੇ ਅਸੀਂ ਉੱਥੋਂ ਹੋਰ ਕੀ ਸਿੱਖ ਕੇ ਆਉਣਾ। ਹੁਣ ਵੀ ਮੈਂ ਮੁਕਾਬਲੇ 'ਚ ਜਾਣਾ, ਮੈਂ ਨਿੱਕੇ ਨਿੱਕੇ ਬੱਚਿਆਂ ਤੋਂ ਫਿਰ ਵੀ ਸਿੱਖ ਕੇ ਆਉਣਾ। ਹਾਂ ਠੀਕ ਹੈ, ਨਿਯਮਾਵਲੀ ਦੀ ਨੋ ਡਾਊਟ ਉਹ ਚੀਜ਼ਾਂ ਹੈਗੀ ਆ, ਉਹਦੇ ਵਿੱਚ ਬਸ ਰਾਈਟਿੰਗ ਦਾ ਮੇਨ ਇਹੀ ਹੁੰਦਾ ਵੀ 0.7 ਜਿਹੜਾ ਪੈਨ ਆ ਉਹਨੂੰ ਉਹਦੇ ਤੋਂ ਉੱਤੇ ਨਹੀਂ, ਅਸੀਂ 0.7 ਤੇ ਵੀ ਨਹੀਂ ਜਾ ਸਕਦੇ, 0.6 ਤੱਕ ਰੁਕਣਾ ਹੁੰਦਾ। ਤੇ ਜਿਹੜੀ ਰਾਈਟਿੰਗ ਆ ਉਹ ਅੱਧਾ ਇੰਚ ਤੋਂ ਹਾਫ ਇੰਚ ਲਾਈਨ ਪ੍ਰਾਇਮਰੀ ਪੱਧਰ ਤੇ ਹੁੰਦੀ ਆ, ਤੇ ਜਿਹੜਾ ਸੈਕੰਡਰੀ ਪੱਧਰ ਹੁੰਦਾ ਉਹਦੀ 1 ਇੰਚ ਦੀ ਲਾਈਨ ਹੁੰਦੀ ਆ, ਵਿੱਚ ਵਾਲੀ ਲਾਈਨ ਨੂੰ ਇਰੇਜ਼ ਕਰ ਦਿੰਦੇ ਆ। ਜੀ ਮੈਮ, ਤੁਹਾਡੀਆਂ ਗੱਲਾਂ ਸਾਰੀਆਂ ਹੀ ਬੇहद ਕੀਮਤੀ ਨੇ, ਪਰ ਅੱਜ ਅਸਲ ਆਪਣਾ ਇੱਥੇ ਬੈਠਣ ਦਾ ਜਿਹੜਾ ਅਸਲ ਏਜੰਡਾ ਗਾ, ਜਿਹੜਾ ਅਸਲ ਮਕਸਦ ਹੈ ਉਹ ਇਹ ਹੈ ਕਿ ਜਿਹੜੇ ਇਹਨਾਂ ਮੁਕਾਬਲਿਆਂ ਦੇ ਵਿੱਚ ਭਰਮ ਭੁਲੇਖੇ ਪੈ ਰਹੇ ਨੇ, ਜਿਨ੍ਹਾਂ ਕਰਕੇ ਸਾਡੇ ਅਧਿਆਪਕਾਂ ਨੂੰ ਆਪਸ ਦੇ ਵਿੱਚ ਵੀ ਕਿਤੇ ਨਾ ਕਿਤੇ ਬੈਸਣਾ ਪੈਂਦਾ ਤੇ ਕਿਤੇ ਨਾ ਕਿਤੇ ਰੌਲੇ ਦਾ ਸਬੱਬ ਬਣ ਜਾਂਦਾ, ਜਿਨ੍ਹਾਂ ਦੀ ਵਜ੍ਹਾ ਕਰਕੇ ਉਹਨਾਂ ਨੂੰ ਅਸੀਂ ਜ਼ਰੂਰ ਕੋਸ਼ਿਸ਼ ਕਰੀਏ ਕਿ ਵੱਧ ਤੋਂ ਵੱਧ ਨਿਤਾਰ ਸਕੀਏ। ਤੇ ਕੈਲੀਗ੍ਰਾਫੀ ਦੇ ਬਾਰੇ ਆਪਣੀ ਗੱਲ ਹੋ ਰਹੀ ਸੀ, ਤੇ ਕੈਲੀਗ੍ਰਾਫੀ ਦੇ ਵਿੱਚ ਤੁਹਾਡਾ ਤਾਂ ਖੈਰ ਹੱਥ ਬੜਾ ਸੋਹਣਾ ਹੈ ਤੇ ਬੜਾ ਕਮਾਲ ਦਾ ਕੰਮ ਤੁਸੀਂ ਕੀਤਾ ਹੈ। ਕਦੇ ਆਪਾਂ ਸਾਂਝਾ ਵੀ ਕਰਾਂਗੇ ਸਾਰੇ ਦੋਸਤਾਂ ਮਿੱਤਰਾਂ ਦੇ ਨਾਲ। ਤੇ ਉਹਦੇ ਵਿੱਚ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਸੀ ਕਿ ਜਿਵੇਂ ਸੋਖੀ ਸਰ ਨੇ ਦੱਸਿਆ ਸੀ ਕਿ ਅੱਖਰਾਂ ਦੀ ਬਣਾਵਟ, ਅੱਖਰਾਂ ਦੇ ਜਿਹੜੇ ਡਿਜ਼ਾਈਨ ਨੇ ਉਹ ਬਣਾਏ ਜਾਂਦੇ ਨੇ ਕੈਲੀਗ੍ਰਾਫੀ ਦੇ ਵਿੱਚ, ਤੇ ਪਰ ਅੱਖਰ ਸੋਹਣੇ ਬਣਾ ਲਏ ਤੁਸੀਂ, ਇੱਕ ਕੋਈ ਡਿਜ਼ਾਈਨ ਚੁਣ ਲਿਆ, ਇੱਕ ਪੈਟਰਨ ਚੁਣ ਲਿਆ ਕਿ ਮੈਂ ਇਸ ਪੈਟਰਨ ਦੇ ਉੱਪਰ ਅੱਖਰ ਲਿਖਣੇ ਨੇ, ਤੇ ਉਹ ਲਿਖ ਵੀ ਲਏ। ਉਸ ਤੋਂ ਬਾਅਦ ਅਸੀਂ ਉਸਦੇ ਆਲੇ ਦੁਆਲੇ ਆਊਟਲਾਈਨ ਜਾਂ ਕੋਈ ਸ਼ੈਡੋ ਕੁਛ ਇਸ ਤਰ੍ਹਾਂ ਦਾ ਵੀ ਕਰਦੇ ਹਾਂ, ਜਦੋਂ ਖਾਸ ਕਰਕੇ ਜਿਸ ਤਰ੍ਹਾਂ ਦੀ ਕੈਲੀਗ੍ਰਾਫੀ ਤੁਸੀਂ ਕਰਦੇ ਹੋ, ਕਿ ਜੇਕਰ ਬੱਚਾ ਮੁਕਾਬਲੇ ਦੇ ਵਿੱਚ ਇਸ ਤਰ੍ਹਾਂ ਦੀ ਡੈਕੋਰੇਸ਼ਨ ਕਰਦਾ ਹੈ ਤਾਂ ਉਸਨੂੰ ਕੋਈ ਐਕਸਟਰਾ ਨੰਬਰ ਜਾਂ ਕੁਛ ਵੱਖਰਾ ਉਹਦਾ ਲਾਭ ਮਿਲਦਾ ਹੈ, ਜਾਂ ਸਿਰਫ ਓਨਾ ਹੀ ਕਰਨਾ ਹੁੰਦਾ ਹੈ? ਨਹੀਂ ਸਰ, ਦੇਖੋ ਜਿਹੜੀ ਤਾਂ ਹੋ ਗਈ ਸੁੰਦਰ ਲਿਖਾਈ, ਉਹ ਹੋ ਗਈ ਕਰਾਫਟ, ਬੱਚੇ ਨੇ ਫਿਕਸ ਲੇਬਰ ਵਾਂਗੂ ਕੰਮ ਕਰਨਾ, ਠੀਕ ਹੈ ਜੀ। ਕੈਲੀਗ੍ਰਾਫੀ ਕੀ ਹੈ? ਕੈਲੀਗ੍ਰਾਫੀ ਆਰਟ ਆ, ਉਹਦੇ 'ਚ ਆਪਾਂ ਬਿਊਟੀ ਦਿਖਾਉਣੀ ਹੁੰਦੀ ਆ। ਜੇ ਮੰਨ ਲਓ ਬੱਚੇ ਨੇ ਡੈਕੋਰੇਸ਼ਨ ਕਰਤੀ, ਉਹ ਦੂਜੇ ਅੱਖਰਾਂ ਨਾਲ ਤਾਂ ਜਾਣੀ ਨਹੀਂ, ਹਾਰਮਨੀ ਬਣੀ ਰਹਿਣੀ ਜ਼ਰੂਰੀ ਆ। ਸਿਰਫ ਇਹ ਦੇਖਣਾ ਕਿ ਅੱਖਰ ਦੇ ਵਿੱਚ ਫਲੋ ਕਿੱਡਾ ਵੱਡਾ। ਮੰਨ ਲਓ ਪਹਿਲੇ ਅੱਖਰ ਦੇ ਵਿੱਚ ਵੀ ਏ ਆ ਗਈ, ਅੱਗੇ ਵੀ ਜਾ ਕੇ ਏ ਆ ਗਈ, ਇਹ ਜ਼ਰੂਰੀ ਨਹੀਂ ਵੀ ਪਹਿਲੀ ਏ ਦੂਜੀ ਏ ਨਾਲ ਮੇਲ ਖਾਂਦੀ ਹੋਵੇ ਕੈਲੀਗ੍ਰਾਫੀ 'ਚ, ਕੋਈ ਐਸਾ ਅਸੂਲ ਨਹੀਂ, ਕਿਉਂਕਿ ਕੈਲੀਗ੍ਰਾਫੀ ਆਰਟ ਹੈ। ਸਿਰਫ ਉਹਦਾ ਜਿਹੜਾ ਰਿਦਮ ਆ ਉਹ ਮੈਟਰ ਕਰਦਾ। ਜੇ ਮੈਂ ਇੱਕ ਪੈਨ ਨੂੰ ਦੁਬਾਰਾ ਉਹਦੇ ਤੇ ਚਲਾਉਂਗੀ, ਉਹਦਾ ਰਿਦਮ ਮਰੂਗਾ। ਸੋ ਜਿਹੜਾ ਰਿਦਮ ਆ ਉਹਨੂੰ ਬਣਾ ਕੇ ਰੱਖਣਾ, ਬਸ ਜਿੰਨੀ ਕੁ ਜ਼ਰੂਰਤ ਹੈ ਕਿ ਇੱਥੇ ਲਾਈਨ ਆਪਾਂ ਉੱਤੇ ਕੱਢ ਲੈਣੀਆਂ, ਇੱਥੇ ਅਸੀਂ ਥੱਲੇ ਕੱਢ ਲੈਣੀਆਂ, ਏਦਾਂ ਦਾ ਕੋਈ ਅਸੂਲ ਨਹੀਂ ਵੀ ਹੁਣ ਵੀ ਉਹ ਏਦਾਂ ਦੀ ਪੈ ਗਈ, ਅੱਗੇ ਵੀ ਓਦਾਂ ਦੀ ਪੈ ਗਈ। ਬਾਕੀ ਜਿਹੜੀ ਤੁਸੀਂ ਸ਼ੇਡਿੰਗ ਦੀ ਗੱਲ ਕਰਦੇ ਹੋ ਹਨਾ, ਉਹ ਸਮੁੱਚੇ ਪ੍ਰਭਾਵ ਦੇ ਵਿੱਚ ਜੇ ਤਾਂ ਉਹਦੀ ਕੋਈ ਬਿਊਟੀ ਦਿਖਦੀ ਆ ਤਾਂ ਉਹਨੂੰ ਇਨਕਲੂਡ ਕਰ ਲਾਂਗੇ, ਬਟ ਕੋਈ ਉਹਦਾ ਕੋਈ ਐਡਾ ਸਵਾਦ ਨਹੀਂ ਹੈ, ਉਹ ਸਲੋਗਨ 'ਚ ਜਾਊਗੀ ਅੱਗੇ ਜਾ ਕੇ। ਜੀ, ਉਹਦੇ ਬਾਰੇ ਵੀ ਕੈਲੀਗ੍ਰਾਫੀ 'ਚ ਆਪਾਂ ਤਾਂ ਗੱਲ ਕਰਾਂਗੇ ਅੱਗੇ। ਹਾਂ, ਉਹਨੇ ਬਸ ਆਪਦੇ ਪੈਨ ਦਾ ਫਲੋ ਦਿਖਾਉਣਾ ਬੱਚੇ ਨੇ, ਵੀ ਉਹ ਪੈਨ ਨੂੰ ਕਿੰਨੇ ਸੋਹਣੇ ਢੰਗ ਨਾਲ ਚਲਾ ਸਕਦਾ, ਬਸ ਉਹਦਾ ਫਲੋ ਬੋਲਣਾ ਚਾਹੀਦਾ ਉਹਦੇ 'ਚ। ਜੀ ਬਿਲਕੁਲ, ਅਗਲਾ ਸਵਾਲ ਅਸੀਂ ਸ਼ਾਇਦ ਲੈ ਲਈਏ ਹੁਣ। ਕਾਫੀ ਗੱਲਬਾਤ ਅਸੀਂ ਸੁੰਦਰ ਲਿਖਾਈ ਬਾਰੇ, ਕੈਲੀਗ੍ਰਾਫੀ ਬਾਰੇ ਕੀਤੀ ਹੈ, ਤੇ ਬਹੁਤ ਸਾਰੇ ਜਿਹੜੇ ਭਰਮ ਭੁਲੇਖੇ ਸਾਡੇ ਮਨਾਂ ਵਿੱਚ ਵੀ ਸੀ, ਸਾਡੇ ਹੋਰ ਅਧਿਆਪਕਾਂ ਦੇ ਮਨਾਂ ਵਿੱਚ ਵੀ ਸੀ, ਉਹ ਸਾਫ਼ ਹੋਏ ਨੇ। ਤੇ ਰਿੰਪੀ ਮੈਮ, ਅਗਲਾ ਸਵਾਲ ਕੀ ਹੈ ਆਪਣਾ? ਹਾਂਜੀ, ਬਹੁਤ ਵਧੀਆ ਵਿਚਾਰ ਚਰਚਾ ਚੱਲ ਰਹੀ ਹੈ ਆਪਣੀ, ਤੇ ਕੋਈ ਵੀ ਆਰਟ ਹੈ ਉਹਦੇ ਵਿੱਚ ਲਗਾਤਾਰਤਾ ਤੇ ਅਭਿਆਸ ਦਾ ਹੋਣਾ ਬਹੁਤ ਜ਼ਰੂਰੀ ਹੈ, ਹਨਾ। ਉਹ ਨਿਖਾਰ ਕਿਸੇ ਵੀ ਆਰਟ 'ਚ ਆਪਾਂ ਨਿਖਾਰ ਪੈਦਾ ਕਰ ਸਕਦੇ ਹਾਂ ਲਗਾਤਾਰਤਾ ਦੇ ਨਾਲ। ਇਹ ਨਹੀਂ ਵੀ 2-4 ਦਿਨ ਦੇ ਵਿੱਚ ਕੰਪੀਟੀਸ਼ਨ 'ਚ ਬੱਚੇ ਨੂੰ ਬਿਠਾ ਦਿਓ, ਉਹਦਾ ਮਨੋਬਲ ਗਿਰਾਉਣ ਦੀ ਗੱਲ ਹੋ ਜਾਂਦੀ ਇੱਕ ਤਰ੍ਹਾਂ ਨਾਲ। ਤੇ ਇਸੇ ਤਹਿਤ ਹੁਣ ਅੱਗੇ ਆਪਾਂ ਗੱਲ ਕਰਾਂਗੇ ਸਲੋਗਨ ਰਾਈਟਿੰਗ ਬਾਰੇ।
ਤੇ ਇਹ ਅਸੀਂ ਇਸ ਵਿਸ਼ੇ ਤੇ ਵਿਚਾਰ ਚਰਚਾ ਕਰਾਂਗੇ ਆਪਣੇ ਡਾਕਟਰ ਕੁਲਦੀਪ ਦੀਪ ਜੀ ਨਾਲ, ਕਿਉਂਕਿ ਕੋਈ ਵੀ ਵਿਸ਼ਾ ਹੈ ਇਹਨਾਂ ਲਈ ਤਾਂ ਹਰ ਵਿਸ਼ੇ 'ਚ ਇਹ ਮਾਹਿਰ ਨੇ। ਹਰ ਵਿਸ਼ੇ ਦੇ ਛੋਟੇ-ਛੋਟੇ ਨੁਕਤਿਆਂ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਇਸ ਤਰ੍ਹਾਂ ਦੱਸਦੇ ਨੇ ਕਿ ਉਹ ਨਾ ਭੁੱਲਣਯੋਗ ਹੁੰਦੇ ਨੇ। ਸੋ ਡਾਕਟਰ ਦੀਪ ਜੀ ਸਲੋਗਨ ਰਾਈਟਿੰਗ ਬਾਰੇ, ਇਹਦੇ ਨਿਯਮ, ਇਹਨਾਂ ਤੇ ਪਲੀਜ਼ ਸਾਡੇ ਨਾਲ ਗੱਲਬਾਤ ਕਰੋ ਜੀ। ਮੈਨੂੰ ਲੱਗਦਾ ਕਿ ਆਪਾਂ ਚਰਚਾ ਪੋਸਟਰ ਮੇਕਿੰਗ ਬਾਰੇ ਵੀ ਇੱਥੇ ਡਿਸਕਸ ਕਰ ਲਈਏ। ਜੀ। ਸਲੋਗਨ ਰਾਈਟਿੰਗ ਤੇ ਪੋਸਟਰ ਹਾਂਜੀ। ਮੇਕਿੰਗ ਸਰ ਦੋਨਾਂ ਬਾਰੇ ਹੀ ਗੱਲਬਾਤ ਤੁਸੀਂ ਕਰਿਓ। ਸਲੋਗਨ ਰਾਈਟਿੰਗ ਦੀ ਜਿੱਥੋਂ ਤੱਕ ਮਸਲਾ ਹੈ ਨਾ, ਇਹਦੇ ਬਾਰੇ ਬਹੁਤ ਸਾਰੀਆਂ ਕਨਫਿਊਜ਼ਨ ਨੇ। ਸਾਡੇ ਕੋਲ ਦੋ ਐਕਸਪਰਟ ਨੇ ਇਸ ਖੇਤਰ ਦੇ, ਦੋਨੇ ਹੀ, ਸੁਖੀ ਸਾਹਿਬ ਵੀ ਤੇ ਮੈਡਮ ਸੋਨਜੀਤ ਵੀ। ਮੈਂ ਸਗੋਂ ਆਪਣੇ ਕੁਝ ਕਨਫਿਊਜ਼ਨ ਇਹਨਾਂ ਨਾਲ ਸਾਂਝੀ ਕਰੂੰਗਾ ਤੇ ਉਦੋਂ ਬਾਅਦ ਆਪਾਂ ਇੱਥੇ ਥੋੜੀ ਜਿਹੀ ਗੱਲ ਤੋਰਾਂਗੇ ਅੱਗੇ। ਕਨਫਿਊਜ਼ਨ ਇਹ ਨੇ ਕਿ ਕੰਪੀਟੀਸ਼ਨ ਕੀ ਹੈ। ਜੇ ਤਾਂ ਅਸੀਂ ਕਹੀਏ ਕਿ ਸਲੋਗਨ ਰਾਈਟਿੰਗ ਕੰਪੀਟੀਸ਼ਨ ਹੈ, ਫਿਰ ਤਾਂ ਉਹ ਹੋਰ ਕੰਪੀਟੀਸ਼ਨ ਬਣ ਜਾਂਦਾ ਹੈ। ਜੇ ਅਸੀਂ ਕਹੀਏ ਕਿ ਸਲੋਗਨ ਡੈਕੋਰੇਟਿੰਗ ਕੰਪੀਟੀਸ਼ਨ ਹੈ, ਫਿਰ ਉਹ ਕੰਪੀਟੀਸ਼ਨ ਹੋਰ ਬਣ ਜਾਂਦਾ ਹੈ। ਅਸਲ ਦੇ ਵਿੱਚ ਸਾਨੂੰ ਇਹ ਕਲੀਅਰ ਨਹੀਂ ਅਸੀਂ ਕਰਦੇ ਹੈਗੇ ਕਿ ਮੁਕਾਬਲਾ ਸਲੋਗਨ ਕ੍ਰੀਏਟ ਕਰਨ ਦਾ ਹੈ ਜਾਂ ਸਲੋਗਨਾਂ ਨੂੰ ਸਜਾਉਣ ਦਾ ਮੁਕਾਬਲਾ ਹੈ। ਜੇ ਤਾਂ ਮੁਕਾਬਲਾ ਹੈਗਾ ਸਲੋਗਨਾਂ ਨੂੰ ਸਜਾਉਣ ਦਾ, ਫਿਰ ਤਾਂ ਸਲੋਗਨ ਜਿਹਦਾ ਮਰਜ਼ੀ ਲਿਖਿਆ ਹੋਵੇ, ਫਿਰ ਤਾਂ ਤੁਸੀਂ ਆਪ ਵੀ ਸਲੋਗਨਾਂ ਦੀ ਇੱਕ ਲਿਸਟ ਦੇ ਸਕਦੇ ਹੋ ਕਿ 20 ਸਲੋਗਨ ਨੇ ਜੀ, ਇਹਨਾਂ ਦੇ ਵਿੱਚ ਕੋਈ ਇੱਕ ਸਲੋਗਨ ਚੂਜ਼ ਕਰ ਲਓ ਤੇ ਉਸ ਸਲੋਗਨ ਨੂੰ ਤੁਸੀਂ ਪੇਂਟਿੰਗ ਦੀ ਸ਼ੈਲੀ ਦੇ ਵਿੱਚ ਜਾਂ ਪੋਸਟਰ ਦੀ ਸ਼ੈਲੀ ਦੇ ਵਿੱਚ ਤੁਸੀਂ ਉਸ ਨੂੰ ਡੈਕੋਰੇਟ ਕਰਨਾ ਹੈ, ਰੰਗਾਂ ਨਾਲ ਸਜਾਉਣਾ ਹੈ ਉਸ ਨੂੰ। ਇੱਕ ਵੱਖਰੀ ਤਰ੍ਹਾਂ ਦਾ ਮੁਕਾਬਲਾ ਹੈਗਾ। ਪਰ ਜੇ ਤੁਸੀਂ ਸਲੋਗਨ ਰਾਈਟਿੰਗ ਜਾਂ ਸਲੋਗਨ ਕ੍ਰੀਏਟਿੰਗ ਦਾ ਮੁਕਾਬਲਾ ਕਹਿੰਦੇ ਹੋ, ਤਾਂ ਉੱਥੇ ਤੁਸੀਂ ਸਲੋਗਨ ਕ੍ਰੀਏਟ ਕਰਨੇ ਨੇ। ਉੱਥੇ ਬੱਚੇ ਨੇ ਆਪ ਸਲੋਗਨ ਕ੍ਰੀਏਟ ਕਰਨੇ ਨੇ। ਇਹ ਅਕਸਰ ਮੰਨ ਲਓ ਹੁਣ ਆਜ਼ਾਦੀ ਦੇ ਸੰਬੰਧ ਦੇ ਵਿੱਚ ਹੀ ਹੈ ਕਿ ਮੈਂ ਇੱਕ ਲਾਈਨ ਕਿਸੇ ਬੱਚੇ ਨੂੰ ਦੇ ਦੇਣਾ ਕਿ ਸਰਫਰੋਸ਼ੀ ਕੀ ਤਮन्ना अब हमारे दिल में है। ਹੁਣ ਇਹ ਇੱਕ ਸਲੋਗਨ ਹੈ ਕਿ ਬੱਚਾ ਸਲੋਗਨ ਕ੍ਰੀਏਟ ਕਰੂਗਾ ਜਾਂ ਮੇਰੇ ਦਿੱਤੇ ਹੋਏ ਸਲੋਗਨ ਨੂੰ ਡੈਕੋਰੇਟ ਕਰੂਗਾ। ਜਦੋਂ ਅਸੀਂ ਕਿਸੇ ਮੁਕਾਬਲੇ ਨੂੰ ਕਨਸੀਵ ਕਰਦੇ ਹਾਂ, ਬੋਰਡ ਕਨਸੀਵ ਕਰਦਾ ਹੈ ਜਾਂ ਕੋਈ ਕਿਸੇ ਹੋਰ ਮੁਕਾਬਲੇ 'ਚ ਕੋਈ ਹੋਰ ਅਥਾਰਟੀ ਹੈ, ਤਾਂ ਉਹਨੂੰ ਇਹਨਾਂ ਗੱਲਾਂ ਬਾਰੇ ਬਹੁਤ ਕਲੀਅਰ ਹੋਣਾ ਚਾਹੀਦਾ ਹੈ। ਜਿਵੇਂ ਹੁਣ ਕਾਵ ਰਚਨਾ ਤੇ ਕਾਵ ਪੇਸ਼ਕਾਰੀ, ਕਾਵ ਉਚਾਰਨ ਜਾਂ ਕਾਵ ਗਾਇਨ, ਕਵਿਤਾ ਦੇ 3 ਮੁਕਾਬਲੇ ਹੈਗੇ ਨੇ। ਜੇ ਕਾਵ ਰਚਨਾ ਦੀ ਗੱਲ ਹੈ ਤਾਂ ਉਹਦੇ ਵਿੱਚ ਕਵਿਤਾ ਕ੍ਰੀਏਟ ਕੀਤੀ ਜਾਂਦੀ ਹੈ। ਇਸ ਤਰ੍ਹਾਂ ਜੇ ਅਸੀਂ ਸਲੋਗਨ ਰਾਈਟਿੰਗ ਸ਼ਬਦ ਪਾਇਆ ਹੈ ਤਾਂ ਰਾਈਟਿੰਗ ਦਾ ਮਤਲਬ ਇਹ ਅਸੀਂ ਉਹਨੂੰ ਉਹਦਾ ਮੀਨਿੰਗ ਕੀ ਲੈ ਰਹੇ ਹਾਂ ਕਿ ਸਿਰਫ ਜਿਹੜਾ ਇੱਕ ਦਿੱਤਾ ਹੋਇਆ ਸਲੋਗਨ ਹੈ ਉਹਨੂੰ ਦੇਖ ਕੇ ਰਾਈਟ ਕਰਨਾ ਜਾਂ ਸਲੋਗਨ ਕ੍ਰੀਏਟ ਕਰਨਾ। ਇਹ ਬੜਾ ਭੰਬਲ ਭੂਸਾ ਥੱਲੇ ਟੀਚਰਾਂ ਤੱਕ ਆਉਂਦਾ ਜਦੋਂ ਇਹਨਾਂ ਚੀਜ਼ਾਂ ਦਾ, ਉਦੋਂ ਬਹੁਤ ਸਾਰੀ ਕਨਫਿਊਜ਼ਨ ਹੁੰਦੀ ਹੈ। ਜੇ ਤਾਂ ਅਸੀਂ ਇਸ ਨੂੰ ਕ੍ਰੀਏਟੀਵਿਟੀ ਦੀ ਕੈਟਾਗਰੀ 'ਚ ਪਾਉਂਦੇ ਹਾਂ, ਫਿਰ ਤਾਂ ਅਸੀਂ ਸਲੋਗਨ ਕ੍ਰੀਏਟ ਕਰਨ ਦਾ ਮੁਕਾਬਲਾ ਕਰਾਂਗੇ। ਜੇ ਅਸੀਂ ਇਸ ਨੂੰ ਪੇਂਟਿੰਗ ਦੀ ਕੈਟਾਗਰੀ 'ਚ ਪਾਉਂਦੇ ਹਾਂ, ਫਿਰ ਅਸੀਂ ਸਲੋਗਨ ਨੂੰ ਡੈਕੋਰੇਟ ਕਰਨ ਦਾ ਕਰਾਂਗੇ। ਫਿਰ ਉੱਥੇ ਸਲੋਗਨ ਸਜਾਵਟ ਦਾ ਮੁਕਾਬਲਾ ਹੋਣਾ ਚਾਹੀਦਾ ਹੈ, ਨਾ ਕਿ ਸਲੋਗਨ ਰਾਈਟਿੰਗ ਦਾ ਮੁਕਾਬਲਾ ਹੋਣਾ ਚਾਹੀਦਾ ਹੈ। ਸੋ ਇਹ ਆਪਣੇ ਆਪ ਦੇ ਵਿੱਚ ਬੜਾ ਔਖਾ ਜਿਹਾ ਇਸ਼ੂ ਹੈਗਾ ਤੇ ਹਰ ਵਾਰੀ ਇਹ ਤੇ ਕਨਫਿਊਜ਼ ਹੁੰਨੇ ਆ ਆਪਾਂ। ਤੇ ਮੈਨੂੰ ਲੱਗਦਾ ਕਿ ਸਾਡੇ ਦੋ ਐਕਸਪਰਟ ਨੇ ਤੇ ਇਹਨਾਂ ਰਾਹੀਂ ਆਪਾਂ ਆਪਣੀ ਗੱਲ ਇਹ ਉੱਪਰ ਤੱਕ ਪਹੁੰਚਾਈਏ ਕਿ ਸਭ ਤੋਂ ਪਹਿਲਾਂ ਉੱਪਰੋਂ ਕਲੀਅਰ ਹੋਇਆ ਜਾਵੇ ਕਿ ਉਹ ਕਿਸ ਚੀਜ਼ ਦਾ ਮੁਕਾਬਲਾ ਕਰਾਉਣਾ ਚਾਹੁੰਦੇ ਨੇ। ਸਲੋਗਨ ਰਾਈਟਿੰਗ, ਸਲੋਗਨ ਕ੍ਰੀਏਟਿੰਗ, ਸਲੋਗਨ ਡੈਕੋਰੇਟਿੰਗ, ਸਲੋਗਨ ਕੰਪੋਜੀਸ਼ਨ, ਅਸੀਂ ਉਹਦੇ ਵਿੱਚ ਕੀ ਕਰਨਾ ਚਾਹੁੰਦੇ ਆ ਤੇ ਉਹਦੇ ਮੁਤਾਬਕ ਹੀ ਉਹਦੇ ਰੂਲ ਤੈਅ ਹੋਣਗੇ ਤੇ ਉਹਦੇ ਮੁਤਾਬਕ ਹੀ ਟੀਚਰ ਹੇਠਾਂ ਉਹਨਾਂ ਮੁਕਾਬਲਿਆਂ ਨੂੰ ਕਰਾਉਣਗੇ। ਜਿਵੇਂ ਮਤਲਬ ਇਸ ਤਰ੍ਹਾਂ ਲੇਖ ਮੁਕਾਬਲੇ ਦੇ ਵਿੱਚ ਵੀ ਹੈ। ਮੈਂ ਛੋਟਾ ਜਿਹਾ ਉਦਾਹਰਨ ਦੇਣੀ ਚਾਹੁੰਦਾ। ਮੇਰੇ ਕੋਲ ਹੁਣ ਵੀ ਬਹੁਤ ਸਾਰੇ ਫੋਨ ਆਉਂਦੇ ਨੇ, ਮੈਨੂੰ ਕਹਿੰਦੇ ਸਰ ਲੇਖ ਲਿਖ ਕੇ ਦਿਓ ਜੀ, ਸਾਡੇ ਬੱਚੇ ਨੂੰ ਤਿਆਰ ਕਰਾਉਣਾ ਹੈ। ਮੈਨੂੰ ਕਹਿੰਦਾ ਵੀ ਲੇਖ ਤਾਂ ਬੱਚੇ ਨੇ ਆਪ ਲਿਖਣਾ ਹੈ, ਲੇਖ ਰਾਈਟਿੰਗ ਦਾ ਮੁਕਾਬਲਾ ਤਾਂ ਬੱਚੇ ਨੂੰ ਕੰਪੋਜੀਸ਼ਨ ਆਉਣੀ ਚਾਹੀਦੀ ਹੈ। ਪਰ ਹੁੰਦਾ ਇਹ ਨਹੀਂ ਹੈਗਾ। ਬੱਚੇ ਨੂੰ ਪਹਿਲਾਂ ਹੀ ਰੱਟਾ ਲਵਾਇਆ ਹੁੰਦਾ ਹੈ ਤੇ ਉਸ ਰੱਟਾ ਲਾਏ ਹੋਏ ਨੂੰ ਬੱਚੇ ਮੈਮਰੀ ਦੇ ਆਧਾਰ ਤੇ ਲਿਖ ਆਉਂਦੇ ਨੇ ਤੇ ਉਹਦੇ ਵਿੱਚੋਂ ਬੱਚੇ ਪੋਜੀਸ਼ਨਾਂ ਲੈਂਦੇ ਨੇ, ਲਿਖ ਕੇ ਕੋਈ ਹੋਰ ਦਿੰਦਾ ਹੈ। ਇਸ ਤਰ੍ਹਾਂ ਸਲੋਗਨ ਰਾਈਟਿੰਗ ਦੇ ਮਾਮਲੇ ਦੇ ਵਿੱਚ ਹੈ ਕਿ ਸਲੋਗਨ ਉਹਨਾਂ ਕੋਲੇ ਬਣੇ ਬਣਾਏ ਹੁੰਦੇ ਨੇ, ਸਲੋਗਨ ਉਹਨਾਂ ਨੂੰ ਕੋਈ ਦੇ ਦਿੰਦਾ ਹੈ, ਉਹ ਮੌਕੇ ਤੇ ਆ ਕੇ ਜਿਵੇਂ ਪਹਿਲਾਂ ਤਿਆਰ ਕਰਕੇ ਲਿਆਉਂਦੇ ਨੇ ਉਸ ਸਲੋਗਨ ਨੂੰ ਸਜਾਉਣ ਦੇ ਰੂਪ ਦੇ ਵਿੱਚ, ਉੱਥੇ ਆ ਕੇ ਸਿਰਫ ਸਲੋਗਨ ਨੂੰ ਸਜਾ ਦਿੰਦੇ ਨੇ। ਉਹਦੇ ਨਾਲ ਮਿਲਦੀ ਜੁਲਦੀ ਕੋਈ ਉਹਦੇ ਭਾਵ ਵਾਲੀ ਕੋਈ ਨਾਲ ਫੋਟੋ ਬਣਾ ਦਿੰਦੇ ਨੇ ਜਾਂ ਉਹਦਾ ਹਾਸ਼ੀਆ ਲਾ ਦਿੰਦੇ ਨੇ ਜਾਂ ਉਹਦੇ ਰੰਗ ਭਰ ਦਿੰਦੇ ਨੇ ਜਾਂ ਕਿਸੇ ਵੀ ਰੂਪ ਚ ਉਹਨੂੰ ਸਜਾ ਦਿੰਦੇ ਨੇ। ਸੋ ਆਪਾਂ ਇਸ ਮਾਮਲੇ ਬਾਰੇ ਬਿਲਕੁਲ ਕਲੀਅਰ ਹੋਈਏ ਕਿ ਅਸੀਂ ਸਲੋਗਨ ਰਾਈਟਿੰਗ, ਸਲੋਗਨ ਕ੍ਰੀਏਟਿੰਗ, ਸਲੋਗਨ ਡੈਕੋਰੇਟਿੰਗ ਮੁਕਾਬਲਾ ਕਿਹੜਾ ਕਰਾਉਣਾ ਹੈ, ਉਹਦੇ ਮੁਤਾਬਕ ਉਹਦੇ ਨਿਯਮ ਕਲੀਅਰ ਹੋਣੇ ਚਾਹੀਦੇ। ਜੀ, ਅਸੀਂ ਚਾਹਾਂਗੇ ਕਿ ਸੋਖੀ ਸਰ ਇਸ ਗੱਲਬਾਤ ਨੂੰ ਅੱਗੇ ਵਧਾਉਣ
ਜੀ। ਉਹ ਇਸ ਬਾਰੇ ਕੀ ਰਾਏ ਰੱਖਦੇ ਨੇ? ਮੇਰੇ ਖਿਆਲ ਦੇ ਵਿੱਚ ਸਲੋਗਨ ਕ੍ਰੀਏਟਿਵ ਮੁਕਾਬਲਾ ਹੋਣਾ ਚਾਹੀਦਾ ਕਿ ਅਸੀਂ ਬੱਚੇ ਦੇ ਅੰਦਰੋਂ ਕੁਝ ਕੱਢਣਾ, ਉਹ ਕੀ ਸੋਚ ਰਿਹਾ। ਆਮ ਕਰਕੇ ਮੁਕਾਬਲਿਆਂ 'ਚ ਕੀ ਹੁੰਦਾ, ਸਿਰਫ ਇਹ ਕਹਿ ਦਿੰਦੇ ਤੁਸੀਂ ਵਾਤਾਵਰਨ ਤੇ ਬਣਾ ਲਓ, ਤੁਸੀਂ ਕੋਈ ਵੀ ਜਿਹੜਾ ਤੁਹਾਨੂੰ ਆਉਂਦਾ ਉਹ ਲਿਖ ਦਿਓ। ਤਾਂ ਬੱਚੇ ਕੀ ਕਰਦੇ ਨੇ, ਉੱਥੇ ਜੋ ਸਿੱਖਿਆ ਹੁੰਦਾ, ਸੱਚ ਬੋਲੋ, ਰੁੱਖ ਲਗਾਓ, ਇਹਨੂੰ ਲਿਖ ਲੈਂਦੇ ਆ, ਰੰਗ ਭਰ ਦਿੰਦੇ ਆ। ਜਿੱਥੋਂ ਤੱਕ ਮੈਂ ਇਹਨਾਂ ਮੁਕਾਬਲਿਆਂ ਨੂੰ ਦੇਖਿਆ, ਇਸ ਤੋਂ ਬਾਅਦ ਉਹ ਕੁਝ ਨਹੀਂ ਕਰਦੇ ਜੀ। ਉੱਥੇ ਇਹ ਦੇਣਾ ਚਾਹੀਦਾ ਉਹਨਾਂ ਨੂੰ ਕਿ ਤੁਹਾਨੂੰ ਇੱਕ ਵਿਸ਼ਾ ਦਿੱਤਾ ਜਾਏਗਾ, ਵਿਸ਼ੇ ਬਾਰੇ ਗਾਈਡ ਅਧਿਆਪਕ ਹੈ ਜਾਂ ਜਿਹੜਾ ਉੱਥੇ ਜੱਜ ਨੇ ਉਹ ਉੱਥੇ 2-4 ਮਿੰਟ ਬੋਲਣ, ਤਾਂ ਕਿ ਬੱਚੇ ਦੇ ਮਨ ਵਿੱਚ ਨਵੀਂ ਚੀਜ਼ ਪੈਦਾ ਹੋਵੇ, ਉਹ ਤੋਂ ਸਿੱਖੇ ਤੇ ਫਿਰ ਉਹ ਉੱਥੇ ਸਲੋਗਨ ਆਪ ਤਿਆਰ ਕਰੇ। ਮੁਕਾਬਲੇ ਦਾ ਮਤਲਬ ਇਹ ਹੈ ਕਿ ਅਸੀਂ ਅੰਦਰੋਂ ਕਲਾਵਾਂ ਨੂੰ ਬਾਹਰ ਕੱਢਣਾ ਤੇ ਪੇਸ਼ ਕਰਨਾ। ਉੱਥੇ ਇਹ ਨਹੀਂ ਹੋ ਰਿਹਾ ਅੱਜ ਕੱਲ ਵਿਭਾਗ ਵੱਲੋਂ ਜੋ ਵੀ ਮੁਕਾਬਲੇ ਕਰਾਏ ਜਾਂਦੇ ਉਹਦੇ ਵਿੱਚ ਇਹ ਤਿੰਨੇ ਚੀਜ਼ਾਂ ਨੂੰ, ਕ੍ਰੀਏਟਿਵ, ਸਜਾਵਟ ਤੇ ਰਾਈਟਿੰਗ, ਇਹਨਾਂ ਤਿੰਨਾਂ ਚੀਜ਼ਾਂ ਨੂੰ ਰਲ ਗੱਡ ਕੀਤਾ ਹੋਇਆ। ਕੋਈ ਸਪਸ਼ਟ ਹਦਾਇਤ ਨਹੀਂ। ਮੇਰੇ ਖਿਆਲ ਦੇ ਵਿੱਚ ਬੱਚਿਆਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਪਹਿਲਾਂ ਤੁਸੀਂ ਇਸ ਇੱਕ ਵਿਸ਼ਾ ਬੋਲਿਆ ਜਾਵੇ, ਉਸ ਵਿਸ਼ੇ ਨੂੰ ਸੁਣਿਆ ਜਾਵੇ ਬੱਚਿਆਂ ਦੁਆਰਾ, ਫਿਰ ਉਹਦੇ ਤੇ ਉਹ ਸਲੋਗਨ ਬਣਾਉਣ ਤੇ ਉਹ ਆਪਣੀਆਂ ਕਲਾਤਮਕ ਸ਼ੋਹਾਂ ਦੇ ਨਾਲ ਉਸ ਨੂੰ ਸਜਾ ਦੇਣ। ਤਾਂ ਇਹਨੂੰ 1, 2, 3 ਨੰਬਰ ਤੇ ਰੱਖਿਆ ਜਾਵੇ ਕਿ ਸਭ ਤੋਂ ਪਹਿਲਾਂ ਸੋਚਣਾ, ਸੁਣਨਾ ਤੇ ਸੋਚਣਾ, ਫਿਰ ਉਸਨੂੰ ਬਣਾਉਣਾ, ਫਿਰ ਉਸਨੂੰ ਲਿਖਣਾ ਤੇ ਫਿਰ ਸਜਾਉਣਾ। ਸੋਨਜੀਤ ਮੈਡਮ ਵੀ ਸਾਡੇ ਨਾਲ ਜੁੜੇ ਹੋਏ ਨੇ, ਉਹ ਵੀ ਇਹਨਾਂ ਮੁਕਾਬਲਿਆਂ ਨਾਲ ਵਾਬਸਤਾ ਨੇ, ਤੇ ਮੈਮ ਤੁਸੀਂ ਇਸ ਬਾਰੇ ਕਹਿਣਾ ਚਾਹੋਗੇ ਕੁਛ? ਹਾਂਜੀ ਸਰ, ਜਿਹੜਾ ਸਰ ਪ੍ਰਾਇਮਰੀ ਲੈਵਲ ਹੈ ਨਾ, ਉਹਦੇ ਤੇ ਸਾਡਾ ਲੇਖ ਰਚਨਾ, ਕਾਵਿ ਰਚਨਾ ਦੇ ਮੁਕਾਬਲੇ ਨਹੀਂ ਹੋਣੇ ਚਾਹੀਦੇ। ਉਹ ਬੱਚੇ ਇੰਨੇ ਛੋਟੇ ਨੇ ਵੀ ਉੱਥੇ ਟੀਚਰ ਹੀ ਆਪਣੇ ਲੈਵਲ ਤੇ ਲਿਖ ਕੇ ਨਹੀਂ, ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ ਨਾ ਅੱਜ, ਹਾਂਜੀ ਬਿਲਕੁਲ ਇਸੇ ਤਰ੍ਹਾਂ ਜਿਹੜਾ ਸਲੋਗਨ ਹੈ, ਸਲੋਗਨ ਰਾਈਟਿੰਗ ਹੈ, ਉਹ ਸਲੋਗਨ ਰਚਨਾ ਨਹੀਂ ਹੈ, ਉਹਨੂੰ ਬੱਚੇ ਨੇ ਕ੍ਰੀਏਟ ਨਹੀਂ ਕਰਨਾ, ਉਹ ਸਿਰਫ ਇਹ ਹੈ ਵੀ ਉਹਦਾ ਫੀਲ ਦੇ ਕੇ ਲਿਖਣਾ। ਮੰਨ ਲਓ ਕੋਈ ਫਾਇਰ ਦਾ ਕੰਸੈਪਟ ਆ, ਉਹਦੇ ਵਿੱਚ ਉਹ ਚੀਜ਼ ਝਲਕਣੀ ਚਾਹੀਦੀ ਹੈ ਸਲੋਗਨ ਦੇ ਵਿੱਚ। ਜੇ ਬੱਚੇ ਨੇ ਜੈ ਜਵਾਨ ਜੈ ਕਿਸਾਨ ਲਿਖਿਆ ਤਾਂ ਉਹਦਾ ਜਿਹੜਾ ਫੀਲ ਹੈ ਸਲੋਗਨ ਦਾ, ਉਹਨੂੰ ਸੋਹਣਾ ਵੀ ਬਣਾਉਣਾ ਤੇ ਉਹਨੂੰ ਉਹ ਫੀਲ ਦੇ ਨਾਲ ਜੋੜਨਾ ਵੀ ਹੈ। ਅਸਲ ਦੇ ਵਿੱਚ ਜਿਹੜਾ ਸਲੋਗਨ ਪਰ ਕੁਲਦੀਪ ਸਰ ਦੇ ਕਹਿਣ ਦੇ ਮੁਤਾਬਿਕ ਇਹ 'ਚ ਕੋਈ ਸ਼ੱਕ ਨਹੀਂ ਵੀ ਜਿਹੜਾ ਉਹਦਾ ਨਾਮ ਆ ਉਹਦਾ ਬਦਲ ਕਰ ਦੇਣਾ ਚਾਹੀਦਾ। ਪਰ ਪ੍ਰਾਇਮਰੀ ਪੱਧਰ ਤੇ ਆਪਾਂ ਸਲੋਗਨ ਕ੍ਰੀਏਟਿਵ ਰੂਪ ਚ ਆਪਾਂ ਬੱਚਿਆਂ ਤੋਂ ਲੈ ਨਹੀਂ ਸਕਦੇ, ਨਹੀਂ ਫਿਰ ਉਹ ਉਹੀ ਗੱਲ ਆ ਵੀ ਅਧਿਆਪਕ ਦੇ ਤਿਆਰ ਕੀਤੇ ਹੋਣਗੇ ਬੱਚਿਆਂ ਤੱਕ। ਤੁਹਾਡੇ ਦੱਸਣ ਤੇ ਇੱਕ ਗੱਲ ਮੇਰੇ ਸੀ ਤੇ ਇਹੀ ਗੱਲ ਤੇ ਲਗਭਗ ਆਪਾਂ ਪਹੁੰਚੇ ਆ ਕਿ ਇਹ ਦੋ ਅਲੱਗ-ਅਲੱਗ ਮੁਕਾਬਲੇ ਨੇ। ਅਸੀਂ ਸਲੋਗਨ ਰਚਨਾ ਮੁਕਾਬਲਾ ਵੱਖਰਾ ਕਰ ਲਈਏ ਤੇ ਜਿਹੜਾ ਸਲੋਗਨ ਰਾਈਟਿੰਗ ਸ਼ਬਦ ਹੈ ਇਹਦੇ ਵਿੱਚੋਂ ਇਹਨੂੰ ਡਿਫਾਈਨ ਕਰੀਏ ਪ੍ਰੋਪਰ ਕਿ ਰਾਈਟਿੰਗ ਤੋਂ ਭਾਵ ਅਸੀਂ ਇਹ ਹੈ ਕਿ ਉਹ ਕਿਸੇ ਦਾ ਦਿੱਤਾ ਹੋਇਆ ਸਲੋਗਨ ਕੋਈ ਕਿਤਾਬ ਚੋਂ ਲੈ ਸਕਦਾ, ਕਿਸੇ ਟੀਚਰ ਤੋਂ ਲੈ ਸਕਦਾ, ਉਹ ਸਲੋਗਨ ਲੈ ਕੇ ਆਵੇ, ਉੱਥੇ ਉਹਦਾ ਸਲੋਗਨ ਰਿਫਲੈਕਟ ਹੋਣਾ ਚਾਹੀਦਾ ਹੈ ਉਹਦੀ ਕਲਾਕਾਰੀ ਦੇ ਵਿੱਚ। ਉਹਨੇ ਲਿਖਿਆ ਰਾਈਟ ਹੀ ਕਰਨਾ ਉੱਤੇ, ਪਰ ਉਹ ਰਾਈਟਿੰਗ ਦੇ ਨਾਲ ਨਾਲ ਉਹਦੀ ਐਸਥੈਟਿਕ ਸਾਨੂੰ ਸਮਝ ਆਉਣੀ ਚਾਹੀਦੀ, ਕਿਵੇਂ ਕਨਸੈਪਟ ਕ੍ਰੀਏਟ ਕਰਦਾ ਹੈ। ਭਾਵ ਉਹ ਸਲੋਗਨ ਨੂੰ ਅਸੀਂ ਪੇਂਟਿੰਗ ਦੇ ਦਾਇਰੇ 'ਚ ਤਾਂ ਹੀ ਲੈ ਕੇ ਆਉਨੇ ਆ ਕਿ ਉਹਦੇ ਵਿੱਚ ਉਹ ਕਨਸੈਪਟ ਬਿਲਡ ਕਰੇ, ਰੰਗਾਂ ਦੇ ਨਾਲ ਕਨਸੈਪਟ ਬਿਲਡ। ਬਿਲਕੁਲ ਕਈ ਵਾਰੀ ਕੀ ਹੁੰਦਾ, ਬੱਚਾ ਨੂੰ ਡੈਕੋਰੇਸ਼ਨ ਹੋਰ ਦੇ ਦਿੰਦਾ, ਫੁੱਲ ਪੱਤੀਆਂ ਬਣਾ ਦਿੰਦਾ, ਲਿਖਿਆ ਹੁੰਦਾ ਜੈ ਜਵਾਨ ਜੈ ਕਿਸਾਨ। ਇਹ ਨਹੀਂ ਹੋ ਸਕਦਾ, ਉਹਦੇ 'ਚ ਉਹਦੇ ਵਾਲੇ ਕਲਰ ਪੈਣਗੇ, ਉਹਦੇ ਵਾਲਾ ਹੀ ਭਾਵ ਪਊਗਾ। ਜੀ ਬਿਲਕੁਲ। ਇੱਕ ਨਾ ਮੇਰੇ ਬੜੀ ਸੋਹਣੀ ਗੱਲ ਧਿਆਨ 'ਚ ਆ ਰਹੀ ਸੀ ਕਿ ਜਿਹੜੀ ਚਿੱਤਰਕਲਾ ਦੀ ਕਿਤਾਬ ਹੁੰਦੀ ਸੀਗੀ ਪਹਿਲਾਂ, ਤਾਂ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਦਿੱਤੀਆਂ ਹੁੰਦੀਆਂ ਸੀ, ਜਿਵੇਂ ਲਿਖਿਆ ਹੁੰਦਾ ਪੱਤੇ, ਤਾਂ ਉਹ ਫਿਰ ਪੱਤਿਆਂ ਨਾਲ ਹੀ ਉਹਨੂੰ ਬਣਾਉਣਾ ਹੁੰਦਾ ਸੀ, ਪੱਤਿਆਂ ਨਾਲ ਹੀ ਲਿਖਣਾ ਹੁੰਦਾ ਸੀ। ਰੱਸੀ ਲਿਖਿਆ ਸੀ ਤਾਂ ਰੱਸੀ ਨਾਲ ਹੀ ਉਹਨੂੰ ਬਣਾਉਣਾ ਸੀ। ਤੇ ਸ਼ਾਇਦ ਜਿਹੜੇ ਮੁਕਾਬਲੇ ਦੀ ਗੱਲ ਅਸਲ ਦੇ ਵਿੱਚ ਹੈ ਹੀ ਇਹ ਕਿ ਸਲੋਗਨ ਨੂੰ ਤੁਸੀਂ ਬਿਹਤਰ ਤਰੀਕੇ ਨਾਲ ਉਹਦੇ ਵਿੱਚੋਂ ਆਪਣਾ ਕਨਸੈਪਟ ਕਿਵੇਂ ਡਿਵੈਲਪ ਕਰਨਾ ਹੈ, ਜਿਹੜਾ ਥੀਮ ਹੈ ਤੁਹਾਡਾ, ਉਹ ਤੁਹਾਡੀ ਕਲਾਕਾਰੀ ਦੇ ਵਿੱਚ ਕਿਵੇਂ ਡਿਵੈਲਪ ਹੋ ਰਿਹਾ ਹੈ। ਜਿਵੇਂ ਮੰਨ ਲਓ ਮੈਂ ਕਿਸ ਤਰ੍ਹਾਂ ਦੇਖਿਆ ਕਿ ਦੀਵਾਲੀ ਲਿਖਿਆ ਹੋਇਆ, ਉਹਨਾਂ ਨੇ ਦੱਦੇ ਨੂੰ ਜਿਹੜੀ ਸਿਆਰੀ ਲਾਈ ਹੋਈ ਉਹਨੂੰ ਆਤਿਸ਼ਬਾਜ਼ੀ ਦੇ ਰੂਪ ਦੇ ਵਿੱਚ ਡਿਵੈਲਪ ਕਰ ਲਿਆ ਉਹਨਾਂ ਨੇ। ਇਹ ਆਪਣੇ ਇਹੀ ਕਨਸੈਪਟ ਹੈ ਅਸਲ ਦੇ ਵਿੱਚ ਕਿ ਤੁਸੀਂ ਉਸ ਜਿਹੜਾ ਤੁਹਾਨੂੰ ਇੱਕ ਸਲੋਗਨ ਦਿੱਤਾ ਹੋਇਆ ਹੈ ਉਹਦੀ ਭਾਵਨਾ ਨੂੰ ਸਮਝੋ, ਉਹਦੀ ਭਾਵਨਾ ਨੂੰ ਸਮਝ ਕੇ ਉਹਦੇ ਮੁਤਾਬਕ ਤੁਸੀਂ ਆਪਣੀ ਕਲਾਕਾਰੀ ਦਿਖਾਓ ਤੇ ਉਹਨੂੰ ਸਜਾਓ। ਇਹ ਨਹੀਂ ਕਿ ਅਸੀਂ ਬਾਹਰੋਂ ਪੇਂਟਿੰਗ ਵਾਂਗੂ ਚੀਜ਼ਾਂ ਜੋੜ ਦਈਏ। ਅਸਲ ਦੇ ਵਿੱਚ ਅਸੀਂ ਪੋਸਟਰ ਨੂੰ ਵੀ ਪੇਂਟਿੰਗ ਸਮਝ ਲਿਆ, ਅਸੀਂ ਸਲੋਗਨ ਨੂੰ ਵੀ ਪੇਂਟਿੰਗ ਸਮਝ ਲਿਆ, ਤੇ ਪੇਂਟਿੰਗ ਤਾਂ ਪੇਂਟਿੰਗ ਹੈ ਹੀ। ਇਹਨਾਂ ਤਿੰਨ ਮੁਕਾਬਲਿਆਂ ਨੂੰ ਪ੍ਰੋਪਰ ਡਿਫਾਈਨ ਕਰਨ ਦੀ ਜ਼ਰੂਰਤ ਹੈ। ਤੇ ਮੈਂ ਇੱਥੇ ਇਹ ਚਾਹੂੰਗਾ ਮੈਡਮ ਸੋਨਜੀਤ ਤੇ ਸੁਖੀ ਹੋਰਾਂ ਤੋਂ ਕਿ ਉਹ ਪੇਂਟਿੰਗ ਤੇ ਪੋਸਟਰ ਦਾ ਅੰਤਰ ਵੀ ਸਪਸ਼ਟ ਕਰਨ
ਤਾਂ ਕਿ ਟੀਚਰਾਂ ਨੂੰ ਪਤਾ ਲੱਗੇ ਕਿ ਪੋਸਟਰ ਮੁਕਾਬਲਾ ਵੱਖਰਾ ਕਿਵੇਂ ਹੈ ਪੇਂਟਿੰਗ ਨਾਲੋਂ। ਜੀ ਇਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਦ੍ਰਿਸ਼ ਚਿਤਰਨ ਜਾਂ ਕਲਾਤਮਕ ਸੰਬੰਧ ਨਾਲ ਆਮ ਚੀਜ਼ ਨੂੰ ਪੇਸ਼ ਕਰ ਦੇਣਾ। ਇਹ ਚੀਜ਼ ਦਾ ਦੂਸਰੇ ਨਾਲੋਂ ਫਰਕ ਹੈ, ਇਹਨਾਂ ਦੋਨਾਂ ਨੂੰ ਵੱਖਰਾ ਕਰ ਦੇਣਾ ਚਾਹੀਦਾ ਮੇਰੇ ਖਿਆਲ ਦੇ ਵਿੱਚ। ਸਰ ਪੋਸਟਰ ਤੇ ਪੇਂਟਿੰਗ ਦਾ ਆਪਾਂ ਇਹਦੇ ਥੋੜਾ ਜਿਹਾ ਡਿਸਕਸ਼ਨ ਕਰੀਏ। ਪੋਸਟਰ ਜਿਹੜਾ ਸੁਨੇਹਾ ਦਿੰਦਾ ਹੈ, ਹਾਂਜੀ, ਪੋਸਟਰ ਜਿਹੜਾ ਉਹ ਸਪਸ਼ਟ ਸੁਨੇਹਾ ਦਿੰਦਾ ਹੈ। ਦੇਖਣ ਜੀ। ਵਾਲਾ ਉਹ ਪੋਸਟਰ ਤੋਂ ਜਦੋਂ ਦੇਖੇਗਾ ਉਹ ਤੇ ਪ੍ਰਭਾਵ ਪਾਏਗਾ, ਉਹ ਸਮਝ ਆਏਗਾ, ਉਹ ਤੇ ਲਿਖਿਆ ਵੀ ਹੁੰਦਾ ਹੈ। ਪੇਂਟਿੰਗ ਦੇ ਵਿੱਚ ਇਹ ਜ਼ਰੂਰੀ ਨਹੀਂ ਕਿ ਅਸੀਂ ਉਹਦੇ ਬਾਰੇ ਕੁਝ ਲਿਖੀਏ। ਪੇਂਟਿੰਗ ਦੇ ਵਿੱਚ ਮਨ ਦੇ ਭਾਵਾਂ ਨੂੰ ਜਦੋਂ ਪ੍ਰਗਟ ਕਰਦਾ, ਸਾਹਮਣੇ ਵਾਲਾ ਦੇਖ ਕੇ ਸਮਝ ਆਏਗਾ। ਇਹ ਚੀਜ਼ ਪ੍ਰਾਇਮਰੀ ਪੱਧਰ ਤੇ ਤਾਂ ਨਹੀਂ ਹੋਏਗੀ, ਇਹ ਜਿਹੜੀ ਅਪਰ ਪ੍ਰਾਇਮਰੀ ਤੋਂ ਵੀ ਜਿਹੜੇ ਆ ਸਰ ਇਹ ਪਹਿਲਾਂ ਹੋ ਚੁੱਕਿਆ ਮੁਕਾਬਲਾ, ਪ੍ਰਾਇਮਰੀ ਪੱਧਰ ਤੇ ਵੀ ਹੋਇਆ ਇਹ ਮੁਕਾਬਲਾ, ਸ਼ਾਇਦ ਆਨਲਾਈਨ ਹੋਇਆ ਸੀਗਾ। ਜਿਹੜੇ ਹੁਣ ਮੁਕਾਬਲੇ ਚੱਲ ਰਹੇ ਨੇ ਤਾਂ ਦਸੰਬਰ ਦੇ ਵਿੱਚ ਇਹ ਮੁਕਾਬਲਾ ਹੋਇਆ ਸੀ। ਕੁਝ ਚੀਜ਼ਾਂ ਜਿਹੜੀਆਂ ਇਹਨਾਂ ਦੀ ਵਰਗਵੰਡ ਹੋਣੀ ਜ਼ਰੂਰੀ ਆ, ਪਰ ਉਹ ਸਾਰੇ ਹੀ ਕਰਵਾਈ ਜਾਂਦੇ ਆ। ਪੋਸਟਰ ਦੇ ਤੇ ਚਿੱਤਰਕਲਾ ਦੇ ਵਿੱਚ ਤਾਂ ਬਹੁਤ ਫਰਕ ਪੈ ਜਾਂਦਾ ਹੈ। ਬੱਚੇ ਨੂੰ ਅਸੀਂ ਸਮਝਾਉਣਾ ਤੇ ਹੁੰਦਾ ਵੀ ਜਿਹੜਾ ਪੋਸਟਰ ਆ, ਪੋਸਟਰ ਦੇ ਉੱਤੇ ਕੁਝ ਲਿਖਿਆ ਹੋਇਆ, ਨਾਲ ਉਹਦੇ ਨਾਲ ਸੰਬੰਧਿਤ ਤਸਵੀਰ ਬਣੀ ਹੋਈ ਹੈ, ਕੁਝ ਤੋਂ ਪਤਾ ਲੱਗ ਜਾਂਦਾ ਹੈ। ਪਰ ਜਿਹੜੀ ਚਿੱਤਰਕਲਾ ਨਾਲ ਕੀਤਾ ਹੋਇਆ, ਉਹ ਚਿੱਤਰਕਲਾ ਨੇ ਆਪਦਾ ਪ੍ਰਭਾਵ ਦੇਣਾ, ਪ੍ਰਭਾਵ ਨੂੰ ਦਰਸ਼ਕ ਨੇ ਦੇਖਣਾ ਤੇ ਉਹਨੇ ਸਮਝ ਜਾਣਾ ਕਿ ਉਹ ਕਹਿਣਾ ਕੀ ਚਾਹੁੰਦਾ। ਇਹ ਫਰਕ ਹੈ ਇਹਨਾਂ ਦੋਨਾਂ ਚ। ਤੁਹਾਨੂੰ ਕੀ ਲੱਗਦਾ ਸੋਨਜੀਤ ਮੈਡਮ? ਜਿਹੜੀ ਤਾਂ ਸਰ ਪੇਂਟਿੰਗ ਹੈ ਉਹ ਹੈਗੀ ਆ ਰੰਗਾਂ ਦੀ ਗੇਮ। ਉਹਦੇ ਚ ਅਸੀਂ ਚਾਹੇ 100 ਰੰਗ ਵਰਤ ਲਈਏ, ਉਹਦੇ ਚ ਲਾਈਟ ਐਂਡ ਸ਼ੇਡ ਜਾਣੇ ਆ, ਹਨਾ, ਉਹਦੇ ਚ ਇੱਕ ਹਾਰਮਨੀ ਕ੍ਰੀਏਟ ਹੋਈ ਰਹਿਣੀ ਹੈ ਪੇਂਟਿੰਗ ਚ। ਪਰ ਜਿਹੜਾ ਪੋਸਟਰ ਹੁੰਦਾ ਉਹਦੇ ਤੇ ਅੱਖ ਖੜਾਉਣੀ ਹੁੰਦੀ ਆ, ਉਹਦੇ ਚ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੀਦੀ ਆ ਵੀ 3 ਤੋਂ 4 ਬੋਲਡ ਰੰਗ ਹੀ ਵਰਤੇ ਜਾਣ। ਉਹ ਚ ਰੰਗ ਨੇ ਸਿੱਧਾ ਫਲੈਟ ਆਪਦਾ ਸੁਨੇਹਾ ਦੇਣਾ ਹੁੰਦਾ, ਬਿਲਕੁਲ ਫਲੈਟ। ਉਹਦੇ ਵਿੱਚ ਮੰਨ ਲਓ ਮੇਰਾ ਫੀਲ ਦਿਖਾਉਣਾ, ਮੇਰਾ ਚਿਹਰਾ ਨਹੀਂ ਬਣਾਇਆ ਜਾਊ ਪੋਸਟਰ ਚ, ਸਿਰਫ ਉਸ ਚੀਜ਼ ਦਾ ਇੱਕ ਫੀਲ ਦੇਤਾ ਜਾਊਗਾ ਬਸ। ਮਤਲਬ ਪੋਸਟਰ ਸੁਨੇਹਾ, ਇਹ ਵੀ ਜ਼ਰੂਰੀ ਨਹੀਂ ਕਿ ਆਪਾਂ ਪੋਸਟਰ ਤੇ ਕੋਈ ਸਲੋਗਨ ਲਿਖੀਏ, ਸਲੋਗਨ ਆਪਣੇ ਰੂਪ ਚ। ਉਹਦੇ ਵਿੱਚ ਸਿਰਫ ਉਹ ਚੀਜ਼ ਦੇ ਦਰਦ ਨੂੰ ਪੇਸ਼ ਕਰਨਾ ਹੁੰਦਾ ਬਸ, ਸਿੱਧਾ ਉਹਦੇ ਵਿੱਚ ਜਿੰਨੇ ਘੱਟ ਰੰਗ ਵਰਤਾਂਗੇ ਉਹਨਾਂ ਉਹਦਾ ਇੰਪ੍ਰੈਸ਼ਨ ਨਿਕਲਣਾ। ਤੇ ਉਹਨੂੰ ਪੋਸਟਰ ਰੰਗਾਂ ਨਾਲ ਬਣਾਇਆ ਜਾਂਦਾ, ਜਿਹੜੇ ਸ਼ੀਸ਼ਿਆਂ ਵਾਲੇ ਹੁੰਦੇ ਆ, ਉਹਨਾਂ ਦੇ ਵਿੱਚ ਘੱਟ ਤੋਂ ਘੱਟ ਪਾਣੀ ਲਾਉਣਾ ਹੁੰਦਾ। ਜਿੰਨਾ ਹਾਰਡ ਦਿਖਾਵਾਂਗੇ ਉਨਾ ਇੰਪ੍ਰੈਸ਼ਨ ਨਿਕਲ ਕੇ ਮੂਹਰੇ ਆਊਗਾ। ਇੱਕ ਚੀਜ਼ ਦੂਜੇ ਤੋਂ ਟੁੱਟੀ ਹੋਈ ਹੋਊਗੀ। ਬੈਲੈਂਸ ਹੁੰਦਾ ਉਹਦੇ ਚ। ਪੇਂਟਿੰਗ ਦਾ ਐਸਥੈਟਿਕ ਰੂਪ ਕੱਲਾ ਬੈਲੈਂਸ ਯੂਜ਼ ਕੀਤਾ ਜਾਂਦਾ, ਪਰ ਜਿਹੜੀ ਪੇਂਟਿੰਗ ਹੁੰਦੀ ਆ ਉਹ ਨਿਰੀ ਹਾਰਮਨੀ ਹੁੰਦੀ ਆ। ਉਹਦੇ ਚ ਲਾਈਟ ਐਂਡ ਸ਼ੇਡ ਚੱਲਦੇ ਹੁੰਦੇ ਆ। ਜੇ ਆਪਾਂ ਪੋਸਟਰ ਚ ਲਾਈਟ ਐਂਡ ਸ਼ੇਡ ਪਾਤੇ, ਪੋਸਟਰ ਦਾ ਇੰਪ੍ਰੈਸ਼ਨ ਮਰ ਜਾਊਗਾ, ਉਹਦੀ ਬਿਊਟੀ ਨਹੀਂ ਦਿਖਣੀ। ਅੱਜ ਮੇਰੇ ਕੋਲ, ਸੌਰੀ ਮੈਂ ਇਹ ਮਾਫੀ ਚਾਹੁੰਦੀ ਹਾਂ ਵੀ ਮੇਰੇ ਕੋਲ ਸ਼ੀਟਸ ਨਹੀਂ ਹੈਗੀਆਂ ਮੇਰੇ ਹੱਥਾਂ 'ਚ, ਨਹੀਂ ਆਪਾਂ ਬਿਲਕੁਲ ਕਲੀਅਰ ਕਰ ਦਿੰਦੇ ਦਾ ਫਰਕ। ਪੇਂਟਿੰਗ 'ਚ ਤੁਸੀਂ ਵੱਧ ਰੰਗਾਂ ਨਾਲ ਖੇਡੋ, ਪੋਸਟਰ 'ਚ ਤੁਸੀਂ 3 ਤੋਂ 4 ਰੰਗਾਂ ਨਾਲ ਖੇਡੋ। ਪੋਸਟਰ ਦੇ ਵਿੱਚ ਤੁਸੀਂ ਦਿਮਾਗ ਲਾ ਕੇ ਕੰਪੋਜੀਸ਼ਨ ਬਣਾਉਣੀ ਆ, ਇੱਕ ਸੈਟਿੰਗ 'ਚ ਲੈ ਕੇ ਆਉਣਾ ਉਹਨੂੰ ਪ੍ਰੋਪਰ, ਤੇ ਜਿਹੜੀ ਉਹਦੀ ਮੇਨ ਚੀਜ਼ ਹੁੰਦੀ ਆ ਸਾਰੀ ਚੀਜ਼ ਨੇ ਘੁੰਮ ਕੇ ਉਹਦੇ ਤੇ ਆ ਜਾਣਾ ਹੁੰਦਾ ਪ੍ਰੋਪਰ। ਬਸ ਇਹ ਆ, ਮੋਟਾ ਬਰਸ਼ ਲੈਣਾ, ਚੌੜਾ ਬਰਸ਼ ਲੈਣਾ, ਫਲੈਟ ਬਰਸ਼ ਲੈਣਾ। ਫਲੈਟ ਬਰਸ਼ ਦੇ ਨਾਲ ਬਿਲਕੁਲ, ਮੰਨ ਲਓ ਹੁਣ ਮੈਂ ਸ਼ਾਂਤੀ ਦਿਖਾਉਣੀ ਆ, ਮੈਂ ਰੈੱਡ ਰੰਗ ਨਹੀਂ ਚੱਕੂਗੀ, ਮੈਂ ਪਹਿਲਾਂ ਉਹਦੇ ਤੇ ਨੀਲਾ ਰੰਗ ਮਾਰ ਦੂੰਗੀ। ਨੀਲਾ ਮੇਰਾ ਸੌਫਟਨੈਸ ਦਾ ਕਲਰ ਆ। ਉਹਦੇ ਆਪੋਜ਼ਿਟ ਮੈਂ ਦਿਖਾਉਣਾ ਵੀ ਖੂਨ ਖਰਾਬੇ ਤੋਂ ਇਹ ਚੀਜ਼ ਆਈ ਆ, ਮੈਂ ਤਾਂ ਰੈੱਡ ਸ਼ੇਡ ਦੇ ਦੂੰਗੀ। ਫਿਰ ਉਹਦੇ ਵਿੱਚ ਮੈਂ ਉਹਨੂੰ ਕਿਹੜੇ ਰੂਪ ਚ ਕਰਨਾ, ਮੈਂ ਕੋਈ ਸੰਗਲ ਬਣਾਉਣਾ, ਬਸ ਮੈਂ ਉਹ ਸੰਗਲ ਜਿਹਾ ਬਣਾਤਾ। ਮਤਲਬ ਉਹਦਾ ਇੱਕੋ ਦਮ ਦੇਖੇ ਤਾਂ ਉਹਦਾ ਫੀਲ ਝਲਕ ਜੇ ਕਿ ਜੇ 15 ਅਗਸਤ ਆਜ਼ਾਦੀ ਦੇਣੀ ਆ, ਜ਼ਰੂਰੀ ਨਹੀਂ ਵੀ ਉਹ ਠਾਠਾ ਕਰਦੀ ਆਪਾਂ ਬੰਦੂਕਾਂ ਪ੍ਰੋਪਰ ਦਿਖਾ ਕੇ ਸਾਰਾ, ਉਹ ਪੇਂਟਿੰਗ ਚ ਆ ਜਾਊਗਾ ਖੁੱਲਾ ਡੁੱਲਾ। ਇਹਦੇ ਵਿੱਚ ਤੁਸੀਂ ਆਪਦਾ ਥੀਮ ਕਰ ਲੈਣਾ, ਤੇ ਇਹਨੂੰ ਤੁਸੀਂ ਪੇਸਟਲ ਰੰਗਾਂ ਨਾਲ ਨਹੀਂ ਬਣਾ ਸਕਦੇ। ਇਹਦਾ ਇੱਕੋ ਇੱਕ ਵੇ ਆ, ਜਿਹੜੇ ਕੈਮਲ ਦੀਆਂ ਸ਼ੀਸ਼ੀਆਂ ਵਾਲੇ ਰੰਗ ਆਉਂਦੇ ਆ, ਇਹਦੀ ਬਿਊਟੀ ਉਹਦੇ ਨਾਲ ਹੀ ਨਿਕਲਣੀ ਆ ਪ੍ਰੋਪਰ। ਮੈਨੂੰ ਇਹ ਲੱਗਦਾ ਕਿ ਅਸੀਂ ਇਸ ਮਾਮਲੇ 'ਚ ਬਹੁਤ ਐਬਸਟਰੈਕਟ ਹੋ ਚੁੱਕੇ ਹਾਂ। ਇਹ ਗੱਲ ਜਿਵੇਂ ਤੁਸੀਂ ਮੈਡਮ ਸੋਨਜੀਤ ਦੱਸ ਰਹੇ ਹੋ, ਬਹੁਤ ਖੂਬਸੂਰਤੀ ਨਾਲ ਦੱਸ ਰਹੇ ਹੋ, ਪਰ ਮੈਨੂੰ ਲੱਗਦਾ ਕਿ ਫਿਰ ਪੋਸਟਰ ਦਾ ਮੁਕਾਬਲਾ ਸਕੂਲ ਲੈਵਲ ਤੇ ਹੋਣਾ ਹੀ ਨਹੀਂ ਚਾਹੀਦਾ। ਨਾ ਹੋ ਸਕਦਾ ਅਜੇ ਤੱਕ ਤਾਂ ਜੀ, ਅਜੇ ਤੱਕ ਤਾਂ ਕਲੈਰਿਟੀ ਨਹੀਂ ਹੈਗੀ, ਕਨਸੈਪਟ ਦੀ ਕਲੈਰਿਟੀ ਨਹੀਂ ਹੈਗੀ। ਹਾਂ, ਪ੍ਰੋਬਲਮ ਇਹ ਆ, ਹੁਣ ਮੰਨ ਲਓ ਜਿੰਨਾ ਮਹੀਨ ਅੰਤਰ ਤੁਸੀਂ ਦੱਸ ਰਹੇ ਹੋ ਨਾ, ਇਹ ਮਹੀਨ ਅੰਤਰ ਤਾਂ ਜਿਹੜੇ ਪ੍ਰੋਫੈਸ਼ਨਲ ਪੱਧਰ ਦੇ ਬੰਦੇ ਨੇ
ਉਹਨਾਂ ਨੂੰ ਪਤਾ ਹੁੰਦਾ ਹੈ ਕਿ ਆਹ ਪੋਸਟਰ ਬਣਦਾ ਹੈ ਤੇ ਆਹ ਪੇਂਟਿੰਗ ਬਣਦੀ ਹੈ। ਇਹ ਤਾਂ ਅਸੀਂ ਬੱਚਿਆਂ ਤੇ ਅਧਿਆਪਕਾਂ ਤੇ ਤਾਂ ਫਿਰ ਇਹ ਕੰਪੀਟੀਸ਼ਨ ਪਾ ਕੇ ਭੰਬਲ ਭੂਸਾ ਪੈਦਾ ਕਰ ਰਹੇ ਹਾਂ ਜਾਂ ਅਤਿਆਚਾਰ ਕਰ ਰਹੇ ਹਾਂ ਅਸੀਂ, ਕਿਉਂਕਿ ਉਹ ਤਾਂ ਵਿਚਾਰੇ ਤੁੱਕਾ ਲਾਉਂਦੇ ਨੇ। ਉਹਨਾਂ ਉੱਥੇ ਵਾਸਤੇ ਸਾਰੀਆਂ ਦੀ ਕੋਈ ਨੇ, ਨਾ ਨਾ ਕਿਤੇ ਵੀ ਵਰਕਸ਼ਾਪ ਨਹੀਂ ਲੱਗਦੀ, ਕਿਤੇ ਵੀ ਕਨਸੈਪਟ ਕਲੈਰਿਟੀ ਨਹੀਂ ਹੈਗੀ। ਬਹੁਤ ਸਾਰੇ ਜੀ। ਥਾਵਾਂ ਤੇ ਫਿਰ ਜੱਜ ਆਪਸੇ ਸਹਿਮਤੀ ਨਹੀਂ ਬਣਾਉਂਦੇ, ਕਿਉਂਕਿ ਇਹਦੇ ਵਿੱਚ ਬੁਨਿਆਦੀ ਫਰਕ ਹੈ ਨਾ, ਜਿਵੇਂ ਮੈਡਮ ਦੱਸਿਆ। ਪਰ ਕੀ ਕਰਦੇ ਨੇ ਜੱਜ, ਉਹ ਕਹਿੰਦੇ ਨਹੀਂ ਚਿੱਤਰਕਲਾ ਨੂੰ ਵੀ ਉਹ ਮੰਨ ਲੈਂਦੇ ਨੇ, ਤਾਂ ਉੱਥੇ ਜਾ ਕੇ ਫਿਰ ਬੰਦਾ ਫਸ ਜਾਂਦਾ ਵੀ ਉਹਨਾਂ ਫਿਰ ਇਹੋ ਜਿਹੇ ਮੁਕਾਬਲਿਆਂ ਨੂੰ ਘੱਟੋ ਘੱਟ ਸਕੂਲ ਲੈਵਲ ਤੇ ਰੱਖੇ ਹੀ ਨਹੀਂ ਜਾਣਾ ਚਾਹੀਦਾ। ਇਸ ਨੂੰ ਕਾਲਜ ਲੈਵਲ ਤੇ, ਇਸ ਨੂੰ ਯੂਨੀਵਰਸਿਟੀਆਂ ਦੇ ਲੈਵਲ ਤੇ ਲੈ ਕੇ ਜਾਣਾ ਚਾਹੀਦਾ। ਉੱਥੇ ਜਾ ਕੇ ਬੱਚੇ ਦੇ ਅੰਦਰ ਇਹ ਸਮਝ ਪੈਦਾ ਹੁੰਦੀ ਹੈ ਕਿ ਆਹ ਪੋਸਟਰ ਹੈ ਜੀ, ਆਹ ਪੇਂਟਿੰਗ ਹੈ। ਤੇ ਪ੍ਰਾਇਮਰੀ ਲੈਵਲ ਤੇ ਜਾਂ ਅਪਰ ਪ੍ਰਾਇਮਰੀ ਲੈਵਲ ਤੇ ਸਾਡੇ ਬੱਚੇ ਤਾਂ ਬਹੁਤ ਬੇਸਿਕ ਜਿਹਾ ਕਰਦੇ ਨੇ ਅਜੇ। ਉਹਨਾਂ ਵਾਸਤੇ ਤਾਂ ਰੰਗਾਂ ਦੀ ਵਰਤੋਂ, ਰੰਗਾਂ ਨਾਲ ਕੋਈ ਆਬਜੈਕਟ ਤਿਆਰ ਕਰਨਾ ਹੀ ਉਹੀ ਪੇਂਟਿੰਗ ਹੈ ਤੇ ਉਹੀ ਪੋਸਟਰ ਹੈ। ਉਹ ਮੈਨੂੰ ਇਹਨਾਂ ਮਹੀਨ ਅੰਤਰ ਨਹੀਂ ਕਰ ਸਕਣਗੇ। ਸਰ ਇਹ ਅੰਤਰ ਨੂੰ ਨਾ ਸੋਨਜੀਤ ਮੈਮ ਤੁਸੀਂ ਕਰੋ ਆਪਣੀ ਗੱਲ ਇੱਕ ਵਾਰੀ, ਫਿਰ ਆਪਾਂ ਅੱਗੇ ਗੱਲ ਸ਼ੁਰੂ ਕਰਾਂ। ਟੀਚਰ ਨੇ ਸਮਝਣਾ। ਦੇਖੋ ਤੁਸੀਂ ਧਰਤੀ ਦਾ ਦੁੱਖ ਦਿਖਾਉਣਾ, ਤੁਸੀਂ ਉਹਦੇ ਥੱਲੇ ਇੱਕ ਹੰਝੂ ਹੀ ਬਣਾਉਣਾ। ਗੋਲ ਧਰਤੀ ਬਣਾ ਕੇ ਇੱਕ ਹੰਝੂ ਬਣ ਗਿਆ, ਉਹਦਾ ਦਰਦ ਹੋ ਗਿਆ, ਪੋਸਟਰ ਹੈ, ਉਹਨੇ ਆਪਦਾ ਫੀਲ ਬੋਲਤਾ। ਇਹ ਉਹਦੇ ਵਿੱਚ ਅਸੀਂ ਮੰਨ ਲਓ ਸੁੱਕਾਪਣ ਦਿਖਾਉਣਾ, ਅਸੀਂ ਇੱਕ ਕਰੈਕ ਦਾ ਫੀਲ ਦੇ ਦੇਣਾ ਵੀ ਉਹ ਚੀਜ਼ ਟੁੱਟ ਗਈ, ਉਹਦਾ ਫੀਲ ਝਲਕਣਾ। ਬਸ ਗੱਲ ਕੀ ਆ ਵੀ ਸਾਡਾ ਟੀਚਰ ਆਰਟਿਸਟ ਨਹੀਂ ਹੈਗਾ, ਫਿਰ ਸਾਡੇ ਜੱਜ ਤੱਕ ਉਹ ਚੀਜ਼ਾਂ ਦੀ ਸਮਝ ਨਹੀਂ। ਪ੍ਰੋਬਲਮ ਉੱਥੇ ਜੇ ਕ੍ਰੀਏਟ ਹੋ ਜਾਂਦੀ ਆ। ਬਟ ਇਹ ਕੰਸੈਪਟ ਨਹੀਂ ਔਖਾ, ਕੰਸੈਪਟ ਇਹ ਬਹੁਤ ਸੌਖਾ ਪੋਸਟਰ ਦਾ। ਨਹੀਂ ਕੰਸੈਪਟ ਸੌਖਾ ਹੈ, ਪਰ ਕੰਸੈਪਟ ਉੱਥੇ ਸੌਖਾ ਹੈ ਨਾ ਜਿੱਥੇ ਮਤਲਬ ਤੁਹਾਡੇ ਵਰਗੇ ਬੰਦੇ, ਐਕਸਪਰਟ ਬੰਦੇ ਬੈਠੇ ਨੇ, ਜਿਹੜੇ ਰੰਗਾਂ ਨਾਲ ਖੇਡਣਾ ਜਾਣਦੇ ਨੇ। ਜਿਨ੍ਹਾਂ ਨੂੰ ਰੰਗਾਂ ਦੀ ਸਮਝ ਹੈ, ਉਹਨਾਂ ਵਾਸਤੇ ਇਹ ਕਨਸੈਪਟ ਸੌਖਾ ਹੈ। ਹੁਣ ਤੁਹਾਡੀ ਬੇਵਲੈਂਥ ਤੇ ਜਾ ਕੇ ਟੀਚਰ ਨਹੀਂ ਸੋਚ ਸਕਣਗੇ, ਨਾ ਤੁਹਾਡੀ ਬੇਵਲੈਂਥ ਤੇ ਜਾ ਕੇ ਸਾਡੇ ਜੱਜ ਸੋਚ ਸਕਣਗੇ। ਤਾਂ ਉੱਥੇ ਫਿਰ ਜਾਂ ਤਾਂ ਦੋਨੇ ਮੁਕਾਬਲੇ ਇੱਕੋ ਹੋ ਜਾਣਗੇ, ਜਾਂ ਫਿਰ ਪੋਸਟਰ ਦੇ ਨਾਂ ਤੇ ਪੇਂਟਿੰਗ ਨਾਂ ਤੇ ਪੋਸਟਰਾਂ ਦੀ ਜੱਜਮੈਂਟ ਹੋਊਗੀ। ਇੰਨਾ ਜਿਹਦੇ ਵਿੱਚ ਮਹੀਨ ਅੰਤਰ ਤੇ ਬਰੀਕ ਅੰਤਰ ਆ ਜਾਂਦਾ ਹੈ। ਸੋ ਇਹੋ ਜਿਹੇ ਮੁਕਾਬਲੇ ਤਾਂ ਦੋਨਾਂ ਹੀ ਥਾਂ ਤੇ ਇੱਕ ਮੁਕਾਬਲੇ ਰੱਖ ਲਿਆ ਜਾਣਾ ਚਾਹੀਦਾ ਕਿ ਪੇਂਟਿੰਗ ਅਗਲੇ ਲੈਵਲਾਂ ਦੇ ਬੱਚਿਆਂ ਨੂੰ ਇਹ ਜਿਹੜੇ ਅੰਤਰ ਨੇ ਉਹ ਸਮਝ ਹੋਣੇ ਚਾਹੀਦੇ ਨੇ। ਇਹਦੇ ਵਾਸਤੇ ਸਕੂਲ ਲੈਵਲ ਤੇ ਐਕਸਪਰਟ ਬੰਦੇ ਚਾਹੀਦੇ ਨੇ, ਜਿਨ੍ਹਾਂ ਨੂੰ ਆਪ ਪਤਾ ਹੋਵੇ ਕਿ ਆਹ ਅੰਤਰ ਨੇ ਇਹਨਾਂ ਦੇ। ਤੇ ਬਿਲਕੁਲ ਸਹੀ ਆ। ਜੇ ਹੁਣ ਆਪਾਂ ਲਿਖਿਆ ਵਾਤਾਵਰਨ ਬਚਾਓ, ਇਹਦਾ ਕਦੇ ਪੇਂਟਿੰਗ ਮੁਕਾਬਲਾ ਨਹੀਂ ਹੁੰਦਾ, ਇਹਦਾ ਪੋਸਟਰ ਮੁਕਾਬਲਾ ਹੀ ਹੁੰਦਾ। ਪਰ ਇਹ ਆ ਵੀ ਚਲੋ ਗੱਲ ਤੁਹਾਡੀ ਬਿਲਕੁਲ ਠੀਕ ਆ ਵੀ ਇਹਨੂੰ ਇਕੱਲਾ ਪੇਂਟਿੰਗ ਦਾ ਹੀ ਨਾ ਦਿੱਤਾ ਜਾਏ, ਛੋਟੇ ਲੈਵਲ ਤੇ ਪੋਸਟਰ ਤੇ ਪੇਂਟਿੰਗ ਕੰਫਿਊਜ਼ ਹੀ ਨਾ ਕਰੀਏ ਆਪਾਂ। ਬਿਲਕੁਲ ਠੀਕ ਹੈ ਜੀ ਬਿਲਕੁਲ। ਬੜੀਆਂ ਸੋਹਣੀਆਂ ਗੱਲਾਂ ਬਾਤਾਂ ਹੋਈਆਂ ਤੇ ਬੜੀ ਭਖਵੀਂ ਗੱਲਬਾਤ ਹੋ ਰਹੀ ਹੈ। ਅਸੀਂ ਚਾਹੁੰਦੇ ਵੀ ਹੁੰਦੇ ਹਾਂ ਕਿ ਇਸੇ ਤਰ੍ਹਾਂ ਹੀ ਗੱਲਬਾਤ ਹੋਵੇ ਤੇ ਕੋਈ ਵੀ ਕੋਨਾ ਕਿਸੇ ਵਿਸ਼ੇ ਦਾ ਖਾਲੀ ਨਾ ਰਹਿ ਜੇ ਗੱਲ ਕਰਨ ਤੋਂ। ਤੇ ਸਿਰਫ ਇਹ ਭਰਮ ਭੁਲੇਖੇ ਇੱਥੇ ਹੀ ਖਤਮ ਨਹੀਂ ਹੁੰਦੇ ਕਿ ਇੱਕ ਹੋਰ ਵਿਧਾ ਗੀ, ਉਹਦੇ ਨਾਲ ਵੀ ਇਸ ਵਾਰ ਦੇ ਮੁਕਾਬਲਿਆਂ ਦੇ ਵਿੱਚ ਪੋਸਟਰ ਮੇਕਿੰਗ ਦਾ ਭੁਲੇਖਾ ਪੈਂਦਾ ਰਿਹਾ ਕਿ ਮਤਲਬ ਉਹਦੀ ਜਗ੍ਹਾ ਤੇ ਪੋਸਟਰ ਮੇਕਿੰਗ ਬਣਦੇ ਰਹੇ। ਉਹਦੇ ਬਾਰੇ ਗੱਲ ਗੁਰਪ੍ਰੀਤ ਮੈਮ ਕਰਨਗੇ ਜੀ। ਜੀ। ਮੈਂ ਅਗਲਾ ਸਵਾਲ ਸੋਨਜੀਤ ਮੈਡਮ ਨੂੰ, ਹਾਂਜੀ ਸੋਨਜੀਤ ਮੈਡਮ ਉਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਮੈਡਮ ਕੋਲਾਜ ਮੇਕਿੰਗ ਜਿਹੜਾ ਆ ਉਹ ਕਿਸ ਤਰ੍ਹਾਂ ਦੀ ਵਿਧਾ ਆ ਤੇ ਇਹਦੀਆਂ ਕੀ ਤਕਨੀਕੀ ਪੱਖ ਨੇ? ਜੀ ਮੈਮ ਥੋੜੀ ਸਾਨੂੰ ਇਹਦੇ ਬਾਰੇ ਜਾਣਕਾਰੀ ਦਿਓ ਜੀ। ਕੋਲਾਜ ਮੇਕਿੰਗ ਦੇ ਵਿੱਚ ਮੈਮ ਜਿਹੜੇ ਕੰਪੀਟੀਸ਼ਨ ਪਿੱਛੇ ਜੇ ਹੋਇਆ ਨਾ, ਉਹ ਬੱਚਿਆਂ ਨੇ ਆਪ ਫੋਟੋਆਂ ਬਣਾ ਲਈਆਂ ਹਨਾ, ਪੇਂਟਿੰਗ ਕਰਕੇ। ਟੀਚਰ ਨੂੰ ਲੱਗਿਆ ਵੀ ਇਹਦਾ ਇੰਪ੍ਰੈਸ਼ਨ ਵੱਧ ਪਊਗਾ। ਕੋਲਾਜ ਦਾ ਪੋਸਟਰ ਦੇ ਨੇੜੇ ਆ ਇਹ। ਕੋਲਾਜ ਪੋਸਟਰ ਹੁੰਦਾ ਐਡਵਰਟਾਈਜ਼ਮੈਂਟ, ਕੋਈ ਚੀਜ਼ ਨੂੰ ਐਡ ਕਰਨੀ ਹੈ ਨਾ, ਇਹਦੇ ਨੇੜੇ ਆ। ਪਰ ਇਹਦੇ ਵਿੱਚ ਆਪ ਫੋਟੋ ਨਹੀਂ ਬਣਾਉਣੀ, ਉਹਦਾ ਕੋਈ ਕੰਮ ਨਹੀਂ ਹੈ। ਸਿਰਫ ਕੀ ਹੈ, ਜਿਵੇਂ ਹੁਣ ਮੰਨ ਲਓ ਆਪਣੇ ਆਜ਼ਾਦੀ ਤੇ ਮੁਕਾਬਲੇ ਨੇ ਹਨਾ, ਆਪਾਂ ਕੀ ਕਰਨਾ, ਇੱਕੋਦਮ ਕੰਸੈਪਟ ਲੈ ਜਾਣਾ ਵੀ ਆਪਾਂ ਪਿੱਛੇ ਚਲੇ ਜਾਓ, 1947 ਚ ਚਲੇ ਜਾਓ। ਪਹਿਲੀ ਗੱਲ ਤਾਂ ਮਾਡਰਨ ਚੀਜ਼ਾਂ ਨਹੀਂ ਲਾਉਣੀਆਂ। ਉਹਦੇ ਵਿੱਚ ਕੋਸ਼ਿਸ਼ ਕਰੋ ਵੀ ਤੁਸੀਂ ਉਹ ਜਿਹੜਾ ਸੈਲੋਫਿਨ ਵਾਲਾ ਪੇਪਰ ਆ ਉਹ ਨਾ ਯੂਜ਼ ਕਰੋ, ਤੁਸੀਂ ਗੁੱਡੀ ਕਾਗਜ਼ ਨੂੰ ਯੂਜ਼ ਕਰੋ। ਗੁੱਡੀ ਕਾਗਜ਼ ਲੈ ਲਓ, ਠੀਕ ਹੈ। ਮੰਨ ਲਓ ਉਹਦਾ ਬਾਰਡਰ ਬਣਾਉਣਾ, ਉਹਨੂੰ ਲਾਈਨ ਨਾਲ ਬਣਾਉਣ ਦੀ ਲੋੜ ਨਹੀਂ ਹੁੰਦੀ। ਕੋਈ ਅਖਬਾਰ ਲੈ ਕੇ ਉਹਨੂੰ ਥੋੜਾ ਜਿਹਾ ਆਪਾਂ ਜਿਵੇਂ ਕਾਫੀ ਚ ਡੁਬੋ ਲਿਆ, ਪੁਰਾਣਾ ਕਰ ਲਿਆ ਹਲਕਾ ਜਿਹਾ, ਉਹਨੂੰ ਫਾੜਿਆ, ਉਹਦਾ ਬਾਰਡਰ ਲਾਤਾ ਬੈਕ ਤੇ, ਉਹਦਾ ਇੰਪ੍ਰੈਸ਼ਨ ਚਲਿਆ ਗਿਆ ਉੱਥੇ, ਠੀਕ ਹੈ। ਮਤਲਬ ਆਪਾਂ ਚੀਜ਼ਾਂ ਦੀ ਕਲੈਕਸ਼ਨ ਕਰਨੀ ਆ। ਫਿਰ ਕੀ ਹੁੰਦਾ, ਇਹ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਤਸਵੀਰਾਂ ਹੀ ਲੈਣੀਆਂ ਉਹੀ ਹੋਣ ਵੀ ਕਾਗਜ਼ ਹੀ ਇਹ ਚ ਕੰਮ ਆਊਗਾ। ਨਹੀਂ, ਇਕੱਲਾ ਕਾਗਜ਼ ਨਹੀਂ ਕੰਮ ਆਉਂਦਾ। ਹੁਣ ਮੰਨ ਲਓ ਮੈਂ ਕਿਸੇ ਕੁੜੀ ਦੀ ਸ਼ਰਮਾਹਟ ਦਿਖਾਉਣੀ ਆ, ਮੈਂ ਕੀ ਕਰੂੰਗੀ, ਕਾਰਕੰਡੀ ਦਾ ਕੱਪੜਾ ਲੈ ਕੇ ਉਹਦੇ ਫੇਸ ਤੇ ਇੱਥੇ ਉਹ ਕੱਪੜਾ ਲਾ ਦੂੰਗੀ ਤੇ ਉਹ ਇੰਪ੍ਰੈਸ਼ਨ ਵੀ ਵਿੱਚ ਆ ਗਿਆ। ਸਿਰਫ ਕੀ ਹੁੰਦਾ,
ਕਿ ਅਸੀਂ ਚੀਜ਼ਾਂ ਇਕੱਠੀਆਂ ਕਲੈਕਟ ਕੀਤੀਆਂ, ਅਸੀਂ ਉਹਦੇ ਤੇ ਧਰਤੀਆਂ। ਜੀ ਫਿਰ ਉਹਦੇ ਵਿੱਚ ਵੀ ਇਹੀ ਚੀਜ਼ ਹੁੰਦੀ ਆ ਵੀ ਮੰਨ ਲਓ ਤੁਸੀਂ ਇੱਥੇ ਗਾਂਧੀ ਜੀ ਦੀ ਫੋਟੋ ਲਾਤੀ, ਇੱਥੇ ਅੰਬੇਦਕਰ ਜੀ ਦੀ ਲਾਤੀ, ਇੱਥੇ ਦੀ, ਇਹ ਏਦਾਂ ਨਹੀਂ ਹੋ ਸਕਦਾ। ਉਹਨੇ ਵੀ ਇੱਕ ਥੀਮ ਤੇ ਜਾਣਾ ਹੁੰਦਾ ਇਕੱਠੇ ਹੋ ਕੇ। ਜੀ ਉਹ ਫਿਰ ਮੰਨ ਲਓ ਆਪਾਂ ਕਹਿੰਦੇ ਆ ਇਹਦੀ ਬੈਕਗਰਾਉਂਡ ਭਰਨੀ ਜ਼ਰੂਰੀ ਆ, ਹਨਾ, ਇੱਕ ਏਦਾਂ ਦਾ ਜੀ। ਕੰਸੈਪਟ ਹੁੰਦਾ। ਇਹ ਜ਼ਰੂਰੀ ਪਾਰਟ ਹੈ ਕਾਗਜ਼ ਜੀ ਨੂੰ ਜੀ ਭਰਨਾ। ਔਰ ਜੀ ਮੰਨ ਲਓ ਬਿਲਕੁਲ ਤੁਸੀਂ ਆਜ਼ਾਦੀ ਤੇ ਬਣਾਉਣ ਲੱਗ ਗਏ, ਤੁਸੀਂ ਕੀ ਕਰੋ, ਪਹਿਲਾਂ ਉੱਤੇ ਲਾ ਦਿਓ ਹਰੇ ਰੰਗ ਦਾ ਗੁੱਡੀ ਕਾਗਜ਼, ਸੌਰੀ ਕੇਸਰੀ ਲਾ ਦਿਓ, ਚਿੱਟਾ ਲਾ ਦਿਓ, ਔਰੇਂਜ ਲਾ ਦਿਓ, ਤੁਹਾਡਾ ਕਾਗਜ਼ ਭਰ ਗਿਆ ਸਭ ਤੋਂ ਪਹਿਲਾਂ ਦਾ। ਉਹਨੂੰ ਜੀ ਜੀ ਕੰਪਲੀਟ ਕਰ ਦਿਓ ਫਟਾਫਟ। ਉਹਨੂੰ ਕੰਪਲੀਟ ਜੀ ਕਰਨ ਤੋਂ ਬਾਅਦ ਜਿਹੜੀ ਚੀਜ਼ ਨੂੰ ਉਭਾਰ ਕੇ ਬਾਹਰ ਲੈ ਕੇ ਆਉਣਾ, ਚਾਹੇ ਤਾਂ ਉਹਦੇ ਪਿੱਛੇ ਕਾਟਨ ਲਾ ਕੇ ਉਹਨੂੰ ਲਾ ਦਿਓ ਉੱਤੇ, ਹਨਾ, ਜੀ ਇੰਬੋਸ ਕਰਤਾ ਚਾਹੇ ਜਾਵੇ। ਐਮਬੋਸ ਕਰਤਾ, ਹਾਂ 3D ਜੀ ਇਫੈਕਟ ਆਊਗਾ। ਫਿਰ ਕੀ ਹੁੰਦਾ, ਹੋਰ ਅੱਗੇ ਪਾਰਟ ਨੇ ਇਹਦੇ ਜਾਂਦੇ ਜਾਂਦੇ। ਪਰ ਗੱਲ ਉੱਥੇ ਹੀ ਜੀ ਆ ਗਈ ਵੀ ਆਪਾਂ ਬਣਾਉਣਾ ਕਾਹਦੇ ਤੇ। ਹੁਣ ਆਪਾਂ ਬੈਕਗਰਾਉਂਡ 'ਚ ਜਾਣਾ, ਸੋ ਇਹਦੇ ਵਿੱਚ ਬੈਕਗਰਾਉਂਡ ਦੇ ਅਖਬਾਰ ਦੇ ਫੀਲ ਆਉਣੇ ਚਾਹੀਦੇ ਆ। ਜੀ ਉਦਾਂ ਦੀਆਂ ਫੀਲਿੰਗਸ ਕਲੈਕਟ ਕਰਨੀਆਂ। ਜਿਉਂ-ਜਿਉਂ ਇਹਦਾ ਲੈਵਲ ਉੱਤੇ ਜਾਊਗਾ, ਜਿਵੇਂ ਸੈਕੰਡਰੀ ਲੈਵਲ ਤੇ ਆ, ਤਾਂ ਉਹ ਥੀਮ ਨੂੰ ਬਹੁਤ ਸੋਹਣਾ ਪ੍ਰੈਜ਼ੈਂਟ ਕਰਨਗੇ। ਥੱਲੇ ਮੰਨ ਲਓ ਇੱਕ ਬੰਦੂਕ ਖੜੀ ਕਰਤੀ, ਉਹਦੇ ਵਿੱਚ ਆਪਾਂ ਬਲੱਡ ਸ਼ੋ ਕਰਤਾ। ਫਿਰ ਆਪਣਾ ਅਗਲਾ ਥੀਮ ਸਟਾਰਟ ਹੋ ਗਿਆ, ਤੇ ਉੱਤੇ ਜਾ ਕੇ ਉਹ ਬਰਡ ਬਣਾਤਾ, ਸ਼ਾਂਤੀ ਦਾ ਪ੍ਰਤੀਕ ਹੋ ਗਿਆ ਕਿ ਇਹ ਥਾਂ ਤੋਂ ਕੱਢ ਕੇ ਸਾਨੂੰ ਕਿੱਥੇ ਲੈ ਕੇ ਆਂਦਾ। ਉਹਦੇ ਵਿੱਚੋਂ ਵਾਲੇ ਜੀ ਪਰਸਨ ਆ ਗਏ ਜਿਨ੍ਹਾਂ ਨੇ ਸਾਨੂੰ ਉਹਨਾਂ ਚੀਜ਼ਾਂ ਤੋਂ ਕੱਢ ਕੇ ਉੱਥੇ ਤੱਕ ਲੈ ਕੇ ਆਂਦਾ। ਜਾਂ ਥੱਲੇ ਉਹੀ ਜੰਜੀਰਾਂ ਵਗੈਰਾ ਆ ਗਈਆਂ, ਹਨਾ, ਬਣੀਆਂ ਹੋਈਆਂ। ਸੋ ਜੀ ਇੱਕ ਜੀ ਜਿਹੜਾ ਮਤਲਬ ਠੀਕ ਆ, ਕਿਤੇ ਅਸੀਂ ਮਾੜਾ ਮੋਟਾ ਯੂਜ਼ ਕਰਨਾ, ਸਕੈਚ ਬੋਲਡ ਜਾਂ ਕਰਨ ਲਈ ਕਰ ਦੋ। ਇਹ ਵੀ ਨਹੀਂ ਹੁੰਦਾ ਵੀ ਅਸੀਂ ਬਿਲਕੁਲ ਨਹੀਂ ਛੇੜਨਾ, ਛੇੜ ਸਕਦੇ ਆ ਉਹਨੂੰ, ਪਰ ਇਹ ਨਹੀਂ ਹੈਗਾ ਵੀ ਪੈਨ ਲੈ ਕੇ ਮੈਂ ਉੱਤੇ ਲਿਖਤਾ ਆਜ਼ਾਦੀ ਸੰਘਰਸ਼, ਨਾ, ਇਹ ਨਹੀਂ ਹੋ ਸਕਦਾ। ਉਹ ਜੀ ਤੁਹਾਡੇ ਕੋਲ ਆਜ਼ਾਦੀ ਸੰਘਰਸ਼ ਦੀ ਫੋਟੋ ਪਈ ਆ, ਤੁਸੀਂ ਉਹਨੂੰ ਫਾੜਿਆ। ਹਾਂ, ਅਸੀਂ ਕਿਉਂ ਕਹਿੰਦੇ ਵੀ ਕੈਂਚੀ ਨਹੀਂ ਲਾਉਣੀ, ਕਿਉਂਕਿ ਕੈਂਚੀ ਤੇ ਸਕੇਲ ਆਰਟ ਦਾ ਪਾਰਟ ਹੀ ਹੈ ਨਹੀਂ। ਇਹ ਆਰਟ ਹੀ ਨਹੀਂ ਹੈ, ਇਹ ਆਰਟ ਨੂੰ ਖਤਮ ਕਰ ਦਿੰਦੇ ਆ। ਕੈਂਚੀ ਨਾ ਵਰਤਣ ਦਾ ਸਿਰਫ ਇਹ ਹੈ। ਜੀ ਮੈਮ, ਬਹੁਤ ਵਧੀਆ ਹਾਂ, ਜਵਾਬ ਦਿੱਤਾ ਮੈਮ ਸੋ ਤੁਸੀਂ। ਮਤਲਬ ਇਹ ਸਾਨੂੰ ਤੁਹਾਡੀ ਗੱਲਬਾਤ ਤੋਂ ਜਿੰਨਾ ਕੁ ਮੈਨੂੰ ਸਮਝ ਆਇਆ ਕਿ ਜਿਹੜਾ ਪੋਸਟਰ ਮੇਕਿੰਗ ਤੇ ਕੋਲਾਜ ਮੇਕਿੰਗ ਹੈ, ਦੋਨੋਂ ਹੀ ਸਿੰਬੋਲਿਕ ਆਰਟ ਨੇ। ਇਹਨਾਂ ਦੇ ਵਿੱਚ symbolic, ਸਾਡੇ ਹਾਂ, ਹਾਂਜੀ ਪ੍ਰਤੀਕਾਤਮਕ ਅਸੀਂ ਆਪਣੀ ਗੱਲ ਜਿਹੜੀ ਆ ਉਹਦੀ ਪੇਸ਼ਕਾਰੀ ਕਰਾਂਗੇ, ਕੰਪੋਜੀਸ਼ਨ ਬਣਾਵਾਂਗੇ ਇੱਕ ਕੋਲਾਜ ਦੇ ਅੰਦਰ। ਬਹੁਤ ਵਧੀਆ ਜਾਣਕਾਰੀ ਦਿੱਤੀ ਮੈਡਮ ਤੁਸੀਂ। ਮੈਮ ਇਹਦੇ ਸੰਬੰਧੀ ਮੇਰੇ ਇੱਕ ਹੋਰ ਜਾਣਕਾਰੀ ਲੈਣਾ ਚਾਹੁੰਦੀ ਸੀ। ਜਿਸ ਤਰ੍ਹਾਂ ਤੁਸੀਂ ਥੋੜਾ ਜਿਹਾ ਤਾਂ ਪਹਿਲਾਂ ਹੀ ਦੱਸ ਦਿੱਤਾ ਕਿ ਵੀ ਮੈਂ ਆਰਕੰਡੀ ਦੀ ਚੁੰਨੀ ਲੈ ਲੂੰਗੀ ਜਾਂ ਏਦਾਂ, ਤੇ ਬਹੁਤ ਵਾਰੀ ਏਦਾਂ ਹੁੰਦਾ ਕਿ ਬੱਚੇ ਆਰਟੀਫਿਸ਼ੀਅਲ ਮਟੀਰੀਅਲ ਜਿਹੜਾ ਉਹ ਜਾਂ ਡੈਕੋਰੇਟਿਵ ਮਟੀਰੀਅਲ ਬਹੁਤ ਯੂਜ਼ ਕਰ ਲੈਂਦੇ ਆ। ਕੀ ਇਹ ਅਲਾਉਡ ਹੋਣਾ ਚਾਹੀਦਾ ਜਾਂ ਹੁੰਦਾ ਹੈ? ਕਿਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਹੁੰਦਾ ਮੈਮ, ਹੋ ਜੇ। ਇਹ ਤਾਂ ਮੈਂ ਤੁਹਾਨੂੰ ਫਿਰ ਉਹੀ ਗੱਲ ਦੱਸਦੀ ਵੀ ਜਿਹੜੇ ਬੱਚੇ 'ਚ ਸੰਭਾਵਨਾ ਦਿਖਦੀ ਆ ਨਾ, ਉਹਨੇ ਤਾਂ ਨਿਕਲ ਕੇ ਬਾਹਰ ਆ ਜਾਣਾ। ਜੀ ਉਹ ਡਿਪੈਂਡ ਕਰਦਾ ਵੀ ਕਿੱਦਾਂ ਦਾ ਥੀਮ ਹੈ। ਹੁਣ ਜੀ ਜੇ ਤੁਸੀਂ ਮੰਨ ਲਓ ਕੋਈ ਬਿਊਟੀ ਕੰਟੈਸਟ ਤੇ ਰੱਖਦਾ, ਤਾਂ ਨੋ ਡਾਊਟ ਤੁਹਾਨੂੰ ਥੋੜੀਆਂ ਜਿਹੀਆਂ ਚੀਜ਼ਾਂ ਕਲੈਕਟ ਕਰਨੀਆਂ ਪੈਣਗੀਆਂ, ਹਨਾ। ਪਰ ਜੀ ਮੇਨ ਜੀ ਇੰਪ੍ਰੈਸ਼ਨ ਤਾਂ ਹੀ ਸੋਹਣਾ ਬਣਦਾ ਜੇ ਥੱਲੇ ਤਾਂ ਅਖਬਾਰ ਦੀਆਂ ਫੋਟੋਆਂ ਰੱਖੀਏ, ਤੇ ਜਿਹੜੀ ਉਭਾਰਨ ਵਾਲੀ ਚੀਜ਼ ਆ ਉਹਨੂੰ ਕਿਸੇ ਹਿਸਾਬ ਨਾਲ ਕੱਢ ਲਈਏ। ਜਿੰਨਾ ਇਹਦੇ ਤੇ ਡੈਕੋਰੇਟਿਵ ਮਟੀਰੀਅਲ ਲਾਉਂਗੇ, ਤੁਹਾਡਾ ਜਿਹੜਾ ਇਹਦਾ ਕੰਸੈਪਟ ਹੈ ਉਨਾ ਹੀ ਵੀਕ ਹੁੰਦਾ ਜਾਊਗਾ। ਮੰਨ ਜੀ ਲਓ ਜੀ ਮੈਂ ਸਾਈਡ ਤੇ ਫੁੱਲਾਂ ਦੇ ਨਾਲ ਡੈਕੋਰੇਟ ਜਿਹਾ ਕਰਤਾ, ਉਹਨੇ ਸਜਾਉਣਾ ਨਹੀਂ। ਉਹਨੂੰ ਛੋਟਾ ਬੱਚਾ ਤਾਂ ਪਸੰਦ ਕਰ ਸਕਦਾ, ਪਰ ਜਦੋਂ ਆਪਾਂ ਉਹਦਾ ਲੈਵਲ ਦੇਖਦੇ ਹਾਂ ਹਾਈ ਲੈਵਲ ਤੇ, ਤਾਂ ਉਹ ਚੀਜ਼ ਦੇ ਕੋਈ ਮਾਇਨੇ ਨਹੀਂ ਰਹਿੰਦੇ, ਜੀ ਉਹ ਖਤਮ ਜੀ ਨਹੀਂ ਮਾਇਨੇ। ਸਮੁੱਚੇ ਜੀ ਪ੍ਰਭਾਵ ਦੇ ਵਿੱਚ ਅਸੀਂ ਉਹਦੇ 1-2 ਨੰਬਰ ਐਡ ਕਰ ਦਾਂਗੇ, ਉਹ ਵੱਖਰੀ ਗੱਲ ਹੈ। ਜੀ ਜੀ ਤੁਹਾਡੇ ਬਹੁਤ ਮੈਨੂੰ ਸ਼ੁਕਰੀਆ ਲੱਗਦਾ ਮੈਮ। ਕਹਿਣ ਸੁਖਜੀਵਨ ਸਵਾਲ ਲਓ ਕੁਛ, ਉਹਨਾਂ ਦੇ ਬਾਅਦ ਟਾਈਮ ਬਹੁਤ ਹੋ ਗਿਆ। ਜੀ, ਅਗਲੇ ਸਵਾਲ ਲਈ ਅਸੀਂ ਕਹਾਂਗੇ ਰਿੰਪੀ ਮੈਮ ਨੂੰ। ਤੇ ਇਸ ਵਿਸ਼ੇ ਬਾਰੇ ਕਾਫੀ ਅੱਛੀ ਅਸੀਂ ਚਰਚਾ ਕੀਤੀ ਹੈ। ਤੇ ਅਗਲਾ ਸਵਾਲ ਵੀ ਸੋਨਜੀਤ ਮੈਡਮ ਦੇ ਨਾਲ ਹੀ ਹੈ। ਰੰਗੋਲੀ ਦੇ ਸੰਬੰਧ ਵਿੱਚ ਸਵਾਲ ਹੈ। ਜਦੋਂ ਆਪਾਂ ਕੰਪੀਟੀਸ਼ਨ ਆਪਣੇ ਰੰਗੋਲੀ ਦੇ ਵੀ ਕਾਫੀ ਸਕੂਲਾਂ ਦੇ ਵਿੱਚ ਚੱਲ ਰਹੇ ਨੇ, ਹੁੰਦੇ ਨੇ, ਤੇ ਰੰਗੋਲੀ ਨੂੰ ਆਪਾਂ ਸਮਝ ਲੈਂਦੇ ਆ ਕਿ ਬਸ ਰੰਗਾਂ ਦੇ ਨਾਲ ਆਪਾਂ ਰੰਗੋਲੀ ਬਣਾਉਣੀ ਹੈ। ਤੇ ਮੈਂ ਚਾਹਾਂਗੀ ਕਿ ਮੈਡਮ ਇਹਦੇ ਬਾਰੇ ਵੀ ਸਾਨੂੰ ਜਾਣਕਾਰੀ ਸਾਂਝਾ ਕਰਨ ਕਿ ਰੰਗੋਲੀ ਰੰਗਾਂ ਤੇ ਫੁੱਲਾਂ ਹੋਰ ਕਿਸ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਰੰਗੋਲੀ ਬਣਾ ਸਕਦੇ ਆ। ਛੋਟੇ ਛੋਟੇ ਪੁਆਇੰਟ ਜਿਹਦੇ ਨਾਲ ਸਾਡੇ ਬੱਚੇ ਇਸ ਪੱਖ ਤੋਂ ਮਾਹਿਰ ਹੋ ਸਕਣ। ਮੈਡਮ ਇਹਦੇ ਨਾਲ ਨਾ ਕਲੇ ਮਾਡਲਿੰਗ ਬਾਰੇ ਵੀ ਗੱਲ ਤੁਸੀਂ ਕਰਿਓ, ਉਹਦੇ ਬਾਰੇ ਵੀ ਇਹਦੇ ਨਾਲ ਲੱਗਦੀ ਹੀ ਆਪਾਂ ਗੱਲ ਥੋੜੀ ਬਹੁਤ ਕਰੀਏ। ਹਾਂ,
ਜਿਹੜਾ ਤਾਂ ਸਰ ਰੰਗੋਲੀ ਦਾ ਪਾਰਟ ਹੈ ਨਾ, ਇਹ ਸਾਡਾ ਟ੍ਰੈਡੀਸ਼ਨਲ ਰੂਪ ਹੈ ਰੰਗੋਲੀ। ਆਪਾਂ ਫਲੋਰ ਨੂੰ ਰੰਗਾਂ ਦੇ ਨਾਲ ਸਜਾਉਣਾ। ਸ਼ੁਰੂ ਦੇ ਵਿੱਚ ਕੀ ਸੀਗਾ ਕਿ ਚੌਲ ਹੁੰਦੇ ਸੀ ਘਰਾਂ 'ਚ, ਚੌਲਾਂ ਨੂੰ ਪੀਸ ਕੇ ਉਹਨਾਂ ਨੂੰ ਅੱਡ ਅੱਡ ਰੰਗ ਚੜਾ ਲੈਂਦੇ ਸੀ, ਉਹਦੇ ਨਾਲ ਆਪਾਂ ਫਲੋਰ ਨੂੰ ਸਜਾ ਦਿੰਦੇ ਸੀ। ਜਿਹੜੀ ਰੰਗੋਲੀ ਹੈ ਨਾ, ਇਹ ਦੋ ਤਰ੍ਹਾਂ ਦੀ ਆ। ਦੇਖੋ, ਇੱਕ ਤਾਂ ਹੈਗੀ ਆ ਜਿਹਨੂੰ ਅਸੀਂ ਮੈਥਮੈਟੀਕਲ ਜਿਓਮੈਟ੍ਰਿਕ ਰੰਗੋਲੀ ਕਹਿੰਦੇ ਆ। ਪਹਿਲਾਂ ਤਾਂ ਜਦੋਂ ਵੀ ਮੁਕਾਬਲਾ ਕਰਨਾ, ਇਹ ਚੀਜ਼ ਕਲੀਅਰ ਕਰ ਦੋ ਵੀ ਜਿਓਮੈਟ੍ਰਿਕ ਰੰਗੋਲੀ ਚਾਹੀਦੀ ਆ ਜਾਂ ਐਸਥੈਟਿਕ, ਜਿਹੜੀ ਆਪਣੇ ਆਪ ਕ੍ਰੀਏਟ ਕੀਤੀ ਰੰਗੋਲੀ ਹੁੰਦੀ ਆ, ਜਿਹਦੇ 'ਚ ਅਸੀਂ ਚੌਕ ਵਗੈਰਾ ਨਹੀਂ ਵਰਤਣਾ ਹੁੰਦਾ, ਸਿਰਫ ਸਾਈਜ਼ ਬਣਾਉਣ ਲਈ ਚੌਕ ਵਰਤ ਲੈਂਦੇ ਆ। ਦੂਸਰਾ ਆ ਗਿਆ ਕਿ ਆਪਾਂ ਸਿਰਫ ਫਲੋਰ ਨੂੰ ਇਹਦੇ ਨਾਲ ਸਜਾਉਣਾ, ਉਹ ਚਾਹੇ ਅਸੀਂ ਦਾਲਾਂ ਨਾਲ ਸਜਾਉਂਦੇ ਆ, ਚਾਹੇ ਫੁੱਲਾਂ ਨਾਲ ਸਜਾਉਂਦੇ ਆ, ਚਾਹੇ ਬੁਰਾਦੇ ਨਾਲ ਸਜਾਉਂਦੇ ਆ। ਬਸ ਸਿਰਫ ਜਿਵੇਂ ਸਾਨੂੰ ਦੁੱਖ ਹੁੰਦਾ ਨਾ ਵੀ ਅਸੀਂ ਮੰਨ ਲਓ ਆਪਾਂ ਕਹਿੰਦੇ ਊੜਾ ਧਰਤੀ ਤੇ ਨਹੀਂ ਰੱਖਣਾ, ਉਹਦਾ ਇੱਕ ਫੀਲ ਆ। ਇਸੇ ਤਰ੍ਹਾਂ ਕੁਝ ਲੋਕ ਇੰਨਾ ਕੁ ਫੀਲ ਕਰ ਲੈਂਦੇ ਨੇ ਵੀ ਅਨਾਜ ਨੂੰ ਧਰਤੀ ਤੇ ਨਾ ਰੱਖੋ। ਸੋ ਕੰਪੀਟੀਸ਼ਨ ਦੇ ਵਿੱਚ ਉਹਨਾਂ ਕੁ ਆਪਾਂ ਦੱਸ ਸਕਦੇ ਆ। ਜਿਹੜੇ ਬੱਚੇ ਨੇ ਤਾਂ ਬਰੀਕ ਬੁਰਾਦੇ ਨਾਲ ਰੰਗੋਲੀ ਬਣਾਈ ਹੋਣੀ ਆ, ਉਹਦਾ ਇੰਪ੍ਰੈਸ਼ਨ ਆਟੋਮੈਟਿਕਲੀ ਸੋਹਣਾ ਨਿਕਲਣਾ। ਜਿਹੜੇ ਰੰਗੋਲੀ ਦੇ ਕਲਰ ਹੁੰਦੇ ਆ ਹਨਾ, ਉਹ ਨਾ ਚਿਕਨੇ ਹੁੰਦੇ ਆ। ਮਤਲਬ ਇਹ ਦੇਖਣਾ ਹੁੰਦਾ ਵੀ ਕਿਹੜੀ ਚੀਜ਼ ਨੇ ਬਿਲਕੁਲ ਸਹੀ ਫੈਲ ਜਾਣਾ। ਮਤਲਬ ਇਹ ਜਿੰਨਾ ਰੰਗ ਆਪਾਂ ਬਰੀਕ, ਜਿਹੜਾ ਹੁਣ ਕਲਰ ਹੁੰਦਾ ਜਿਹੜਾ ਬਰੀਕ ਪੀਸਿਆ ਹੋਊਗਾ, ਉਹਨੇ ਆਪਦੀ ਥਾਂ ਤੇ ਹੀ ਖੜ ਜਾਣਾ, ਉਹਨੇ ਇੰਪ੍ਰੈਸ਼ਨ ਨਹੀਂ ਦੇਣਾ ਆਪਣਾ। ਜੀ ਬਿਲਕੁਲ। ਤੇ ਹਨਾ, ਸੋ ਬਸ ਇਹੀ ਹੁੰਦਾ ਰੰਗੋਲੀ ਵਿੱਚ ਵੀ। ਫਿਰ ਉਹੀ ਗੱਲ ਆ ਗਈ ਕਿ ਜਿਹੜਾ ਰੰਗਾਂ ਦਾ ਕੰਬੀਨੇਸ਼ਨ ਆ, ਉਹ 'ਚ ਆਪਾਂ ਪਹਿਲਾਂ ਹੀ ਦੱਸ ਦੇਣਾ ਹੁੰਦਾ ਵੀ ਅਸੀਂ 4 ਰੰਗ ਵਰਤਣੇ ਆ ਜਾਂ 5 ਰੰਗ ਵਰਤਣੇ ਆ ਹਨਾ। ਹੌਲੀ ਹੌਲੀ ਅੱਗੇ ਵੱਧਦੇ ਜਾਂਦੇ ਆ। ਫਿਰ ਸ਼ੇਡਡ ਰੰਗੋਲੀ ਹੁੰਦੀ ਆ, ਫਿਰ ਇੱਕ ਵਾਈਟ ਸ਼ੇਡ ਦੇ ਵਿੱਚ ਹੁੰਦਾ। ਬੜੇ ਵੱਡੇ ਪਾਰਟ ਨੇ, ਪਰ ਜਦੋਂ ਆਪਾਂ ਸਿਰਫ ਬੇਸਿਕ ਲੈਵਲ ਤੇ ਗੱਲਾਂ ਕਰਨੀਆਂ ਤਾਂ ਇੱਕ ਤਾਂ ਸਾਨੂੰ ਇਹ ਕਲੀਅਰ ਹੋਣਾ ਚਾਹੀਦਾ ਕਿ ਰੰਗੋਲੀ ਜਿਓਮੈਟ੍ਰੀਕਲ ਹੈ ਜਾਂ ਫ੍ਰੀ ਆਫ ਜਿਓਮੈਟਰੀ ਹੈਗੀ ਆ। ਸੈਕਿੰਡ, ਸਾਨੂੰ ਹੋਣਾ ਚਾਹੀਦਾ ਕਿ ਕਿਹੜਾ ਕਿਹੜਾ ਅਸੀਂ ਉਹਦੇ 'ਚ ਜਿਹੜਾ ਮਟੀਰੀਅਲ ਆ ਉਹ ਯੂਜ਼ ਕਰ ਸਕਦੇ ਆ। ਠੀਕ ਹੈ ਨਾ। ਇਹ 'ਚ ਕੋਈ ਸ਼ੱਕ ਨਹੀਂ ਵੀ ਰੰਗੋਲੀ ਫੁੱਲਾਂ ਦੀ ਵੀ ਹੁੰਦੀ ਹੈ, ਰੰਗੋਲੀ ਬਰਾਦੇ ਦੀ ਵੀ ਹੁੰਦੀ ਆ, ਪਰ ਕੰਪੀਟੀਸ਼ਨ ਦੇ ਵਿੱਚ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੀਆਂ। ਕਿਉਂਕਿ ਤੁਸੀਂ ਫੁੱਲ ਪਾਉਣੇ ਆ ਇੱਕ ਬਾਕਸ 'ਚ, ਤੁਹਾਨੂੰ ਸਾਰਾ ਮਿੰਟ ਲੱਗਣਾ। ਤੁਸੀਂ ਬਰਾਦਾ ਪਾਉਣਾ, ਤੁਸੀਂ ਉਹਦੀ ਸੈਟਿੰਗ ਕਰਨੀ ਆ, ਨੇ 7 ਮਿੰਟ ਲੈਣੇ ਆ। ਸੋ ਇਹ ਉਹ ਫਾਈਨਲ ਹੋਣਾ ਚਾਹੀਦਾ ਵੀ ਜਿਹੜਾ ਕਿਹੜਾ ਮਟੀਰੀਅਲ ਆ ਜਿਹੜਾ ਮੇਨ ਵਰਤਣਾ ਉਹ ਕਿਹੜਾ। ਕਿਉਂਕਿ ਇਹਦੀਆਂ ਟਾਈਮਿੰਗਸ ਬਹੁਤ ਵੱਖਰੀਆਂ ਵੱਖਰੀਆਂ ਨੇ। ਕਿਸੇ ਚੀਜ਼ ਨੇ ਹੱਦ ਟਾਈਮਿੰਗਸ ਲੈਣੀਆਂ, ਕਿਸੇ ਚੀਜ਼ ਨੇ ਥੋੜੀਆਂ ਟਾਈਮਿੰਗਸ ਲੈਣੀਆਂ। ਜੀ ਹਾਂਜੀ, ਤਾਂ ਰੂਲਸ ਦੇ ਅਕੋਰਡਿੰਗਲੀ ਕੰਪੀਟੀਸ਼ਨ ਹੋਣੇ ਚਾਹੀਦੇ ਆ। ਬਾਹਰ ਬਣਾਉਣੀ ਆ ਉਹ ਆਪਾਂ ਜਿੱਦਾਂ ਦੀ ਮਰਜ਼ੀ ਕਰ ਸਕਦੇ ਹਾਂ। ਹਾਂਜੀ, ਬਹੁਤ ਵਧੀਆ ਮੈਂ ਆਡੀਅנס ਦੇ ਸਵਾਲ ਲੈ ਲਓ ਕੁਛ, ਟਾਈਮ ਬਹੁਤ ਹੋ ਗਿਆ। ਬਸ ਲਾਸਟ ਸਵਾਲ ਸਰ ਤੁਹਾਡੇ ਨਾਲ ਹੀ ਹੈ। ਪੀਪੀਟੀ ਮੇਕਿੰਗ ਦਾ ਜਿਹੜਾ ਮੁਕਾਬਲਾ ਹੈ ਉਹਨੂੰ ਅਸੀਂ ਵਿਜ਼ੂਅਲ ਆਰਟ ਦੇ ਵਿੱਚ ਕਾਊਂਟ ਕਰ ਸਕਦੇ ਹਾਂ, ਤੇ ਇਹ ਕਿਸ ਤਰ੍ਹਾਂ ਦਾ ਮੁਕਾਬਲਾ ਹੈ, ਇਸ ਦੇ ਵਿੱਚ ਕਿਵੇਂ ਇਸ ਦੀ ਜੱਜਮੈਂਟ ਵਗੈਰਾ ਹੁੰਦੀ ਹੈ, ਉਹਦੇ ਬਾਰੇ ਜ਼ਰੂਰ। ਪੀਪੀਟੀ ਮੇਕਿੰਗ ਮੁਕਾਬਲਾ ਵੈਸੇ ਤਾਂ ਇਹ ਕੰਪਿਊਟਰ ਸੌਫਟਵੇਅਰ ਦੇ ਵਿੱਚ ਕੀਤਾ ਜਾਣ ਵਾਲਾ ਕੰਮ ਹੈ, ਪਰ ਕਿਉਂਕਿ ਇਹਨੂੰ ਡਿਜ਼ਾਈਨਿੰਗ ਲਈ ਵਰਤਦੇ ਆ ਤਾਂ ਇਸ ਕਰਕੇ ਆਰਟ ਦੀ ਕੈਟਾਗਰੀ 'ਚ ਵੀ ਅਸੀਂ ਇਹਨੂੰ ਸ਼ਾਮਲ ਕਰ ਲੈਂਦੇ ਹਾਂ। ਪਰ ਮੈਨੂੰ ਇਹ ਲੱਗਦਾ ਕਿ ਪ੍ਰਾਇਮਰੀ ਪੱਧਰ ਤੇ ਇਹਨਾਂ ਮੁਕਾਬਲਿਆਂ ਦੀ ਬਹੁਤ ਜ਼ਿਆਦਾ ਕੋਈ ਰੈਲੇਵੈਂਸ ਇਸ ਰੂਪ 'ਚ ਨਹੀਂ ਬਣਦੀ ਕਿ ਇਹਦੇ ਵਿੱਚ ਬਹੁਤ ਸਾਰਾ ਕੰਮ ਟੀਚਰ ਆਪ ਕਰਦੇ ਨੇ। ਬੱਚਿਆਂ ਕੋਲੇ ਕੰਪਿਊਟਰ ਜਾਂ ਬੱਚਿਆਂ ਕੋਲੇ ਕੋਈ ਲੈਪਟਾਪ ਪਹਿਲੀ ਗੱਲ ਤਾਂ ਹੋਣਾ ਚਾਹੀਦਾ ਜਿੱਥੇ ਬੱਚੇ ਪੀਪੀਟੀ ਮੁਕਾਬਲਾ ਪੀਪੀਟੀ ਤਿਆਰ ਕਰ ਸਕਣ। ਦੂਜੀ ਗੱਲ, ਫਿਰ ਉਹਨਾਂ ਨੂੰ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦੀ ਜਿਹੜਾ ਸੌਫਟਵੇਅਰ ਹੈ ਉਹਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਫਿਰ ਉਹਦੀ ਲੰਮੀ ਪ੍ਰੈਕਟਿਸ ਹੋਣੀ ਚਾਹੀਦੀ ਹੈ। ਘੱਟੋ ਘੱਟ ਉਹਦੀ ਜੇ ਬੱਚੇ ਕੋਲੇ 5-7 ਮਹੀਨਿਆਂ ਦੀ, ਕੋਈ 6 ਮਹੀਨਿਆਂ ਦੀ, ਕੋਈ 7 ਮਹੀਨਿਆਂ ਦੀ, ਕੋਈ 8 ਮਹੀਨਿਆਂ ਦੀ, ਕੋਈ ਸਾਲ ਦੀ ਜੇ ਉਹਦੀ ਪ੍ਰੈਕਟਿਸ ਹੈ, ਫਿਰ ਬੱਚਾ ਉਹਦੇ ਰਾਹੀਂ ਜਿਹੜੀਆਂ ਸਲਾਈਡਸ ਨੇ ਉਹ ਬਣਾ ਸਕਦਾ ਹੈ। ਇਹ ਮੁਕਾਬਲਾ ਅਪਰ ਪ੍ਰਾਇਮਰੀ ਦੇ ਵਿੱਚ ਵੀ ਜਿਹੜਾ ਸੀਨੀਅਰ ਵਰਗ ਹੈ ਜ਼ਿਆਦਾ, ਉਹ ਇਹ ਤੇ ਜ਼ਿਆਦਾ ਵਰਕ ਕਰ ਸਕਦਾ ਹੈ। ਹੇਠਲੇ ਪੱਧਰ ਤੇ ਮੈਨੂੰ ਲੱਗਦਾ ਇਹਦੇ ਵਿੱਚ ਬਹੁਤ ਜ਼ਿਆਦਾ ਸੰਭਾਵਨਾਵਾਂ ਬੱਚੇ ਲਈ ਨਹੀਂ ਹੁੰਦੀਆਂ ਹੈਗੀਆਂ। ਇਹ ਠੀਕ ਹੈ ਕਿ ਇੰਟਰੋਡਕਟਰੀ ਲੈਵਲ ਤੇ ਵੀ ਆਪਾਂ ਇਸ ਨੂੰ ਜਿਹੜੀ ਮਿਡਲ 6ਵੀਂ ਤੋਂ ਲੈ ਕੇ 8ਵੀਂ ਤੱਕ ਦੇ ਬੱਚਿਆਂ ਲਈ ਥੋੜਾ ਬਹੁਤ ਕਰ ਸਕਦੇ ਹਾਂ, ਪਰ ਹੇਠਾਂ ਪ੍ਰਾਇਮਰੀ ਪੱਧਰ ਤੇ ਨਾ ਸਾਡੇ ਕੋਲੇ ਉਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਹੈ ਕਿ ਅਸੀਂ ਬੱਚਿਆਂ ਨੂੰ ਲੈਪਟਾਪ ਦੇ ਦਈਏ, ਅਸੀਂ ਬੱਚਿਆਂ ਨੂੰ ਕੰਪਿਊਟਰ ਦੇ ਦਈਏ, ਅਸੀਂ ਬੱਚਿਆਂ ਨੂੰ ਸੌਫਟਵੇਅਰ ਦੀ ਟ੍ਰੇਨਿੰਗ ਦੇ ਦਈਏ। ਤਾਂ ਇਸ ਕਰਕੇ ਉੱਥੇ ਫਿਰ ਸਾਰਾ ਕੁਝ ਡੰਮੀ ਹੋਣ ਲੱਗ ਜਾਂਦਾ ਹੈ। ਉਹਦੇ ਵਿੱਚ ਟੀਚਰ ਆਪ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਬਣਾ ਲੈਂਦਾ ਹੈ ਜਾਂ ਕਿਸੇ ਹੋਰ ਤੋਂ ਬਣਵਾ ਲੈਂਦਾ ਹੈ। ਨਾ ਉਸ ਲੈਵਲ ਤੇ ਬੱਚੇ ਨੂੰ ਕੋਈ ਥੀਮ ਦੀ ਸਮਝ ਹੁੰਦੀ ਹੈ, ਨਾ ਉਸ ਲੈਵਲ ਤੇ ਬੱਚੇ ਨੂੰ ਕੋਈ ਡਿਜ਼ਾਈਨਿੰਗ ਦੀ ਸਮਝ ਹੁੰਦੀ ਹੈ, ਨਾ ਉਸ ਲੈਵਲ ਤੇ ਬੱਚੇ ਕੋਲੇ ਉਹ ਸਾਰਾ ਮਟੀਰੀਅਲ ਹੁੰਦਾ ਹੈ। ਮੰਨ ਲਓ ਆਪਾਂ ਕਿਸੇ ਗੁਰੂ ਤੇਗ ਬਹਾਦਰ ਸਾਹਿਬ ਤੇ ਜਾਂ ਆਜ਼ਾਦੀ ਤੇ ਹੀ ਆਪਾਂ ਮੰਨ ਲਓ ਪੀਪੀਟੀ ਤਿਆਰ ਕਰਨੀ ਹੈ। ਚਲੋ ਜੀ, ਬੱਚੇ ਨੂੰ ਟੈਕਨੀਕਲ ਤੌਰ ਤੇ ਪਤਾ ਵੀ ਲੱਗ ਜੇ
ਕਿ ਆ ਪੀਪੀਟੀ ਹੈ ਤੇ ਇਹ ਇੱਥੋਂ ਚੱਲਦੀ ਹੈ, ਇਹਦੀ ਸਲਾਈਡ ਇੱਥੋਂ ਬਣਦੀ ਹੈ, ਇਹਦੇ ਵਿੱਚ ਇਹ ਚੀਜ਼ਾਂ ਪਾਉਣੀਆਂ ਹੁੰਦੀਆਂ ਨੇ, ਪਰ ਉਹ ਮਟੀਰੀਅਲ ਕਿੱਥੋਂ ਆਊਗਾ? ਉਹ ਜਿਹੜਾ ਕੰਟੈਂਟ ਆ ਉਹ ਕਿੱਥੋਂ ਆਊਗਾ? ਉੱਥੇ ਫਿਰ ਟੀਚਰ ਉਹਨੂੰ ਸਾਰਾ ਕੁਝ ਕਰਕੇ ਦੇਊਗਾ। ਮਤਲਬ ਇਹਦੇ ਵਿੱਚ ਪ੍ਰਾਇਮਰੀ ਪੱਧਰ ਤੇ ਮੈਨੂੰ ਨਹੀਂ ਲੱਗਦਾ ਕੋਈ ਪੀਪੀਟੀ ਕੰਪੀਟੀਸ਼ਨ ਵਰਗੀਆਂ ਕੋਈ ਸੰਭਾਵਨਾਵਾਂ ਸਾਨੂੰ ਤਲਾਸ਼ਣੀਆਂ ਚਾਹੀਦੀਆਂ ਨੇ। ਇਹ ਉੱਪਰਲੇ ਵਰਗਾਂ ਵਾਸਤੇ ਮੁਕਾਬਲਾ ਹੋਣਾ ਚਾਹੀਦਾ। ਉੱਥੇ ਹੌਲੀ ਹੌਲੀ ਜੇ ਬੱਚੇ ਦੀ ਲੰਮੀ ਪ੍ਰੈਕਟਿਸ ਹੈ, ਫਿਰ ਬੱਚੇ ਨੂੰ ਗੂਗਲ ਤੋਂ ਚੀਜ਼ਾਂ ਚੱਕਣੀਆਂ ਵੀ ਆਉਂਦੀਆਂ ਨੇ, ਫਿਰ ਉਸਨੂੰ ਕੰਟੈਂਟ ਵੀ ਇਕੱਠਾ ਕਰਨਾ ਆਉਂਦਾ। ਪਹਿਲਾਂ ਬਹੁਤ ਕੁਝ ਇਕੱਠਾ ਕਰਨਾ ਹੁੰਦਾ ਉਹਦੇ ਬਾਰੇ, ਉਹ ਇਕੱਠਾ ਕਰਕੇ ਫਿਰ ਉਹਦੇ ਵਿੱਚੋਂ ਪਿਕ ਐਂਡ ਚੂਜ਼ ਕਰਨਾ ਹੁੰਦਾ। ਫਿਰ ਉਹ ਪਿਕ ਐਂਡ ਚੂਜ਼ ਕਰਕੇ ਆਪਣੇ ਥੀਮ ਦੇ ਮੁਤਾਬਕ ਤੁਸੀਂ ਸਲਾਈਡਾਂ ਤਿਆਰ ਕਰਨੀਆਂ ਹੁੰਦੀਆਂ ਨੇ, ਫਿਰ ਸਲਾਈਡਾਂ ਦੀ ਡਿਜ਼ਾਈਨਿੰਗ ਕਰਨੀ ਹੁੰਦੀ ਹੈ, ਫਿਰ ਉਹਦੀ ਸੀਕੁਐਂਸਿੰਗ ਕਰਨੀ ਹੁੰਦੀ ਹੈ, ਫਿਰ ਉਹਨੂੰ ਜਿਹੜੀ ਪਲੇ ਕਰਨ ਦਾ ਸਾਡੇ ਕੋਲ ਤਰੀਕਾ ਆਉਣਾ ਚਾਹੀਦਾ ਹੈ। ਫਿਰ ਬਹੁਤ ਸਾਰੀ ਸਾਨੂੰ ਸਲਾਈਡਾਂ ਅੱਗੇ ਪਿੱਛੇ ਕਰਨੀਆਂ ਹੁੰਦੀਆਂ ਨੇ, ਬਹੁਤ ਸਾਰੀਆਂ ਸਲਾਈਡਾਂ ਡਿਲੀਟ ਕਰਨੀਆਂ ਹੁੰਦੀਆਂ ਨੇ, ਵਿੱਚ ਬਹੁਤ ਸਲਾਈਡਾਂ ਐਡ ਕਰਨੀਆਂ ਹੁੰਦੀਆਂ ਨੇ। ਸੋ ਇਹ ਬੜਾ ਟੈਕਨੀਕਲ ਕੰਮ ਹੈ ਪੀਪੀਟੀ ਮੇਕਿੰਗ ਵਾਲਾ। ਇਹਦੇ ਵਾਸਤੇ ਤੁਹਾਡੇ ਕੋਲੇ ਤੁਹਾਨੂੰ ਕੰਪਿਊਟਰ ਦੇ ਉੱਤੇ ਜਾਂ ਲੈਪਟਾਪ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਕਟਿਸ ਦੀ ਜ਼ਰੂਰਤ ਹੈ। ਜਦੋਂ ਤੁਹਾਡਾ ਹੱਥ ਬਹੁਤ ਆਸਾਨੀ ਨਾਲ ਇਹਨਾਂ ਸੌਫਟਵੇਅਰਾਂ ਚੱਲਣ ਲੱਗ ਗਿਆ, ਫਿਰ ਤੁਸੀਂ ਇਹਨਾਂ ਮੁਕਾਬਲਿਆਂ ਬਾਰੇ ਸੋਚ ਸਕਦੇ ਹੋ। ਫਿਰ ਵੀ ਤੁਹਾਡੇ ਕੋਲੇ ਇੱਕ ਸੂਝ ਹੋਣੀ ਚਾਹੀਦੀ ਹੈ ਕਿ ਤੁਸੀਂ ਕੰਟੈਂਟ ਕਿੱਥੋਂ ਲੈ ਕੇ ਆਉਣਾ ਤੇ ਉਸ ਕੰਟੈਂਟ ਨੂੰ ਯੂਜ਼ ਕਿਵੇਂ ਕਰਨਾ ਹੈ, ਉਸ ਕੰਟੈਂਟ ਨੂੰ ਸੀਰੀਅਲ ਵਾਈਜ਼ ਕਿਵੇਂ ਕਰਨਾ ਹੈ, ਉਸ ਕੰਟੈਂਟ ਨੂੰ ਉਹਦੇ ਵਿੱਚ ਆਪਾਂ ਜਦੋਂ ਸਲਾਈਡਾਂ ਦੇ ਵਿੱਚ ਲੈ ਕੇ ਆਉਣਾ ਉਹਨੂੰ ਡਿਜ਼ਾਈਨ ਕਿਵੇਂ ਕਰਨਾ ਹੈ। ਸੋ ਇਹ ਮੁਕਾਬਲਾ ਪ੍ਰਾਇਮਰੀ ਪੱਧਰ ਦਾ ਮੁਕਾਬਲਾ ਨਹੀਂ ਬਣਦਾ ਹੈਗਾ। ਜੇ ਪ੍ਰਾਇਮਰੀ ਪੱਧਰ ਤੇ ਇਸ ਨੂੰ ਲੈ ਕੇ ਆਉਣੇ ਫਿਰ ਤਾਂ ਬਸ ਟੀਚਰ ਹੀ ਬਣਾ ਕੇ ਭੇਜ ਦਿੰਦੇ ਨੇ। ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸੰਬੰਧ ਜਿਹੜੇ ਕੰਪੀਟੀਸ਼ਨ ਸੀ ਉਹਦੇ ਵਿੱਚ ਮੈਂ ਇਹੀ ਦੇਖਿਆ ਕਿ ਬਹੁਤ ਸਾਰੇ ਟੀਚਰ ਆਪ ਹੀ ਪੀਪੀਟੀਆਂ ਬਣਾ ਕੇ ਬੱਚਿਆਂ ਦੇ ਨਾਂ ਤੇ ਪਾ ਦਿੰਦੇ ਸੀ ਆਨਲਾਈਨ, ਤੇ ਉਹਨਾਂ ਦੇ ਵਿੱਚੋਂ ਫਿਰ ਅੱਗੇ ਅਸੀਂ ਪੋਜੀਸ਼ਨਾਂ ਕੱਢ ਦਿੰਦੇ ਸੀ। ਜਦੋਂ ਬਣਾਉਣ ਦਾ ਤਰੀਕਾ ਹੀ ਫੇਕ ਹੈ, ਫਿਰ ਜਜਮੈਂਟ ਵੀ ਉਹਦੀ ਫੇਕ ਹੀ ਹੋਣੀ ਤੇ ਸਾਰਾ ਮੁਕਾਬਲਾ ਫੇਕ ਹੋ ਜਾਂਦਾ ਹੈ। ਸੋ ਫੇਕਨੈਸ ਤੋਂ ਬਚਣ ਲਈ ਸਾਨੂੰ ਲੈਵਲਿੰਗ ਦੇਖਣੀ ਚਾਹੀਦੀ ਹੈ ਕਿ ਕਿਹੜੇ ਲੈਵਲ ਤੇ ਕਿਹੜੇ ਮੁਕਾਬਲੇ ਹੋਣੇ ਚਾਹੀਦੇ ਨੇ। ਅਕਸਰ ਅਸੀਂ ਬਹੁਤ ਸਾਰਾ ਧੱਕਾ ਕਰ ਜਾਂਦੇ ਹਾਂ ਬੱਚਿਆਂ ਨਾਲ। ਜਿਵੇਂ ਮੰਨ ਲਓ ਨਾਟਕ ਦਾ ਮੁਕਾਬਲਾ ਹੈ, ਉਹ ਮਤਲਬ ਜੇ ਤੁਸੀਂ ਪ੍ਰਾਇਮਰੀ ਲੈਵਲ ਤੱਕ ਦੇ ਬੱਚਿਆਂ ਕੋਲੇ ਲੈ ਕੇ ਆਓਗੇ ਤਾਂ ਉਹਨਾਂ ਨਾਲ ਕਿਸਮ ਦੀ ਬੇਇਨਸਾਫੀ ਹੁੰਦੀ ਹੈ। ਉੱਥੇ ਸਕਿੱਟ ਦਾ ਮੁਕਾਬਲਾ ਤਾਂ ਛੋਟਾ ਮੋਟਾ ਹੋ ਸਕਦਾ ਹੈਗਾ, ਜਾਂ ਕੋਰੀਓਗ੍ਰਾਫੀ ਤਾਂ ਹੋ ਸਕਦੀ ਹੈ, ਇਸ ਰੂਪ ਦੇ ਨਿੱਕੇ ਨਿੱਕੇ ਚੀਜ਼ਾਂ ਤਾਂ ਹੋ ਸਕਦੀਆਂ ਨੇ, ਪਰ ਐਡਾ ਵੱਡਾ ਨਾਟਕ ਜਿਹੜਾ ਨਾ ਹੀ ਬੱਚੇ ਯਾਦ ਕਰ ਸਕਦੇ ਨੇ, ਨਾ ਬੱਚਿਆਂ ਦੀ ਰੇਂਜ ਦੇ ਵਿੱਚ ਆਉਂਦੇ, ਨਾ ਬੱਚੇ ਇੰਨੀ ਪ੍ਰੈਕਟਿਸ ਕਰ ਸਕਦੇ ਨੇ, ਨਾ ਬੱਚਿਆਂ ਨੂੰ ਤਿਆਰ ਕਰਾਉਣ ਵਾਲੇ ਲੋਕ ਉਸ ਲੈਵਲ ਤੇ ਹੁੰਦੇ ਨੇ। ਸੋ ਸਾਨੂੰ ਪੀਪੀਟੀ ਬਾਰੇ ਇਹ ਦੇਖਣਾ ਚਾਹੀਦਾ ਕਿ ਇਹਨੂੰ ਕਿਸ ਲੈਵਲ ਤੇ ਇੰਟਰੋਡਿਊਸ ਕਰਨਾ ਚਾਹੀਦਾ। ਬਹੁਤ ਟੈਕਨੀਕਲ ਤੇ ਬਹੁਤ ਸੂਝ ਵਾਲਾ ਮੁਕਾਬਲਾ ਹੈ। ਜੀ ਸਰ, ਵਿਜ਼ੂਅਲ ਆਰਟਸ ਬਾਰੇ ਜਿੰਨੀਆਂ ਵੀ ਗੱਲਾਂ ਬਾਤਾਂ ਅੱਜ ਅਸੀਂ ਕੀਤੀਆਂ ਸਾਰੀਆਂ ਬੜੀਆਂ ਕਮਾਲ ਦੀਆਂ ਰਹੀਆਂ ਤੇ ਬੜਾ ਕੁਝ ਨਿਖਰ ਕੇ ਸਾਹਮਣੇ ਆਇਆ ਬਹੁਤ ਸਾਰੇ ਮੁਕਾਬਲਿਆਂ ਦੇ ਬਾਰੇ। ਤੇ ਹਲੇ ਵੀ ਭਾਵੇਂ ਬਹੁਤ ਕੁਝ ਬਾਕੀ ਹੈ, ਇਸ ਬਾਰੇ ਹੋਰ ਚਰਚਾ ਹੋ ਸਕਦੀ ਹੈ, ਪਰ ਮੈਨੂੰ ਲੱਗਦਾ ਵੀ ਅਸੀਂ ਜਦੋਂ ਅਗਲੇ ਸਮੇਂ ਦੇ ਵਿੱਚ ਜਾਂ ਅਗਲੇ ਹਫ਼ਤੇ ਸਾਹਿਤਕ ਮੁਕਾਬਲਿਆਂ ਬਾਰੇ ਕੋਈ ਪ੍ਰੋਗਰਾਮ ਲਿਖਾਂਗੇ ਤਾਂ ਉਸ ਮੌਕੇ ਰਹਿੰਦੀਆਂ ਗੱਲਾਂ ਨੂੰ ਉੱਥੇ ਵੀ ਅਸੀਂ ਵਿਚਾਰਾਂਗੇ। ਤੇ ਅੱਜ ਸਾਡੇ ਨਾਲ ਕਾਫੀ ਸਾਰੇ ਸਾਥੀ ਜੁੜੇ ਹੋਏ ਨੇ, ਤੇ ਜਿਨ੍ਹਾਂ ਸਾਥੀਆਂ ਨੇ ਪੂਰਾ ਪ੍ਰੋਗਰਾਮ ਸੁਣਿਆ ਉਹਨਾਂ ਦਾ ਜੇਕਰ ਕੋਈ ਸਵਾਲ ਹੋਵੇ ਤਾਂ ਉਹ ਅਸੀਂ ਲੈ ਸਕਦੇ ਹਾਂ, ਪਰ ਦੁਹਰਾਓ ਤੋਂ ਬਚਿਆ ਜਾਵੇ ਤੇ ਸਮੇਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ। ਸਰ ਮੇਰਾ ਇੱਕ ਸਵਾਲ ਸੀ ਜੀ, ਮੈਂ ਮੋਗਾ ਡਿਸਟ੍ਰਿਕਟ ਤੋਂ ਬੋਲ ਰਿਹਾ ਸਰ। ਜੀ ਸਰ, ਜਿਹੜੇ ਮੁਕਾਬਲੇ ਹੁਣ ਡਿਸਟ੍ਰਿਕਟ ਲੈਵਲ ਦੇ ਮੁਕਾਬਲੇ ਹੋਣੇ ਆ ਕੋਲਾਜ ਮੇਕਿੰਗ, ਸਕਿੱਟ ਤੇ ਕੋਰੀਓਗ੍ਰਾਫੀ ਦਾ ਸਰ, ਉਸ ਦੇ ਲਈ ਨਾ ਸਰ ਪੁਆਇੰਟਸ ਟੇਬਲ ਸਾਨੂੰ ਬਣ ਕੇ ਨਹੀਂ ਉੱਪਰੋਂ ਆਇਆ। ਜਿਵੇਂ ਪਹਿਲਾਂ ਮੁਕਾਬਲੇ ਹੋਏ ਸੀ, 8 ਮੁਕਾਬਲੇ ਪਹਿਲਾਂ ਹੋਏ ਸੀ, ਉਹਨਾਂ ਦੇ ਪੁਆਇੰਟਸ ਨਾਲ ਲਿਖ ਕੇ ਆ ਗਏ ਸੀ ਜੱਜਮੈਂਟ ਦੇ ਲਈ। ਉਹ ਹੁਣ ਉਹ ਪੁਆਇੰਟਸ ਸਰ ਇਸ ਵਾਰੀ ਨਹੀਂ ਆਏ ਜੀ, ਪਲੀਜ਼ ਉਹ ਸੈਂਡ ਕਰ ਦਿਓ ਜੀ ਕਿਤਾਂ ਜੀ। ਇੱਕ ਸਰ ਦੂਸਰਾ ਹੋਰ ਹੈ, ਸਕਿੱਟ ਦੇ ਲਈ ਜਿਹੜਾ ਟਾਈਮ ਦਿੱਤਾ ਗਿਆ ਨਾ, ਟਾਈਮ 10 ਤੋਂ 12 ਮਿੰਟ ਦਾ ਜੀ। ਉਹ ਟਾਈਮ ਹੈ ਕਿ ਜੇ ਛੋਟੇ ਬੱਚਿਆਂ ਲਈ ਦੇਖਿਆ, ਪ੍ਰਾਇਮਰੀ ਪੱਧਰ ਤੇ ਦੇਖਿਆ ਜਾਵੇ ਤਾਂ ਟਾਈਮ ਬਹੁਤ ਜ਼ਿਆਦਾ ਜੀ ਬੱਚਿਆਂ ਲਈ ਜੀ। ਉਹ ਪਲੀਜ਼ ਉਹ ਟਾਈਮ ਦਾ ਕਨਫਰਮ ਕਰ ਦਿਓ ਜੀ, ਉਹ ਪਲੀਜ਼ ਜੀ। ਇਹਦੇ ਵਿੱਚ ਦੋ ਗੱਲਾਂ ਨੇ। ਪਹਿਲੀ ਗੱਲ ਕਹੀ ਹੈ ਉਹ ਬਿਲਕੁਲ ਠੀਕ ਹੈ। ਜਿਹੜੀਆਂ ਅਥਾਰਟੀਜ਼ ਨੇ ਡਿਸਟ੍ਰਿਕਟ ਲੈਵਲ ਤੇ ਜਾਂ ਸਟੇਟ ਲੈਵਲ ਤੇ, ਉਹਨਾਂ ਨੂੰ ਕਲੀਅਰ ਕੱਟ ਜਿਹੜੇ ਰੂਲਸ ਨੇ ਉਹ ਥੱਲੇ ਤੱਕ ਭੇਜਣੇ ਚਾਹੀਦੇ ਨੇ, ਤਾਂ ਕਿ ਇੱਕ ਕਾਮਨ ਗਾਈਡਲਾਈਨ ਜਿਹੜੀਆਂ ਹੈਗੀਆਂ ਨੇ ਉਹ ਹੇਠਲੇ ਲੈਵਲ ਤੱਕ ਚਲੇ ਜਾਣ। ਜਿਹੜੀ ਗੱਲ ਤੁਸੀਂ ਟਾਈਮ ਦੀ ਕੀਤੀ ਹੈ, ਟਾਈਮ ਦੇ ਮਾਮਲੇ 'ਚ ਫਿਲਹਾਲ ਤਾਂ ਮੈਨੂੰ ਲੱਗਦਾ ਕਿ ਇਸ ਸਟੇਜ ਤੇ ਹੁਣ ਇਹ ਚੇਂਜ ਨਹੀਂ ਕਰਨਾ ਚਾਹੀਦਾ, ਕਿਉਂਕਿ ਬਲਾਕ ਲੈਵਲ ਤੇ ਜਾਂ ਤਹਿਸੀਲ ਲੈਵਲ ਤੇ ਜਾਂ ਕਈ ਜ਼ਿਲ੍ਹਿਆਂ ਦੇ ਵਿੱਚ ਡਿਸਟ੍ਰਿਕਟ ਲੈਵਲ ਤੇ ਵੀ ਮੁਕਾਬਲੇ ਹੋ ਚੁੱਕੇ ਨੇ। ਤਾਂ ਸਕਿੱਟ ਜੇ ਤੁਸੀਂ 10 ਮਿੰਟ ਦੀ ਤਿਆਰ ਕਰਾਤੀ ਜਾਂ 11 ਮਿੰਟ ਦੀ ਤਿਆਰ ਕਰਾਤੀ ਤਾਂ ਤੁਸੀਂ ਉਹਨੂੰ ਅੱਗੇ ਜਾ ਕੇ ਨਾ ਉਸਨੂੰ ਘਟਾ ਸਕਦੇ ਹੋ ਤੇ ਨਾ ਉਸਨੂੰ ਬਹੁਤਾ ਵਧਾ ਸਕਦੇ ਹੋ। ਇਹ ਬਹੁਤ ਅਰਲੀ ਸਟੇਜ ਤੇ ਹੋਣਾ ਚਾਹੀਦਾ ਸੀ। ਜਦੋਂ ਸਕਿੱਟ ਦੇ ਮੁਕਾਬਲੇ ਹੇਠਲੇ ਲੈਵਲ ਤੱਕ ਆਏ ਸੀ ਉਦੋਂ ਹੀ ਮਤਲਬ ਹੋਣਾ ਚਾਹੀਦਾ ਸੀ ਕਿ ਪ੍ਰਾਇਮਰੀ ਲੈਵਲ ਦੀਆਂ ਜਿਹੜੀਆਂ ਸਕਿੱਟਾਂ ਨੇ ਉਹ ਉਹਨਾਂ ਦਾ ਟਾਈਮ ਕੋਈ 5 ਤੋਂ 8 ਮਿੰਟ ਹੋ ਸਕਦਾ ਸੀ,
ਜਿਹੜਾ ਅਪਰ ਪ੍ਰਾਇਮਰੀ ਹੈ ਉਹਦੇ ਵਾਸਤੇ 10 ਤੋਂ 12 ਮਿੰਟ ਦਾ ਟਾਈਮ ਠੀਕ ਹੈ, ਉਹਦੇ ਵਾਸਤੇ ਕੋਈ ਪ੍ਰੋਬਲਮ ਨਹੀਂ ਹੈਗੀ, ਕਿਉਂਕਿ ਉਹਦੇ ਵਿੱਚ ਤੁਸੀਂ ਇੱਕ ਥੀਮ ਨੂੰ ਪਰਫਾਰਮ ਕਰਨਾ ਹੁੰਦਾ ਹੈ ਤੇ ਉਹ ਬਹੁਤ ਘੱਟ ਸਮੇਂ ਦੇ ਵਿੱਚ ਹੋ ਵੀ ਨਹੀਂ ਸਕਦਾ ਹੁੰਦਾ, ਪਰ ਉੱਥੇ ਵੀ ਬਹੁਤ ਵਾਰੀ ਬੇਇਨਸਾਫੀ ਹੁੰਦੀ ਹੈ। ਹਾਂ, ਪ੍ਰਾਇਮਰੀ ਲੈਵਲ ਤੇ ਤੁਸੀਂ 5 ਤੋਂ 8 ਮਿੰਟ ਦਾ ਸਮਾਂ ਇਹਦੇ ਵਿੱਚ ਰੱਖ ਸਕਦੇ ਸੀ, ਪਰ ਮੈਨੂੰ ਲੱਗਦਾ ਕਿ ਜਿਸ ਸਟੇਜ ਤੱਕ ਅਸੀਂ ਪਹੁੰਚ ਗਏ, ਕਿਉਂਕਿ ਜਿਵੇਂ ਮੇਰਾ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਹੈ, ਉੱਥੇ ਅਸੀਂ ਡਿਸਟ੍ਰਿਕਟ ਲੈਵਲ ਦੇ ਮੁਕਾਬਲੇ ਵੀ ਕਰਾ ਚੁੱਕੇ ਹਾਂ, ਉਹ ਬੱਚੇ ਸਟੇਟ ਲੈਵਲ ਤੱਕ ਚਲੇ ਗਏ। ਉਹਨਾਂ ਬੱਚਿਆਂ ਨੇ ਬੜੀ ਮਿਹਨਤ ਕਰਕੇ ਆਪਣੀ ਟਾਈਮਿੰਗ ਫਿਕਸ ਕਰ ਲਈ ਕਿ 10 ਤੋਂ 12 ਮਿੰਟ ਦੇ ਵਿੱਚ ਉਹਨਾਂ ਨੇ ਜਿਹੜੀ ਸਕਿੱਟ ਹੈ ਉਹ ਪੇਸ਼ ਕਰਨੀ ਹੈ, ਜਾਂ ਕੋਰੀਓਗ੍ਰਾਫੀ ਦਾ ਜਿਹੜਾ ਸਮਾਂ ਹੈ ਉਹ ਜਿਹੜਾ ਆਇਆ ਹੋਇਆ ਹੈ। ਸੋ ਇਸ ਲੈਵਲ ਤੇ ਇਹਦੇ ਵਿੱਚ ਕੋਈ ਚੇਂਜ ਨਹੀਂ ਕਰਨੀ ਚਾਹੀਦੀ, ਇਸ ਲੈਵਲ ਤੇ ਤਾਂ 10 ਤੋਂ 12 ਮਿੰਟ ਰਹਿਣਾ ਚਾਹੀਦਾ, ਪਰ ਫਰਦਰ ਇਸ ਤੇ ਸੋਚਿਆ ਜਾਣਾ ਚਾਹੀਦਾ ਹੈ। ਪ੍ਰਾਇਮਰੀ ਲੈਵਲ ਦੀ ਟਾਈਮਿੰਗ ਜ਼ਰੂਰ ਥੋੜੀ ਬਹੁਤੀ ਘੱਟ ਹੋਣੀ ਚਾਹੀਦੀ ਹੈ, ਜਾਂ ਅਸੀਂ ਇਹਨੂੰ ਫਿਰ ਅਪਰ ਲਿਮਿਟ ਰੱਖ ਦਈਏ, ਇਸ ਨੂੰ ਲੋਅਰ ਲਿਮਿਟ ਨਾ ਰੱਖੀਏ। ਅਸੀਂ ਇਹ ਕਰ ਲਈਏ ਕਿ 10 ਮਿੰਟ ਤੱਕ ਦੀ ਸਕਿੱਟ ਹੋਣੀ ਚਾਹੀਦੀ ਹੈ। ਉੱਥੇ ਜੇ 10 ਤੋਂ 7 ਦੀ ਵੀ ਰਹਿ ਜਾਊਗੀ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ, 6 ਦੀ ਵੀ ਰਹਿ ਜਾਊਗੀ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਹੈਗੀ। ਹਾਂ, ਬਿਲਕੁਲ 1-2 ਮਿੰਟ ਤੇ ਸਕਿੱਟ ਹੋ ਹੀ ਨਹੀਂ ਸਕਦੀ ਹੁੰਦੀ। ਇਹਦੇ ਨਾਲੋਂ ਸਕਿੱਟ ਬਾਰੇ ਤੇ ਕੋਰੀਓਗ੍ਰਾਫੀ ਬਾਰੇ ਜਿਹੜੇ ਬੇਸਿਕ ਰੂਲਸ ਨੇ ਸਾਨੂੰ ਉਹ ਪਤਾ ਹੋਣਾ ਚਾਹੀਦਾ ਹੈ। ਮੈਂ ਬਹੁਤ ਥਾਵਾਂ ਤੇ ਜੱਜਮੈਂਟ ਕੀਤੀ ਵੀ ਹੈ ਤੇ ਬਹੁਤ ਥਾਵਾਂ ਤੇ ਮੈਨੂੰ ਫੋਨ ਵੀ ਆਉਂਦੇ ਨੇ, ਸਕਿੱਟਾਂ ਦੇ ਨਾਂ ਤੇ ਕੋਰੀਓਗ੍ਰਾਫੀ ਹੋਈ ਜਾਂਦੇ ਨੇ, ਕੋਰੀਓਗ੍ਰਾਫੀਆਂ ਦੇ ਨਾਂ ਤੇ ਐਕਸ਼ਨ ਸੌਂਗ ਹੋਈ ਜਾਂਦੇ ਨੇ, ਐਕਸ਼ਨ ਸੌਂਗ ਦੇ ਨਾਂ ਤੇ ਗਰੁੱਪ ਡਾਂਸ ਹੋਈ ਜਾਂਦੇ ਨੇ। ਉੱਥੇ ਬਹੁਤ ਜ਼ਿਆਦਾ ਭੰਬਲ ਭੂਸ ਹੈ। ਅਸੀਂ ਰੂਲ ਬਹੁਤ ਟੈਕਨੀਕਲ ਜੇ ਦੱਸ ਦਿੰਦੇ ਆ ਕਿ ਇੰਨਾ ਸਮਾਂ ਹੋਣਾ ਚਾਹੀਦਾ, ਇੰਨੇ ਐਕਟਰ ਹੋਣੇ ਚਾਹੀਦੇ ਨੇ। ਜਦੋਂ ਤੁਸੀਂ ਕੋਰੀਓਗ੍ਰਾਫੀ ਦੇ ਰੂਲ ਭੇਜਦੇ ਹੋ, ਸਭ ਤੋਂ ਪਹਿਲਾਂ ਇੱਕ ਪੈਰਾ ਲਿਖਿਆ ਹੋਣਾ ਚਾਹੀਦਾ ਕਿ ਕੋਰੀਓਗ੍ਰਾਫੀ ਹੁੰਦੀ ਕੀ ਹੈ, ਕੋਲਾਜ ਹੁੰਦਾ ਕੀ ਹੈ, ਪੋਸਟਰ ਹੁੰਦਾ ਕੀ ਹੈ, ਸਕਿੱਟ ਹੁੰਦੀ ਕੀ ਹੈ। ਇੱਕ ਘੱਟੋ ਘੱਟ ਪੈਰਾ 8-10 ਲਾਈਨਾਂ ਦਾ ਇੱਕ ਹੋਣਾ ਚਾਹੀਦਾ, ਜਿਹਦੇ ਵਿੱਚ ਤੁਸੀਂ ਬੇਸਿਕ ਇਨਫੋਰਮੇਸ਼ਨ ਦਿਓ। ਇਹ ਜਿਹੜੀ ਤੁਹਾਡੀ ਰੂਲ ਬੁੱਕ ਹੁੰਦੀਆਂ ਨੇ, ਇਹਦੇ ਵਿੱਚ ਅਸਲ ਦੇ ਵਿੱਚ ਰੂਲ ਇਹਦੇ ਬਹੁਤ ਸਿੱਧੇ ਜਿਹੇ ਰੂਲ ਹੁੰਦੇ ਨੇ। ਇਹਦੇ ਵਿੱਚ ਮੇਨਲੀ ਸਭ ਤੋਂ ਵੱਧ ਸਮਾਂ ਦਿੱਤਾ ਹੁੰਦਾ ਕਿ ਸਮਾਂ ਕਿੰਨਾ ਹੋਊਗਾ, ਸਭ ਤੋਂ ਵੱਧ ਇਹਦੇ ਵਿੱਚ ਐਕਟਰ ਕਿੰਨੇ ਹੋਣਗੇ ਉਹ ਹੋਊਗਾ। ਹੋਰ ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਰੂਲ ਨਹੀਂ ਦਿੱਤਾ ਹੁੰਦਾ। ਜਿਹੜੀ ਜੱਜਮੈਂਟ ਵਾਲੀ ਗੱਲ ਹੈ, ਇਹ ਜਿਵੇਂ ਪਹਿਲਾਂ ਆਈ ਸੀ ਗੱਲ, ਮੈਡਮ ਸੂਨਜੀਤ ਨੇ ਕਹੀ ਸੀ, ਮੈਂ ਬਿਲਕੁਲ ਇਹਦੇ ਹੱਕ ਦੇ ਵਿੱਚ ਹਾਂ ਕਿ ਸਾਨੂੰ ਇਹੋ ਜਿਹੀ ਵੰਡ ਕਰਨੀ ਹੋਈ ਨਹੀਂ ਚਾਹੀਦੀ ਹੈਗੀ ਕਿ ਇਹਦੇ ਇੰਨੇ ਨੰਬਰ ਲੱਗਣਗੇ ਜੀ, ਇਹਦੇ ਇੰਨੇ ਨੰਬਰ ਲੱਗਣਗੇ। ਸਿਰਫ ਇੰਨਾ ਦੱਸ ਦੇਣਾ ਚਾਹੀਦਾ ਹੈ ਕਿ ਸਕਿੱਟ ਦੇ ਵਿੱਚ ਜਿਹੜੀ ਪਾਤਰਾਂ ਦੀ ਐਕਟਿੰਗ ਹੈ, ਸਕਿੱਟ ਦੇ ਵਿੱਚ ਬਲੌਕਿੰਗ ਹੈ, ਸਕਿੱਟ ਦੇ ਵਿੱਚ ਜਿਹੜੀ ਇੱਕ ਥੀਮ ਹੈ, ਥੀਮ ਦੀ ਪੇਸ਼ਕਾਰੀ, ਸਕਿੱਟ ਦੇ ਵਿੱਚ ਹਾਸ ਵਿਅੰਗ, ਇਹ ਐਲੀਮੈਂਟ ਹੋਣੇ ਚਾਹੀਦੇ ਨੇ। ਇਹ ਨਹੀਂ ਕਿ ਇਹਦੇ 10 ਨੰਬਰ ਹੋਣਗੇ, ਇਹਦੇ 5 ਨੰਬਰ ਹੋਣਗੇ। ਇਹ ਤਾਂ ਇੱਕ ਕਾਮਨ ਸੈਂਸ ਹੈ। ਜਦੋਂ ਜੱਜ ਸਾਹਮਣੇ ਬੈਠਾ ਦੇਖ ਰਿਹਾ ਹੈ, ਉਹਨੂੰ ਨੰਬਰ ਵੰਡ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ। ਉਹ ਮਤਲਬ ਐ ਨੰਬਰ ਲਾ ਕੇ ਜੱਜਮੈਂਟ ਨਹੀਂ ਕਦੇ ਵੀ ਕਰਦਾ ਹੁੰਦਾ। ਉਹਨੂੰ ਓਵਰਆਲ ਸਮਝ ਆਉਂਦੀ ਹੈ ਚੀਜ਼ ਦੀ ਕਿ ਇਸ ਵਿਧਾ ਨਾਲ ਕਿੰਨਾ ਕੁ ਜਸਟੀਫਿਕੇਸ਼ਨ ਕਰ ਸਕਿਆ ਕਿ ਨਹੀਂ ਕਰ ਸਕਿਆ ਹੈਗਾ। ਉਹ ਬਹੁਤ ਬੜਾ ਟੈਕਨੀਕਲ ਜਿਹਾ ਇਸ਼ੂ ਹੁੰਦਾ। ਤੁਸੀਂ ਜੱਜਮੈਂਟ ਨੂੰ ਕਦੇ ਵੀ ਕਲਾਮਾਂ ਦੀ ਜੱਜਮੈਂਟ ਨੂੰ ਐ ਨਹੀਂ ਤੁਸੀਂ ਵੰਡ ਸਕਦੇ ਹੈਗੇ। ਹਾਂ, ਤੁਸੀਂ ਹੋਰ ਕੋਈ ਮੁਕਾਬਲਾ ਹੈਗਾ ਉਹਦੇ ਵਿੱਚ ਤੁਸੀਂ ਫਾਉਲ ਦੇ ਨੰਬਰ ਕੱਟ ਸਕਦੇ ਹੋ ਜਾਂ ਉਹਦੇ ਨੰਬਰ ਜੋੜ ਸਕਦੇ ਹੋ, ਵੱਖਰੀ ਗੱਲ ਹੈ। ਪਰ ਕਲਾਮਾਂ ਦੀ ਜੱਜਮੈਂਟ ਉਹਦੇ ਪ੍ਰਭਾਵ ਚੋਂ ਹੁੰਦੀ ਹੈ, ਉਹਦੀ ਸਮੁੱਚੀ ਪੇਸ਼ਕਾਰੀ ਚੋਂ ਹੁੰਦੀ ਹੈ। ਉਹਦੀ ਅੱਗੇ ਜਦੋਂ ਵੰਡ ਕਰ ਲੈਂਦੇ, ਇਹਦੇ 5 ਨੰਬਰ, ਇਹਦੇ 4 ਨੰਬਰ, ਇਹਦੇ 10 ਨੰਬਰ, ਇਹਦੇ 20 ਨੰਬਰ, ਉਹਦੇ ਨਾਲ ਬਹੁਤ ਅਸੀਂ ਮਕੈਨੀਕਲ ਹੋ ਜਾਂਦੇ ਆ ਤੇ ਉਹ ਟੀਚਰਾਂ ਦੇ ਲੈਵਲ ਤੇ ਵੀ ਭੰਬਲ ਭੂਸਾ ਹੁੰਦਾ ਹੈ। ਟੀਚਰ ਸੋਚਣ ਲੱਗਦੇ ਨੇ ਜੀ ਬਲੌਕਿੰਗ ਦੇ 10 ਨੰਬਰ ਨੇ, ਹੁਣ ਬਲੌਕਿੰਗ ਕੀ ਹੋਊਗੀ ਜੀ, ਬਲੌਕਿੰਗ ਕਿਵੇਂ ਕਰਾਂਗੇ ਜੀ। ਸੋ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਇਹਨਾਂ ਥਾਵਾਂ ਤੇ ਸਾਨੂੰ ਵੱਧ ਫੋਕਸ ਕਰਨਾ ਚਾਹੀਦਾ ਹੈ। ਘੱਟੋ ਘੱਟ ਇੱਕ ਪੈਰਾ ਸਾਨੂੰ ਉਸ ਈਵੈਂਟ ਬਾਰੇ ਦੇਣਾ ਚਾਹੀਦਾ ਹੈ ਕਿ ਉਹ ਈਵੈਂਟ ਹੈ ਕੀ, ਉਹਦੀਆਂ ਸਪੈਸੀਫਿਕੇਸ਼ਨਸ ਕੀ ਨੇ, ਉਹਦੀ ਡੈਫੀਨੇਸ਼ਨ ਕੀ ਹੈ, ਤਾਂ ਕਿ ਟੀਚਰਾਂ ਨੂੰ ਮੁੱਢਲੇ ਤੌਰ ਤੇ ਪਤਾ ਲੱਗ ਜੇ ਕਿ ਸਕਿੱਟ ਇੱਕ ਹਾਸ ਵਿਅੰਗ ਆਧਾਰਿਤ ਥੀਏਟਰ ਦੀ ਇੱਕ ਇਹੋ ਜਿਹੀ ਬਣ ਗਈ ਹੈ ਜਿਹਦੇ ਵਿੱਚ ਤੁਸੀਂ ਕਿਸੇ ਥੀਮ ਨੂੰ ਕੁਝ ਐਕਟਰਾਂ ਦੀ ਮਦਦ ਰਾਹੀਂ ਪਰਫਾਰਮ ਕਰਨਾ ਹੁੰਦਾ ਹੈ। ਕੋਈ ਪਿੱਛੇ ਰਿਕਾਰਡਡ ਡਾਇਲਾਗ ਨਹੀਂ ਹੋ ਸਕਦਾ ਹੁੰਦਾ, ਕੋਈ ਸਾਰੀ ਸਕਿੱਟ ਗਾਣਿਆਂ ਤੇ ਨਹੀਂ ਚੱਲਦੀ ਹੁੰਦੀ, ਸਕਿੱਟ ਸੀਰੀਅਸ ਨਹੀਂ ਹੁੰਦੀ ਹੈਗੀ, ਸਕਿੱਟ ਦੀ ਸ਼ੈਲੀ ਹਾਸ ਵਿਅੰਗ ਦੀ ਹੁੰਦੀ ਹੈ, ਉਹਦੇ ਵਿੱਚ ਹਾਸ ਵਿਅੰਗ ਰਾਹੀਂ ਤੁਸੀਂ ਆਪਣਾ ਥੀਮ ਪੇਸ਼ ਕਰਨਾ ਹੁੰਦਾ ਹੈ। ਇਹ ਬੇਸਿਕ ਗੱਲਾਂ ਨੇ। ਇਸ ਤਰ੍ਹਾਂ ਕੋਰੀਓਗ੍ਰਾਫੀ ਬਾਰੇ, ਇਸ ਤਰ੍ਹਾਂ ਬਾਕੀ ਵਿਧਾਵਾਂ ਬਾਰੇ ਇਹ ਗੱਲਾਂ ਹੋਣੀਆਂ ਚਾਹੀਦੀਆਂ ਨੇ, ਤਾਂ ਅਸੀਂ ਹੇਠਲੇ ਲੈਵਲ ਤੇ ਇਹਦਾ ਜਿਹੜੀ ਕਨਫਿਊਜ਼ਨ ਹੈ ਉਹ ਘੱਟ ਕਰ ਸਕਾਂਗੇ। ਪਰ ਟਾਈਮਿੰਗ ਇਸ ਲੈਵਲ ਤੇ ਮੈਨੂੰ ਲੱਗਦਾ ਨਹੀਂ ਹੋਣੀ ਚਾਹੀਦੀ ਚੇਂਜ। ਜੀ ਬਹੁਤ ਹਾਂਜੀ ਧੰਨਵਾਦ। ਹਲਕਾ ਜਿਹਾ ਮੈਂ ਦੱਸਦੀ ਹਾਂ। ਦੇਖੋ, ਇਹਦੇ ਚ ਆਪਾਂ 8 ਤੋਂ 10 ਪਾਤਰ ਲੈਂਦੇ ਆ, ਹਨਾ। ਹਰੇਕ ਪਾਤਰ ਨੇ 1 ਮਿੰਟ ਚ ਘੱਟੋ ਘੱਟ ਆਪਣਾ ਇੰਪ੍ਰੈਸ਼ਨ ਤਾਂ ਦੇਣਾ ਹੀ ਆ ਨਾ। ਸੋ ਜਿਹੜੀਆਂ ਟਾਈਮਿੰਗਸ ਨੇ ਇਹ ਬਿਲਕੁਲ ਐਕੂਰੇਟ ਨੇ, ਬਟ ਇਹ ਸਕਿੱਟ ਨਹੀਂ ਹੈ। ਸਕਿੱਟ ਦਾ ਨਾਮ ਗਲਤ ਰੱਖਿਆ ਗਿਆ, ਇਹ ਛੋਟਾ ਨਾਟਕ ਹੈ। ਜਿੱਦਾਂ ਸਰ ਨੇ ਕਿਹਾ ਹਾਸ 15 ਅਗਸਤ ਤੇ ਅਸੀਂ ਹਾਸ ਰਸ ਦਾ ਸਿਸਟਮ ਨਹੀਂ ਰੱਖਣਾ, ਉਹ ਹੋ ਸਕਦਾ ਕਿ ਇੱਕ ਅੱਧਾ ਹੋਵੇ, ਹਨਾ। ਇਹਦੇ ਵਿੱਚ ਮਿਊਜ਼ਿਕ 1-1.5 ਮਿੰਟ ਦਾ ਹੋਊਗਾ ਜਿਹਨੇ ਆਪਦਾ ਰੂਪ ਉਭਾਰਨਾ। ਮਤਲਬ ਜੇ ਆਪਾਂ ਪ੍ਰੋਪਰ ਚਾਹੁੰਦੇ ਆ ਨਾ ਕਿ ਬੱਚਿਆਂ ਨੂੰ ਇਹ ਰੂਪ ਦੇਈਏ 8-10 ਬੱਚੇ, ਇਹਦੀਆਂ ਇੰਨੀਆਂ ਟਾਈਮਿੰਗਸ ਤਾਂ ਬਿਲਕੁਲ ਸਹੀ ਨਹੀਂ, ਕਿਉਂਕਿ ਨਹੀਂ ਤਾਂ ਇੰਪ੍ਰੈਸ਼ਨ ਹੀ ਮੁੱਕ ਜੂਗਾ, ਸਿਰਫ ਗੱਲਬਾਤ ਹੋ ਜੂਗੀ ਸਪੀਡੀ ਕਰਕੇ। ਨਹੀਂ, ਪਰ ਅਸੀਂ ਕਨਫਿਊਜ਼ਨ ਤਾਂ ਬਹੁਤ ਵੱਡਾ ਕ੍ਰੀਏਟ ਕਰਤਾ ਨਾ। ਸਕਿੱਟ ਤਾਂ ਮੈਂ ਲਗਭਗ 25-30 ਸਾਲਾਂ ਤੋਂ ਯੂਥ ਫੈਸਟੀਵਲ ਨਾਲ ਜੁੜਿਆ ਹੋਇਆ।
ਸਕਿੱਟ ਇੱਕ ਸਪੈਸੀਫਿਕ ਵਿਧਾ ਹੈ। ਤੁਸੀਂ ਸਕਿੱਟ ਨੂੰ ਸ਼ਾਰਟ ਪਲੇ ਨਾਲ ਕੰਪੈਰੀਜ਼ਨ ਨਹੀਂ ਕਰ ਸਕਦੇ। ਸ਼ਾਰਟ ਪਲੇ ਇੱਕ ਬਹੁਤ ਵੱਖਰੀ ਟਰਮ ਹੈ ਥੀਏਟਰ ਦੀ, ਤੇ ਸਕਿੱਟ ਇੱਕ ਵੱਖਰੀ ਟਰਮ ਹੈ। ਜੇ ਅਸੀਂ ਸਕਿੱਟ, ਮੈਂ ਇਹ ਗੱਲ ਮੰਨਦਾ ਕਿ ਸਕਿੱਟ ਨਹੀਂ ਹੋਣਾ ਚਾਹੀਦਾ ਸੀ, ਕਿਉਂਕਿ ਆਜ਼ਾਦੀ ਦੇ 75 ਸਾਲਾਂ ਤੇ ਹਾਸ ਵਿਅੰਗ ਦੇ ਵਿੱਚ ਕੋਈ ਚੀਜ਼ ਲਿਖਣੀ ਬਹੁਤ ਔਖੀ ਕੰਮ ਹੈ। ਮੈਂ ਕੁਝ ਇਹੋ ਜਿਹੇ ਐਕਸਪੈਰੀਮੈਂਟ ਕੀਤੇ ਨੇ, ਪਰ ਮੈਨੂੰ ਪਤਾ ਹੈ ਕਿ ਇਹ ਤੇ ਕੋਈ ਥੀਮ ਬਿਲਡ ਕਰਨਾ ਬਹੁਤ ਜ਼ਿਆਦਾ ਔਖਾ ਹੈ ਹਾਸ ਵਿਅੰਗ ਦੀ ਸ਼ੈਲੀ ਦੇ ਵਿੱਚ। ਪਰ ਹੁਣ ਜੇ ਮੰਨ ਲਓ ਮੈਂ ਜੱਜਮੈਂਟ ਦੇ ਵਿੱਚ ਆ, ਮੈਂ ਸਕਿੱਟ ਦੀ ਜੱਜਮੈਂਟ ਕਰਨ ਗਿਆ, ਮੈਂ ਜਿਹੜਾ ਸੀਰੀਅਸ ਸ਼ਾਰਟ ਪਲੇ ਹੋਊਗਾ ਮੈਂ ਉਹਨੂੰ ਜੱਜਮੈਂਟ ਚੋਂ ਬਾਹਰ ਕੱਢੂੰਗਾ ਉਸ, ਕਿਉਂਕਿ ਮੈਂ ਨਹੀਂ ਸਕਿੱਟ ਦੀ sir, ਜੱਜਮੈਂਟ ਪਰ ਕਰਨੀ। ਇੱਥੇ ਦੇਖੋ ਮੇਰਾ ਬੱਚਾ ਤਾਂ ਖੈਰ ਮੇਰੇ ਤਾਂ ਹੈ ਨਹੀਂ ਸਕਿੱਟ 'ਚ, ਪਰ ਰਿਐਲਿਟੀ ਇਹੀ ਆ ਕਿ ਆਪਾਂ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਧਾਰਮਿਕ ਮੁੱਦੇ ਨੂੰ ਜਾਂ ਕੋਈ ਵੀ ਪੋਲਿਟਿਕਸ ਨੂੰ ਸੱਟ ਨਹੀਂ ਮਾਰਨੀ, ਠੀਕ ਹੈ। ਸੋ ਉਹਦੇ ਵਿੱਚ ਹਾਸਾ ਹੋ ਹੀ ਨਹੀਂ ਸਕਦਾ। ਇੱਥੇ ਇਹ ਅਸਲ 'ਚ ਨਾ ਤੋਂ ਇਹਦਾ ਨਾਮ ਗਲਤ ਲਿਖਿਆ ਗਿਆ, ਬਟ ਇਹ ਸਿਚੁਏਸ਼ਨ ਐਸੀ ਹੋਈ ਸੀਗੀ ਵੀ ਇੱਕ ਛੋਟਾ ਜਿਹਾ ਨਾਟਕ ਹੀ ਸੀ ਉਹਦੇ ਨਾਲ ਬਹੁਤੇ ਰਿਲੇਟ ਮੁਕਾਬਲਿਆਂ ਦੇ ਗਲਤ ਵਿੱਚ ਲਿਖੇਗਾ ਇਹੀ ਤਾਂ ਹੋਇਆ ਉਹ ਜੀ। ਜਸਟੀਫਿਕੇਸ਼ਨ ਕਲੈਰੀਫਿਕੇਸ਼ਨ ਦੇਣ ਦੇ, ਇੱਕ ਲੈਟਰ ਕੱਢ ਦਿੰਦੇ ਕਿ ਸਕਿੱਟ ਨੂੰ ਸ਼ਾਰਟ ਪਲੇ ਸਮਝਿਆ ਜਾਵੇ। ਇਹ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ ਹੈਗੀ। ਪਰ ਇਹਦੇ ਵਿੱਚ ਭੰਬਲ ਭੂਸਾ ਤਾਂ ਬਹੁਤ ਵੱਡਾ ਕ੍ਰੀਏਟ ਹੋ ਗਿਆ ਨਾ। ਨਹੀਂ, ਮੈਂ ਤੁਹਾਡੀ ਗੱਲ ਸਮਝ ਗਈ, ਪਰ ਉਹੀ ਗੱਲ ਆ ਗਈ ਨਾ, ਜੱਜ ਹੋਣ ਤੇ ਅਸੀਂ ਰੂਡ ਨਹੀਂ ਹੋਣਾ, ਅਸੀਂ ਉਹਨਾਂ ਨੂੰ ਅਸੈਪਟ ਕਰਨਾ ਚੀਜ਼ਾਂ ਨੂੰ। ਅਸੀਂ ਉੱਤੇ ਰੂਡ ਨਹੀਂ ਹੋ ਸਕਦੇ ਵੀ ਨਹੀਂ ਜੇ ਚ ਹੱਥ ਰੱਖ ਹੈ ਨਹੀਂ ਆਪਾਂ ਇਹਨੂੰ ਬਾਹਰ ਕੱਢ ਦਈਏ। ਅਸਲ ਚ ਫਿਰ ਤਾਂ ਤੁਸੀਂ ਕਿਸੇ ਵਿਧਾ ਨਾਲ ਜਸਟੀਫਿਕੇਸ਼ਨ ਹੀ ਨਹੀਂ ਕਰੋਗੇ। ਫਿਰ ਤਾਂ ਇਹੀ ਤਾਂ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਅਸਲ ਦੇ ਵਿੱਚ। ਗੱਲ ਉੱਥੇ ਹੀ ਆ ਗਈ ਨਾ, ਨਾਮ ਗਲਤ ਹੋ ਗਿਆ ਉਹਦਾ। ਫਿਰ ਉਹਦੇ ਤੇ ਲੈਟਰ ਕੱਢ ਦੇਣਾ ਚਾਹੀਦਾ ਸੀ ਨਾ ਸਟੇਟ ਨੂੰ, ਵੀ ਇਹਨੂੰ ਸਕਿੱਟ ਨੂੰ ਸ਼ਾਰਟ ਪਲੇ ਸਮਝਿਆ ਜਾਵੇ। ਇਹਦੇ ਕੀ ਪ੍ਰੋਬਲਮ ਹੈ? ਅੱਜ ਕੱਲ 1 ਮਿੰਟ ਦੇ ਵਿੱਚ ਸਾਰੀ ਸਟੇਟ ਦੇ ਵਿੱਚ ਤੁਸੀਂ ਆਨਲਾਈਨ ਇੱਕ ਇਨਫੋਰਮੇਸ਼ਨ ਭੇਜਣੀ ਹੈ, ਸਾਰੇ ਉੱਪਰ ਤੋਂ ਹੇਠਾਂ ਤੱਕ ਗਰੁੱਪ ਬਣੇ ਹੋਏ ਨੇ। ਇਹ ਟੈਕਨੀਕਲ ਗਲਤੀ ਸੀ, ਤਾਂ ਇਸ ਨੂੰ ਠੀਕ ਕਰ ਲੈਣਾ ਚਾਹੀਦਾ ਸੀ। ਜੇ ਸਕਿੱਟ ਦਾ ਕੰਪੀਟੀਸ਼ਨ ਹੈ ਫਿਰ ਸਕਿੱਟ ਹੀ ਹੋਣਾ ਚਾਹੀਦਾ ਹੈ। ਸਕਿੱਟ ਇਹ ਕਿ ਸਕਿੱਟ ਲਿਖੀ ਨਹੀਂ ਜਾ ਸਕਦੀ। ਮੈਂ ਤੁਹਾਨੂੰ ਘੱਟੋ ਘੱਟ 10 ਸਕਿੱਟਾਂ ਦੇ ਸਕਦਾ, ਮੈਂ ਘੱਟੋ ਘੱਟ 3-4 ਸਕਿੱਟਾਂ ਮੈਂ ਲਿਖ ਕੇ ਵੀ ਦਿੱਤੀਆਂ ਨੇ ਕੁਝ ਲੋਕਾਂ ਨੂੰ। ਹੋ ਸਕਦਾ, ਪਰ ਬਹੁਤ ਔਖਾ ਕੰਮ ਹੈ, ਬੜਾ ਮਤਲਬ ਟੇਢਾ ਕੰਮ ਹੈ ਇਹ ਤੇ ਲਿਖਣਾ। ਤੇ ਇਹਨੂੰ ਮਤਲਬ ਸਕਿੱਟ ਨਹੀਂ ਹੋਣੀ ਚਾਹੀਦੀ ਸੀ, ਮੈਂ ਐਗਰੀ ਕਰਦਾ। ਪਰ ਜੇ ਹੁਣ ਸਕਿੱਟ ਹੈ ਤਾਂ ਫਿਰ ਉਹਨੂੰ ਸਕਿੱਟ ਹੀ ਲਈ ਜਾਣੀ ਚਾਹੀਦੀ ਹੈ। ਸਕਿੱਟ ਦੇ ਨਾਂ ਤੇ ਸ਼ਾਰਟ ਪਲੇ ਨਹੀਂ ਹੋਣਾ ਚਾਹੀਦਾ ਜੀ। ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਪਾਂ ਵਿਚਾਰੀਆਂ ਨੇ, ਤੇ ਥੀਏਟਰੀਕਲ ਮੁਕਾਬਲਿਆਂ ਬਾਰੇ ਤੇ ਡਾਂਸ ਬਾਰੇ, ਸੰਗੀਤ ਬਾਰੇ ਤੇ ਅੱਜ ਵਿਜ਼ੂਅਲ ਆਰਟਸ ਬਾਰੇ ਆਪਾਂ ਗੱਲਬਾਤ ਕੀਤੀ ਹੈ। ਤੇ ਜੇਕਰ ਕਿਸੇ ਸਾਥੀ ਦਾ ਉਹਨਾਂ ਵਿਧਾਵਾਂ ਬਾਰੇ ਕੋਈ ਸਵਾਲ ਹੋਵੇ ਤਾਂ ਅਸੀਂ ਉਹ ਲਿੰਕ ਭੇਜ ਦਾਂਗੇ ਸਿਰਜਣਾਤਮਕ ਸਿੱਖਿਆ ਸੰਸਾਰ ਗਰੁੱਪ ਨਾਲ ਜੁੜ ਕੇ, ਜਾਂ ਸਾਡੇ ਨਾਲ ਸਿੱਧੇ ਤੌਰ ਤੇ ਤੁਸੀਂ ਜੁੜ ਕੇ ਉਹ ਲਿੰਕ ਸਾਡੇ ਤੋਂ ਲੈ ਸਕਦੇ ਹੋ ਤੇ ਆਪਣੀ ਜਾਣਕਾਰੀ ਦੇ ਵਿੱਚ ਵਾਧਾ ਕਰ ਸਕਦੇ ਹੋ। ਸੋ ਜਿੰਨੇ ਵੀ ਮਹਿਮਾਨ ਸਾਡੇ ਨਾਲ ਸ਼ਾਮਲ ਹੋਏ ਸਰੋਤਿਆਂ ਦੇ ਰੂਪ ਦੇ ਵਿੱਚ, ਜਾਂ ਜਿਹੜੇ ਸਾਡੇ ਵਿਸ਼ਾ ਮਾਹਿਰ ਸਾਡੇ ਨਾਲ ਜੁੜੇ, ਉਹਨਾਂ ਸਾਰਿਆਂ ਦਾ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਲਈ, ਸਾਡੇ ਅਧਿਆਪਕਾਂ, ਸਾਡੇ ਵਿਦਿਆਰਥੀਆਂ ਨੂੰ ਦੇਣ ਲਈ ਅਸੀਂ ਬਹੁਤ ਸ਼ੁਕਰੀਆ ਕਰਦੇ ਹਾਂ। ਕੁਝ ਕਹਿ ਰਹੇ ਨੇ। ਹਾਂ, ਚਾਲ ਸਾਹਿਬ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਜੀ। ਜੀ ਸਤਿ ਸ਼੍ਰੀ ਅਕਾਲ। ਸਰ ਇੱਕ ਤਾਂ ਸਵਾਲ ਨਾ ਵੀ ਸੁੰਦਰ ਲਿਖਾਈ ਬਾਰੇ ਸੌਖੀ ਸਾਡੇ ਤੋਂ ਕਲੀਅਰ ਕਰਨੀ ਸੀ ਗੱਲ, ਵੀ ਜਿਹੜੀ ਪੈਰ ਦੇ ਵਿੱਚ ਬਿੰਦੀ ਲੱਗਦੀ ਹੈ ਜੀ, ਉਹ ਕਈ ਵਾਰੀ ਤਾਂ ਵੀ ਵਿਚਕਾਰ ਆ ਜਾਂਦੇ, ਜਿਵੇਂ ਲੱਲੇ ਪੈਰ ਬਿੰਦੀ ਦੀ ਗੱਲ ਕਰੀਏ ਤਾਂ ਵਿਚਕਾਰ ਲੱਗ ਜਾਂਦੇ, ਕਈ ਵਾਰੀ ਸਾਈਡ ਤੇ। ਵੀ ਇਹ ਬਿੰਦੀ ਦਾ ਪ੍ਰੋਪਰ ਨਿਯਮ ਕੀ ਹੈ, ਵੀ ਉਹ ਵਿਚਕਾਰ ਹੀ ਆਉਣੀ ਚਾਹੀਦੀ ਹੈ, ਸਾਈਡ ਤੇ ਆਉਣੀ ਚਾਹੀਦੀ ਹੈ ਜੀ। ਇੱਕ ਆਪਣਾ ਵਿਸ਼ਾ ਨਹੀਂ ਹੈਗਾ ਵੈਸੇ ਅੱਜ ਕਵਿਤਾ ਦਾ, ਮੈਂ ਪਿਛਲਾ ਪ੍ਰੋਗਰਾਮ ਵਿੱਚ ਕਰ ਗਿਆ ਸੀ ਸਰ। ਜਦੋਂ ਕਵਿਤਾ ਦੀ ਜੱਜਮੈਂਟ ਕਰਦੇ ਜੀ ਕਈ ਜੱਜ ਨਾ, ਮਤਲਬ ਕਿ ਬੱਚਾ ਜਿਹੜਾ ਹਾਵ ਭਾਵ ਕਰਦਾ ਹੈ ਜਾਂ ਉਹ ਆਪਦੇ ਹੱਥਾਂ ਨਾਲ ਜਾਂ ਕੋਈ ਐਕਸ਼ਨ ਕਰਦਾ ਹੋਰ ਕਰਦਾ, ਉਹਨੂੰ ਵਿੱਚ ਕਹਿੰਦੇ ਨੇ ਵੀ ਹਾਂ ਇਹਨੂੰ ਆਪਾਂ ਨੰਬਰ ਦੇਣੇ ਨੇ ਐਕਸਟਰਾ। ਕਈ ਜੱਜ ਕਹਿੰਦੇ ਨੇ ਵੀ ਬੱਚਾ ਭਾਵੇਂ ਸਟਿਲ ਖੜ ਕੇ ਸਿੱਧੀ ਕਵਿਤਾ ਬੋਲ ਜੇ ਵੀ ਉਹ ਬੈਸਟ ਹੁੰਦੀ ਹੈ, ਵੀ ਇਹਦੇ ਵਿੱਚ ਆਪਾਂ ਦੋਨਾਂ ਚੀਜ਼ਾਂ ਨੂੰ ਸ਼ਾਮਿਲ ਕਰ ਸਕਦੇ ਹਾਂ, ਜਾਂ ਵੀ ਜਿਹੜਾ ਬੱਚਾ ਕੋਈ ਐਕਸ਼ਨ ਕਰਦਾ ਉਹਨੂੰ ਆਪਾਂ ਡਾਕਟਰ ਸਾਹਿਬ ਵੱਧ ਨੰਬਰ ਦੇ ਸਕਦੇ ਹਾਂ। ਇਹ ਦੋ ਸਵਾਲ ਸੀ ਜੀ ਮੇਰੇ। ਪਹਿਲੇ ਸਵਾਲ ਬਾਰੇ ਤਾਂ ਸੁਖੀ ਸਾਹਿਬ ਕਲੀਅਰ ਕਰਨਗੇ, ਪਰ ਦੂਜੇ ਸਵਾਲ ਦਾ ਜਵਾਬ ਤੁਹਾਨੂੰ ਮੈਂ ਦੇ ਦੇਣਾ ਕਿ ਇਹ ਕੋਈ ਬਹੁਤ ਮਕੈਨੀਕਲ ਨਹੀਂ ਹੁੰਦਾ। ਇਸ ਤਰ੍ਹਾਂ ਕਿ ਤੁਸੀਂ ਸਟੇਜ ਤੇ ਸਿੱਧਾ ਖੜੀ ਕਰਕੇ ਕਵਿਤਾ ਬੋਲਣੀ ਹੈ, ਜਾਂ ਤੁਸੀਂ ਹਾਵ ਭਾਵ ਕਰਨੇ ਨੇ ਜਾਂ ਨਹੀਂ ਕਰਨੇ ਹੈਗੇ। ਮੇਨ ਗੱਲ ਇਹ ਹੈ ਕਿ ਜੋ ਤੁਸੀਂ ਚੀਜ਼ਾਂ ਬੋਲ ਰਹੇ ਹੋ ਉਹਦਾ ਫੀਲ ਕਿੰਨਾ ਕੁ ਆ ਰਿਹਾ ਹੈ। ਉਹ ਫੀਲ ਪੈਦਾ ਕਰਨ ਵਾਸਤੇ ਅਸੀਂ ਹਲਕੇ ਫੁਲਕੇ ਹਾਵ ਭਾਵ ਕਰਨੇ ਹੁੰਦੇ ਨੇ, ਪਰ ਬੇਲੋੜੀਆਂ ਬਾਹਾਂ ਮਾਰਨਾ ਜਾਂ ਕਵਿਤਾ ਨੂੰ ਇੰਨੀ ਲਾਊਡ ਕਰ ਦੇਣਾ ਕਿ ਉਹ ਕਵਿਤਾ ਚੀਖ ਬਣ ਜੇ ਜਾਂ ਕਵਿਤਾ ਰੋਣ ਬਣ ਜੇ, ਉਹਨੂੰ ਅਸੀਂ ਕਹਿੰਦੇ ਕਿ ਮੈਲੋਡਰਾਮੈਟਿਕ ਉਹ ਜਿਹੜੀ ਪੇਸ਼ਕਾਰੀ ਹੋ ਗਈ, ਉਹ ਮੈਲੋਡਰਾਮੈਟਿਕ ਨਹੀਂ ਹੋਣੀ ਚਾਹੀਦੀ।
ਇੱਕ ਲਿਮਿਟ ਦੇ ਵਿੱਚ ਰਹਿ ਕੇ ਤੁਸੀਂ ਉਸ ਨੂੰ ਕਿਤੇ ਲਾਊਡ ਕਰਨਾ ਹੈ, ਕਿਤੇ ਥੱਲੇ ਕਰਨਾ ਹੈ, ਕਿਤੇ ਉੱਤੇ ਕਰਨਾ ਹੈ, ਹਲਕੇ ਫੁਲਕੇ ਅਸੀਂ ਆਪਣੇ ਹੱਥਾਂ ਰਾਹੀਂ, ਆਪਣੀ ਬਾਡੀ ਰਾਹੀਂ, ਆਪਣੇ ਚਿਹਰੇ ਰਾਹੀਂ ਉਹਦੇ ਵਿੱਚ ਇਨਵੋਲਵ ਹੋਣਾ ਹੈ, ਤਾਂ ਕਿ ਜੋ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਉਹ ਪ੍ਰੋਪਰ ਫੀਲ ਦੇ ਨਾਲ, ਜੇ ਤੁਸੀਂ ਵੀਰ ਰਸ ਪੈਦਾ ਕਰਨਾ ਚਾਹੁੰਦੇ ਹੋ ਤਾਂ ਆਡੀਅנס ਤੱਕ ਵੀਰ ਰਸ ਜਾਵੇ, ਜੇ ਤੁਸੀਂ ਹਾਸ ਰਸ ਪੈਦਾ ਕਰਨਾ ਚਾਹੁੰਦੇ ਹੋ ਤਾਂ ਹਾਸ ਰਸ ਜਾਵੇ। ਉਹ ਇਕੱਲੇ ਸ਼ਬਦਾਂ ਨਾਲ ਨਹੀਂ ਪੈਦਾ ਹੁੰਦਾ। ਵੈਸੇ ਵੀ ਕੋਈ ਬੁਲਾਰਾ ਜਦੋਂ ਸਟੇਜ ਤੇ ਬੋਲਦਾ ਹੈ, ਭਾਸ਼ਣ ਦਿੰਦਾ ਹੈ, ਤਾਂ ਉਹ ਆਪਣੀ ਪੂਰੀ ਬਾਡੀ ਨੂੰ ਇੱਕ ਹਾਰਮੋਨੀਅਸ ਰਿਲੇਸ਼ਨ ਦੇ ਵਿੱਚ ਪੇਸ਼ ਕਰਦਾ ਹੈ, ਆਪਣੇ ਸ਼ਬਦਾਂ ਦੇ ਨਾਲ ਗੁੰਨ ਕੇ ਪੇਸ਼ ਕਰਦਾ ਹੈ। ਸੋ ਇਸੇ ਤਰ੍ਹਾਂ ਹੀ ਕਵਿਤਾ ਦੇ ਵਿੱਚ ਜਾਂ ਭਾਸ਼ਣ ਦੇ ਵਿੱਚ ਤੁਸੀਂ ਆਪਣੇ ਸ਼ਬਦਾਂ ਦੇ ਨਾਲ, ਆਪਣੇ ਕੰਟੈਂਟ ਦੇ ਨਾਲ ਮਿਲਦੇ ਜੁਲਦੇ ਇਸ਼ਾਰੇ, ਮਿਲਦੇ ਜੁਲਦੇ ਹਾਵ ਭਾਵ ਜ਼ਰੂਰ ਉਹਦੇ ਵਿੱਚ ਸ਼ਾਮਲ ਕਰੋ, ਪਰ ਉਹ ਇੰਨਾ ਜ਼ਿਆਦਾ ਨਹੀਂ ਹੋਣਾ ਚਾਹੀਦਾ ਕਿ ਉਹ ਮੈਲੋਡਰਾਮੈਟਿਕ ਹੋ ਜੇ, ਉਹ ਮਤਲਬ ਡਰਾਮਾ ਲੱਗਣ ਲੱਗ ਜੇ, ਉਹ ਮਤਲਬ ਬਨੌਟੀ ਲੱਗਣ ਲੱਗ ਜੇ, ਮੈਕੈਨੀਕਲ ਲੱਗਣ ਲੱਗ ਜੇ। ਕਈ ਵਾਰੀ ਚੀਖਾਂ ਬਣਾ ਦਿੰਦੇ ਹਾਂ ਅਸੀਂ ਬਹੁਤ ਉੱਚੀ, ਕਈ ਤਾਂ ਇਸ ਤੋਂ ਵੀ ਪ੍ਰਭਾਵਿਤ ਹੋ ਜਾਂਦੇ ਨੇ। ਸੋ ਬਹੁਤ ਸਹਿਜ ਰੂਪ ਦੇ ਵਿੱਚ ਜਦੋਂ ਤੁਸੀਂ ਕਿਸੇ ਕੰਟੈਂਟ ਨੂੰ ਫੀਲ ਨਾਲ ਪੇਸ਼ ਕਰਦੇ ਹੋ ਤਾਂ ਉਹਦੇ ਵਿੱਚ ਥੋੜੀਆਂ ਚੀਜ਼ਾਂ ਸਾਰੀਆਂ ਸ਼ਾਮਲ ਹੁੰਦੀਆਂ ਨੇ, ਪਾਬੰਦੀ ਕਿਸੇ ਚੀਜ਼ ਤੇ ਨਹੀਂ ਹੁੰਦੀ ਹੈ। ਬਾਕੀ ਸੁਖੀ ਸਾਹਿਬ ਦੱਸਣਗੇ ਲਿਖਾਈ ਬਾਰੇ। ਹਾਂਜੀ, ਸੁੰਦਰ ਲਿਖਾਈ ਦੇ ਵਿੱਚ ਪੈਰੀ ਬਿੰਦੀ ਵਾਲੇ ਵੱਖ-ਵੱਖ ਫੌਂਟ ਆ ਗਏ ਨੇ ਅੱਜ ਕੱਲ੍ਹ, ਇਸ ਕਰਕੇ ਥੋੜਾ ਭੰਬਲ ਭੂਸਾ ਪੈ ਗਿਆ ਸੀ। ਪਰ ਨਹੀਂ, ਜਿਸ ਤਰ੍ਹਾਂ ਖੱਖੇ ਦੇ ਅੱਗੇ ਬਿੰਦੀ ਪੈਂਦੀ ਆ, ਗੱਗੇ ਦੇ ਪੈਂਦੀ ਆ, ਫੱਫੇ ਦੇ ਪੈਂਦੀ, ਇਸ ਤਰ੍ਹਾਂ ਲੱਲੇ ਦੇ ਵੀ ਅੱਗੇ ਹੀ ਬਿੰਦੀ ਪਏਗੀ ਵਿਚਾਲੇ ਨੂੰ। ਸਰ ਪਹਿਲਾਂ ਲੱਲੇ ਦੇ ਬਾਕੀ ਸਾਰੇ ਅੱਖਰਾਂ ਨਾਲੋਂ ਉਲਟ ਬਿੰਦੀ ਪੈਂਦੀ ਰਹੀ ਹੈ। ਹਾਂਜੀ, ਪਿਛਲੇ ਪਾਸੇ ਹੋ ਰਹੀ ਹੈ ਜੀ। ਨਹੀਂ, ਹੁਣ ਵੀ ਇਹ ਅੱਗੇ ਹੀ ਪੈਣੀ ਹੈ। ਪਹਿਲਾਂ ਬਿੰਦੀ ਜਿਸ ਤਰ੍ਹਾਂ ਪੈਂਦੀ ਹੈ ਨਾ, ਗੱਗੇ ਦੇ ਮੂਹਰੇ ਪੈਂਦੀ ਹੈ, ਇਵੇਂ ਹੀ ਪੈਣੀ ਅਗਲੇ ਪਾਸੇ। ਇਹ ਸਾਡਾ ਸਵਾਲ ਇਹ ਸੀਗਾ ਕਿ ਪੁਰਾਣੇ ਜਿਹੜੇ ਕਾਇਦੇ ਰਹੇ ਨੇ, ਆਉਂਦੇ ਰਹੇ ਨੇ, ਉਹਨਾਂ ਦੇ ਵਿੱਚ ਬਾਕੀ ਸਾਰੇ ਅੱਖਰਾਂ ਦੇ ਮੁਕਾਬਲੇ ਲੱਲੇ ਦੀ ਬਿੰਦੀ ਉਲਟ ਸਾਈਡ ਪੈਂਦੀ ਸੀ। ਹਾਂਜੀ, ਰਾਈਟ ਸਾਈਡ ਪੈਂਦੀ ਸਰ, ਪੈਂਦੀ ਸੀ ਨਾ। ਹੁਣ ਤੁਸੀਂ ਦੇਖੋ, ਪਹਿਲੀ ਦੇ ਕਾਇਦੇ ਤੋਂ ਲੱਗ ਜਾਓ। ਜਦੋਂ ਅਸੀਂ ਬੱਚੇ ਨੂੰ ਇੱਕੋ ਜਿਹੀ ਚੀਜ਼ ਦੇ ਰਹੇ ਹਾਂ, ਪੰਜਾਬ ਬੋਰਡ ਦੀਆਂ ਕਿਤਾਬਾਂ ਨੂੰ ਆਪਾਂ ਫਾਲੋ ਕਰਨਾ ਸਾਰਿਆਂ ਨੇ, ਤਾਂ ਉਹਦੇ ਵਿੱਚ ਜਿਹੜੇ ਉਹ ਫੌਂਟ ਉਹ ਫੌਂਟ ਅੱਗੇ ਚੱਲ ਰਹੇ ਨੇ, ਤੇ ਉਹ ਸਾਰੇ ਦੇ ਸਾਰੇ ਮੰਨਦਿਆਂ ਹੋਇਆ ਸਾਨੂੰ ਅੱਗੇ ਪਾਉਣੀ ਪਏਗੀ ਜੀ। ਇਹਦੇ ਵਿੱਚ ਥੋੜਾ ਜਿਹਾ ਸਾਰੀਆਂ ਗੱਲਾਂ ਠੀਕ ਨੇ, ਬਸ ਸਿਰਫ ਆਪਾਂ ਕੀ ਦੇਖਣਾ ਕਿ ਸਾਨੂੰ ਪੇਪਰ ਕਿੱਦਾਂ ਦਾ ਮਿਲਿਆ। ਜੇ ਤਾਂ ਪੇਪਰ ਦੇ ਸੱਜੇ ਪਾਸੇ ਬਿੰਦੀ ਹੈ ਤਾਂ ਸੱਜੇ ਪਾਸੇ ਲਾਓ, ਜੇ ਖੱਬੇ ਪਾਸੇ ਤਾਂ ਖੱਬੇ ਪਾਸੇ ਲਾਓ। ਆਪਾਂ ਉਹਨੂੰ ਕਾਪੀ ਕਰਨਾ ਹੁੰਦਾ। ਪ੍ਰਿੰਟ ਰਾਈਟਿੰਗ ਦਾ ਮਤਲਬ ਇਹ ਹੁੰਦਾ ਵੀ ਉਹਦੀ ਕਿਤਾਬ ਵਰਗੀ ਛਪਾਈ ਕਰ ਦਿਓ। ਜਿੱਦਾਂ ਦਾ ਪੇਪਰ ਤੁਹਾਨੂੰ ਆਇਆ ਉਹਨੂੰ ਜਿੰਨਾ ਛਪਾਈ ਚ ਦੇ ਸਕਦੇ ਆ ਉਹਨਾਂ ਦੇ। ਇਹ ਤੇ ਆਪਾਂ ਜਦੋਂ ਬੱਚੇ ਨੂੰ ਆਮ, ਜਦੋਂ ਕਿਸੇ ਨੇ ਕਲਾਸ 'ਚ ਲਿਖ ਰਿਹਾ ਬੱਚਾ, ਤਾਂ ਵੀ ਉਹ ਅੱਗੇ ਹੀ ਪਾ ਰਿਹਾ, ਕਿਉਂਕਿ ਸਾਰੀ ਲੈਵਲ ਤੋਂ ਤਾਂ ਠੀਕ ਹੈ ਮੈਡਮ ਸੋਨਜੀਤ, ਮਤਲਬ ਰੂਟੀਨ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜਦੋਂ ਬੱਚਾ, ਕਿਉਂਕਿ ਕੰਪੀਟੀਸ਼ਨ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਰੂਟੀਨ ਲਈ ਤਿਆਰ ਕਰ ਰਹੇ ਹੋ ਬੱਚਿਆਂ ਨੂੰ ਤਾਂ ਕਿ ਉਹਨਾਂ ਦੀ ਲਿਖਾਈ ਸੁੰਦਰ ਹੋਵੇ। ਉੱਥੇ ਇੱਕ ਸਿਮਿਲੈਰਿਟੀ ਚਾਹੀਦੀ ਹੈ ਕਿ ਅੱਗੇ ਪਊਗੀ, ਪਿੱਛੇ ਪਊਗੀ, ਵਿਚਕਾਰ ਪਊਗੀ। ਨਹੀਂ ਸਰ, ਉਹ ਤੇ ਫਿਰ ਕਨਫਿਊਜ਼ਨ ਕ੍ਰੀਏਟ ਹੋ ਜਾਊਗੀ। ਜਿਹੜਾ ਪੇਪਰ ਬੱਚੇ ਨੂੰ ਲਿਖਣ ਲਈ ਦਿੱਤਾ ਗਿਆ, ਇਹਦਾ ਮਤਲਬ ਉਹ ਚ ਗਲਤ ਲਿਖਿਆ, ਜੀ ਉਹ ਚ ਗਲਤ ਲਿਖਿਆ ਜਾਂ ਤਾਂ ਉੱਥੇ ਜੱਜ ਸਾਰੀ ਜਗ੍ਹਾ ਸਹੀ ਕਰਕੇ ਦਊਗਾ। ਜਿਹੜੇ ਪੇਪਰ ਬਣਾਉਣ ਵਾਲਾ ਹੈ ਉਹ ਆਪਦੇ ਬਣਾ ਰਿਹਾ ਬਿਨਾਂ ਕੰਪੀਟੀਸ਼ਨ ਤੋਂ ਵੀ ਹੈ। ਜਿਹੜਾ ਪੇਪਰ ਬਣਾ ਰਿਹਾ ਕਿਤਾਬ ਨੂੰ ਅੱਗੇ ਲੈ ਕੇ ਆਵੇ, ਕਿਉਂਕਿ ਅਸੀਂ ਬੱਚਿਆਂ ਨੂੰ ਪਹਿਲੀ ਤੋਂ ਲੈ ਕੇ 12ਵੀਂ ਤੱਕ ਬੋਰਡ ਦੀਆਂ ਕਿਤਾਬਾਂ ਤੋਂ ਹੀ ਪੜ੍ਹਾ ਰਹੇ ਹਾਂ। ਕਿਉਂਕਿ ਜਿਵੇਂ ਸ਼ਬਦ ਜੋੜਾਂ 'ਚ ਆਉਂਦਾ ਸੀ ਤਾਂ ਅਸੀਂ ਇਹ ਮੰਨ ਲਿਆ ਸਾਰਿਆਂ ਨੇ ਕਿ ਇਹਦੇ ਇੱਕ ਨਿਯਮ ਨਹੀਂ ਬਣੇ, ਪਰ ਅਸੀਂ ਬੋਰਡ ਦੀਆਂ ਕਿਤਾਬਾਂ ਹੀ ਲੈ ਰਹੇ ਹਾਂ, ਬੱਚੇ ਨੂੰ ਉਹ ਜੋ ਪੜ੍ਹਾ ਰਹੇ ਹਾਂ, ਇਸ ਲਈ ਉਸ ਨੂੰ ਮੰਨਦਾ। ਤਾਂ ਇਸੇ ਤਰ੍ਹਾਂ ਅਸੀਂ ਬਿੰਦੀ ਨੂੰ ਵੀ ਫਿਰ ਬੋਰਡ ਦੀਆਂ ਕਿਤਾਬਾਂ ਮੁਤਾਬਕ ਹੀ ਚੱਲਾਂਗੇ, ਤੇ ਬਣਾਉਣ ਵਾਲੇ ਨੂੰ ਵੀ ਜੋ ਇਸ ਨੂੰ ਗੱਲ ਧਿਆਨ ਵਿੱਚ, ਬਣਾਉਣ ਵਾਲੇ ਨੂੰ ਵੀ ਚਾਹੀਦਾ ਤਾਂ ਕਿ ਮਤਲਬ ਕਿਸੇ ਪ੍ਰਕਾਰ ਦੀ ਕਨਫਿਊਜ਼ਨ ਨਾ ਹੋਵੇ। ਉਸ ਤੋਂ ਬਾਅਦ ਕੰਪੀਟੀਸ਼ਨ ਦਾ ਠੀਕ ਹੈ, ਚਲੋ ਅਸੀਂ ਕਹਿ ਦਾਂਗੇ ਕਿ ਜਿਹੜਾ ਲਿਖਿਆ ਤੁਹਾਨੂੰ ਆ ਗਿਆ ਉਹਦੇ ਮੁਤਾਬਕ ਕਰ ਲਓ, ਪਰ ਜ਼ਿੰਦਗੀ 'ਚ ਕੰਪੀਟੀਸ਼ਨ ਨਹੀਂ ਨਾ। ਲਿਖਾਈ ਤਾਂ ਤੁਹਾਡੀ ਪਰਸਨੈਲਿਟੀ ਦਾ ਹਿੱਸਾ ਹੈ, ਲਿਖਣਾ ਤਾਂ ਅਸੀਂ ਹਰ ਵੇਲੇ ਹੁੰਦਾ ਹੈ। ਇਸ ਕਰਕੇ ਯੂਨੀਫਾਰਮਿਟੀ ਸ਼ਬਦ ਜੋੜਾਂ ਦੀ ਜਾਂ ਅੱਖਰਾਂ ਦੇ ਵਿੱਚ ਉਹਨਾਂ ਦੇ ਸਾਈਜ਼ ਦੀ, ਜਾਂ ਉਹਨਾਂ ਦੇ ਬਿੰਦੀਆਂ ਦੀ, ਜਾਂ ਉਹਨਾਂ ਦੀ ਹੋਰ ਟੈਕਨੀਕਲਿਟੀ ਦੀ, ਉਹਦੇ ਵਿੱਚ ਇੱਕ ਯੂਨੀਫਾਰਮਿਟੀ ਹੋਣੀ ਚਾਹੀਦੀ ਹੈ। ਇਹ ਠੀਕ ਹੈ ਸੁਖੀ ਸਾਹਿਬ ਦੀ ਗੱਲ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਕਿਤਾਬਾਂ, ਪਰ ਉੱਥੇ ਵੀ ਜ਼ਰੂਰ ਲੈਣਾ ਚਾਹੀਦਾ। ਜੇ ਉੱਥੇ ਵੀ ਕੁਝ ਗਲਤ ਹੈ ਤਾਂ ਉਹਨੂੰ ਵੀ ਕਿਤੇ ਨਾ ਕਿਤੇ ਅਮੈਂਡ ਕਰਨਾ ਚਾਹੀਦਾ ਜੀ। ਲੋੜ ਆ ਉੱਥੇ ਉਹਨਾਂ ਨੂੰ ਕਰੋ, ਤੇ ਆਮ ਤੌਰ ਤੇ ਉਸ ਨੂੰ ਵਰਤੀਏ ਤਾਂ ਕਿ ਬੱਚੇ ਨਾ ਕਿਸੇ ਗੱਲੋਂ ਵੀ ਇਹ ਭੰਬਲ ਭੂਸੇ 'ਚ ਪੈਣ ਵੀ ਇਹ ਤਾਂ ਆ ਲਿਖਿਆ ਅਤੇ ਇੱਥੇ ਆ ਹੋਇਆ। ਜੀ ਬਿਲਕੁਲ, ਇਹ ਸਵਾਲ ਮੁਕਾਬਲੇ ਦੀ ਬਜਾਏ ਸਗੋਂ ਸਾਡਾ ਜਰਨਲ ਵਰਤੋਂ ਬਾਰੇ ਸੀਗਾ, ਤੇ ਮੁਕਾਬਲਿਆਂ ਦੇ ਸੰਬੰਧ 'ਚ ਮੈਡਮ ਦੀ ਗੱਲ ਠੀਕ ਹੈ ਕਿ ਇਨ ਬਿਨ ਉੱਥੇ ਸਾਨੂੰ ਬਕਾਇਦਾ ਲਿਖਿਆ ਹੁੰਦਾ ਕਿ ਇਨ ਬਿਨ ਹੀ ਲਿਖਣਾ। ਸੋ ਬੜੀ ਸੋਹਣੀ ਗੱਲਬਾਤ ਤੁਸੀਂ ਸਾਰਿਆਂ ਨੇ ਕੀਤੀ। ਬਹੁਤ ਧੰਨਵਾਦ ਜਗਤਾਰ ਸੋਖੀ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ। ਸੋਨਜੀਤ ਮੈਡਮ ਬਹੁਤ ਰੁਝੇਵੇਂ ਸੀਗੇ, ਪਰ ਜਿਸ ਤਰ੍ਹਾਂ ਦੇ ਸਾਨੂੰ ਖਾਸ਼ੇ ਸੀ, ਜਿਸ ਤਰ੍ਹਾਂ ਦੀ ਡਿਸਟਰਬੈਂਸ ਹੋਣ ਦੇ, ਉਹ ਨਹੀਂ ਹੋਈ, ਤੇ
ਬੜਾ ਵਧੀਆ ਸੁਖਾਵੇਂ ਮਾਹੌਲ ਦੇ ਵਿੱਚ, ਸੋਹਣੇ ਮਾਹੌਲ ਦੇ ਵਿੱਚ ਗੱਲਬਾਤ ਹੋਈ ਤੇ ਬੜੀ ਸੋਹਣੀ ਗੱਲਬਾਤ ਹੋਈ। ਤੇ ਡਾਕਟਰ ਸਾਹਿਬ ਵੀ ਪਿਛਲੇ 3 ਪ੍ਰੋਗਰਾਮਾਂ ਤੋਂ ਲਗਾਤਾਰ ਗੱਲਬਾਤ ਕਰ ਰਹੇ ਨੇ। ਉਹਨਾਂ ਦਾ ਵੀ ਅਸੀਂ ਵਿਸ਼ੇਸ਼ ਧੰਨਵਾਦ, ਕਿਉਂਕਿ ਉਹ ਦੋਹਰੀ ਭੂਮਿਕਾ ਨਿਭਾ ਰਹੇ ਨੇ। ਬਤੌਰ ਮੇਜ਼ਬਾਨ ਵੀ ਸਾਡੇ ਵਿੱਚ ਸ਼ਾਮਲ ਨੇ ਤੇ ਬਤੌਰ ਵਿਸ਼ਾ ਮਾਹਿਰ ਵੀ ਸਾਡੇ ਵਿੱਚ ਸ਼ਾਮਲ ਨੇ। ਤੇ ਮੇਰੇ ਸਾਥੀ ਅੱਜ ਦੇ ਮੈਡਮ ਮਨਦੀਪ ਰਿੰਪੀ, ਗੁਰਪ੍ਰੀਤ ਕੌਰ ਕੋਟ ਨੰਗਲ ਸਕੂਲ ਤੋਂ ਨੇ ਸਾਡੇ ਨਾਲ। ਇਹ ਭਾਵੇਂ ਸਾਡੇ ਪ੍ਰਬੰਧਕਾਂ ਦੇ ਵਿੱਚ ਗੁਰਪ੍ਰੀਤ ਮੈਡਮ ਸ਼ਾਮਲ ਨਹੀਂ, ਪਰ ਇਹ ਸਾਡੇ ਬਹੁਤ ਅੱਛੇ ਸਾਥੀ ਨੇ। ਜਦੋਂ ਵੀ ਅਸੀਂ ਇਹਨਾਂ ਨੂੰ ਕਿਸੇ ਕੰਮ ਲਈ ਆਵਾਜ਼ ਮਾਰਦੇ ਹਾਂ ਤਾਂ ਸਾਡੇ ਵਿੱਚ ਸ਼ਾਮਲ ਹੁੰਦੇ ਨੇ। ਸੋ ਬਾਕੀ ਵੀ ਜਿੰਨੇ ਸਾਥੀ ਜੁੜੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਲਦੀ ਹੀ ਆਪਾਂ ਇੱਕ ਹੋਰ ਇਸੇ ਕੜੀ ਦੇ ਤਹਿਤ ਇੱਕ ਹੋਰ ਜਿਹੜੇ ਸਾਹਿਤਕ ਮੁਕਾਬਲੇ ਨੇ ਉਹਨਾਂ ਬਾਰੇ ਗੱਲਬਾਤ ਕਰਨ ਲਈ ਅਗਲੇ ਹਫ਼ਤੇ ਜੁੜਾਂਗੇ। ਸੋ ਤਦ ਤੱਕ ਲਈ ਸਭ ਦਾ ਸ਼ੁਕਰੀਆ। ਸੁਖਜੀਵਨ ਜੀ, ਜੀ ਇੱਕ ਸਵਾਲ ਸੀ, ਬਲਕਿ ਬਹੁਤ ਹੀ ਅਹਿਮ ਤੇ ਮਹੱਤਵਪੂਰਨ ਵਿਸ਼ੇ ਤੇ ਆਪਣੀ ਜਿਹੜੀ ਗੱਲਬਾਤ ਅੱਜ ਹੋਈ ਹੈ ਜੀ। ਔਰ ਸਾਰੀ ਇਸ ਗੱਲਬਾਤ ਦੇ ਵਿੱਚੋਂ ਮੈਨੂੰ ਲੱਗਦਾ ਵੀ ਬਹੁਤ ਹੀ ਸਾਡੇ ਜਿਹੜੇ ਮਾਹਰ ਸਾਡੇ ਵਿਦਵਾਨ ਸੱਜਣ ਨੇ, ਉਹਨਾਂ ਦੀ ਬਹੁਤ ਹੀ ਜ਼ਿਆਦਾ ਫਿਕਰਮੰਦੀ ਝਲਕੀ ਹੈ ਇਸ ਮਾਮਲੇ 'ਚ। ਖਾਸ ਤੌਰ 'ਤੇ ਜਿਹੜੇ ਵਿਜ਼ੂਅਲ ਆਰਟਸ ਨੇ, ਉਹਨਾਂ ਦੀ ਕਿਸ ਤਰ੍ਹਾਂ ਉਹ ਪਰਫਾਰਮ ਕਰਨੀਆਂ ਚਾਹੀਦੀਆਂ ਨੇ, ਕਿਵੇਂ ਜੱਜਮੈਂਟ ਕਰਨੀ ਚਾਹੀਦੀ ਹੈ, ਮਤਲਬ ਇਹਦੇ ਪ੍ਰਤੀ ਜਿਹੜੀ ਸੰਜੀਦਗੀ ਉਹਨਾਂ ਦੀ ਜਾਣੀ ਇਸ ਗੱਲ ਤੋਂ ਜ਼ਾਹਰ ਹੁੰਦੀ ਹੈ। ਪਰ ਮੇਰਾ ਇੱਕ ਸੁਝਾਅ ਸੀਗਾ ਵੀ ਇੱਕ ਤਾਂ ਆਪਾਂ ਜ਼ਰੂਰੀ ਤੌਰ ਤੇ ਜਿਹੜੀ ਇਹ ਫਿਕਰਮੰਦੀ ਹੈ ਸਾਡੇ ਕੁਝ ਕੁ ਹਿੱਸਿਆਂ ਦੇ ਵਿੱਚ ਹੀ ਨਾ ਰਹੇ, ਕਿਉਂਕਿ ਇਹਦੇ 'ਚ ਬਹੁਤ ਸਾਰੇ ਸੱਜਣ ਹੈ, ਜਿਵੇਂ ਕੁਲਦੀਪ ਦੀਪ ਜੀ ਹੈ ਜਾਂ ਸੋਖੀ ਸਾਹਿਬ ਹੈ, ਮੈਡਮ ਸੋਨਜੀਤ ਆ, ਹੋਰ ਨੇ ਜਿਹੜੇ ਕਿ ਉੱਪਰ ਸਟੇਟ ਦੇ ਵਿੱਚ ਵੀ ਵੱਖ-ਵੱਖ ਵਿਸ਼ਿਆਂ ਦੇ ਨਾਲ ਜੁੜੇ ਹੋਏ ਨੇ। ਤਾਂ ਘੱਟੋ ਘੱਟ ਇਹ ਇੱਕ ਸਟੇਟ ਦੀ ਫਿਕਰਮੰਦੀ ਬਣਨੀ ਚਾਹੀਦੀ ਹੈ। ਜਿਵੇਂ ਸਾਡੇ ਬਹੁਤ ਸਾਰੇ ਸਕੂਲ ਆ, ਉਹ ਆਰਟ ਕਰਾਫਟ ਅਧਿਆਪਕਾਂ ਤੋਂ ਸਿੱਖਣੇ ਆ। ਜਿੱਥੇ ਆਰਟ ਕਰਾਫਟ ਅਧਿਆਪਕ ਬੈਠੇ ਆ, ਉਹ ਡਰਾਇੰਗ ਦਾ ਵਿਸ਼ਾ ਪੜ੍ਹਾਉਣ ਦੀ ਬਜਾਏ ਉਹ ਖੇਤੀਬਾੜੀ ਪੜ੍ਹਾ ਰਹੇ ਆ। ਵੀ ਮਤਲਬ ਇੱਕ ਬਹੁਤ ਵੱਡਾ ਇੱਕ ਖੱਪਾ ਹੈਗਾ। ਯਾਨੀ ਸਟੇਟ ਦੀ ਪਹਿਲੀ ਗੱਲ ਤਾਂ ਕੋਈ ਆਰਟ ਕੋਈ ਪਾਲਿਸੀ ਹੈ ਨਹੀਂ ਕੋਈ। ਕੋਮਲ ਕਲਾਵਾਂ ਨਾਲ ਜੋੜਨਾ, ਬੱਚਿਆਂ ਦੇ ਅੰਦਰ ਉਹ ਕੋਮਲਤਾ ਭਰਨੀ, ਬੱਚਿਆਂ ਨੂੰ ਮਤਲਬ ਇਸ ਤਰ੍ਹਾਂ ਦੀ ਮਾਨਵਤਾ ਭਰਨੀ, ਬੱਚਿਆਂ ਦੇ ਅੰਦਰ ਉਹ ਅਹਿਸਾਸ ਕਰਨ ਦੀ, ਪਰਸੈਪਸ਼ਨ ਕਰਨ ਦੀ ਚੀਜ਼ ਭਰਨੀ। ਕਿਉਂਕਿ ਸਾਡਾ ਜਿੰਨਾ ਮਤਲਬ ਪੜ੍ਹਾਈ ਦਾ ਮਾਹੌਲ ਆ ਮਕੈਨੀਕਲ ਹੁੰਦਾ ਜਾ ਰਿਹਾ। ਜਿਵੇਂ ਮੈਡਮ ਸੋਨਜੀਤ ਨੇ ਵੀ ਕਿਹਾ ਸੀਗਾ ਵੀ ਤੱਤ ਭੜੱਥੀ 'ਚ ਜਾਣੀ ਜਲਦਬਾਜ਼ੀ 'ਚ ਬੜੇ ਮਤਲਬ ਸਾਰਾ ਕੁਛ ਆਉਂਦਾ ਇੱਕ ਹੱਥ 'ਚ ਹੁੰਦਾ। ਸਾਡੇ ਇੱਕ ਮਤਲਬ ਇੱਕ ਨਵੀਂ ਚੀਜ਼ ਆ ਜਾਂਦੀ ਹੈ ਦਿਹਾੜੀ 'ਚ, ਸਾਡੇ ਕੋਲੇ 3-3 ਕਿਸਮ ਦੀਆਂ ਸਾਡੇ ਕੋਲੇ ਇੰਸਟਰਕਸ਼ਨਾਂ ਬਦਲ ਜਾਂਦੀਆਂ ਨੇ। ਤਾਂ ਉਹ ਸਾਰੀ ਚੀਜ਼ ਹੈ ਜਿਹੜੀ ਮਤਲਬ ਸਟੇਟ ਤੱਕ ਜਾਣੀ ਚਾਹੀਦੀ ਹੈ। ਤੇ ਮੇਰਾ ਸੁਝਾਅ ਸੀ ਵੀ ਜੇ ਇਹ ਕੋਈ ਤਾਂ ਉੱਪਰ ਵਾਲੇ ਮੰਨਣ ਤਾਂ ਇਹ ਇੱਕ ਕੋਈ ਜ਼ੂਮ ਮੀਟਿੰਗ ਪੂਰੀ ਸਟੇਟ ਦੀ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਐਜੂਸੈਟ ਤੇ ਕੋਈ ਇਸ ਤਰ੍ਹਾਂ ਦਾ ਪੂਰਾ ਲੈਕਚਰ, ਜਿਵੇਂ ਸਾਡੇ ਵਿਦਵਾਨ ਸੱਜਣ ਬੈਠੇ ਆ, ਵੀ ਇਹ ਕੋਈ ਉਹਨਾਂ ਨੂੰ ਸਾਰਿਆਂ ਨੂੰ ਸੁਝਾਅ ਦੇਣ ਜਿਹੜੇ ਘੱਟੋ ਘੱਟ ਕੋਈ ਇਸ ਤਰ੍ਹਾਂ ਦੀ ਕਲਾ ਦੇ ਨਾਲ ਜੁੜੇ ਹੋਏ ਆ। ਘੱਟੋ ਘੱਟ ਚਲੋ ਜਿੰਨਾ ਕੁ ਹੋ ਸਕਦਾ ਬੱਚਿਆਂ ਦਾ ਨਿਆਂ ਹੋ ਸਕੇ। ਧੰਨਵਾਦ। ਬਹੁਤ ਅੱਛਾ ਸੁਝਾਅ ਦਿੱਤਾ ਹੈ। ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਅਸੀਂ ਲਗਾਤਾਰ ਗੱਲ ਕੀਤੀ ਹੈ ਕਿ ਇਹਨੂੰ ਬਹੁਤ ਸਿਸਟੇਮੈਟਿਕ ਤਰੀਕੇ ਨਾਲ ਕਰਾਇਆ ਜਾਣਾ ਚਾਹੀਦਾ ਹੈ। ਸਟੇਟ ਲੈਵਲ ਤੇ ਬਕਾਇਦਾ ਆਰਟ ਐਂਡ ਕਲਚਰ, ਜਿਵੇਂ ਸਪੋਰਟਸ ਅਫਸਰ ਹੁੰਦਾ ਨਾ ਸਟੇਟ ਲੈਵਲ ਤੇ, ਆਰਟ ਐਂਡ ਕਲਚਰ ਅਫੀਸਰ, ਫਿਰ ਡਿਸਟ੍ਰਿਕਟ ਲੈਵਲ ਤੇ, ਉਸ ਤੋਂ ਬਾਅਦ ਬਲਾਕ ਲੈਵਲ ਤੇ, ਫਿਰ ਸਕੂਲਾਂ ਦੇ ਵਿੱਚ ਇੱਕ ਪੱਕਾ ਸਿਸਟਮ ਹੋਣਾ ਚਾਹੀਦਾ ਹੈ ਜਿਹਦੇ ਰਾਹੀਂ ਲਗਾਤਾਰ ਵਰਕਸ਼ਾਪਾਂ ਟੀਚਰਾਂ ਦੀਆਂ ਵੀ ਲੱਗਣੀਆਂ ਚਾਹੀਦੀਆਂ ਨੇ। ਜੱਜਾਂ ਦੇ ਵੀ ਪੂਲ ਬਣਨੇ ਚਾਹੀਦੇ ਨੇ। ਰੂਲਸ ਤੇ ਵੀ ਬਹੁਤ ਸਾਰਾ ਵਰਕ ਹੋਣਾ ਚਾਹੀਦਾ ਹੈ। ਸਾਡੀਆਂ ਲਾਇਬ੍ਰੇਰੀ 'ਚ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਕਿਤਾਬਾਂ ਹੋਣੀਆਂ ਚਾਹੀਦੀਆਂ ਨੇ ਜਿਹਦੇ ਵਿੱਚ ਸਾਨੂੰ ਬਹੁਤ ਸਾਰਾ ਮਟੀਰੀਅਲ ਮਿਲੇ। ਸੋ ਬੜੇ ਵੱਜਵੇਂ ਪੱਧਰ ਤੇ ਕੰਮ ਕਰਨ ਦੀ ਜ਼ਰੂਰਤ ਹੈ। ਆਪਾਂ ਕੋਸ਼ਿਸ਼ ਕਰਦੇ ਹਾਂ ਸਟੇਟ ਨਾਲ ਵੀ ਤਾਲਮੇਲ ਕਰ ਸਕੀਏ ਤੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਇਸ ਮਸਲੇ ਨੂੰ ਆਪਾਂ ਥੋੜਾ ਜਿਹਾ ਹੋਰ ਰਿੜਕਣ ਦੀ ਕੋਸ਼ਿਸ਼ ਕਰਾਂਗੇ 1-2 ਪ੍ਰੋਗਰਾਮਾਂ ਦੇ ਵਿੱਚ। ਤੇ ਤੁਸੀਂ ਸਾਰਿਆਂ ਨੇ ਬਹੁਤ ਖੂਬਸੂਰਤੀ ਨਾਲ ਇਹਦੇ ਵਿੱਚ ਭਾਗ ਲਿਆ। ਬਹੁਤ ਸਾਰੇ ਸਵਾਲ ਤੁਹਾਡੇ ਮਨਾਂ ਦੇ ਵਿੱਚ ਨੇ ਜਿਹੜੇ ਉਹ ਦੱਸਦੇ ਨੇ ਕਿ ਆਪਾਂ ਕਿੰਨੇ ਸਿੰਸੀਅਰ ਆ ਇਹਦੇ ਬਾਰੇ ਤੇ ਕਿੰਨਾ ਕੁਝ ਡਿਸਕਸ ਕਰਨਾ ਚਾਹੁੰਦੇ ਆ। ਮੈਂ ਕਿਸੇ ਸੱਜਣ ਨੇ ਮੇਰਾ ਨੰਬਰ ਮੰਗਿਆ ਸੀ, ਮੈਂ ਵੈਸੇ ਲਿਖ ਵੀ ਦਿੱਤਾ 98 768 20 600। ਜੇ ਕਿਸੇ ਕੋਲੇ ਨਹੀਂ ਹੈਗਾ ਜਾਂ ਕੋਈ ਵੀ ਗੱਲ ਕਰਨੀ ਚਾਹੁੰਦਾ ਹੈ ਤਾਂ ਤੁਸੀਂ ਆਪਣਾ ਸੁਝਾਅ, ਆਪਣੀ ਗੱਲਬਾਤ ਮੇਰੇ ਨਾਲ ਨਿੱਜੀ ਤੌਰ ਤੇ ਵੀ ਕਰ ਸਕਦੇ ਹੋ। ਤੇ ਇੱਕ ਵਾਰੀ ਫਿਰ ਮੈਂ ਪ੍ਰਬੰਧਕ ਦੇ ਤੌਰ ਤੇ ਸਾਡੇ ਦੋਨੇ ਮਹਿਮਾਨਾਂ ਦਾ ਤੇ ਸਾਡੇ ਤਿੰਨੇ ਮੇਜ਼ਬਾਨਾਂ ਦਾ ਤੇ ਬਾਕੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਤੁਸੀਂ ਬਹੁਤ ਸ਼ਿੱਦਤ ਦੇ ਨਾਲ ਭਾਗ ਲਿਆ ਤੇ ਬਹੁਤ ਖੂਬਸੂਰਤੀ ਨਾਲ ਆਪਣੇ ਪੱਖ ਰੱਖੇ ਨੇ, ਆਪਣੀ ਦਲੀਲਾਂ ਰੱਖੀਆਂ ਨੇ। ਆਸ ਹੈ ਕਿ ਸੰਵਾਦ ਚੱਲਦਾ ਰਹੂਗਾ। ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਸਰ।